ज्ञानी बणी। नानक ब्रह्म ज्ञानी सर्ब का धनी। नानक ब्रह्म ज्ञानी सर्ब का धनी। ज्ञानी की शोभा ब्रह्म ज्ञानी बनी। ब्रह्म ज्ञानी की शोभा ब्रह्म ज्ञानी बनी। का सगल आकार। ब्रह्म ज्ञानी का सगल आकार। ब्रह्म ज्ञानी आप निरंकार। ब्रह्म ज्ञानी आप निरंकार। नानक ब्रह्म ज्ञानी सर्ब का धनी। नानक ब्रह्म ज्ञानी सर्ब का धनी। ब्रह्म ज्ञानी की शोभा ब्रह्म ज्ञानी बनी। ब्रह्म ज्ञानी शोभा ब्रह्म ज्ञानी बनी। ब्रह्म ज्ञानी ज्ञानी ब्रह्म ज्ञानी शोभा ब्रह्म ज्ञानी बनी। ब्रह्म ज्ञानी की शोभा ब्रह्म ज्ञानी बनी। नानक ब्रह्म ज्ञानी सर्ब का धनी। नानक ब्रह्म ज्ञानी सर्ब का धनी। ब्रह्म ज्ञानी की शोभा ब्रह्म ज्ञानी बनी। ब्रह्म ज्ञानी की शोभा ब्रह्म ज्ञानी बनी। ब्रह्म ज्ञानी की शोभा ब्रह्म ज्ञानी बनी। वाहे गुरु। पूता माता की आशीष। पूता माता की आशीष। पूता माता की आशीष। निमक न बिसरो तुमको हर हर। निमक न बिसरो तुमको हर हर। सदा भजो जगदीश। पूता माता की आशीष। पूता माता की आशीष।
सब किल बिक नासै पितरी होए अधारो। पितरी होए अधारो। सो हर हर तुम सद ही जापो। सो हर हर तुम सद ही जापो। जाका अंत न पारो। जाका अंत न पारो। पुता माता की असीस। पुता माता की असीस। नेमख न विसरो तुमको हर हर। निमख न विसरो तुमको हर हर। सदा पजो जगदीश। पुता माता की आशीष। पुता माता की आशीष। सतगुर तुमको होए दयाला। संत संग तेरी प्रीत। कापड़ पत परमेश्वर राखी। भोजन कीर्तन मीत। भोजन कीर्तन मीत। पुता माता की आशीष। पुता माता की आशीष। अमृत पीवो सदा चिरजीवो। अमृत पीवो सदा चिरजीवो। हर सिमरत अनद अनंता। रंग तमाशा पूर्ण आशा। कबे न व्यापे चिंता। कबे न व्यापे चिंता। अवर तुम्हारा मान हो। हर चरणा हो काला। नानक दास उन संग लपटायो। जो बूंदे चात्र कमाला। जो बूंदे चात्र कमाला। पुता माता की आशीष। पुता माता की आशीष। निमख न विसरो तुमको हर हर। सदा पजो जगदीश। पुता माता की आशीष। आशीष आशीष।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਬਹੁਤ ਬਹੁਤ ਧੰਨਵਾਦ ਭਾਈ ਸਰਨਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਗੁਰੂ ਸ਼ਬਦ ਦੇ ਰਾਹੀਂ ਸਾਨੂੰ ਜੋੜਨਾ ਕੀਤਾ ਹੈ। ਗੁਰੂ ਸਾਹਿਬ ਜਥੇ ਨੂੰ ਚੜ੍ਹਦੀ ਕਲਾ ਬਖਸ਼ਣ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ, ਦੇਹ ਰੋਗਤਾ ਤੰਦਰੁਸਤੀ ਦੀ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਗੁਰੂ ਦੀ ਸੇਵਾ ਕਰਨ ਦਾ ਗੁਰੂ ਸਾਹਿਬ ਬਲ ਬਖਸ਼ਣ। ਅੱਜ ਕੌਮ ਦੇ ਮਹਾਨ ਸਿੱਖ, ਮਹਾਨ ਵਿਦਵਾਨ, ਮਹਾਨ ਜਰਨੈਲ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਹਰ ਸਾਲ ਦੀ ਤਰ੍ਹਾਂ 76ਵਾਂ ਜਨਮ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੂਹ ਜਥੇਬੰਦੀਆਂ ਵੱਲੋਂ ਮਨਾਇਆ ਜਾ ਰਿਹਾ ਹੈ। ਸੋ ਹੁਣ ਮੈਂ ਜਿਹੜੀਆਂ ਸੰਗਤਾਂ ਨੇ ਜਲ ਪਾਣੀ ਛਕ ਲਿਆ ਹੈ, ਕਿਰਪਾ ਕਰਕੇ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੋ ਚੁੱਕੇ ਹਨ। ਕਿਰਪਾ ਕਰਕੇ ਜਲ ਪਾਣੀ ਛਕ ਕੇ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ ਜੀ। ਹੁਣ ਮੈਂ ਭਾਈ ਸੁਖਮੀਤ ਸਿੰਘ ਜੀ ਕਵੀਸ਼ਰੀ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਇਆ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਕਵਿਤਾ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ। ਭਾਈ ਸੁਖਮੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ। ਸਟੇਜ ਦੀ ਜਿਹੜੀ ਪਰਸੋਂ ਦੀ ਸੇਵਾ ਕਰ ਰਹੇ ਹਨ ਸਰਦਾਰ ਸੰਗਾਰਾ ਸਿੰਘ ਜੀ ਵਡਲਾ, ਜ਼ਿਲ੍ਹਾ ਪ੍ਰਧਾਨ ਸ੍ਰੀ ਫਤਿਹਗੜ੍ਹ ਸਾਹਿਬ, ਸਰਦਾਰ ਕੁਲਦੀਪ ਸਿੰਘ ਜੀ ਪਹਿਲਵਾਨ, ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਸਵਰਨ ਸਿੰਘ ਜੀ ਫਾਟਕ ਮਾਜਰੀ, ਸਰਪ੍ਰਸਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਰਦਾਰ ਲਖਵੀਰ ਸਿੰਘ ਜੀ ਕੋਟਲਾ, ਜੋ ਇਨਸਾਫ ਮੋਰਚੇ ਦੇ ਵਿੱਚ ਪਾਰਟੀ ਵੱਲੋਂ ਡਿਊਟੀ ਲੱਗੀ ਹੈ, ਵਿਸ਼ੇਸ਼ ਤੌਰ ਤੇ ਇਹਨਾਂ ਦੀ ਉੱਥੇ ਉਹ ਆਪਣੀ ਸੇਵਾ ਵੀ ਨਿਭਾ ਰਹੇ ਹਨ ਤੇ ਦਿਹਾੜੇ ਦੇ ਸੰਬੰਧ ਦੇ ਵਿੱਚ ਵੀ ਇੱਥੇ ਪਹੁੰਚੇ ਹਨ। ਸਰਦਾਰ ਤਰਲੋਚਨ ਸਿੰਘ ਜੀ ਜਲਵੇੜੀ, ਵਾਰਸ ਪੰਜਾਬ ਦੇ ਸਾਡੇ ਮਿੱਤਰ ਸਾਹਿਬਾਨ, ਇਹਨਾਂ ਦਾ ਮੈਨੂੰ ਨਾਂ ਦੱਸਿਓ। ਵਾਰਸ ਪੰਜਾਬ ਵਾਲੇ ਜਿਹੜੇ ਆ ਕੇ ਗਏ ਆ ਹੁਣ ਯਾਰ। ਭਾਈ ਮਨਜੀਤ ਸਿੰਘ ਜੀ ਫਾਟਕ ਮਾਜਰੀ, ਸਰਦਾਰ ਪਵਨਪ੍ਰੀਤ ਸਿੰਘ ਜੀ ਢੋਲੇਵਾਲ, ਭਾਈ ਸਾਹੀ ਸਾਹਿਬ ਜੀ ਬਾਜਵਾ ਸਾਹਿਬ ਜੀ, ਭਾਈ ਬਿੱਲਾ ਜੀ ਬ੍ਰਾਹਮਪੁਰ ਤੇ ਸਰਦਾਰ ਅਮਰੀਕ ਸਿੰਘ ਜੀ ਨੰਗਲ, ਆਪਣੇ ਜਥੇ ਸਮੇਤ
ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਪਹੁੰਚੇ ਹਨ। ਧੰਨਵਾਦ। ਸਰਦਾਰ ਗੁਰਪ੍ਰੀਤ ਸਿੰਘ ਜੀ ਝਾਮਪੁਰ, ਯੂਥ ਪ੍ਰਧਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਹੁਣ ਮੈਂ ਕਵੀਸ਼ਰੀ ਜਥੇ ਨੂੰ ਬੇਨਤੀ ਕਰਾਂਗਾ ਇੱਕ ਕਵਿਤਾ। ਭਾਈ ਮਨਪ੍ਰੀਤ ਸਿੰਘ ਜੀ ਜੋ ਵਾਰਸ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁਖੀ ਹਨ, ਪਹੁੰਚੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕੁਲਵੰਤ ਸਿੰਘ ਜੀ ਮਜੀਠੀਆ ਜੋ ਮਾਝੇ ਦੇ, ਇਹ ਪੂਰੀ ਸਮੁੱਚੀ ਟੀਮ ਹੈ ਪਹੁੰਚੀ ਆ। ਧੰਨਵਾਦ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਕਾਰ ਸਿੰਘ ਜੀ ਬਾਲੀਆ ਜਥੇ ਦੇ ਨਾਲ ਹਨ। ਧੰਨਵਾਦ, ਜੀ ਆਇਆਂ ਨੂੰ। ਵਾਹਿਗੁਰੂ ਜੀ, ਵਾਹਿਗੁਰੂ, ਸ਼ਾਰਪ ਕਰੋ ਥੋੜੀ ਆਵਾਜ਼। ਵਾਹਿਗੁਰੂ, 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 ਵਾਹਿਗੁਰੂ ਜੀ, ਇੱਕੋ ਕਰ ਦਿਓ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣਾ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਪਿੰਡਾਂ ਦੇ ਸ਼ੁਰਾ ਯੋਧੇ ਸੰਤ ਜਰਨੈਲ ਸਿੰਘ, ਵਾਹ ਹੋ ਤੇਰੀਆਂ ਪੈੜਾਂ ਤੇ ਯੋਧੇ ਪਿੱਛੇ ਪਿੱਛੇ ਆ ਗਏ। ਭਾਈ ਸਤਵੰਤ ਦੇ ਬੇਅੰਤ ਸਿੰਘ ਯੋਧੇ ਦੋਵੇਂ ਆ ਇੰਦਰਾਂ ਨੂੰ ਚਾੜ ਕੱਢੀ ਨਰਕੀ ਪੰਚਾ ਗਏ। ਉੱਡਣੇ ਸੀ ਬਾਜ ਦੋਵੇਂ ਸੁੱਖਾ ਤੇ ਸੀ ਜਿੰਦਾ ਯੋਧੇ। ਆ ਪੂਨੇ ਵਿੱਚ ਜਾ ਕੇ ਸੋਦਾ ਵੈਦਿਆ ਦਾ ਲਾ ਗਏ। ਹੱਕਾਂ ਦੀ ਲੜਾਈ ਕਿਵੇਂ ਲੜੀਦੀ ਹੈ ਸੂਰਬੀਰੋ, ਬੋਲ ਤੇਰੇ ਯੋਧਿਆਂ ਸੀ ਖਾੜਕੂ ਬਣਾ ਗਏ। ਬੋਲ ਤੇਰੇ ਯੋਧਿਆਂ ਸੀ ਖਾੜਕੂ ਬਣਾ ਗਏ। ਕੌਮੀ ਯੋਧੇ ਦੇਸ਼ ਦੀ ਖਾਤਰ ਵਾਰ ਗਏ ਜਦਗਾਨੀ। ਜੱਗ ਹਮੇਸ਼ਾ ਪੂਜਾ ਕਰਦਾ ਜੋ ਕਰਦੇ ਕੁਰਬਾਨੀ। ਮਾਨੋ ਚਾਰ ਸੁਖਦੇਵ ਬੱਬਰ ਜੇ ਅਬ ਮੁੜਨਾ ਜੰਮਣ ਹੀਰੇ। ਦੇ ਧਰਮ ਦੀ ਰਾਖੀ ਕਰਗੇ ਸੋਟੀ ਵਰਗੇ ਵੀਰੇ। ਦੇ ਧਰਮ ਦੀ ਰਾਖੀ ਕਰਗੇ ਸੋਟੀ ਵਰਗੇ ਵੀਰੇ। ਪੂਰੇ ਗੁਰਦੇ ਸਾਜੇ ਸੂਰੇ ਸਿੰਘ ਖਵਾਉਂਦੇ ਨੇ। ਪ੍ਰੇਮੀ ਤੇ ਨਿਤਨੇਮੀ ਹੋ ਕੇ ਸੱਚ ਕਮਾਉਂਦੇ ਨੇ। ਨਾ ਹੀ ਕਦੇ ਡਰਾਉਂਦੇ ਤੇ ਨਾ ਹੀ ਕਿਸੇ ਤੋਂ ਡਰਦੇ ਨੇ। ਧਰਮ ਦੀ ਖਾਤਰ ਜੁੰਦੇ ਯੋਧੇ ਅਣਖਲੀ ਮਰਦੇ ਨੇ। ਆਓ ਕਵਿਤਾ ਸਰਵਣ ਕਰੋ। ਦੋ ਕਵਿਤਾ ਦੀ ਹਾਜ਼ਰੀ ਭਰ ਕੇ ਫਿਰ ਕੀਮਤ ਜੱਜ ਹੋਵਾਂਗੇ। ਆਓ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰਨਾ ਜੀ। ਹਰੇ ਰੇ ਨਾਮ ਵਿੱਚ ਬੰਤਿਆ ਕਛ ਨ ਕੇ ਚਮਕਾਲਾ। ਨਾਨਕ ਮਨ ਤਨ ਸੁਖੀ ਹੋਏ। ਅੰਤੇ ਮਿਲੇ ਗੋਪਾਲ। ਪੂਰੇ ਗੁਰ ਦੇ ਸਾਜੇ ਸੂਰੇ ਸਿੰਘ ਖਵਾਉਂਦੇ ਨੇ। ਪ੍ਰੇਮੀ ਤੈਨ ਤਨੇਮੀ ਹੋ ਕੇ ਸੱਚ ਕਮਾਉਂਦੇ ਨੇ। ਨਾ ਹੀ ਕਦੇ ਡਰਾਉਂਦੇ ਤੇ ਨਾ ਕਿਸੇ ਤੋਂ ਹਰਦੇ ਨੇ। ਧਰਮ ਦੀ ਖਾਤਰ ਜਿਉਂਦੇ ਯੋਧੇ ਅੜਕਲੀ ਮਰਦੇ ਨੇ। ਪੂਰੇ ਗੁਰ ਦੇ ਸਾਜੇ ਸੂਰੇ ਸਿੰਘ ਖਵਾਉਂਦੇ ਨੇ। ਪ੍ਰੇਮੀ ਤੈਨ ਤਨੇਮੀ
ਖਾਤਰ ਜਿਉਂਦੇ ਯੋਧੇ ਅਣਖਲੀ ਮਰਦੇ ਨੇ ਜੀ ਪੁੱਤਰ ਨਾਦੀ ਸਿੰਘ ਸੂਰਮੇ ਬਾਜਾਂ ਵਾਲੇ ਦੇ ਬਰਖਰਦਾਰ ਸਤਿਗੁਰੂ ਤਖਤਾਂ ਤਾਜਾਂ ਵਾਲੇ ਦੇ ਭੂਮੀ ਦੇ ਅੰਦਰ ਨਾ ਕਿਸੇ ਤੋਂ ਹਰਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਧੇ ਅਣਖਲੀ ਮਰਦੇ ਨੇ ਮੌਤ ਨੂੰ ਕਰਨ ਮਖੌਲਾਂ ਜਾਏ ਸਭ ਦੇਵਾ ਦੇ ਕਰਦੇ ਨੇ ਵੱਧ ਚੜ ਕੇ ਕਾਰਜ ਸਦ ਹੀ ਸੇਵਾ ਦੇ ਹਰੀ ਅਰਦਾਸਾ ਤੁਰਦੇ ਨੇ ਫਿਰ ਕਾਰਜ ਸਰਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਧੇ ਅਣਖਲੀ ਮਰਦੇ ਨੇ ਆਖੇ ਨੇ ਮਜਲੂਮਾਂ ਦੇ ਜੋ ਸ਼ਸਤਰ ਧਾਰੀ ਜੀ ਹੱਕਾਂ ਖਾਤਰ ਲੜਨੇ ਦੇ ਲਈ ਰੱਖ ਤਿਆਰੀ ਜੀ ਗੁਰੂ ਦੀ ਕਰੇ ਬੇਦਬੀ ਕੋਈ ਗੁਰੂ ਦੀ ਕਰੇ ਬੇਦਬੀ ਕੋਈ ਮੁੱਲ ਜਰਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਧੇ ਅਣਖਲੀ ਮਰਦੇ ਨੇ ਜੀ ਮਿੱਠਾ ਬੋਲਣ ਨਿਵਕੇ ਚੱਲਣਾ ਗੁਰੂ ਸਿਖਾਉਂਦਾ ਏ ਸਿੱਖਿਆ ਨੂੰ ਜੋ ਮੰਨੇ ਉਹੀ ਸਿੱਖ ਕਹਾਉਂਦਾ ਏ ਕਰਕੇ ਆ ਵੈਰੀ ਦੇ ਦੰਦ ਖੱਟੇ ਕਰਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਧੇ ਅਣਖਲੀ ਮਰਦੇ ਨੇ ਮੁਕਦਰੇ ਮਕਾਵਣ ਵਾਲੇ ਓ ਮੁਕਦਰੇ ਮਕਾਵਣ ਵਾਲੇ ਸੰਗਣਾ ਮੁੱਕੇ ਜੀ ਪਾਣੀ ਵਾਂਗੂ ਚੜਦੇ ਨੇ ਜੋ ਕਦੇ ਨਾ ਰੁਕੇ ਜੀ ਸਜਣਾ ਦੀ ਫੁਲਵੈਰੀ ਦੇ ਬਨ ਤੇ ਗਾਤੇ ਵਰਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਧੇ ਅਣਖਲੀ ਮਰਦੇ ਨੇ ਧਰਮ ਦੀ ਖਾਤਰ ਜਿਉਂਦੇ ਯੋਧੇ ਅਣਖਲੀ ਮਰਦੇ ਨੇ ਸ਼ਹੀਦਾਂ ਦੀ ਪਵਿੱਤਰ ਯਾਦ ਅੰਦਰ ਜੁੜ ਬੈਠੀ ਸਬਾਏਮਾਨ ਗੁਰੂ ਕੀ ਸੰਗਤ ਆਪ ਜੀ ਵੱਡੇ ਭਾਗਾਂ ਵਾਲੇ ਹੋ ਵਿਨ ਭਾਗਾਂ ਸਤਸੰਗ ਨਾ ਲੱਭੈ ਵਿਨ ਸੰਗਤ ਮੈਲ ਮੇਰੀ ਜੈ ਜੀ ਸੱਚ ਕਰਕੇ ਜਾਣਿਓ ਬਿਨਾਂ ਭਾਗਾਂ ਤੋਂ ਸੰਗਤ ਨਹੀਂ ਨਸੀਬ ਹੁੰਦੀ ਆਪ ਜੀ ਲੰਬੇ ਸਮੇਂ ਤੋਂ ਜੁੜ ਬੈਠੇ ਹੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਨੂੰ ਯਾਦ ਕਰ ਰਹੇ ਹੋ ਉਹਨਾਂ ਕੌਮੀ ਯੋਧਿਆਂ ਨੂੰ ਯਾਦ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਕੌਮ ਵਾਸਤੇ ਆਪਣਾ ਆਪ ਵਾਰ ਦਿੱਤਾ ਆਓ ਕੌਮੀ ਯੋਧੇ ਦੇਸ਼ ਦੀ ਖਾਤਰ ਵਾਰ ਗਏ ਜ਼ਿੰਦਗਾਨੀ ਜਗ ਹਮੇਸ਼ਾ ਪੂਜਾ ਕਰਦਾ ਜੋ ਕਰਦੇ ਕੁਰਬਾਨੀ ਮਾਨੋ ਚਾਲ ਸੁਖਦੇਵ ਬੱਬਰ ਜੇ ਮੁੜਨਾ ਜੰਮਣ ਹੀਰੇ ਦੇ ਧਰਮ ਦੀ ਰਾਖੀ ਕਰਗੇ ਸਤਵੰਤ ਬੇਅੰਤ ਜੇ ਵੀਰੇ ਦੇ ਧਰਮ ਦੀ ਰਾਖੀ ਕਰਗੇ ਸਤਵੰਤ ਬੇਅੰਤ ਜੇ ਵੀਰੇ ਆਓ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨਾ ਜੀ ਕੌਮੀ ਯੋਧੇ ਦੇ ਦੀ ਖਾਤਰ ਵਾਰ ਗਏ ਜ਼ਿੰਦਗਾਨੀ ਜਗ ਹਮੇਸ਼ਾ ਪੂਜਾ ਕਰਦਾ ਜੋ ਕਰਦੇ ਕੁਰਬਾਨੀ ਮਾਨੋ ਚਾਲ ਸੁਖਦੇਵ ਬੱਬਰ ਜੇ ਮੁੜ ਨਾ ਜੰਮਣ ਹੀਰੇ ਦੇਸ਼ ਧਰਮ ਦੀ ਰਾਖੀ ਕਰਗੇ ਸਤਵੰਤ ਬੇਅੰਤ ਜੇ ਵੀਰੇ ਕੌਮੀ ਯੋਧੇ ਦੇ ਦੀ ਖਾਤਰ ਕੌਮੀ ਯੋਧੇ ਦੇ ਦੀ ਖਾਤਰ ਵਾਰ ਗਏ ਜ਼ਿੰਦਗਾਨੀ ਜਗ ਹਮੇਸ਼ਾ ਪੂਜਾ ਕਰਦਾ ਜੋ ਕਰਦੇ ਕੁਰਬਾਨੀ ਮਾਨੋ ਚਾਲ ਸੁਖਦੇਵ ਬੱਬਰ ਜੇ ਮੁੜ ਨਾ ਜੰਮਣ ਹੀਰੇ ਦੇਸ਼ ਧਰਮ ਦੀ ਰਾਖੀ ਕਰਗੇ ਸਾਡੀ ਵਰਗੇ ਵੀਰੇ ਉਧਰ ਵੇਖੋ ਤੂਫਾਨ ਸੰਗਣ ਜਦ ਸੀ ਤੁਮਾ ਪਾਈਆਂ ਵਿੱਚ ਸ਼ਮ ਦੇ ਬ੍ਰਹਮ ਪੜਨਾ ਭੋਜਾ ਚੜ ਕੇ ਆਈਆਂ ਹੈਲੀਕਾਪਟਰ ਸੁੱਟ ਲੈ ਸਿੰਘਾਂ ਕਈ ਜਲਮ ਸੀ ਚੀਰੇ ਦੇਸ਼ ਧਰਮ ਦੀ ਰਾਖੀ ਕਰਨਗੇ ਭਾਈ ਜਗਤਾਰ ਸਿੰਘ ਜੇ ਵੀਰੇ ਵੇ ਚੜਾਈ ਸੰਤਾਂ ਵਾਲੀ ਵੇ ਚੜਾਈ ਸੰਤਾਂ ਵਾਲੀ ਜਾਬਰ ਫਿਰਦੇ
ਜਗਤਾਰ ਸਿੰਘ ਜੇ ਵੀਰੇ ਸੱਚਖੰਡ ਹਰਿਮੰਦਰ ਉੱਤੇ ਚੜ ਕੇ ਆ ਗਈ ਸੀ ਜਦ ਇੰਦਰਾ ਇੱਕੀਆਂ ਦੇ 51 ਮੋੜ ਕੇ ਅਕਲ ਦਾ ਖੋਲਿਆ ਜਿੰਦਰਾ ਲੱਤਾਂ ਬਾਵਾਂ ਵਿੱਚ ਆਵਾਦੇ ਸੀ ਫੌਜੀ ਕਰਤੇ ਟੀਰੇ ਦੇਸ਼ ਧਰਮ ਦੀ ਰਾਖੀ ਕਰਕੇ ਭਾਈ ਸੁਖਦੇ ਬੱਬਰ ਜੇ ਵੀਰੇ ਮਟਕਤੀ ਬਸ ਸਾਡੀ ਦੁਸ਼ਮਣ ਧੋਖਾ ਕਰਦੀ ਦਿੱਲੀ ਲੱਖਾਂ ਜਨਾ ਅਸੀਂ ਵਾਰੀਆਂ ਪਰ ਨਾ ਪੈਂਦੀ ਟੱਲੀ ਓਏ ਇੱਕ ਦਿਨ ਹਾਕੇ ਸਾਣੇ ਲੈਣੇ ਰੁਕਨੇ ਜਲਮੇ ਅਖੀਰੇ ਦੇਸ਼ ਧਰਮ ਦੀ ਰਾਖੀ ਕਰਕੇ ਸਤਵੰਤ ਬੇਤ ਜੇ ਵੀਰੇ ਜੇ ਗੁਲਾਮੀ ਗਲ ਚਲਾਉਣੀ ਰਲ ਕੇ ਹਮਲਾ ਮਾਰੋ ਹੋ ਇਕੱਠੇ ਕੇਸਰੀ ਥੱਲੇ ਆ ਜਾ ਦਿਲ ਦਿਓ ਯਾਰੋ ਬਖਸ਼ੋ ਏਕੋ ਕੌਮ ਨੂੰ ਦਾਤਾ ਬਖਸ਼ੋ ਏਕੋ ਕੌਮ ਨੂੰ ਦਾਤਾ ਸਰਵਣ ਕਰੇ ਪੁਕਾਰਾ ਬੋਝਲ ਮੈਂ ਸੈਲੇ ਦਾਤਾ ਆਕੇ ਲੈ ਸਾਰਾ ਸ਼ਹੀਦਾਂ ਦੀ ਯਾਦਾਂ ਨੂੰ ਜੁੜ ਬੈਠੇ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਨੇ ਕਈ ਪ੍ਰਕਾਰ ਦੀਆਂ ਪੱਲੋਂ ਚੁੱਕਨੇ ਸੰਗਤ ਬਖਸ਼ਨਾਰ ਹੈ ਭਾਈ ਮਾਨ ਸਿੰਘ ਜੀ ਦਾ ਧੰਨਵਾਦ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਿੰਨਾਂ ਸਮੂਹ ਸਿੰਘਾਂ ਦਾ ਧੰਨਵਾਦ ਭਾਈ ਮਾਨ ਸਿੰਘ ਮਾਨ ਜੀ ਦਾ ਧੰਨਵਾਦ ਭਾਈ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਇਕਬਾਲ ਸਿੰਘ ਜੀ ਟਵਾਣਾ ਗੁਰਜੰਟ ਸਿੰਘ ਜੀ ਪੀਏ ਮਾਨ ਸਾਹਿਬ ਔਰ ਸਮੂਹ ਸਿੰਘਾਂ ਦਾ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਦਿੱਤਾ ਹੋਇਆ ਸਮਾਂ ਬਿਲਕੁਲ ਸੁਵਿਧਾ ਸਮੇਂ ਤੇ ਪਹੁੰਚ ਗਈ ਹੈ ਆਓ ਫਤਿਹ ਕਰੋ ਜੀ ਪ੍ਰਵਾਨ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿਸ਼ਰੀ ਜਥੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਸਰਦਾਰ ਗੁਰਸੇਵਕ ਸਿੰਘ ਜੀ ਜਵਾਹਰ ਕੇ ਆਪਣੇ ਨਗਰ ਤੋਂ ਇੱਕ ਬੱਸ 52 ਸੀਟਰ ਨਾਲ ਲੈ ਕੇ ਆਏ ਹਨ ਸੰਗਤ ਨਤਮਸਤਕ ਹੋਣ ਗਈ ਹੈ ਗੁਰਦੁਆਰਾ ਸਾਹਿਬ ਸੰਗਤ ਨੇ ਵੀ ਪਹੁੰਚ ਜਾਣਾ ਹੈ ਜਵਾਹਰ ਕੇ ਸਾਹਿਬ ਸੁਸ਼ੋਭਿਤ ਹਨ ਬੀਬੀ ਸਿਮਰਜੀਤ ਕੌਰ ਰਾਮਪੁਰਾ ਪ੍ਰਧਾਨ ਇਸਤਰੀ ਵਿੰਗ ਉਹ ਬੀਬੀ ਜੀ ਸਟੇਜ ਤੇ ਸੁਸ਼ੋਭਿਤ ਹਨ ਜੀ ਆਇਆਂ ਨੂੰ ਧੰਨਵਾਦ ਭਾਈ ਬਹਾਦਰ ਸਿੰਘ ਜੀ ਬੱਬੂ ਭਾਈ ਹਰਮਨਜੀਤ ਸਿੰਘ ਜੀ ਰਿੱਚੀ ਚਾਵਲਾ ਸਾਹਿਬ ਯੂਥ ਆਗੂ ਧੀਰਪੁਰ ਸਮੁੱਚੇ ਤੌਰ ਤੇ ਪਹੁੰਚੇ ਹਨ ਸਰਦਾਰ ਪਰਮਿੰਦਰ ਸਿੰਘ ਜੀ ਬਾਲਿਆਂ ਵਾਲੀ ਜੋ ਜ਼ਿਲ੍ਹਾ ਪ੍ਰਧਾਨ ਬਠਿੰਡਾ ਹਨ ਉਹਨਾਂ ਦੇ ਨਗਰ ਤੋਂ ਉਹਨਾਂ ਦੇ ਭਰਾਤਾ ਜੀ ਸੰਗਤ ਲੈ ਕੇ ਆਏ ਹਨ ਜੀ ਆਇਆਂ ਨੂੰ ਧੰਨਵਾਦ ਹੁਣ ਮੈਂ ਭਾਈ ਹਰਨਰੈਣ ਸਿੰਘ ਜੀ ਲਹਿਰੀ ਬਡਰੁੱਖਾਂ ਜੋ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਲੋਕ ਸਭਾ ਮੈਂਬਰ ਹਨ ਉਸ ਏਰੀਏ ਚੋਂ ਭਾਈ ਹਰਨਰੈਣ ਸਿੰਘ ਜੀ ਲਹਿਰੀ ਆਏ ਹਨ ਇਹਨਾਂ ਨੂੰ ਬੇਨਤੀ ਹੈ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਰਦੇ ਮੁਜਾਹਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ 76ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਨਾਂ ਦੀ ਵਾਰ ਹੈ ਜਿਹੜੀ ਉਹਦੇ ਨਾਲ ਸ਼ੁਰੂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हेलो वाहिगुरु जी
ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੱਚੇ ਪਾਤਸ਼ਾਹ ਦੇ ਨਾਮ ਨੂੰ ਤੇ ਆਈ ਜਾ, ਸਮੇਂ ਆਪਣੇ ਨੂੰ ਸਫਲਾ ਬਣਾਈ ਜਾ। ਸੱਚੇ ਪਾਤਸ਼ਾਹ ਦੇ ਨਾਮ ਨੂੰ ਤੇ ਆਈ ਜਾ, ਸਮੇਂ ਆਪਣੇ ਨੂੰ ਸਫਲ ਬਣਾਈ ਜਾ। ਸੱਚੇ ਪਾਤਸ਼ਾਹ ਦੇ ਨਾਮ ਨੂੰ ਤੇ ਆਈ ਜਾ, ਸਮੇਂ ਆਪਣੇ ਨੂੰ ਸਫਲਾ ਬਣਾਈ ਜਾ। ਸੱਚੇ ਪਾਤਸ਼ਾਹ ਦੇ ਨਾਮ ਨੂੰ ਤੇ ਆਈ ਜਾ, ਸਮੇਂ ਆਪਣੇ ਨੂੰ ਸਫਲ ਬਣਾਈ ਜਾ। ਦੁੱਖ ਨੇੜੇ ਵੀ ਨਾ ਆਊ, ਉਹ ਸਾਰੇ ਸੁੱਖ ਝੋਲੀ ਪਾਉ, ਦੁੱਖ ਨੇੜੇ ਵੀ ਨਾ ਆਊ, ਸਾਰੇ ਸੁੱਖ ਝੋਲੀ ਪਾਉ। ਸਦਾ ਰਹੇਗਾ ਢੋਲ ਬੰਦਿਆ ਜਿਤ ਜੀਵਨ ਹੈ ਸਫਲ ਬਣਾਉਣਾ,
ਪਰਮ ਆਨੰਦ ਨੂੰ ਵੀ ਪਾਇਆ ਏ ਦੁੱਖ ਨੇੜੇ ਵੀ ਨਾ ਆਊ ਸਾਰੇ ਸੁੱਖ ਝੋਲੀ ਪਾਉ ਉਹ ਦੁੱਖ ਨੇੜੇ ਵੀ ਨਾ ਆਊ ਸੁੱਖ ਝੋਲੀ ਪਾਉ ਸਦਾ ਰਹੇਗਾ ਡੋਲ ਬੰਦਿਆ ਜਿੱਤੇ ਜੀਵਨ ਹੈ ਸਫਲ ਬਣਾਉਣਾ ਤਾਂ ਵਾਹਿਗੁਰੂ ਬੋਲ ਬੰਦਿਆ ਉਹ ਵਾਹਿਗੁਰੂ ਬੋਲ ਬੰਦਿਆ ਲੈ ਕੇ ਸ਼ੁੱਧ ਮਨ ਸ਼ੁੱਧ ਭਾਵਨਾ ਬੈਠ ਕੇ ਰਾ ਗੁਰੂ ਜੀ ਦੇ ਪਾਸ ਤੂੰ ਹੋ ਜੂਗੀ ਮਰਾਦ ਪੂਰੀ ਮਨ ਦੀ ਕਰਕੇ ਤਾਂ ਵੇਖ ਅਰਦਾਸ ਤੂੰ ਰੱਬ ਹਾਜ਼ਰ ਆਜੂ ਤੇਰੇ ਵਿੱਚ ਉਹਦਾ ਨੂਰ ਰੱਬ ਹਾਜ਼ਰ ਹਜ਼ੂਰ ਤੇ ਤੇਰੇ ਵਿੱਚ ਉਹਦਾ ਨੂਰ ਮਨ ਆਪਣਾ ਬੋਲ ਬੰਦਿਆ ਇਹ ਤਾਂ ਜੀਵਨ ਹੈ ਸਫਲ ਬਣਾਉਣਾ ਤਾਂ ਵਾਹਿਗੁਰੂ ਬੋਲ ਬੰਦਿਆ ਉਹ ਵਾਹਿਗੁਰੂ ਬੋਲ ਬੰਦਿਆ ਵੱਡੀ ਵਡਿਆਈ ਸੱਚੇ ਨਾਮ ਦੀ ਸ਼ੁਭ ਕਾਰਜਾਂ ਨੂੰ ਕਰੇ ਰਾਸ ਜੀ ਮਿਲ ਜਾਂਦਾ ਜੋ ਵੀ ਮੋਹ ਮੰਗੀਏ ਰਹਿੰਦੀ ਨਾ ਅਧੂਰੀ ਕੋਈ ਆਸ ਜੀ ਵੱਡੀ ਵਡਿਆਈ ਸੱਚੇ ਨਾਮ ਦੀ ਸ਼ੁਭ ਕਾਰਜਾਂ ਨੂੰ ਕਰੇ ਰਾਸ ਜੀ ਮਿਲ ਜਾਵੇ ਜੋ ਵੀ ਮੋਹ ਮੰਗੀਏ ਰਹਿੰਦੀ ਨਾ ਅਧੂਰੀ ਕੋਈ ਆਸ ਜੀ ਰੱਬ ਹਾਜ਼ਰ ਹਜ਼ੂਰ ਤੇਰੇ ਵਿੱਚ ਉਹਦਾ ਨੂਰ ਰੱਬ ਹਾਜ਼ਰ ਹਜ਼ੂਰ ਕਰ ਦਿਓ ਭਰਪੂਰ ਬੂਏ ਰਹਿਮਤਾਂ ਦੇ ਖੋਲ ਬੰਦਿਆ ਜਿੱਤ ਜੀਵਨ ਹੈ ਸਫਲ ਬਣਾਉਣਾ ਵਾਹਿਗੁਰੂ ਬੋਲ ਬੰਦਿਆ ਜਿੱਤ ਜੀਵਨ ਹੈ ਸਫਲ ਬਣਾਉਣਾ ਵਾਹਿਗੁਰੂ ਬੋਲ ਬੰਦਿਆ ਸੇਵਕਾਂ ਦਾ ਹੋਮ ਦਾ ਸਹਾਈ ਹੈ ਤੱਕ ਦਾ ਸਹਾਰਾ ਜੋ ਦਤਾਰ ਦਾ ਸੱਚੇ ਪਾਤਸ਼ਾਹ ਦਾ ਇਹ ਬਿਰਦ ਹੈ ਸੇਵਕਾਂ ਦੇ ਕਾਰਜ ਸਵਾਰਦਾ ਸੇਵਕਾਂ ਦਾ ਹੋਮ ਦਾ ਸਹਾਈ ਹੈ ਤੱਕ ਦਾ ਸਹਾਰਾ ਜੋ ਦਤਾਰ ਦਾ ਸੱਚੇ ਪਾਤਸ਼ਾਹ ਦਾ ਇਹ ਬਿਰਦ ਹੈ ਸੇਵਕਾਂ ਦੇ ਕਾਰਜ ਸਵਾਰਦਾ ਚੋਜ ਰੱਬ ਦੇ ਨਿਆਰੇ ਹੱਬ ਮੱਦੀ ਜਾਏ ਤਾਰੇ ਚੋਜ ਰੱਬ ਦੇ ਨਿਮਾਰੇ ਹੱਬ ਮੱਦੀ ਜਾਏ ਤਾਰੇ ਇਹ ਵੀ ਸੱਚ ਹੈ ਨਰੋਲ ਬੰਦਿਆ ਜਿੱਤ ਜੀਵਨ ਹੈ ਸਫਲ ਬਣਾਉਣਾ ਤਾਂ ਵਾਹਿਗੁਰੂ ਬੋਲ ਬੰਦਿਆ ਉਹ ਵਾਹਿਗੁਰੂ ਬੋਲ ਬੰਦਿਆ ਉਹ ਵਾਹਿਗੁਰੂ ਬੋਲ ਬੰਦਿਆ ਸਾਡੇ ਦਰਮਿਆਨ ਇਹਦੀ ਘੱਟ ਨਾ ਕਰੇ ਕਰੋ ਬਾਜ ਬਹੁਤ ਬਹੁਤ ਧੰਨਵਾਦ ਸਾਡੇ ਦਰਮਿਆਨ ਸਰਦਾਰ ਮਹਿੰਦਰਪਾਲ ਸਿੰਘ ਜੀ ਮਹਿਤਾ ਸਰਕਲ ਪ੍ਰਧਾਨ, ਰਾਜਵੀਰ ਸਿੰਘ ਜੀ, ਭਾਈ ਹਰਬੰਸ ਸਿੰਘ ਜੀ ਨੰਗਲ,
ਕੇਵਲ ਸਿੰਘ ਜੀ ਭਿੱਖੀਵਿੰਡ, ਮਨਿੰਦਰ ਸਿੰਘ ਜੀ ਮੱਲੀ, ਜਸਕਰਨ ਸਿੰਘ ਜੀ ਯੂਥ ਆਗੂ, ਸਰਦਾਰ ਜਗਜੀਤ ਸਿੰਘ ਜੀ ਰਾਜਪੁਰਾ ਜੋ ਸ਼ਹਿਰੀ ਪ੍ਰਧਾਨ ਹਨ, ਸ਼ਮਸ਼ੇਰ ਸਿੰਘ ਜੀ ਰਾਜਪੁਰਾ, ਜਸਪਾਲ ਸਿੰਘ ਜੀ, ਗੁਰਦੀਪ ਸਿੰਘ ਜੀ, ਹਰਬੰਸ ਸਿੰਘ ਜੀ ਰਾਜਪੁਰੇ ਤੋਂ ਜਥਾ ਲੈ ਕੇ ਪਹੁੰਚੇ ਹਨ। ਜਿਹੜੀਆਂ ਸੰਗਤਾਂ ਨੇ ਖੂਨਦਾਨ ਕੈਂਪ ਕਰਨਾ, ਆਪਣਾ ਦੇਣਾ ਹੈ, ਸਟੇਜ ਦੇ ਸੱਜੇ ਹੱਥ ਕੈਂਪ ਲੱਗਿਆ ਹੋਇਆ ਹੈ। ਨੀਲਮ ਹਸਪੀਟਲ ਰਾਜਪੁਰੇ ਤੋਂ ਹਰਪ੍ਰੀਤ ਕੌਰ, ਤਨਵੀਰ ਠਾਕਰ, ਕਮਲਪ੍ਰੀਤ ਕੌਰ, ਰਵੀ, ਰਮਨਦੀਪ ਸਿੰਘ, ਪਲਵਿੰਦਰ ਕੌਰ। ਦੂਸਰਾ ਜਿਹੜਾ ਕੈਂਪ ਹੈ ਪ੍ਰੋ ਲਾਈਫ ਗਿੱਲ ਰੋਡ ਲੁਧਿਆਣੇ ਤੋਂ, ਜਿਨ੍ਹਾਂ ਨੇ ਮਨੁੱਖਤਾ ਦੇ ਲਈ ਖੂਨ ਦੇਣਾ ਹੈ, ਉਹ ਕਿਰਪਾ ਕਰਕੇ ਖੂਨ ਦੇਣ ਦੀ ਕਿਰਪਾਲਤਾ ਕਰੋ ਜੀ। ਸਾਡੇ ਦਰਮਿਆਨ ਸਟੇਜ ਦੇ ਖੱਬੇ ਹੱਥ ਸੰਗਤ ਬਰਨਾਲਾ ਦੀ ਹਰ ਸਾਲ ਦੀ ਤਰ੍ਹਾਂ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ। ਸਰਦਾਰ ਦਰਸ਼ਨ ਸਿੰਘ ਜੀ ਮੰਡੇਰ, ਜ਼ਿਲ੍ਹਾ ਪ੍ਰਧਾਨ ਬਰਨਾਲਾ, ਤੇ ਸਮੂਹ ਜਥੇਬੰਦੀਆਂ, ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਲਗਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ। ਦੂਸਰਾ ਲੰਗਰ ਜੋ ਪਕੌੜਿਆਂ ਦਾ ਹੈ, ਚਾਹ ਪਾਣੀ ਦਾ ਹੈ, ਸਰਦਾਰ ਗੁਰਦਿਆਲ ਸਿੰਘ ਜੀ ਭਿੰਡਰ, ਫਿਰੋਜ਼ਪੁਰ, ਉਹ ਲੰਗਰ ਲੱਗਿਆ ਹੋਇਆ ਹੈ। ਸੋ ਸਰਦਾਰ ਹਰਜੀਤ ਸਿੰਘ ਜੀ ਦਾਦੂ ਮਾਜਰਾ ਜੋ ਮੁੱਖ ਬੁਲਾਰਾ ਹਨ, ਸਰਦਾਰ ਬਹਾਦਰ ਸਿੰਘ ਜੀ ਪਛੌੜ PAC ਮੈਂਬਰ, ਸਰਦਾਰ ਗੁਰਜੰਟ ਸਿੰਘ ਜੀ ਕੱਟੂ ਸਪੈਸ਼ਲ ਸਕੱਤਰ, ਸਰਦਾਰ ਮਹਿੰਦਰ ਸਿੰਘ ਜੀ ਮਨੈਲੀ, ਗੁਰਮੀਤ ਸਿੰਘ ਜੀ ਪਨੈਚਾ, ਸਰਦਾਰ ਮੋਹਨ ਸਿੰਘ ਜੀ ਕਰਤਾਰਪੁਰ, ਉਹਨਾਂ ਦੇ ਨਾਲ ਮਵੀ ਸਾਹਿਬ ਤੇ ਸਮੁੱਚੀ ਸੰਗਤ ਆਈ ਹੈ। ਤੇ ਉਹਨਾਂ ਦੇ ਨਾਲ ਸਰਦਾਰ ਹਰਚੰਦ ਸਿੰਘ ਜੀ ਘੁਮੰਡਗੜ੍ਹ, ਦਰਜਾ ਬਰਦਰਜਾ ਸਾਧ ਸੰਗਤ, ਸਰਦਾਰ ਜਰਨੈਲ ਸਿੰਘ ਜੀ ਭਾਗਨਪੁਰ ਉਚੇਚੇ ਤੌਰ ਤੇ ਪਹੁੰਚੇ ਹਨ। ਧੰਨਵਾਦ ਜੀ ਆਇਆਂ ਨੂੰ ਲਹਿਰੀ ਸਾਹਿਬ। ਸਮੁੱਚੀਆਂ ਸੰਗਤਾਂ ਜਿੰਨੀਆਂ ਵੀ ਦੂਰੋਂ ਨੇੜੋਂ ਆਈਆਂ ਨੇ, ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ, ਕਿਉਂਕਿ ਮੇਰੇ ਜਥੇ ਦਾ ਟਾਈਮ ਚੱਲ ਰਿਹਾ ਹੈ। ਸਾਰੀ ਸੰਗਤ ਇਕਜੁੱਟ ਹੋ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿ ਲਿਆ ਕਰੋ 2 ਵਾਰੀ ਉਸ ਪਾਸੇ ਵਾਹਿਗੁਰੂ ਦਾ ਸ਼ਬਦ ਦਾ ਉਚਾਰਨ ਹੁੰਦਾ, 2 ਵਾਰੀ ਉਸ ਪਾਸੇ। ਮੜਾ ਦੁਬਾਰਾ ਫੇਰ ਕਹੋ ਨਾ ਗੱਜ ਕੇ, ਜੇ ਐਸੇ ਯੋਧੇ ਦੇ ਜਨਮ ਦਿਨ ਤੇ ਆਏ ਹੋ ਜਿਹਦੇ ਤਸਵੀਰਾਂ ਤੋਂ ਲੋਕ ਡਰਦੇ ਨੇ, ਫੋਟੋਆਂ ਤੋਂ ਡਰਦੇ ਨੇ, ਫੋਟੋਆਂ ਤੋਂ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੇ ਨਾਂ ਤੋਂ 100 ਦਮੜਾ ਸੰਗਤ ਵੱਲੋਂ ਆਇਆ। ਬਾਕੀ ਜਿੰਨੀਆਂ ਸੰਗਤਾਂ ਨੇ ਇਹ ਇਤਿਹਾਸ ਦੀ ਭੇਟ ਕਰੀਏ। ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਿਓ, ਸ਼ੁਭ ਭਾਵਨਾ ਪੂਰੀਆਂ ਕਰੋ, ਅਰਖ ਗੈਰਤ ਦੇ ਗੁੜਤੀ ਦਿਓ। ਸੰਗਤ ਜੀ, ਮੇਰੀ ਉਮਰ 48 ਸਾਲ ਦੀ ਹੈ। ਮੈਂ 2 ਵਾਰੀ ਦਰਸ਼ਨ ਕੀਤੇ ਨੇ ਸੰਤਾਂ ਦੇ। ਜਦੋਂ ਮੰਜੀ ਸਾਹਿਬ ਤੋਂ ਸਪੀਚ ਕਰਦੇ ਤੇ ਮੈਂ 2 ਵਾਰੀ ਸੁਣਿਆ, 2 ਵਾਰੀ ਗੋਡੀਆਂ ਥਲਾ ਕੇ ਦਰਸ਼ਨ ਕੀਤੇ ਨੇਗੇ, ਕਿਉਂਕਿ ਮੇਰੇ ਫਾਦਰ ਸਾਹਿਬ ਢਾਡੀ ਸਿੰਘ ਸੀਗੇ, ਉਹਨਾਂ ਦੀ ਉੱਥੇ ਡਿਊਟੀ ਲੱਗੀ ਹੋਈ ਸੀ, ਮੈਂ ਨਾਲ ਚਲਿਆ ਗਿਆ। ਤਾਂ ਜੇ ਲੰਬੀ ਗੱਲ ਕਰਾਂਗੇ ਨਾ, ਕੋਈ ਕਿਤੇ ਸੰਤਾਂ ਦੇ ਪਰਚਾ ਨਹੀਂ ਹੋਇਆ ਹੋਇਆ, ਇੱਕ ਵੀ ਥਾਂ ਕਿਤੇ ਪਰਚਾ ਨਹੀਂ ਹੋਇਆ। ਰੜਕਦਾ ਕੀਤੀ ਉਹਦਾ ਜਾਹੋ ਜਲਾਲ, ਉਹਦੀ ਅਣਖ ਗੈਰਤ ਦੀਆਂ ਗੱਲਾਂ, ਆ ਪਗੜੀ, ਇਹ ਮੁੱਛਾਂ ਕੁੰਡੀਆਂ ਦਾੜੇ, ਸੜਕਦੇ ਦਾ ਇਹ ਤੇ ਰੌਲਾ ਕੀ ਸੀਗਾ। ਮੈਂ ਤੁਹਾਨੂੰ ਨਿੱਕੀ ਜੀ ਗੱਲ ਸ਼ਾਰਟਕਟ ਦੱਸਾਂ, ਕਿਉਂਕਿ ਬੁਲਾਰੇ ਬੜੇ ਬੈਠੇ ਨੇ। ਪੰਡਿਤ ਜਵਾਹਰ ਲਾਲ ਨਹਿਰੂ ਨੇ ਵਾਅਦਾ ਕਰ ਲਿਆ OBC ਨਾਲ, ਘੱਟ ਗਿਣਤੀਆਂ ਨਾਲ। 52% ਨੇ ਦੇਸ਼ 'ਚ, ਜਿਨ੍ਹਾਂ ਨੂੰ ਹਿੰਦੂ ਕਹਿ ਕੇ ਬਸ ਗਲਬੇ 'ਚ ਲੈ ਰੱਖਿਆ। ਉਹ 52% ਲੋਕਾਂ ਨਾਲ ਵਾਅਦਾ ਕਰਿਆ ਵੀ ਤੁਹਾਨੂੰ ਵੀ ਰਿਜ਼ਰਵੇਸ਼ਨ ਦੇਵਾਂਗੇ। ਦੇਸ਼ ਆਜ਼ਾਦ ਹੁੰਦੀ ਪੰਡਿਤ ਨਹਿਰੂ ਜੀ ਮੁੱਕਰੇ ਹੋਏ, ਕਹਿੰਦੇ ਚੰਗਾ ਕਾਕਾ ਕਾਲੇਕਰ ਕਮੇਟੀ ਬਣਾ ਦਿੰਦੇ ਆ। ਕਾਕਾ ਕਾਲੇਕਰ ਕਮੇਟੀ ਨੇ ਰਿਪੋਰਟ ਦਿੱਤੀ ਆ ਕੇ 20 ਸਾਲ ਬਾਅਦ। ਉਹਨੂੰ ਨਹਿਰੂ ਜੀ ਨੇ ਕਹਿਤਾ, ਕਹਿੰਦਾ ਚੁੱਪ ਕਰ ਜਾ, ਇਹ ਰਿਪੋਰਟ ਇੱਥੇ ਲਿਖਦੇ ਵੀ ਮੇਰੇ ਤੋਂ ਗਲਤ ਹੋ ਗਈ। ਤਾਂ 77 ਦੇ ਵਿੱਚ ਜਨਤਾ ਦਲ ਦੀ ਸਰਕਾਰ ਬਣੀ, ਉਹਨਾਂ ਨੇ ਫਿਰ ਮੰਡਲ ਕਮਿਸ਼ਨ ਬਿਠਾਤਾ।
ਉਹ ਮੰਡਲ ਕਮਿਸ਼ਨ ਦੀ ਰਿਪੋਰਟ 1 ਸਾਲ 'ਚ ਇਕੱਠੀ ਕਰਕੇ ਲਾਗੂ ਕਰਨ ਵਾਲੇ ਦੇਗੇ ਕਿ ਉਹਨਾਂ ਦੀ ਸਰਕਾਰ ਟੁੱਟ ਗਈ, ਸ਼੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਬਣ ਗਈ ਤੇ ਉਹਨਾਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ, ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰੋ। ਤਾਂ ਪ੍ਰਧਾਨ ਮੰਤਰੀ ਸੱਟੇ 'ਚ ਆ ਗਈ। ਉਹਨੇ ਦੇਖਿਆ ਵੀ ਇਹ ਮੁਸੀਬਤ ਤੋਂ ਛੁਟਕਾਰਾ ਕਿਵੇਂ ਲਿੱਤਾ ਜਾਵੇ। ਉਹ ਭਾਰਤ ਦੇ ਪਰਲੇ ਪਾਸੇ ਦੇ ਅਖਬਾਰਾਂ 'ਚ ਖਬਰ ਛਪਾਤੀ ਵੀ ਕੋਈ ਗੱਲ ਨਹੀਂ, ਆ ਮੰਡਲ ਕਮਿਸ਼ਨ ਵਾਲੀ ਰਿਪੋਰਟ ਤੇ ਬਾਅਦ ਵਿੱਚ ਲਾਗੂ ਕਰ ਲਾਂਗੇ। ਉਧਰ ਪੰਜਾਬ ਦੇ ਸਿੱਖ ਖਾਲਿਸਤਾਨ ਮੰਗਣ ਲੱਗੇ। ਅਸਲੀ ਰੌਲਾ ਇਹ ਹੈ, ਵੱਡਾ ਰੌਲਾ ਇਹ। ਉਦੋਂ 84 ਦਾ ਚਲੋ ਸਾਨੂੰ ਮਾਰ ਕੇ ਦੱਬਤਾ, ਉਹ 92 ਚ ਫਿਰ ਉਹਨਾਂ ਦੀ ਮਸਜਿਦ ਢਾਹ ਕੇ ਦੱਬਤਾ, ਫਿਰ ਉਹ ਕਦੇ ਕ੍ਰਿਸਚਨਾਂ ਤੇ ਹਮਲਾ ਕਰਕੇ ਦੱਬਤਾ। ਉਹ ਦੱਬਿਆ ਹੋਇਆ ਹੀ ਚੱਲ ਰਿਹਾ ਕੰਮ, ਕਦੇ ਕਿਸੇ ਤੇ ਕੁੱਟਿਆ, ਕਦੇ ਕਿਸੇ ਨੂੰ ਕੁੱਟਿਆ। ਤਾਂ ਜਦੋਂ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਬਿਆਨ ਦਿੰਦੀ ਆ ਕਿ ਬਾਬੇ ਦੇ ਬੰਦੇ ਬੰਦੇ ਮਾਰਦੇ ਨੇ, ਤਾਂ ਸੰਤਾਂ ਨੇ ਇੱਕ ਬਿਆਨ ਦਿੱਤਾ, ਕਹਿੰਦਾ ਜੇ ਕਿਸੇ ਦਾ ਕੁੱਤਾ ਮਰ ਜੇ ਨਾ, ਉਹ ਵੀ ਕਹਿੰਦਾ ਭਿੰਡਰਾਂ ਨੇ ਮਰਵਾਤਾ। ਕਹਿੰਦਾ ਅਸੀਂ ਤਾਂ ਸੋਧਾ ਲਾਉਂਦੇ ਆ, ਜੇ ਕਿਸੇ ਨੂੰ ਲਾਉਣਾ ਪੰਥ ਦੋਖੀ ਨੂੰ ਵੀ ਮਾਰਨ ਵਾਲੀ ਕੋਈ ਗੱਲ ਨਹੀਂ। ਇਹਨਾਂ ਨੇ ਵੀ ਬਣਾ ਰੱਖੀ ਹੈ ਗੱਲ। ਮਹਾਭਾਰਤ 'ਚ ਦੇਖੋ, ਨਜਾਇਜ਼ ਕਤਲ ਨੂੰ ਜਾਇਜ਼ ਠਹਿਰਾਉਣ ਲਈ ਸ਼ਬਦਾਂ ਦੀ ਵਰਤੋਂ ਕੀਤੀ ਗਈ। ਵੱਧ ਕਰਨਾ, ਨਜਾਇਜ਼ ਹੱਤਿਆ ਨੂੰ ਜਾਇਜ਼ ਠਹਿਰਾਉਣ ਲਈ ਸ਼ਬਦਾਂ ਦੀ ਵਰਤੋਂ ਕੀਤੀ। ਵੱਧ ਕਰਨਾ। ਤਾਂ ਜਦੋਂ ਇਸ ਤਰ੍ਹਾਂ ਦੇ ਬੀਬੀ ਬਿਆਨ ਦਿੰਦੀ ਹੈ ਤਾਂ ਸੰਤ ਮਹਿਤਾ ਚੌਕ ਦੇ ਵਿੱਚ ਕਾਨਫਰੰਸ ਕਰਦੇ ਨੇ ਤੇ ਉੱਥੇ ਬੀਬੀ ਨੂੰ ਵੀ ਜਵਾਬ ਦਿੰਦੇ ਨੇ। ਤਾਂ ਜਿਸ ਤਰ੍ਹਾਂ ਇੱਕ ਸ਼ਾਇਰ ਨੇ, ਕਿਉਂਕਿ ਮੇਰੇ ਕੋਲ 2 ਹੀ ਕਵਿਤਾਵਾਂ ਦਾ ਟਾਈਮ ਹੈ ਤੇ 2 ਹੀ ਮੈਂ ਕਵਿਤਾਵਾਂ ਕਹਿਣੀਆਂ ਨੇ, ਜਿਸ ਤਰ੍ਹਾਂ ਦੇ ਬਿਆਨਬਾਜ਼ੀ ਆਪਸ ਵਿੱਚ ਹੋ ਰਹੀ ਹੈ, ਇਧਰੋਂ ਸੰਤ ਜਵਾਬ ਦਿੰਦੇ, ਉਧਰੋਂ ਬੀਬੀ ਜੀ ਜਵਾਬ ਦਿੰਦੇ ਨੇ। ਉਹਨਾਂ ਲੈਣਾ ਨੂੰ ਆਪ ਸੰਗਤਾਂ ਦੀ ਭੇਟਾ ਸ਼ੇਰ ਸਿੰਘ ਅਨਮੋਲ, ਬੂਟਾ ਸਿੰਘ, ਦਾਸ ਹਰਨਾਰਾਇਣ ਸਿੰਘ ਲੋਹਰੀ, ਆਪ ਸੰਗਤਾਂ ਦੀ ਭੇਟਾ ਹੈ ਕਿਉਂ ਮੈਂ ਬੈਂਕਾਂ ਦੇ ਡਾਕੇ ਨੀ ਤੂੰ ਸਾਡੇ ਨਾਮੇ ਲਾਉਣੀ ਆ। ਖਬਰਾਂ ਅਖਬਾਰਾਂ ਵਿੱਚ ਝੂਠੀਆਂ ਛਪਾਉਣੀਆਂ, ਬੈਂਕਾਂ ਦੇ ਡਾਕੇ ਨੀ ਤੂੰ ਸਾਡੇ ਨਾਮੇ ਲਾਉਣੀ ਆ। ਜਿਵੇਂ ਨਾ ਤਲਾਕ ਦੇਈ ਤੇਰੇ ਨਾਲ ਦੀ, ਮੈਂ ਵੀ ਪਿੰਡਰਾਂ ਦਾ ਖਾਲਸਾ। ਓਏ ਆਕੀ ਦੇ ਕੁੜੀ ਐ ਤੂੰ ਨਹਿਰੂ ਲਾਲ ਦੀ, ਮੈਂ ਵੀ ਪਿੰਡਰਾਂ ਦਾ ਖਾਲਸਾ। ਆਕੀ ਦੇ ਕੁੜੀ ਐ ਤੂੰ ਨਹਿਰੂ ਲਾਲ ਦੀ, ਮੈਂ ਵੀ ਪਿੰਡਰਾਂ ਦਾ ਖਾਲਸਾ। ਤੇ ਨਹੀਂ ਆ ਅਮਾਨਨੀ, ਉਹ ਜਿਹਦੇ ਨਾਲ ਵਿਆਹੀ ਆ ਤਾਂ ਉਹ ਹੈ ਮੁਸਲਮਾਨ ਨੀ, ਜਿਹਦੇ ਨਾਲ ਵਿਆਹੀ ਤੂੰ ਆ ਉਹ ਹੈ ਮੁਸਲਮਾਨ ਨੀ। ਤੇਰੇ ਵਿੱਚ ਰੂਹ ਆ ਗਈ ਚੰਡਾਲ ਦੀ, ਮੈਂ ਵੀ ਪਿੰਡਰਾਂ ਦਾ ਖਾਲਸਾ। ਕੀ ਜੇ ਕੁੜੀਆਂ ਤੂੰ ਨਹਿਰੂ ਲਾਲ ਦੀ, ਮੈਂ ਵੀ ਪਿੰਡਰਾਂ ਦਾ ਖਾਲਸਾ। ਕੀ ਜੇ ਕੁੜੀਆਂ ਤੂੰ ਨਹਿਰੂ ਲਾਲ ਦੀ, ਮੈਂ ਵੀ ਪਿੰਡਰਾਂ ਦਾ ਖਾਲਸਾ।
ਗੱਲਾਂ ਗੱਲਾਂ ਨਾਲ ਟਾਲਦੀ ਮੈਂ ਵੀ ਪਿੰਡਰਾਂ ਦਾ ਖਾਲਸਾ ਆਕੀ ਜੇ ਕੁੜੀਆਂ ਤੂੰ ਨਹਿਰੂ ਲਾਲ ਦੀ ਮੈਂ ਵੀ ਪਿੰਡਰਾਂ ਦਾ ਖਾਲਸਾ ਆਕੀ ਜੇ ਕੁੜੀਆਂ ਤੂੰ ਨਹਿਰੂ ਲਾਲ ਦੀ ਮੈਂ ਵੀ ਪਿੰਡਰਾਂ ਦਾ ਖਾਲਸਾ। ਇਸ ਤਰ੍ਹਾਂ ਦੀਆਂ ਤਕਰੀਰਾਂ ਸਰਦਾਰ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ, ਸ਼ਹੀਦ ਭਾਈ ਜਗਰਾਜ ਸਿੰਘ ਜੀ ਤੂਫਾਨ ਦੇ ਉਹਨਾਂ ਸ਼ਹੀਦਾਂ ਅਮਰ ਸ਼ਹੀਦਾਂ ਦੇ ਨਾਂ ਤੋਂ ਜਿਹੜੀ ਮਾਇਆ ਉਹ ਢਾਡੀ ਜਥੇ ਦੇ ਸਤਿਕਾਰ ਵਿੱਚ ਭੇਜ ਰਹੇ ਨੇਗੇ। ਉਹ ਲੀਡਰਾਂ ਜਥੇਦਾਰਾਂ ਦੇ ਨਾਂ ਤਾਂ ਖਾਸਿਆਂ ਦੇ ਬੋਲੇ ਤੇ ਮੇਰੇ ਕੋਲੇ ਘੱਟ ਆਏ ਨੇ ਨਾ, ਕਿਉਂਕਿ ਮੈਂ ਥੋੜਾ ਘੱਟ ਆਉਣਾ ਤੁਹਾਡੇ ਚ, ਮੈਨੂੰ ਨਾਂ ਘੱਟ ਯਾਦ ਰਹਿੰਦੇ ਹੈਗੇ ਤਾਂ ਹਾਂਜੀ ਕਹਿਣਾ ਕੁਛ ਕਹਿ ਲਓ ਸੋਚੋ ਬੋਲਿਆ ਕਰੋ। ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਯੂਨਾਈਟਿਡ ਅਕਾਲੀ ਦਲ ਤੋਂ ਪਹੁੰਚੇ ਹਨ। ਪ੍ਰਧਾਨ ਸਾਹਿਬ ਜੀ ਆਇਆਂ ਨੂੰ ਧੰਨਵਾਦ। ਸਰਦਾਰ ਕੁਲਦੀਪ ਸਿੰਘ ਜੀ ਭਾਗੋਵਾਲ ਜਨਰਲ ਸਕੱਤਰ, ਸਰਦਾਰ ਦੇਵੀਗੜ੍ਹ ਤੋਂ ਸਰਦਾਰ ਬਿਕਰਮਜੀਤ ਸਿੰਘ ਜੀ, ਗੁਰਮੀਤ ਸਿੰਘ ਜੀ ਸੰਗਤ ਲੈ ਕੇ ਆਏ ਹਨ, ਧੰਨਵਾਦ। ਬਿਕਰਮਜੀਤ ਸਿੰਘ ਜੀ ਚੁਮਿੰਡਾ ਹਲਕਾ ਰਾਜਾ ਝਾਂਸੀ ਤੋਂ ਸੰਗਤਾਂ ਸਮੇਤ ਪਹੁੰਚੇ ਹਨ, ਧੰਨਵਾਦ। ਸਰਦਾਰ ਅਜੈਬ ਸਿੰਘ ਜੀ ਹਿੰਦੂਪੁਰ, ਉਹਨਾਂ ਦੇ ਨਾਲ ਭਾਈ ਸਵਰਨ ਸਿੰਘ ਜੀ ਇਸਰਾਏਲ ਤੋਂ, ਭਾਈ ਅਵਤਾਰ ਸਿੰਘ ਜੀ, ਸੁਖਵੀਰ ਸਿੰਘ ਜੀ ਪਹੁੰਚੇ ਹਨ, ਧੰਨਵਾਦ। ਵਿਧਾਨ ਸਭਾ ਹਲਕਾ ਜੈਤੋ ਤੋਂ, ਜ਼ਿਲ੍ਹਾ ਫਰੀਦਕੋਟ ਤੋਂ ਸਰਦਾਰ ਸੁਖਚੈਨ ਸਿੰਘ ਜੀ ਸੋਸ਼ਲ ਮੀਡੀਆ ਇੰਚਾਰਜ ਮੈਂਬਰਾਂ ਸਮੇਤ ਪਹੁੰਚੇ ਹਨ, ਧੰਨਵਾਦ। ਭੋਲਾ ਸਿੰਘ ਜੀ, ਬਲਕਾਰ ਸਿੰਘ ਜੀ ਦਸਾ ਲੈ ਕੇ ਆਏ ਹਨ, ਧੰਨਵਾਦ। ਜੀ ਆਇਆਂ ਨੂੰ ਧੰਨਵਾਦ। ਹਾਂ, ਭਾਈ ਸੁਰਿੰਦਰ ਸਿੰਘ ਜੀ ਬਰਕਤਪੁਰ, ਸਰਦਾਰ ਹਰਮਲ ਸਿੰਘ ਜੀ ਲਟੌਰ ਪਹੁੰਚੇ ਹਨ, ਧੰਨਵਾਦ। ਜੀ ਆਇਆਂ ਨੂੰ। ਹੁਣ ਮੈਂ ਲਹਿਰੀ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇੱਕ ਕਵਿਤਾ ਸਮੇਂ ਦੇ ਹਿਸਾਬ ਦੇ ਨਾਲ ਇੱਕ ਕਵਿਤਾ ਲਾ ਕੇ ਕਿਰਪਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਹਾਦਰ ਸਿੰਘ ਜੀ ਭਸੌੜ ਤੋਂ 100 ਦਮੜਾ ਵੀ ਦਿੰਦੇ ਨੇ, ਉਰੇ ਸਟੇਜ ਤੇ ਹਾਜ਼ਰੀ ਵੀ ਲਵਾ ਰਹੇ ਨੇ। ਭਾਈ ਬਲਜਿੰਦਰ ਸਿੰਘ ਜੀ ਬਰਨਾਲਾ ਸੰਗਤਾਂ ਸਮੇਤ ਪਹੁੰਚੇ ਹਨ, ਧੰਨਵਾਦ। ਬਲਜਿੰਦਰ ਸਿੰਘ ਜੀ, ਗੁਰਜੀਤ ਸਿੰਘ ਜੀ ਬਲੀ ਰਾਇਰੋਂ, ਭਾਗ ਸਿੰਘ ਜੀ ਰਾਇਰੋਂ, ਭਾਈ ਕਸ਼ਮੀਰਾ ਸਿੰਘ ਜੀ ਬਹਾਦਰਗੜ੍ਹ ਜੋ ਮੁੱਖ ਦਫ਼ਤਰ ਫਤਿਹਗੜ੍ਹ ਸਾਹਿਬ ਹਮੇਸ਼ਾ ਡਿਊਟੀ ਦਿੰਦੇ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਉਰੇ ਪਹੁੰਚੀਆਂ ਨੇ, ਸਭ ਦਾ ਸਟੇਜ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਮੈਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਿਹੜਾ ਆਪਾਂ ਇੱਧਰ ਉੱਧਰ ਘੁੰਮ ਰਹੇ ਹਾਂਗੇ, ਨਮਸਕਾਰ ਕਰਕੇ ਸਿੱਧਾ ਸਟੇਜ ਤੇ ਆਓ, ਕਿਉਂਕਿ ਇੱਥੋਂ ਬੁਲਾਰਿਆਂ ਨੇ ਤੁਹਾਨੂੰ ਸੰਬੋਧਨ ਕਰਨਾ ਹੈ। ਮਾਫ ਕਰਨਾ, ਜੇ ਆਸਟ੍ਰੇਲੀਆ ਪੱਟੋਗੇ ਉੱਥੋਂ ਬੁੱਧ ਦੇ ਨਿਸ਼ਾਨ ਨਿਕਲਦੇ ਨੇ, ਜੇ ਅਮਰੀਕਾ ਪੱਟੋਗੇ ਉੱਥੋਂ ਬੁੱਧ ਦੇ ਨਿਸ਼ਾਨ ਨਿਕਲਦੇ ਨੇ, ਸਾਊਦੀ ਅਰਬ ਪੱਟ ਲਓ ਉੱਥੋਂ ਬੁੱਧ ਦੇ ਨਿਸ਼ਾਨ ਨਿਕਲਦੇ ਨੇ। ਪਰ ਅੱਜ ਬੁੱਧ ਧਰਮ ਦੁਨੀਆ 'ਚ ਕਿੱਥੇ ਹੈ? ਉਹਦੇ ਅਨੁਯਾਈਆਂ ਨੇ ਕੀ ਕਰਿਆ? ਉਹਨਾਂ ਨੇ ਪੜ੍ਹਨਾ ਛੱਡਤਾ, ਸੁਣਨਾ ਛੱਡਤਾ, ਆਪਦੇ ਧਾਰਮਿਕ ਕਾਰ ਵਿਹਾਰ ਛੱਡਤੇ। ਅੱਜ ਦੁਨੀਆ ਦੇ ਵਿੱਚ ਖਤਮ ਹੀ ਮੰਨੋ ਬੁੱਧ ਧਰਮ। ਉਹੀ ਹਾਲਤ ਸਾਡੀ ਹੁੰਦੀ ਜਾਂਦੀ ਹੈ। ਅਸੀਂ ਪੜ੍ਹਨਾ ਛੱਡਤਾ, ਸੁਣਨਾ ਛੱਡਤਾ। ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਫਿਰ ਸਾਡਾ ਵੀ ਕਿਤੇ ਬੋਧੀਆਂ ਵਾਲਾ ਹੀ ਹਾਲ ਨਾ ਹੋ ਜੇ। ਤਾਂ ਅਸੀਂ ਕਹਿੰਦੇ ਕਿ ਆ ਕੇ ਬੁਲਾਰਿਆਂ ਨੂੰ ਸੁਣਿਆ ਕਰੋ, ਆਉਣ ਵਾਲੇ ਸਮੇਂ ਬਾਰੇ ਜੇ ਮੈਂ ਸਹੀ ਹੋਵਾਂ ਤਾਂ ਸਾਡੇ ਦਰਮਿਆਨ ਸਰਦਾਰ ਹਰਵੰਸ ਸਿੰਘ ਜੀ ਸਜੂਮਾ, ਹਰਜੀਤ ਸਿੰਘ ਸਜੂਮਾ, ਜ਼ਿਲ੍ਹਾ ਪ੍ਰਧਾਨ ਸੰਗਰੂਰ, ਹਾਂ, ਉਚੇਚੇ ਤੌਰ ਤੇ ਪਹੁੰਚੇ ਹਨ, ਧੰਨਵਾਦ। ਜੀ ਆਇਆਂ ਨੂੰ। ਸਰਦਾਰ ਹਰਜੀਤ ਸਿੰਘ ਜੀ ਸਜੂਮਾ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਨੇ, ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਸਰਦਾਰ ਜੋਗਿੰਦਰ ਸਿੰਘ ਜੀ ਸੈਂਪਲਾ, ਭੁਪਿੰਦਰ ਸਿੰਘ ਜੀ ਮਦੂਦਾ, ਸਰਦਾਰ ਗੁਰਪ੍ਰੀਤ ਸਿੰਘ ਜੀ ਪੀਰ ਜੈਨ ਸਾਥੀਆਂ ਸਮੇਤ ਪਹੁੰਚੇ ਹਨ, ਧੰਨਵਾਦ। ਜੀ ਆਇਆਂ ਨੂੰ। ਹਾਂਜੀ, ਜਦੋਂ
ਕੋਈ ਬੰਦਾ ਕੌਮ ਲਈ ਦੇਸ਼ ਲਈ ਆਪਦੀ ਕਮਿਊਨਿਟੀ ਲਈ ਕੋਈ ਕੰਮ ਕਰਕੇ ਜਾਂਦਾ ਹੈ ਤਾਂ ਸਰਦਾਰ ਹਰਮਨ ਸਿੰਘ ਜੀ ਸਰਕਲ ਪ੍ਰਧਾਨ ਉਹਨਾਂ ਵੱਲੋਂ ਵੀ ਮਾਇਆ ਆਈ ਹੈ ਤਾਂ ਉਹਨਾਂ ਦੀਆਂ ਫਿਰ ਨਾ ਮਾਫ ਕਰਨਾ ਨਾਲ ਦੀ ਸਟੇਟ ਦਾ ਮੁੱਖ ਮੰਤਰੀ ਕਿਸੇ ਗੁਰੂ ਘਰ ਜਾਂਦਾ ਹੈ, ਉਹ ਕਹਿੰਦਾ ਬਾਬੇ ਦੀ ਪਹਿਲਾਂ ਫੋਟੋ ਲਾ ਦਿਓ ਫੇਰ ਆਉਂਗਾ ਮੈਂ। ਇੰਨਾ ਖੌਫ। ਉਹ ਜਰਨੈਲ ਦੁਨੀਆ ਦੇ ਵਿੱਚ ਬੜੇ ਬੜੇ ਜਰਨੈਲ ਹੋਏ ਨੇ, ਪਰ ਮੇਰੇ ਕੋਲ ਸਮਾਂ ਥੋੜਾ ਹੈ ਕਿ ਇੱਕੋ ਹੀ ਚੀਜ਼ ਇੱਕੋ ਹੀ ਆਈਟਮ ਕਿ ਅੱਜ ਹਰੇਕ ਘਰ ਦੀ ਸ਼ੋਭਾ ਉਹਨਾਂ ਦੀ ਤਸਵੀਰ ਹੈ, ਹਰੇਕ ਗੱਡੀ ਉਹਨਾਂ ਦੀ ਸ਼ੋਭਾ ਦੀ ਤਸਵੀਰ ਹੈ। ਘਰ ਘਰ ਲੋਕਾਂ ਦੇ ਮਨਾਂ ਦੇ ਵਿੱਚ ਸੰਤਾਂ ਦਾ ਜੋ ਚਿੱਤਰ ਬਣਿਆ ਹੈ। ਹਰਮੇਲ ਸਿੰਘ ਜੀ ਜੋਧੇ ਵੱਡਾ ਜਥਾ ਲੈ ਕੇ ਪਹੁੰਚੇ ਨੇ, ਧੰਨਵਾਦ ਹੈ। ਭਾਈ ਦਰਸ਼ਨ ਸਿੰਘ ਜੀ ਸੰਧੂ ਜੋ ਅਮਰੀਕਾ ਚ ਪੰਥ ਅਤੇ ਕੌਮ ਦੀ ਦਿਨ ਰਾਤ ਸੇਵਾ ਕਰ ਰਹੇ ਨੇ, ਪਹੁੰਚੇ ਨੇ। ਬਹੁਤ ਹੀ ਸਤਿਕਾਰਯੋਗ ਬਾਬਾ ਮੁਖਤਿਆਰ ਸਿੰਘ ਜੀ ਮੁਖੀ ਜਿਹੜੇ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ, ਉਹ ਪਹੁੰਚ ਰਹੇ ਨੇ, ਧੰਨਵਾਦ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਅੰਮ੍ਰਿਤਸਰ ਤੋਂ ਹਰਵੀਰ ਸਿੰਘ ਜੀ ਸੰਧੂ ਸਾਹਿਬ ਜਿਹੜੇ ਦਫ਼ਤਰ ਦੀਆਂ ਸੇਵਾਵਾਂ ਲੰਬੇ ਸਮੇਂ ਤੋਂ ਨਿਭਾ ਰਹੇ ਨੇ। ਬਲਵਿੰਦਰ ਸਿੰਘ ਜੀ ਕਾਲਾ ਉਹ ਵੀ ਉਹਨਾਂ ਦੇ ਨਾਲ ਪਹੁੰਚੇ ਨੇ। ਬਹੁਤ ਹੀ ਸਤਿਕਾਰਯੋਗ ਭਾਈ ਚੀਮਾ ਸਾਹਿਬ ਉਹ ਵੀ ਪਹੁੰਚੇ ਨੇ। ਭਾਈ ਓਮਕਾਰ ਸਿੰਘ ਜੀ ਸੰਧੂ ਸਾਹਿਬ ਜਿਹੜੇ ਕਿ ਭਰਾਤਾ ਨੇ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਸਾਹਿਬ ਦੇ ਸਟੇਜ ਵੱਲ ਆ ਰਹੇ ਨੇ, ਉਹਨਾਂ ਦੀ ਆਉਣ ਦੀ ਖੁਸ਼ੀ ਚ ਜਕਾਰਾ ਲਾਓ ਜੀ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਮੈਂ ਇੱਕ ਬੇਨਤੀ ਹੋਰ ਕਰਾਂ, ਜਿਹੜੇ ਨੌਜਵਾਨ ਬਾਹਰ ਇੱਧਰ ਉਧਰ ਖੜੇ ਨੇ, ਜ਼ਿੰਮੇਵਾਰ ਜਥੇਦਾਰ ਸਾਹਿਬਾਨ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪੋ ਆਪਣੀ ਜਾ ਕੇ ਜਗ੍ਹਾ ਲਓ। ਪਿੰਡ ਚੀਮਾ ਬਰਨਾਲਾ ਤੋਂ ਜਥਾ ਪਹੁੰਚਿਆ, ਧੰਨਵਾਦ। ਕਾਫਰਿਆਂ ਦੇ ਰੂਪ ਦੇ ਵਿੱਚ ਸੰਗਤ ਬੜੀ ਜੱਦੋ ਜਹਿਦ ਦੇ ਨਾਲ ਮਿਹਨਤ ਦੇ ਨਾਲ ਸਟੇਜ ਵੱਲ ਵਧ ਰਹੇ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰਜੰਟ ਸਿੰਘ ਜੀ ਸਾਧਕ ਅਤੇ ਭਾਈ ਜਸਵੰਤ ਸਿੰਘ ਜੀ ਦੀਪ ਸਿੰਘ ਵਾਲਾ ਉਹ ਜਥੇ ਸਮੇਤ ਫਰੀਦਕੋਟ ਤੋਂ ਆ ਰਹੇ ਨੇ, ਉਹਨਾਂ ਦਾ ਧੰਨਵਾਦ ਹੈ। ਢਾਡੀ ਸਾਹਿਬਾਨ ਜੀ ਬਸ ਹੁਣ 5 ਮਿੰਟ ਦੀ ਆਪਾਂ ਕਵਿਤਾ ਲਾਉਣੀ ਹੈ। ਸਰਦਾਰ ਮਨਜੀਤ ਸਿੰਘ ਜੀ ਸਰਪੰਚ ਆਨੰਦਪੁਰ, ਠੇਕੇਦਾਰ ਦਰਸ਼ਨ ਸਿੰਘ ਜੀ ਆਨੰਦਪੁਰ ਆਪਣੇ ਸਾਥੀਆਂ ਸਮੇਤ ਪਹੁੰਚੇ ਹਨ, ਧੰਨਵਾਦ। ਭਾਈ ਗੁਰਮੇਸ਼ ਸਿੰਘ ਜੀ ਫਤਿਹਪੁਰ ਜੱਟਾਂ, ਭਾਈ ਕਰਮ ਸਿੰਘ ਜੀ ਗੰਢੂਆਂ ਉਚੇਚੇ ਤੌਰ ਤੇ ਪਹੁੰਚੇ ਹਨ, ਧੰਨਵਾਦ ਜੀ ਆਇਆਂ ਨੂੰ। ਮੇਰੀ ਕੌਮ ਦੀ ਬਹੁਤ ਮਾਇਆਨ ਹਸਤੀ ਸੰਤ ਬਾਬਾ ਮੁਖਤਿਆਰ ਸਿੰਘ ਜੀ ਮੁਖੀ, ਜਿਨ੍ਹਾਂ ਨੇ 84 ਅੱਖੀ ਦੇਖਿਆ ਤੇ ਕੌਮ ਦੇ ਵੱਡੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਨਾਲ ਇਹਨਾਂ ਨੇ ਕੀਰਤਨ ਦੀ ਸੇਵਾ ਨਿਭਾਈ ਹੋਈ ਹੈ। ਚਲੋ ਦਾਤੇ ਨੇ ਉਮਰ ਬਖਸ਼ੀ ਹੈ, ਹੁਣ ਅਮਰੀਕਾ ਦੇ ਵਿੱਚ ਨੇ, ਤਾਂ ਬਾਬਾ ਮੁਖਤਿਆਰ ਸਿੰਘ ਜੀ ਮੁਖੀ ਉਹਨਾਂ ਵੱਲੋਂ ਜਥੇ ਦਾ ਮਾਣ, ਹੋਰ ਜਿੰਨੀਆਂ ਸਮੁੱਚੀਆਂ ਸਿੱਖ ਸੰਗਤਾਂ ਆਈਆਂ ਨੇ ਸਾਰਿਆਂ ਵੱਲੋਂ ਜਥੇ ਦਾ ਮਾਣ। ਪੰਥ ਦੀ ਮਹਿਨਾਜ਼ ਹਸਤੀ ਭਾਈ ਦਿਆ ਸਿੰਘ ਜੀ ਲਾਹੌਰੀਆ, ਉਹਨਾਂ ਦੇ ਸਤਿਕਾਰਯੋਗ ਸੁਪਤਨੀ ਸਾਡੀ ਭੈਣ ਬੀਬੀ ਕਮਲਜੀਤ ਕੌਰ ਪਹੁੰਚੇ ਨੇ, ਸਟੇਜ ਵੱਲੋਂ ਧੰਨਵਾਦ ਹੈ। ਤਾਂ ਕਿਸ ਤਰ੍ਹਾਂ ਉਹ ਯੋਧਿਆਂ ਦੀਆਂ ਮਹਾਪੁਰਸ਼ਾਂ ਦੀਆਂ ਤਸਵੀਰਾਂ ਲੱਗਦੀਆਂ ਨੇ, ਕਿਵੇਂ ਲੋਕ ਉਹਨਾਂ ਦੇ ਫੈਨ ਹੁੰਦੇ ਨੇ। ਇੱਕੋ ਹੀ ਨਗਮਾ ਆਮ ਸੰਗਤਾਂ ਦੀ ਭੇਟਾ ਗਿਆਨੀ ਸ਼ੇਰ ਸਿੰਘ ਨਮੋਰ, ਬੂਟਾ ਸਿੰਘ ਬਾਦ, ਦਾਸ ਭਾਈ ਹਰਨਰੈਣ ਸਿੰਘ ਲੇਰੀ, ਸੰਗਰੂਰ ਵਾਲਿਆਂ ਦਾ ਢਾਡੀ ਜਥਾ ਹੈ। ਕਿਉਂ ਬਿਆਨ भीमी सदी दा
ਸਦੀ ਦਾ ਯੋਧਾ ਬਲਵੀਰ ਸੰਤ ਜਰਨੈਲ ਸਿੰਘ ਜੀ ਲੱਗੀ ਕਰ ਜੀ ਵੀਰ ਸੰਤ ਜਰਨੈਲ ਸਿੰਘ ਜੀ ਜਦੋਂ ਆਣ ਕੇ ਸਟੇਜਾਂ ਉੱਤੇ ਬੋਲਦਾ ਖੂਨ ਗੱਭਰੂ ਜਵਾਨਾਂ ਦਾ ਸੀ ਖੋਲਦਾ ਜਦੋਂ ਆਣ ਕੇ ਸਟੇਜਾਂ ਉੱਤੇ ਬੋਲਦਾ ਖੂਨ ਗੱਭਰੂ ਜਵਾਨਾਂ ਦੀ ਦਾ ਖੋਲਦਾ ਉਦੋਂ ਸਿੰਘੀ ਆਉਂਦੇ ਕੱਤ ਕੇ ਵਹੀ ਸੰਤ ਜਰਨੈਲ ਸਿੰਘ ਜੀ 20ਵੀਂ ਸਦੀ ਦਾ ਯੋਧਾ ਬਲਵੀਰ ਸੰਤ ਜਰਨੈਲ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਪਰਮਿੰਦਰ ਸਿੰਘ ਜੀ ਬਾਣਿਆਵਾਲੀ ਸਾਹਿਬ, ਉਹਨਾਂ ਦੇ ਨਾਲ ਉਜਲ ਸਿੰਘ ਜੀ, ਸਰਦਾਰ ਹਰਫੂਲ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸੁਖਦੇਵ ਸਿੰਘ ਜੀ ਉਹ ਪਹੁੰਚੇ ਨੇ, ਬਠਿੰਡੇ ਤੋਂ ਆਏ ਨੇ, ਜਥਾ ਲੈ ਕੇ ਬਹੁਤ ਬਹੁਤ ਧੰਨਵਾਦ। ਪਿਆਰ ਕਰਦਾ ਸੀ ਬਾਣੇ ਅਤੇ ਬਾਣੇ ਨੂੰ ਲਾਉਂਦਾ ਸੌਦਾ ਸੀ ਉਹ ਪਾਪੀ ਦਰਵਾਣੇ ਨੂੰ ਪਿਆਰ ਕਰਦਾ ਸੀ ਬਾਣੀ ਅਤੇ ਬਾਣੇ ਨੂੰ ਲਾਉਂਦਾ ਸੌਦਾ ਉਹ ਪਾਪੀ ਜਰਬਾਣੇ ਨੂੰ ਰੱਖੇ ਹੱਥ ਦਸ਼ ਮੇਸ਼ ਦੀ ਦਾ ਤੀਰ ਸੰਤ ਜਰਨੈਲ ਸਿੰਘ ਜੀ ਵੀਹਵੀਂ ਸਦੀ ਦਾ ਯੋਧਾ ਬਲਵੀਰ ਸੰਤ ਜਰਨੈਲ ਸਿੰਘ ਜੀ ਘਰ ਘਰ ਲੱਗੀ ਤਸਵੀਰ ਸੰਤ ਜਰਨੈਲ ਸਿੰਘ ਜੀ ਸਿੱਖ ਕੌਮ ਦੇ ਦਿਲਾਂ ਦੇ ਉੱਤੇ ਛਾ ਗਿਆ ਹੱਥ ਬੋਲਾ ਤਾਈ ਸੂਰਮਾ ਪਗਾ ਗਿਆ ਸਿੱਖ ਕੌਮ ਦੇ ਦਿਲਾਂ ਦੇ ਉੱਤੇ ਛਾ ਗਿਆ ਆਖੇ ਬੋਲਾ ਤਾਈ ਸੂਰਮਾ ਪੁਗਾ ਗਿਆ ਸਿੱਖ ਕੌਮ ਦੇ ਦਿਲਾਂ ਦੇ ਉੱਤੇ ਛਾ ਗਿਆ ਹੱਥ ਬੋਲਾ ਤਾਈ ਸੂਰਮਾ ਪਗਾ ਗਿਆ ਸਿੱਖ ਕੌਮ ਦੇ ਦਿਲਾਂ ਦੇ ਉੱਤੇ ਛਾ ਗਿਆ ਆਖੇ ਬੋਲਾ ਤਾਈ ਸੂਰਮਾ ਪੁਗਾ ਗਿਆ ਉਹ ਜਿੰਦਾ ਅਮਰ ਹੋ ਗਈ ਉਸ ਦੀ ਜ਼ਮੀਰ ਸੰਤ ਜਰਨੈਲ ਸਿੰਘ ਜੀ ਸਦੀ ਦਾ ਯੋਧਾ ਬਲਵੀਰ ਸੰਤ ਜਰਨੈਲ ਸਿੰਘ ਜੀ ਘਰ ਘਰ ਲੱਗੀ ਤਸਵੀਰ ਸੰਤ ਜਰਨੈਲ ਸਿੰਘ ਜੀ ਸਦੀ ਦਾ ਯੋਧਾ ਬਲਵੀਰ ਸੰਤ ਜਰਨੈਲ ਸਿੰਘ ਜੀ ਆ ਸਟੇਜ ਤੇ ਬਿਰਾਜਮਾਨ ਜਿੰਨੇ ਸਾਡੇ ਵਲੰਟੀਅਰ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਗੱਡੀਆਂ ਬਾਹਰ ਰੋਕੋ, ਬਾਹਰ ਪਾਰਕਿੰਗ ਬਣੀ ਹੋਈ ਹੈ। ਪੁਲਿਸ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਗੱਡੀ ਇਸ ਤੋਂ ਬਾਅਦ ਅੰਦਰ ਨਾ ਆਵੇ। ਗੱਡੀ ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਗੱਡੀ ਸਿਰਫ ਅੰਦਰ ਆਊਗੀ। ਮੈਂ ਪ੍ਰਬੰਧਕਾਂ ਨੂੰ ਜਿਹੜੇ ਗੇਟ ਤੇ ਨੌਜਵਾਨ ਵਲੰਟੀਅਰ ਖੜੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਗੱਡੀਆਂ ਨੂੰ ਅੰਦਰ ਆਉਣ ਤੋਂ ਰੋਕੋ ਜੀ। ਤੁਹਾਡਾ ਧੰਨਵਾਦ। ਇੰਨੀ ਬੇਨਤੀਆਂ ਕਰਦੇ ਆਪਣੇ ਸਮੇਂ ਵਿੱਚ ਰਹਿੰਦੇ ਦਾਸ ਖਿਮਾ ਦੇ ਜਾਚਕਾਂ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਉਹਦੀ ਵੀ ਮਾਫੀ ਚਾਹਾਂਗੇ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ। ਲਹਿਰੀ ਸਾਹਿਬ ਜੀ ਦਾ
ਲਹਿਰੀ ਸਾਹਿਬ, ਜਿਨ੍ਹਾਂ ਨੇ ਬੜੇ ਵਿਸਤਾਰ ਸਹਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਰਥਾਏ ਆਪਣੀਆਂ ਕਵਿਤਾਵਾਂ ਬੋਲੀਆਂ ਨੇ। ਬਹੁਤ ਬਹੁਤ ਧੰਨਵਾਦ। ਤੇ ਹੁਣ ਮੈਂ ਸਟੇਜ ਵੱਲੋਂ ਪਰਮਿੰਦਰ ਸਿੰਘ ਜੀ ਬਾਲਿਆਂ ਵਾਲੀ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮੁਖਤਿਆਰ ਸਿੰਘ ਮੁਖੀ ਜੀ ਨੂੰ ਸਟੇਜ ਵੱਲੋਂ ਸਰੋਪੋ ਭੇਂਟ ਕਰਨ, ਕਿਉਂਕਿ ਬਾਬਾ ਮੁਖਤਿਆਰ ਸਿੰਘ ਮੁਖੀ ਜੀ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਇੱਥੋਂ ਜਾ ਰਹੇ ਨੇ। ਸਟੇਜ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ। ਬਹਾਦਰ ਸਿੰਘ ਜੀ, ਤੁਸੀਂ ਸਾਥ ਦਿਓ। ਬੋਲੇ ਸੋ ਨਿਹਾਲ। ਚਲੋ ਸਾਡੇ ਦਰਮਿਆਨ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਤਲਾ ਜੀ ਤੇ ਦਰਜਾ ਬਦਰਜਾ ਸੌਂਟੀ ਸਾਹਿਬ, ਸਾਰੇ ਦਰਜਾ ਬਦਰਜਾ ਸੰਗਤ ਇਹਨਾਂ ਦੇ ਨਾਲ ਆਈ ਹੈ। ਅਮਰਤਪਾਲ ਸਿੰਘ ਜੀ ਲੌਂਗੋਵਾਲ, ਦਰਸ਼ਨ ਸਿੰਘ ਮਾਨੋਕੇ, ਬਲਜਿੰਦਰ ਸਿੰਘ ਜੀ ਲਸੋਈ, ਲਖਵੀਰ ਸਿੰਘ ਸੌਂਟੀ, ਸੂਬੇਦਾਰ ਸਾਹਿਬ ਉਹਨਾਂ ਦੇ ਨਾਲ ਆ ਰਹੇ ਨੇ, ਸੁਖਦੇਵ ਸਿੰਘ ਜੀ, ਸੁਖਚੈਨ ਸਿੰਘ ਜੀ ਅਤਲਾ। ਸਾਰਿਆਂ ਨੂੰ ਧੰਨਵਾਦ, ਜੀ ਆਇਆਂ ਨੂੰ। ਮੈਂ ਇੱਕ ਜਾਣਕਾਰੀ ਹੋਰ ਦੇ ਦਿਆਂ, ਕਿਹੜਾ ਲਤੀਫਪੁਰਾ ਜਿਹੜੇ ਲੋਕਾਂ ਨੇ ਬਦਲਾਅ ਦੇ ਵਿੱਚ ਸਰਕਾਰ ਚੁਣੀ ਸੀ, ਜਿਸ ਤਰ੍ਹਾਂ ਆਪਾਂ ਅੱਜ ਨਿਹੱਥੇ ਇੱਥੇ ਬੈਠੇ ਹਾਂ, ਉਸ ਤਰ੍ਹਾਂ ਹੀ ਰਾਤ ਨੂੰ ਸੁੱਤੇ ਪਿਆਂ ਤੇ ਸਰਕਾਰ ਦੇ ਪੀਲੇ ਪੰਜੇ ਨੇ ਉੱਥੇ ਦੇ ਲੋਕਾਂ ਨੂੰ ਰਾਤ ਨੂੰ ਉਹਨਾਂ ਦੇ ਮਕਾਨ ਢਾਹ ਦਿੱਤੇ, ਬੇਘਰ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉੱਥੇ ਇਸੇ ਤਰ੍ਹਾਂ ਹੀ ਜਥੇ ਸਮੇਤ ਉਹਨਾਂ ਦੇ ਹੱਕ ਦੇ ਵਿੱਚ ਬੈਠਿਆ। ਇਹ ਬਦਲਾਅ ਤੁਸੀਂ ਲੋਕੋ ਦੇਖ ਲਿਆ। ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਵੋਟਾਂ ਪਾਈਆਂ, ਪਰ ਬਦਲਾਅ ਦੇ ਵਿੱਚ ਕੋਈ ਨਾ ਕੋਈ ਤਾਂ ਗੱਲ ਹੈ ਸੀ, ਜਿਹੜਾ ਸਾਡੇ ਜੜਾਂ ਨੂੰ ਪੈ ਗਿਆ। ਜਦੋਂ ਵੱਡਾ ਦਰਖਤ ਗਿਰਦਾ ਹੈ ਨਾ, ਉਹਦੀਆਂ ਜੜਾਂ ਵੀ ਉੱਪਰ ਨੂੰ ਹੋ ਜਾਂਦੀਆਂ। ਜੇ ਥੋੜਾ ਬਹੁਤਾ ਤਣਾ ਲੱਗਿਆ ਰਹੇ ਤਾਂ ਉਹ ਸਫਲ ਵੀ ਹੋ ਜਾਂਦਾ, ਹਰਾ ਵੀ ਹੋ ਜਾਂਦਾ। ਪਰ ਲੋਕੋ ਆਪਾਂ ਨੇ ਦੇਖਿਆ ਹੀ ਨਹੀਂ ਵੀ ਬਦਲਾਅ ਦੀ ਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਸੀ, ਬਦਲਾਅ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਸੀ। ਹੁਣ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹਾਂ, ਸਤਪਾਲ ਸਿੰਘ ਜੀ ਚੀਮਾ ਪ੍ਰਧਾਨ ਜ਼ਿਲ੍ਹਾ ਬਰਨਾਲੇ ਤੋਂ ਪਹੁੰਚੇ ਹਨ, ਸੰਗਤਾਂ ਸਮੇਤ ਧੰਨਵਾਦ। ਬਲਵੰਤ ਸਿੰਘ ਜੀ ਫੌਜੀ ਮੁਕਤਸਰ ਤੋਂ ਸ਼ਹਿਰੀ ਪ੍ਰਧਾਨ ਪਹੁੰਚੇ ਹਨ, ਧੰਨਵਾਦ। ਸਰਦਾਰ ਸੁਖਦੇਵ ਸਿੰਘ ਜੀ ਪੰਜਗਰਾਈ ਪਹੁੰਚੇ ਹਨ, ਧੰਨਵਾਦ। ਜੀ ਆਇਆਂ ਨੂੰ। ਵਾਹਿਗੁਰੂ। ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਾ ਦਲ ਤੋਂ ਪਹੁੰਚੇ ਹਨ ਬਾਬਾ ਨਿਧਾਨ ਸਿੰਘ ਜੀ ਪੰਜ ਹੱਥਾ, ਚੱਲਦਾ ਬਹੀਰ ਚੱਕਰਵਰਤੀ ਪੰਜਾਬ। ਜੀ ਆਇਆਂ ਨੂੰ, ਧੰਨਵਾਦ। ਮੈਂ ਦੁਬਾਰਾ ਫੇਰ ਬੇਨਤੀ ਕਰਾਂ ਕਿ ਜਿਹੜੇ ਪ੍ਰਬੰਧਕ ਨੇ, ਪੁਲਿਸ ਵਾਲੇ ਵੀਰ ਮੁਲਾਜ਼ਮ ਨੇ, ਉਹਨਾਂ ਦਾ ਸਾਥ ਦਿਓ। ਅੰਦਰ ਗੱਡੀਆਂ ਨਾ ਲੈ ਕੇ ਆਓ। ਹੱਥ ਬੰਨ ਕੇ ਬੇਨਤੀ ਹੈ, ਜਿੰਨਾ ਯੂਥ ਦਾ ਨੌਜਵਾਨ ਹੈ, ਵਲੰਟੀਅਰ ਨੇ, ਉਹ ਕੰਟਰੋਲ ਕਰਨ, ਕਿਉਂਕਿ ਲੰਗਰ ਵਾਲੀ ਸਾਈਡ ਫਿਰ ਗੱਡੀਆਂ ਜ਼ਿਆਦਾ ਹੋ ਜਾਣਗੀਆਂ, ਰਸ ਪੈ ਜਾਊਗਾ, ਆਪਾਂ ਸਾਰੇ ਤੰਗੀ ਮਹਿਸੂਸ ਕਰਾਂਗੇ। ਕਿਰਪਾ ਕਰਕੇ ਸਹਿਯੋਗ ਕਰੋ। ਵਾਹਿਗੁਰੂ। ਵਾਹਿਗੁਰੂ। ਆਓ ਜੀ, ਸਭ ਤੋਂ ਪਹਿਲਾਂ ਦਸਮ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਰ ਤੋਂ ਦੁਨੀਆ ਡਰਦੀ ਏ, ਸ਼ਮਸ਼ੀਰ ਤੋਂ ਦੁਨੀਆ ਡਰਦੀ ਏ,
ਸੱਪ ਦੀ ਲਕੀਰ ਤੋਂ ਦੁਨੀਆ ਡਰਦੀ ਏ, ਸ਼ੇਰ ਦੀ ਦਹਾੜ ਤੋਂ ਦੁਨੀਆ ਡਰਦੀ ਏ। ਸੋਚ ਲੋ ਕਿੱਡਾ ਯੋਧਾ ਹੋ ਭਿੰਡਰਾਂ ਵਾਲਾ, ਜਿਹਦੀ ਤਸਵੀਰ ਤੋਂ ਦੁਨੀਆ ਡਰਦੀ ਏ, ਜਿਹਦੀ ਤਸਵੀਰ ਤੋਂ ਦੁਨੀਆ ਡਰਦੀ ਏ। ਸਤਿਕਾਰਯੋਗ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਧੰਗੇੜਾ, ਸਰਦਾਰ ਨਿਰਮਲ ਸਿੰਘ ਜੀ, ਉਹਨਾਂ ਦੇ ਨਾਲ ਗ੍ਰੰਥੀ ਸਾਹਿਬਾਨ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਪਹੁੰਚੇ ਹਨ। ਧੰਨਵਾਦ ਜੀ ਆਇਆਂ ਨੂੰ। ਭਾਈ ਗੋਲਡੀ ਜੀ, ਰਾਜਾ ਜੀ ਨੰਬਰਦਾਰ ਕੋਟੜਾ ਸੰਗਤਾਂ ਸਮੇਤ ਪਹੁੰਚੇ ਹਨ। ਧੰਨਵਾਦ ਜੀ ਆਇਆਂ ਨੂੰ। ਚਿੱਠੀ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ, ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ। ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ, ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਰਹਿੰਦਾ ਅਸਲੇ ਦੇ ਨਾਲ ਜਿਹੜਾ ਲੈਸਿਆ, ਉਹਦੀ ਸ਼ੇਰਾਂ ਵਾਲੀ ਲੋਕ ਤੇ ਦਰੇਸ਼ਿਆ, ਕਈਆਂ ਵਾਸਤੇ ਉਹ ਮੌਤ ਦਾ ਦਰੇਸ਼ਿਆ, ਦੇ ਕੇ ਜ਼ਖਮਾਂ ਤੋਂ ਛਿੱਲ ਦਾ ਖਰੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਚਿੱਠੀ ਲਿਖੀਏ ਗਦਾਰਾਂ ਦਿੱਲੀ ਵੱਲ ਨੂੰ, ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ। ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ, ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਰਹਿੰਦਾ ਅਸਲੇ ਦੇ ਨਾਲ ਜਿਹੜਾ ਲੈਸਿਆ, ਉਹਦੀ ਸ਼ੇਰਾਂ ਵਾਲੀ ਲੋਕ ਤੇ ਡਰੇਸਿਆ, ਕਈਆਂ ਵਾਸਤੇ ਮੌਤ ਦਾ ਦਰੇਸ਼ਿਆ, ਦੇ ਕੇ ਜ਼ਖਮਾਂ ਤੋਂ ਛਿੱਲ ਦਾ ਖਰੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਛਾਰਿਆ, ਮੁੰਡੇ ਹਿੰਦੂਆਂ ਦੇ ਗਲਾਂ ਨਾਲ ਲਾਰਿਆ, ਨੌਜਵਾਨਾਂ ਨੂੰ ਹੱਕਾਂ ਲਈ ਭੜਕਾਰਿਆ, ਉਹਦੇ ਭਾਸ਼ਣਾਂ ਦੀ ਗੱਲਬਾਤ ਐਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਜੰਗ ਚਾਈਨਾ ਕੋਲ ਜਿੱਤ ਲੈਣੀ ਸੌਖੀ ਏ, ਉਹਦੇ ਮੂਹਰੇ ਕਢਾਉਣੀ ਬੜੀ ਔਖੀ ਏ, ਗੱਲ ਨਾਲ ਦੇ ਸਿੰਘਾਂ ਦੀ ਵੀ ਅਨੋਖੀ ਏ, ਇਹ ਖਾੜ ਕੂਣੀ ਹੋਣੇ ਤੇਥੋਂ ਬਿੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਜੰਗ ਚਾਈਨਾ ਕੋਲ ਜਿੱਤ ਲੈਣੀ ਸੌਖੀ ਏ, ਉਹਦੇ ਮੂਹਰੇ ਕਢਾਉਣੀ ਬੜੀ ਔਖੀ ਏ, ਗੱਲ ਨਾਲ ਦੇ ਸਿੰਘਾਂ ਦੀ ਵੀ ਅਨੋਖੀ ਏ, ਇਹ ਖਾੜ ਕੂਣੀ ਹੋਣੇ ਤੇਥੋਂ ਬਿੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਹਰ ਮੰਦਰ ਚ ਬੰਕਰਾਂ ਬਣਾ ਲੀਆਂ, ਮੋਢੇ ਟੰਗੀਆਂ ਨੇ AK-47, ਹਿੱਕਾ ਪਾੜਨੇ ਨੂੰ ਰੱਖੀਆਂ ਦੁਨਾਲੀਆਂ, ਮੋਰੇ ਅੜੂ ਕਿਹੜਾ ਮਿੰਟ ਜਾਂ ਸਕਿੰਟ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਹੱਕ ਸੈਂਟਰ ਤੋਂ ਰਾਜਾਂ ਨੂੰ ਦਬਾਉਣ ਲਈ, ਮਤਾ ਲਾਗੂ ਆਨੰਦਪੁਰ ਦਾ ਕਰਾਉਣ ਲਈ, ਰਾਗੀ ਢਾਡੀ ਤੇ ਕਵੀਸ਼ਰਾਂ ਨੂੰ ਗਾਉਣ ਲਈ, ਦੇ ਕੇ ਵਿਸ਼ਾ ਤੋਰੇ ਆਏ ਪਿੰਡ ਪਿੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਅਸੀਂ ਰਲ ਕੇ ਸਲਾਹਾਂ ਨੇ ਜੋ ਕੀਤੀਆਂ, ਲਿਖ ਭੇਜੀਆਂ ਨੇ ਤੈਨੂੰ ਹੱਡ ਬੀਤੀਆਂ, ਬੰਦ ਕਮਰੇ ਚ ਘੜਦੇ ਆ ਨੀਤੀਆਂ, ਚੋਰੀ ਕਰਦੇ ਆ ਮੀਟਿੰਗਾਂ ਅਟੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ
ਸੰਧੂ ਪਾ ਕੇ ਨੱਕ ਚ ਨਕੇਲਿਆ ਤੋੜ ਪਿੰਡਰਾ ਵਾਲੇ ਦੀ ਛੇਤੀ ਹਿੰਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ 20ਵੀਂ ਸਦੀ ਦਾ ਮਰਦ ਜਰਨੈਲ ਸੂਰਾ ਬੱਬਰ ਸ਼ੇਰ ਜੀ ਗਰਜ ਲਲਕਾਰ ਉਸ ਦੀ ਹਿੱਕ ਤਾਣ ਕੇ ਹੱਕਾਂ ਲਈ ਜਦੋਂ ਖੜਿਆ ਵੈਰੀ ਤਦੋਂ ਤੋਂ ਬਣੀ ਸਰਕਾਰ ਉਸ ਦੀ ਈਣ ਬਹੁਤ ਹੀ ਵੱਡੇ ਕਾਫਲੇ ਦੇ ਨਾਲ ਲੁਧਿਆਣਾ ਦਿਹਾਤੀ ਦੇ ਆਗੂ ਸਾਹਿਬਾਨ ਪ੍ਰੀਤਮ ਸਿੰਘ ਜੀ ਮਾਨਗੜ ਉਹਨਾਂ ਦੇ ਨਾਲ ਸਰਪੰਚ ਬਲਵਿੰਦਰ ਸਿੰਘ ਜੀ ਬਲਵੰਤ ਸਿੰਘ ਜੀ ਢਿੱਲੋਂ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਛੰਦੜਾ ਮਾਸਟਰ ਕਰਨੈਲ ਸਿੰਘ ਜੀ ਨਾਰੀਕੇ ਸਾਹਿਬ ਪਟਿਆਲੇ ਤੋਂ ਬਹੁਤ ਭਰਮਾ ਜਥਾ ਹਰਪਾਜਲ ਸਿੰਘ ਜੀ ਕਸ਼ਮੀਰੀ ਸਾਹਿਬ ਦੀ ਅਗਵਾਈ ਚ ਆਇਆ ਨੌ ਨਿਹਾਲ ਸਿੰਘ ਜੀ ਅਤੇ ਜੂਥ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਸਾਹਿਬਾਨ ਸਾਡੇ ਸਹਿਵਾਜਪੁਰਾ ਸਾਹਿਬ ਜੀ ਬਹੁਤ ਹੀ ਹੋਰ ਦਰਜਾ ਬਦਰਜਾ ਆਗੂ ਸਾਰਿਆਂ ਦਾ ਮੰਚ ਵੱਲੋਂ ਸਟੇਜ ਵੱਲੋਂ ਧੰਨਵਾਦ ਹੈ ਸਾਰੇ ਵੱਡੇ ਕਾਫਲੇ ਲੈ ਕੇ ਪਹੁੰਚ ਰਹੇ ਨੇ ਉਹਨਾਂ ਆਉਣ ਦੀ ਖੁਸ਼ੀ ਧਰਮ ਸਿੰਘ ਜੀ ਇੱਕ ਜ਼ੋਰਦਾਰ ਜਕਾਰਾ ਲਗਾਓ ਜੀ ਬੋਲੇ ਸੋ ਨਿਹਾਲ ਸਾਡੇ ਬਹੁਤ ਹੀ ਪੁਰਾਣੇ ਟਕਸਾਲੀ ਜਥੇਦਾਰ ਸੁਖਜੀਤ ਸਿੰਘ ਜੀ ਕਾਲਾ ਅਫਗਾਨਾ ਸਾਹਿਬ ਉਹ ਵੀ ਜਥੇ ਸਮੇਤ ਪਹੁੰਚੇ ਨੇ ਬਹੁਤ ਧੰਨਵਾਦ ਹੈ ਗੁਰਦੀਪ ਸਿੰਘ ਜੀ ਕਾਲਾ ਝਾੜ ਹਰਦੀਪ ਸਿੰਘ ਜੀ ਸਮਾਣਾ ਤੇ ਬਹੁਤ ਹੀ ਆਗੂ ਸਾਹਿਬਾਨ ਬਾਈ ਗੁਰਨੈਬ ਸਿੰਘ ਜੀ ਰਾਮਪੁਰਾ ਦਲੀਪ ਸਿੰਘ ਜੀ ਹੋਰ ਬਹੁਤ ਹੀ ਆਗੂ ਸਾਹਿਬਾਨ ਪਹੁੰਚ ਰਹੇ ਨੇ ਜਥੇ ਲੈ ਕੇ ਸਾਰਿਆਂ ਦਾ ਸਟੇਜ ਵੱਲੋਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਸਰਹੇਲ ਸਾਥੀਆਂ ਸਮੇਤ ਪਹੁੰਚੇ ਹਨ ਧੰਨਵਾਦ ਭਾਈ ਦਰਬਾਰਾ ਸਿੰਘ ਜੀ ਮਡੋਫੋੜ ਸਾਥੀਆਂ ਸਮੇਤ ਪਹੁੰਚੇ ਹਨ ਧੰਨਵਾਦ ਭਾਈ ਜਸਵਿੰਦਰ ਸਿੰਘ ਜੀ ਭਾਈ ਭਜਨ ਸਿੰਘ ਜੀ ਬਾਦ ਸਿੰਘ ਜੀ ਜਸਵਿੰਦਰ ਸਿੰਘ ਜੀ ਮੰਡਵੀ ਜਥੇ ਸਮੇਤ ਪਹੁੰਚੇ ਹਨ ਧੰਨਵਾਦ ਜੀ ਆਇਆਂ ਨੂੰ 20ਵੀਂ ਸਦੀ ਦਾ ਮਰਦ ਜਰਨੈਲ ਸੂਰਾ ਬੱਬਰ ਸ਼ੇਰ ਜੀ ਗੱਜ ਲਲਕਾਰ ਉਸ ਦੀ ਹਿੱਕ ਤਾਣ ਕੇ ਹੱਕਾਂ ਲਈ ਜਦੋਂ ਖੜਿਆ ਵੈਰੀ ਤਦੋਂ ਤੋਂ ਬਣੀ ਸਰਕਾਰ ਉਸ ਦੀ ਈਨ ਮੰਨੀ ਨਾ ਕਿਸੇ ਦੀ ਸੂਰਮੇ ਨੇ ਸਦਾ ਹੀ ਗੜਕਦੀ ਰਹੀ ਵੰਗਾਰ ਉਸ ਦੀ ਜਗੌਲੀ ਵਾਲਿਆ ਭਰੇ ਦੀਵਾਨੇ ਅੰਦਰ ਢਾਡੀ ਗਰਜ ਕੇ ਗਾਉਣਗੇ ਵਾਰ ਉਸ ਦੀ ਗਲ ਵਿੱਚ ਪਿਸਟਲ ਹੱਥ ਵਿੱਚ ਫੜਿਆ ਤੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਮੈਂ ਬੇਨਤੀ ਕਰਾਂ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਨੇ ਉਹਨਾਂ ਦੇ ਚਰਨਾਂ 'ਚ ਕਿ ਸਟੇਜ ਦੇ ਪ੍ਰਬੰਧਕਾਂ ਦਾ ਉਹਨਾਂ ਦੇ ਨਾਲ ਸਹਿਯੋਗ ਕਰੋ ਜਿਹੜੇ ਤੁਹਾਡੇ ਨਾਲ ਆਏ ਵਰਕਰ ਸਾਹਿਬਾਨ ਨੇ ਉਹਨਾਂ ਨੂੰ ਕਿਰਪਾ ਕਰਕੇ ਪੰਡਾਲ ਵਿੱਚ ਬਹਾਓ ਮੰਚ ਤੇ ਜਿਹੜੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹੈ ਉਹੀ ਬੈਠਣ ਦੀ ਕਿਰਪਾਲਤਾ ਕਰੇ ਫਿਰ ਬਹੁਤ ਜ਼ਿਆਦਾ ਜਿਹੜਾ ਸਟੇਜ ਤੇ ਰਸ ਵੱਧ ਜਾਂਦਾ ਹੈ ਤੇ ਪੰਡਾਲ ਦੇ ਵਿੱਚ ਘਟ ਜਾਂਦਾ ਹੈ ਪੰਡਾਲ ਵਿੱਚ ਬੈਠਣ ਦਾ ਜਿਹੜਾ ਵੱਖਰਾ ਹੀ ਆਨੰਦ ਹੈ ਮੈਂ ਜਿਹੜੇ ਸੱਜਣ ਬਿਨਾ ਅਹੁਦਿਆਂ ਤੋਂ ਮੱਲੋ ਜ਼ੋਰੀ ਸਟੇਜ ਤੇ ਬੈਠ ਰਹੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਪੰਡਾਲ ਵਿੱਚ ਜਚੋ ਪ੍ਰਬੰਧਕਾਂ ਦਾ ਸਹਿਯੋਗ ਕਰੋ ਹੁਣ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਬੱਚਿਆਂ ਤੋਂ ਜਿਹੜੀ ਬਾਰ ਹੈ ਉਹ ਸਰਵਣ ਕਰੋ ਗਲ ਵਿੱਚ ਪਿਸਟਲ ਹੱਥ ਵਿੱਚ ਫੜਿਆ ਤੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਏ ਲੰਮੀਆਂ ਲੰਮੀਆਂ ਬਾਵਾਂ ਵਾਲਾ ਸ਼ੀਨੀ ਮਾਦਾ ਜਾਇਆ ਦਮ ਦੀ ਟਕਸਾਲ ਦਾ ਸੇਵਕ ਗੁਰਾਂ ਨੇ ਆਪ ਕਲਾਇਆ ਓ ਦਮ ਦਮੀ ਟਕਸਾਲ ਦਾ ਸੇਵਕ ਗੁਰਾਂ ਨੇ ਆਪ ਕਲਾਇਆ ਓ ਓਏ ਨਾਲ
ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਓ ਹੱਕਾਂ ਖਾਤਰ ਲੜਦਾ ਯੋਧਾ ਕਹਿਣ ਕਰਨ ਦਾ ਪੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸ ਨੇ ਕਰਤਾ ਚੂਰਾ ਚੂਰਾ ਸੀ ਇੰਦਰਾ ਦੇ ਹੰਕਾਰ ਨੂੰ ਜਿਸ ਨੇ ਕਰਤਾ ਚੂਰਾ ਚੂਰਾ ਸੀ ਗਾਤਰੇ ਵਿੱਚ ਟਕਸਾਲੀ ਹੋ ਗਾਤਰੇ ਵਿੱਚ ਟਕਸਾਲੀ ਜੋ ਸ਼ਮਸ਼ੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਕਹਿੰਦੇ ਪੋਸਟਰ ਉਹਦੇ ਨਹੀਂ ਲੱਗਣ ਦੇਣੇ ਖਰਾਬ ਮਾਹੌਲ ਪੰਜਾਬ ਦਾ ਕਰੇ ਵੈਰੀ ਕੁਲਵੰਤ ਸਿਆਂ ਹੋਵੇਗਾ ਬਲੀ ਕਿੱਡਾ ਜਿਹਦੀ ਫੋਟੋ ਤੋਂ ਅਜੇ ਵੀ ਡਰੇ ਵੈਰੀ ਉਹ ਪੋਸਟਰਾਂ ਨੂੰ ਪਾੜ ਪਾੜ ਕੇ ਆਪਣਾ ਮਨ ਬਹਿਲਾਉਂਦੇ ਨੇ ਫੋਟੋ ਜੋ ਕਿਤੇ ਨਿਕਲ ਨਾ ਆਵੇ ਸੋਚ ਕੇ ਕੰਬੀ ਜਾਂਦੇ ਨੇ ਫੋਟੋ ਜੋ ਕਿਤੇ ਨਿਕਲ ਨਾ ਆਵੇ ਸੋਚ ਕੇ ਕੰਬੀ ਜਾਂਦੇ ਨੇ ਉਹ ਕੁਲਵੰਤ ਸਿਆਂ ਕੁਲਵੰਤ ਸਿਆਂ ਉਹਦਾ ਪਤਲਾ ਜਿਹਾ ਸ਼ਰੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਪਿੰਡਰਾਂ ਵਾਲੇ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਰਤਨ ਸਿੰਘ ਜੀ ਮਹਿਮਤਪੁਰ ਸਾਥੀਆਂ ਸਮੇਤ ਪਹੁੰਚੇ ਹਨ ਧੰਨਵਾਦ ਸਰਦਾਰ ਬਲਦੇਵ ਸਿੰਘ ਜੀ ਬੜਿੰਗ ਜ਼ਿਲ੍ਹਾ ਪ੍ਰਧਾਨ ਮੁਕਤਸਰ ਸਾਥੀਆਂ ਸਮੇਤ ਪਹੁੰਚੇ ਹਨ ਧੰਨਵਾਦ ਸਰਦਾਰ ਪ੍ਰੀਤਮ ਸਿੰਘ ਜੀ ਮਾਨਗੜ੍ਹ ਪ੍ਰਧਾਨ ਦਿਹਾਤੀ ਅਵਤਾਰ ਸਿੰਘ ਜੀ ਸੈਣੀ ਬੇਗਲ ਸਾਹਿਬ ਗੁਰਵਿੰਦਰ ਸਿੰਘ ਜੀ ਜਗਦੇਵ ਸਿੰਘ ਜੀ ਪਾਂਗੜੀ ਜੰਡਾਲੀ ਸਾਹਿਬ ਬਲਵਿੰਦਰ ਸਿੰਘ ਜੀ ਸਾਥੀਆਂ ਸਮੇਤ ਪਹੁੰਚੇ ਹਨ ਧੰਨਵਾਦ ਜੀ ਆਇਆਂ ਨੂੰ ਭੋਲਾ ਸਿੰਘ ਜੀ ਪੂਰੇ ਜਥੇ ਸਮੇਤ ਪਹੁੰਚੇ ਨੇ ਧੰਨਵਾਦ ਹੈ ਜਥੇਦਾਰ ਬਾਬਾ ਪੰਜਾਬ ਸਿੰਘ ਸੁਲਤਾਨਪੁਰ ਪਿੰਡ ਮਿਸਲ ਸ਼ਹੀਦਾਂ ਤਰਨਾ ਦਲ ਹਰਪਾਲ ਸਿੰਘ ਜੀ ਖਾਲਸਤਾਨੀ ਸਾਰਿਆਂ ਦਾ ਧੰਨਵਾਦ ਹੈ ਬਾਬਾ ਦਰਸ਼ਨ ਸਿੰਘ ਜੀ ਗੁਰਚਰਨ ਸਿੰਘ ਜੀ ਰਾਜਪੂਤ ਸਾਹਨੇਵਾਲ ਕੌਮੀ ਮੀਤ ਪ੍ਰਧਾਨ ਮੁਹੰਮਦ ਕੁਰੈਸ਼ੀ ਸਾਹਿਬ ਜੋ ਕਿ ਪਾਰਟੀ ਦੇ ਮੀਤ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਹੈ ਯੂਥ ਤੋਂ ਨੌਜਵਾਨ ਆਗੂ ਹਰਮੀਤ ਸਿੰਘ ਜੀ ਪਹੁੰਚੇ ਨੇ ਮਾਨਸਾ ਤੋਂ ਸਮਾਣੇ ਤੋਂ ਬੜੇ ਜਥੇ ਆ ਰਹੇ ਨੇ ਹਰਦੀਪ ਸਿੰਘ ਜੀ ਸਹਿਜਪੁਰਾ ਸਤਨਾਮ ਸਿੰਘ ਜੀ ਸਮਾਣਾ ਬਲਵਿੰਦਰ ਸਿੰਘ ਜੀ ਗਾਜੀਪੁਰ ਪਿਆਰਾ ਸਿੰਘ ਜੀ ਗੁਰਮੇਲ ਸਿੰਘ ਜੀ ਸਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭੁਪਿੰਦਰ ਸਿੰਘ ਜੀ ਭੂਪਾ ਜੀ ਅਮਲੋ ਤੋਂ ਜਥੇ ਸਮੇਤ ਪਹੁੰਚੇ ਨੇ ਉਹਨਾਂ ਦੇ ਨਾਲ ਹੀ ਬਾਬਾ ਮੱਲ ਸਿੰਘ ਜੀ ਸਰਦਾਰ ਨਾਜਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਜਿਨ੍ਹਾਂ ਦਾ ਦਾਸ ਨਾਂ ਨਹੀਂ ਜਾਣਦਾ ਉਹ ਵੱਡੇ ਕਾਫਲੇ ਨਾਲ ਪਹੁੰਚੇ ਨੇ ਉਹਨਾਂ ਦਾ ਸਟੇਜ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਨੌਜਵਾਨਾਂ ਦੇ ਚਰਨਾਂ 'ਚ ਜਿਹੜੇ ਇਧਰ ਉਧਰ ਖੜੇ ਨੇ ਉਹ ਜ਼ਿੰਮੇਵਾਰੀ ਸਮਝਦੇ ਹੋਏ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤੁਹਾਡੇ ਲਈ ਪ੍ਰਬੰਧਕਾਂ ਨੇ ਬੈਠਣ ਦੇ ਲਈ ਬਹੁਤ ਸੋਹਣੇ ਇੰਤਜ਼ਾਮ ਕੀਤੇ ਨੇ ਤੇ ਲੰਗਰ ਦਾ ਇੰਤਜ਼ਾਮ ਹੈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਟੋਟ ਨਹੀਂ ਇਸ ਲਈ ਅਨੁਸ਼ਾਸਨ ਵਿੱਚ ਰਹਿ ਕੇ ਜਿਹੜੀ ਪੰਡਾਲ ਦੀ ਰੌਣਕ ਹੈ ਉਹਨੂੰ ਵਧਾਓ ਥੋੜੇ ਮਿੰਟਾਂ 'ਚ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਮੰਚ ਤੇ ਪਹੁੰਚ ਜਾਣਗੇ ਪਾਰਟੀ ਦੇ ਸੀਨੀਅਰ ਆਗੂ ਮੰਚ ਦੇ ਉੱਤੇ ਪਹੁੰਚ ਚੁੱਕੇ ਨੇ ਜਿਨ੍ਹਾਂ 'ਚ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਮੁਹੰਮਦ ਕੁਰੈਸ਼ੀ ਸਾਹਿਬ ਜੀ ਗੁਰਸੇਵਕ ਸਿੰਘ ਜੀ
ਕੁਲਦੀਪ ਸਿੰਘ ਜੀ ਭਾਗੋਵਾਲ ਸਾਹਿਬ, ਹਰਭਜਨ ਸਿੰਘ ਜੀ ਕਸ਼ਮੀਰੀ ਜ਼ਿਲ੍ਹਾ ਪ੍ਰਧਾਨ ਪਹੁੰਚ ਰਹੇ ਨੇ। ਸਾਰਿਆਂ ਦਾ ਧੰਨਵਾਦ ਹੈ। ਬਾਰੀ-ਬਾਰੀ ਸਟੇਜ ਤੋਂ ਸਾਰਿਆਂ ਦਾ ਨਾਮ ਬੋਲ ਦਿੱਤਾ ਜਾਵੇਗਾ। ਕਿਰਪਾ ਕਰਕੇ ਬੇਨਤੀ ਹੈ ਕਿ ਆ ਜਿਹੜੀਆਂ ਪਰਚੀਆਂ ਲਿਖ ਕੇ ਭੇਜ ਦਿਓ, ਇਹ ਜ਼ਿਆਦਾ ਤਕਲੀਫ ਨਾ ਕਰੋ। ਅਸੀਂ ਕੱਲੇ-ਕੱਲੇ ਦੇ ਤੁਹਾਡੇ ਚਿਹਰੇ ਨੂੰ ਜਾਣਦੇ ਆ। ਸਾਰਾ ਜਥਿਆਂ ਦਾ ਨਾਂ ਬਾਰੋ-ਬਾਰੀ ਜਿਹੜਾ ਉਹ ਲਿਆ ਜਾਊਗਾ। ਧੰਨਵਾਦ ਜੀ। ਇਹਨਾਂ ਤੋਂ ਬਾਅਦ ਭੁੱਲ ਗਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹੋਈ ਇੱਕ ਕਵਿਤਾ ਪੇਸ਼ ਕਰਨ ਲੱਗੀ ਹਾਂ। ਜੂਣਾ
ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਜਥੇ ਸਮੇਤ ਪਹੁੰਚੇ ਨੇ ਸਤਿਕਾਰਯੋਗ ਪਠਾਨਕੋਟ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ ਜੀ। ਸਟੇਜ ਵੱਲੋਂ ਧੰਨਵਾਦ ਹੈ। ਬਰਨਾਲੇ ਤੋਂ ਬਲਦੇਵ ਸਿੰਘ ਮਹਾਜਨ ਸਾਹਿਬ, ਹਰੀ ਸਿੰਘ ਜੀ ਸੰਘੇੜਾ, ਜਸਵੀਰ ਸਿੰਘ ਜੀ ਬਿੱਲਾ, ਬਲਵੰਤ ਸਰਪੰਚ ਜਲੂਰ ਅਤੇ ਡਾਕਟਰ ਕੁਲਵਿੰਦਰ ਸਿੰਘ ਜੀ, ਬਹੁਤ ਹੀ ਉਹਨਾਂ ਦੇ ਨਾਲ ਆਗੂ ਸਾਹਿਬਾਨ ਪਹੁੰਚੇ ਨੇ। ਧੰਨਵਾਦ ਹੈ। ਗੁਰਤੇਜ ਸਿੰਘ ਜੀ ਭੱਦਲਵਾੜ, ਸਾਰਿਆਂ ਦਾ ਇੱਥੇ ਬੜੇ ਉਤਸ਼ਾਹ ਨਾਲ ਪਹੁੰਚਣ ਤੇ ਸਟੇਜ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਬੇਨਤੀ ਹੈ ਕਿ ਆਪੋ ਆਪਣੀ ਜਗ੍ਹਾ ਲੈਂਦੇ ਜਾਓ। ਇਹ ਜਿਹੜਾ ਤੁਹਾਨੂੰ ਪੰਡਾਲ ਹੁਣ ਖਾਲੀ ਜਿਹਾ ਲੱਗਦਾ ਹੈ, ਥੋੜੇ ਮਿੰਟਾਂ ਬਾਅਦ ਤੁਹਾਨੂੰ ਬੈਠਣ ਨੂੰ ਇੱਥੇ ਥਾਂ ਨਹੀਂ ਮਿਲਣੀ, ਫਿਰ ਧੁੱਪ ਮਹਿਸੂਸ ਕਰੋਗੇ। ਹੁਣ ਬੇਨਤੀ ਹੈ ਕਿ ਜਿੱਥੇ ਜਗ੍ਹਾ ਵਿਹਲੀ ਪਈ ਹੈ ਆਪੋ ਆਪਣੇ ਜਿਹੜੇ ਨੇ ਉਹ ਥਾਂ ਮੱਲਣ ਦੀ ਕੋਸ਼ਿਸ਼ ਕਰੋ। ਉਹ ਕਿਹੜਾ ਜਥਾ ਰਿਹਾ? ਹਾਂ, ਪਟਿਆਲੇ ਤੋਂ ਸਰਦਾਰ ਸੁੱਖਾ ਸਿੰਘ ਜੀ, ਇੱਕ ਬੱਸ ਜਿਹਦੇ ਵਿੱਚ ਪੂਰੇ ਦਾ ਪੂਰਾ ਜਥਾ ਮੇਰੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਦਾ, ਉਹ ਬੀਬੀਆਂ ਦਾ ਜਥਾ ਲੈ ਕੇ ਪਹੁੰਚੇ ਨੇ। ਉਹਨਾਂ ਦਾ ਧੰਨਵਾਦ ਹੈ। ਸਾਡੇ ਬਹੁਤ ਹੀ ਜੋ ਸਾਡੇ ਕੋਲੋਂ ਦੂਰ ਜਾ ਚੁੱਕੇ ਨੇ ਸਤਿਕਾਰਯੋਗ ਤਰਲੋਕ ਸਿੰਘ ਜੀ ਡੱਲਾ, ਜਿਨ੍ਹਾਂ ਦੀ ਅੱਜ ਘਾਟ ਮਹਿਸੂਸ ਹੋ ਰਹੀ ਹੈ, ਉਹਨਾਂ ਦੇ ਪਿੰਡ ਤੋਂ ਗੁਰਨਾਮ ਸਿੰਘ ਜੀ ਡੱਲਾ ਜਥਾ ਲੈ ਕੇ ਪਹੁੰਚੇ ਨੇ। ਉਹਨਾਂ ਦਾ ਵੀ ਸਟੇਜ ਵੱਲੋਂ ਧੰਨਵਾਦ ਹੈ। ਮੈਂ ਜਿਹੜੇ ਨੌਜਵਾਨ ਖੜੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਫੇਰ ਕਰਦਾ ਕਿ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਉਹ ਕਿੱਥੋਂ ਸਤਿਕਾਰਯੋਗ ਜੋ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਹਨ, ਸਰਦਾਰ ਰਣਜੀਤ ਸਿੰਘ ਜੀ ਮੁਗਲ ਮਾਜਰੀ, ਜਿਹੜੇ ਕਿ 1963 ਦੇ, ਜਿਹਨੂੰ ਅੱਜ ਆਪਾਂ BA ਕਹਿ ਦਿੰਦੇ ਆ, ਉਦੋਂ FA ਕਹਿੰਦੇ ਸੀ, ਉਹ ਬੜੇ ਲੰਮੇ ਸਮੇਂ ਤੋਂ ਬਿਮਾਰ ਸੀ। ਅੱਜ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਉਹਦਾ ਮਨ ਕਰਿਆ ਵੀ ਮੈਂ ਜਾਣਾ ਜ਼ਰੂਰ ਹੈ। ਉਹ ਬੈਠੇ ਹਨ ਕੁਰਸੀ ਤੇ। ਜੀ ਆਇਆਂ ਨੂੰ। ਗੁਰੂ ਸਾਹਿਬ ਉਹਨਾਂ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ੇ। ਸਰਦਾਰ ਰਣਜੀਤ ਸਿੰਘ ਜੀ ਸੰਤੋਖਗੜ੍ਹ, ਜੋ ਆਪਣੇ ਨਗਰ ਦੇ ਸਰਪੰਚ ਵੀ ਹਨ, ਜ਼ਿਲ੍ਹਾ ਪ੍ਰਧਾਨ ਰੋਪੜ, ਉਚੇਚੇ ਤੌਰ ਤੇ ਸੰਗਤਾਂ ਸਮੇਤ ਪਹੁੰਚੇ ਹਨ। ਧੰਨਵਾਦ। ਸਰਦਾਰ ਕਾਕਾ ਸਿੰਘ ਜੀ ਪੈਲ, ਵੱਡੇ ਜਥੇ ਸਮੇਤ ਆਪਣੇ ਸਾਥੀਆਂ ਸਮੇਤ ਪਹੁੰਚੇ ਹਨ। ਧੰਨਵਾਦ। ਜੀ ਆਇਆਂ ਨੂੰ, ਜੀ ਆਇਆਂ ਨੂੰ। ਸਰਦਾਰ ਵੀਰ ਦਵਿੰਦਰ ਸਿੰਘ ਜੀ ਭੰਗੂ, ਜੋ ਹਲਕਾ ਪੈਲ ਤੋਂ ਸੰਗਤਾਂ ਸਮੇਤ ਪਹੁੰਚੇ ਹਨ। ਧੰਨਵਾਦ। ਜੀ ਆਇਆਂ ਨੂੰ। ਮਾਸਟਰ ਜੀ, ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਸਟੇਜ ਤੇ ਉਸ ਮਹਾਨ ਜਰਨੈਲ ਦੇ, ਮਹਾਨ ਯੋਧੇ ਦੇ ਭਰਾ ਬੈਠੇ ਨੇ, ਜਿਸ ਯੋਧੇ ਨੇ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਾਲਣ ਵਾਲੇ ਸੁਧੀਰ ਸੂਰੀ ਨੂੰ ਗੱਡੀ ਚਾੜਿਆ। ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ, ਭਾਈ ਹਰਦੀਪ ਸਿੰਘ, ਉਹ ਪਹੁੰਚੇ ਨੇ। ਸਟੇਜ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਵੱਡੇ ਕਾਫਲੇ ਦੇ ਨਾਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਭਾਈ ਹਰਦੀਪ ਸਿੰਘ ਜੀ ਖੁਣਖੁਣ, ਸਾਡੇ ਬਹੁਤ ਹੀ ਸੀਨੀਅਰ ਆਗੂ ਗੁਰਨਾਮ ਸਿੰਘ ਜੀ ਸਿੰਗੜੀ ਵਾਲਾ, ਮਾਸਟਰ ਕੁਲਦੀਪ ਸਿੰਘ ਜੀ, ਵੱਡੇ ਕਾਫਲੇ ਦੇ ਨਾਲ ਹੁਸ਼ਿਆਰਪੁਰ ਤੋਂ ਪਹੁੰਚ ਰਹੇ ਨੇ। ਉਹਨਾਂ ਦੀ ਸਟੇਜ ਵੱਲੋਂ ਹਾਜ਼ਰੀ ਜਕਾਰੇ ਦੇ ਨਾਲ ਲਾਈ ਜਾ ਰਹੀ ਹੈ। ਬੋਲੇ ਸੋ ਨਿਹਾਲ। ਭਾਈ ਪਰਮਿੰਦਰ ਸਿੰਘ ਜੀ ਟਾਂਡਾ, ਉਹ ਵੀ ਪਹੁੰਚੇ ਨੇ।
ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਸਾਰਿਆਂ ਦਾ ਮੈਂ ਨਾਮ ਨਹੀਂ ਜਾਣਦਾ, ਕਿਰਪਾ ਕਰਕੇ ਖਿਮਾ ਕਰੋ। ਆਪੋ ਆਪਣੀ ਜਗ੍ਹਾ ਲਓ। ਵੱਡੇ ਕਾਫਲਿਆਂ ਦੇ ਨਾਲ ਸੰਗਤ ਪਹੁੰਚ ਰਹੀ ਹੈ, ਬੜਾ ਉਤਸ਼ਾਹ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਜਥੇਦਾਰ ਸ਼ੇਰ ਸਿੰਘ ਜੀ ਮੂਣਕ ਬੱਸ ਲੈ ਕੇ ਆਏ ਨੇ, ਜਿਹੜੇ ਲਹਿਰੇ ਗਾਗੇ ਤੋਂ ਪਾਰਟੀ ਦੇ ਉਮੀਦਵਾਰ ਸਨ। ਸ਼ੇਰ ਸਿੰਘ ਜੀ ਮੂਣਕ, ਉਹਨਾਂ ਦਾ ਧੰਨਵਾਦ। ਕੁਰੈਸ਼ੀ ਸਾਹਿਬ ਆਪਣਾ ਜਥਾ ਲੈ ਕੇ ਆ ਰਹੇ ਨੇ ਲੁਧਿਆਣੇ ਤੋਂ, ਮੁਸਲਮਾਨ ਵੀਰਾਂ ਦਾ ਅਤੇ ਉੱਥੋਂ ਦੇ ਸਮੂਹ ਜਥੇਦਾਰਾਂ ਦਾ। ਕਿਰਪਾ ਕਰਕੇ ਸਟੇਜ ਵੱਲ ਵਧਣ ਦੀ ਕਿਰਪਾਲਤਾ ਕਰੋ ਜੀ। ਬਹੁਤ ਬਹੁਤ ਧੰਨਵਾਦ। ਸਰਦਾਰ ਉਦੈ ਸਿੰਘ ਜੀ ਬੰਗਾ, ਨਗਰ ਸੁਧਾਰ ਕਮੇਟੀ ਪ੍ਰਧਾਨ ਬਲਬੀਰ ਸਿੰਘ ਜੀ ਸੈਣੀ ਸਾਥੀਆਂ ਸਮੇਤ ਪਹੁੰਚੇ ਹਨ। ਧੰਨਵਾਦ, ਜੀ ਆਇਆਂ ਨੂੰ, ਜੀ ਆਇਆਂ ਨੂੰ। ਹੁਣ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ। ਬਾਬਾ ਦਰਸ਼ਨ ਸਿੰਘ ਜੀ ਲੁਧਿਆਣੇ ਤੋਂ ਵੱਡਾ ਜਥਾ ਲੈ ਕੇ ਆਏ ਨੇ, ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ। ਸਾਡੇ ਰਜਿੰਦਰ ਸਿੰਘ ਜੀ ਫੌਜੀ, ਉਹ ਵੀ ਵੱਡਾ ਜਥਾ ਲੈ ਕੇ ਸਟੇਜ ਵੱਲ ਨੂੰ ਵਧ ਰਹੇ ਨੇ। ਫਗਵਾੜੇ ਤੋਂ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਉਹਨਾਂ ਦੇ ਨਾਲ ਬੀਬੀ ਸੁਖਜੀਤ ਕੌਰ, ਜੋ ਕਿ ਲੇਡੀਜ਼ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਮਕੇਰੀਆਂ ਤੋਂ ਜਥੇਦਾਰ ਪਰਮਿੰਦਰ ਸਿੰਘ ਜੀ, ਇਹਨਾਂ ਦਾ ਮੈਂ ਨਾਮ ਬੋਲਤਾ ਜੇਦਾਰ। ਖੰਨਾ ਤੋਂ ਬਲਵਿੰਦਰ ਸਿੰਘ ਜੀ ਸਿਉੜਾ, ਸਮਰਾਲਾ ਤੋਂ ਜਤਿੰਦਰ ਸਿੰਘ ਜੀ, ਵੀਰ ਦਵਿੰਦਰ ਸਿੰਘ ਜੀ ਭੰਗੂ, ਕੁਲਵਿੰਦਰ ਸਿੰਘ ਜੀ ਸਿਰਥਲਾ, ਕਸ਼ਮੀਰ ਸਿੰਘ ਜੀ ਮਾਛੀਵਾੜਾ ਵੱਡੇ ਜਥੇ ਸਮੇਤ ਪਹੁੰਚੇ ਨੇ। ਸਾਡੇ ਸੰਗਰੂਰ ਤੋਂ ਜਿਹੜੇ ਦਫ਼ਤਰ ਦੇ ਆਗੂ ਨੇ, ਕੁਲਵੰਤ ਸਿੰਘ ਜੀ ਲੱਡੀ, ਗੁਰਦੇਵ ਸਿੰਘ ਜੀ ਝਨੇੜੀ, ਕੁਲਦੀਪ ਸਿੰਘ ਜਲਾਨ, ਨਰਪੈ ਸਿੰਘ ਜਲਾਨ, ਪ੍ਰਗਟ ਸਿੰਘ ਲੱਡੀ, ਮਨਦੀਪ ਸਿੰਘ ਲੱਡੀ, ਇਹਨਾਂ ਸਾਰੇ ਆਗੂਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਹੈ। ਮੈਂ ਦੁਬਾਰਾ ਫੇਰ ਬੇਨਤੀ ਕਰਾਂ, ਆਗੂ ਸਾਹਿਬਾਨ ਉਹ ਸਟੇਜ ਤੇ ਬੈਠਣ, ਉਹਨਾਂ ਨੂੰ ਦੁਬਾਰਾ ਮੰਚ ਤੋਂ ਨਾ ਕਹਿਣਾ ਪਵੇ ਕਿ ਤੁਸੀਂ ਸਟੇਜ ਵੱਲ ਆਓ। ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪ ਹੀ ਸਟੇਜ ਵੱਲ ਆ ਜਾਓ। ਤੁਹਾਡਾ ਧੰਨਵਾਦ। ਵੱਡੇ ਕਾਫਲਿਆਂ ਦੇ ਨਾਲ ਜਿਸ ਰੂਪ ਦੇ ਵਿੱਚ ਸਿੱਖ ਸੰਗਤਾਂ ਪੰਡਾਲ ਦੇ ਵਿੱਚ ਇਕੱਤਰ ਹੋ ਰਹੀਆਂ ਨੇ, ਉਹਨਾਂ ਸੰਗਤਾਂ ਦਾ ਧੰਨਵਾਦ। ਬੜੀ ਖੁਸ਼ੀ ਦੇ ਨਾਲ ਤੁਸੀਂ ਸਾਰਿਆਂ ਨੇ ਸਤਿਕਾਰ ਦੇਣਾ। ਪੰਥ ਦੀ ਮੈਂ ਨਾਜ਼ ਹਸਤੀ, ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮੈਂਬਰ ਪਾਰਲੀਮੈਂਟ ਸੰਗਰੂਰ, ਉਹ ਸਟੇਜ ਵੱਲ ਆ ਰਹੇ ਨੇ। ਉਹਨਾਂ ਦੀ ਆਉਣ ਤੇ ਜ਼ੋਰਦਾਰ ਜਕਾਰਿਆਂ ਨਾਲ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਭਾਈ ਜਤਿੰਦਰ ਸਿੰਘ ਜੀ ਦਿਓਲ ਫਿਰੋਜ਼ਪੁਰ ਤੋਂ, ਜਗਜੀਤ ਸਿੰਘ ਜੀ, ਭਾਈ ਲਵਪ੍ਰੀਤ ਸਿੰਘ ਜੀ ਮਾਨਸਾ, ਉਹਨਾਂ ਦੇ ਨਾਲ ਨੌਜਵਾਨ ਆਗੂ ਪਹੁੰਚ ਰਹੇ ਨੇ। ਸਟੇਜ ਵੱਲੋਂ ਧੰਨਵਾਦ। ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਨੌਜਵਾਨੋ ਪ੍ਰਧਾਨ ਸਾਹਿਬ ਨੂੰ ਸਟੇਜ ਵੱਲ ਆ ਲੈਣ ਦਿਓ। ਆ ਜਿਹੜੀਆਂ ਫੋਟੋਆਂ ਦਾ ਕੰਮ ਹੈ ਪਿੱਛੋਂ ਕਰਾਂਗੇ। ਸਰਦਾਰ ਮਾਨ ਸਾਹਿਬ ਨੂੰ ਗੁਰੂ ਸਾਹਿਬ ਦੇ ਨਕਮਸਤਕ ਹੋਣ ਦਿਓ। ਨੌਜਵਾਨੋ ਆ ਫੋਟੋ ਵਾਲਾ ਕੰਮ ਬੰਦ ਕਰੋ ਜੀ।
ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਨੂੰ ਜਲਦੀ ਸਟੇਜ ਤੇ ਲੈ ਕੇ ਆਓ। ਭਾਈ ਹਰਪਾਲ ਸਿੰਘ ਜੀ ਬਲੇਰ ਜੋ ਕਿ ਪਾਰਟੀ ਦੇ ਜਨ ਸਕੱਤਰ ਨੇ, ਉਹਨਾਂ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਨੂੰ ਬਿਨਾਂ ਕਿਸੇ ਤੋਂ ਸਟੇਜ 'ਤੇ ਲੈ ਕੇ ਆਓ। ਨੌਜਵਾਨੋ, ਤੁਹਾਡੀ ਡਿਊਟੀ ਹੈ। ਤੁਹਾਡਾ ਧੰਨਵਾਦ। ਸੰਗਤਾਂ ਦਾ ਭਾਰੀ ਉਤਸ਼ਾਹ, ਸੰਗਤਾਂ ਦਾ ਜੋਸ਼ ਇਹ ਦੱਸਦਾ ਕਿ ਸਿੱਖ ਕੌਮ ਆਪਣੇ ਫਰਜ਼ਾਂ ਪ੍ਰਤੀ, ਆਪਣੇ ਹੱਕਾਂ ਪ੍ਰਤੀ ਜਾਗ ਚੁੱਕੀ ਹੈ। ਸੋ ਕਿਹੜੇ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰੀਏ। ਭਾਈ ਗੁਰਚਰਨ ਸਿੰਘ ਜੀ ਪੁੱਲਰ ਜੋ ਪ੍ਰਧਾਨ ਨੇ ਫਿਰੋਜ਼ਪੁਰ ਦੇ, ਉਹ ਵੀ ਪਹੁੰਚ ਰਹੇ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਚੀਮਾ ਸਾਹਿਬ ਜੋ ਕਿ ਲੁਧਿਆਣੇ ਤੋਂ ਪ੍ਰਧਾਨ ਨੇ, ਉਹ ਵੱਡੇ ਕਾਫਲੇ ਦੇ ਨਾਲ ਆਪਣੇ ਸਾਥੀਆਂ ਸਮੇਤ ਸਟੇਜ ਵੱਲ ਵਧ ਰਹੇ ਨੇ। ਮੈਂ ਬੇਨਤੀ ਕਰਾਂ ਦੁਬਾਰਾ ਫੇਰ ਮਾਨ ਸਾਹਿਬ ਨੂੰ ਸਟੇਜ ਵੱਲ। ਨੌਜਵਾਨੋ ਰਸਤਾ ਦਿਓ। ਆ ਫੋਟੋ ਵਾਲਾ ਕੰਮ ਬੰਦ ਕਰ ਦਿਓ ਨੌਜਵਾਨੋ ਪਲੀਜ਼। ਪਰਸ ਵੀ ਕੱਢੇ ਜਾ ਰਹੇ ਨੇ, ਮੋਬਾਈਲ ਵੀ ਖੋਏ ਜਾ ਰਹੇ ਨੇ। ਆ ਮੇਰਾ ਮੋਬਾਈਲ ਵੀ ਖੋ ਗਿਆ। ਆ ਮੋਬਾਈਲਾਂ ਦਾ ਧਿਆਨ ਰੱਖੋ ਮੇਰਾ ਵੀਰ, ਜੋਸ਼ ਦੇ ਨਾਲ ਹੋਸ਼ ਵੀ ਰੱਖੋ। ਭਾਈ ਜਸਵੰਤ ਸਿੰਘ ਜੀ ਚੀਮਾ, ਆਨੰਦਪੁਰੀ ਸਾਹਿਬ, ਹੋਰ ਕੁਲਵੰਤ ਸਿੰਘ ਜੀ, ਸਲੇਮ ਟਾਬਰੀ, ਜਿਹੜੇ ਵੱਡੇ ਵੱਡੇ ਆਗੂ ਨੇ ਲੁਧਿਆਣੇ ਦੇ, ਉਹ ਪਹੁੰਚ ਰਹੇ ਨੇ ਵੱਡੇ ਕਾਫਲੇ ਦੇ ਨਾਲ। ਸਟੇਜ ਵੱਲੋਂ ਉਹਨਾਂ ਦਾ ਧੰਨਵਾਦ। ਬੋਲੇ ਸੋ ਨਿਹਾਲ। ਚਾਂਦ ਮੁਹੰਮਦ ਜੀ ਉਹ ਵੀ ਉਹਨਾਂ ਦੇ ਨਾਲ ਆ ਰਹੇ ਨੇ। ਮੈਂ ਬੇਨਤੀ ਕਰਾਂ ਕਿ ਜਲਦਬਾਜ਼ੀ ਨਾ ਕਰੋ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੜੇ ਨਿਮਰਤਾ ਤੇ ਸਤਿਕਾਰ ਦੇ ਨਾਲ ਨਮਸਕਾਰ ਕਰੋ। ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਸਟੇਜ ਵੱਲੋਂ ਦੁਬਾਰਾ ਫੇਰ ਬੇਨਤੀ ਹੈ ਕਿ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ। ਸਿੱਖ ਸਿਗਲੀਗਰ ਸੈੱਲ ਪੰਜਾਬ ਦੇ ਪ੍ਰਧਾਨ ਜ਼ਿਲ੍ਹੇ ਸਿੰਘ ਜੀ, ਉਹਨਾਂ ਦੀ ਵੀ ਹਾਜ਼ਰੀ ਮੰਚ ਤੋਂ ਲਾਈ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂ ਕਿ ਗੋਪੀ ਜੀ ਲੁਧਿਆਣੇ ਤੋਂ ਉਹ ਵੀ ਪਹੁੰਚੇ ਨੇ, ਗਿੱਲ ਸਾਹਿਬ ਪਹੁੰਚੇ ਨੇ। ਸਾਰਿਆਂ ਦਾ ਧੰਨਵਾਦ। ਮੁਸਲਮਾਨ ਵੀਰ ਵੱਡੀ ਗਿਣਤੀ 'ਚ ਪਹੁੰਚ ਰਹੇ ਨੇ। ਸਟੇਜ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ। ਮੈਂ ਧੰਨਵਾਦੀਆਂ ਮੰਚ ਤੇ ਹਰਪਾਲ ਸਿੰਘ ਜੀ ਬਲੇਰ ਸਾਹਿਬ ਦਾ, ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਮੀਡੀਆ ਐਡਵਾਈਜ਼ਰ, ਮੀਡੀਆ ਸਲਾਹਕਾਰ ਸਰਦਾਰ ਇਕਬਾਲ ਸਿੰਘ ਜੀ ਟਵਾਣਾ ਸਾਹਿਬ ਜੋ ਕਿ ਪਾਰਟੀ ਦੇ ਬੁਲਾਰੇ ਨੇ, ਉਹ ਵੀ ਸਟੇਜ ਤੇ ਬਿਰਾਜਮਾਨ ਹੋਏ ਨੇ। ਉਹਨਾਂ ਦਾ ਵੀ ਧੰਨਵਾਦ ਇੱਥੇ ਪਹੁੰਚਣ ਤੇ। ਹਾਂਜੀ ਬੋਲਦੇ 4 ਮਿੰਟ ਲਾ ਦੇ 4 ਮਿੰਟ। ਸਾਡੇ ਦਰਮਿਆਨ ਬਾਬਾ ਬਕਾਲਾ ਸਾਹਿਬ ਜੀ ਤੋਂ ਹਰਚਰਨ ਸਿੰਘ ਜੀ ਸ਼ੇਰੋਂ ਹਲਕਾ ਇੰਚਾਰਜ, ਜਨਰਲ ਸਕੱਤਰ ਰਾਜਾ ਜੀ, ਸਰਪੰਚ ਸਰਬਜੀਤ ਸਿੰਘ ਜੀ ਹਲਕਾ ਇੰਚਾਰਜ ਬਾਬਾ ਬਕਾਲਾ, ਸਰਦਾਰ ਹਰਮੇਲ ਸਿੰਘ ਜੋਧੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਜੋ ਅਕਸਰ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਹਮੇਸ਼ਾ ਸੇਵਾ ਕਰਦੇ ਹਨ, ਸਰਦਾਰ ਪਰਮਜੀਤ ਸਿੰਘ ਜੀ ਜ਼ਿਲ੍ਹਾ ਜਨਰਲ ਸਕੱਤਰ ਮਲੇਰਕੋਟਲਾ, ਫਰੀਦਕੋਟ ਤੋਂ ਜਥੇਬੰਦੀ ਪਹੁੰਚੀ ਹੈ, ਡਾਕਟਰ ਬਲਵੀਰ ਸਿੰਘ ਸਰਾਵਾਂ, ਜਸਕਰਨ ਸਿੰਘ ਜੀ ਪੰਜਗਰਾਈ, ਮੇਰਾ ਸਤਿਕਾਰਯੋਗ ਵੀਰ ਹਨੀ ਸਿੰਗਲਾ ਜੀ ਲੁਧਿਆਣੇ ਤੋਂ। ਮੈਂ ਸੰਗਤਾਂ ਨੂੰ ਬੇਨਤੀ ਕਰਦੇ ਆ, ਕੱਟੂ ਜੀ ਨੇ ਵੀ ਕੀਤੀ ਆ, ਕਿ ਆਪਣੇ ਪਰਸ ਤੇ ਮੋਬਾਈਲਾਂ ਦਾ ਧਿਆਨ ਰੱਖਿਆ ਜਾਵੇ। ਕਈ ਵੀਰਾਂ ਦੇ ਪਰਸ ਆ ਜਿਹੜੇ ਉਹ ਚੋਰੀ ਹੋਏ ਹਨ, ਮੋਬਾਈਲ ਵੀ ਚੋਰੀ ਹੋਏ ਹਨ। ਕਿਰਪਾ ਕਰਕੇ ਧਿਆਨ ਦਿੱਤਾ ਜਾਵੇ। ਜਿਹੜੇ ਚੋਰੀ ਕਰਨ ਆਏ ਹੋਏ ਹਨ ਉਹਨਾਂ ਨੂੰ ਬੇਨਤੀ ਹੈ, ਜੇ ਕੋਈ ਬੰਦਾ ਫਸ ਗਿਆ ਫਿਰ ਉਹਦਾ ਬੜਾ ਮਾੜਾ ਅਸਰ ਹੋਊਗਾ।
ਸੋ ਬੇਨਤੀ ਆ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜੀ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ, ਨਮਸਕਾਰ ਹੋ ਕੇ ਬੈਠਣ ਦੀ ਕਿਰਪਾਲਤਾ ਕਰੋ ਜੀ। ਮੈਂ ਬੇਨਤੀ ਕਰਾਂ ਆਗੂ ਸਾਹਿਬਾਨਾਂ ਨੂੰ ਕਿ ਭਾਈ ਤੁਸੀਂ ਹੀ ਬਹਾ ਸਕਦੇ ਹੋ ਜਿਹੜੇ ਤੁਹਾਡੇ ਨਾਲ ਆਏ ਨੇ। ਜੇ ਸਟੇਜ ਤੇ ਇੰਨਾ ਰਸ ਪੈ ਗਿਆ, ਸਟੇਜ ਆਗੂ ਸਾਹਿਬਾਨਾਂ ਲਈ ਹੁੰਦੀ ਹੈ, ਸਟੇਜ ਲੀਡਰਾਂ ਲਈ ਹੁੰਦੀ ਹੈ। ਸਟੇਜ ਭਰ ਗਈ, ਕੋਈ ਅਨੁਸ਼ਾਸਨ ਰੱਖੋ ਯਾਰ। ਪੰਡਾਲ ਤੁਹਾਡੇ ਲਈ ਲਾਇਆ ਹੈ, ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਹੱਥ ਬੰਨ ਕੇ ਬੇਨਤੀ ਹੈ ਸਟੇਜ ਦੇ ਪ੍ਰਬੰਧਕਾਂ ਦਾ ਸਹਿਯੋਗ ਕਰੋ। ਬੀਬੀ ਤੇਜ ਕੌਰ ਰੋਪੜ ਤੋਂ ਜਥਾ ਲੈ ਕੇ ਪਹੁੰਚੇ ਨੇ, ਧੰਨਵਾਦ ਹੈ। ਬਲਜੀਤ ਸਿੰਘ ਜੀ ਗਿੱਲ ਪਟਿਆਲੇ ਤੋਂ ਇੱਕ ਬੱਸ ਲੈ ਕੇ ਆਏ ਨੇ ਭਰ ਕੇ, ਉਹਨਾਂ ਦਾ ਧੰਨਵਾਦ ਹੈ। ਬਾਈ ਹਰਪਾਲ ਕੁੱਸਾ ਜੋ ਕਿ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਨੇ, ਉਹ ਮੋਗੇ ਤੋਂ ਜਥਾ ਲੈ ਕੇ ਪਹੁੰਚੇ ਨੇ। ਮਨਜੀਤ ਸਿੰਘ ਜੀ ਮੱਲਾ ਜੋ ਕਿ ਜਥੇਬੰਦ ਸਕੱਤਰ ਨੇ ਪਾਰਟੀ ਦੇ, ਉਹ ਵੀ ਉਹਨਾਂ ਦੇ ਨਾਲ ਪਹੁੰਚੇ ਨੇ। ਬਲਾਸਪੁਰ ਸਤਨਾਮ ਸਿੰਘ ਜੀ ਉਹ ਵੀ ਜਥਾ ਲੈ ਕੇ ਪਹੁੰਚੇ ਨੇ। ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਮੈਂ ਦੇਖ ਰਿਹਾ ਕੁਲਵੰਤ ਸਿੰਘ ਜੀ ਸਲੇਮ ਟਾਬਰੀ, ਉਹਨਾਂ ਦਾ ਵੀ ਧੰਨਵਾਦ, ਉਹ ਵੀ ਜਥਾ ਲੈ ਕੇ ਪਹੁੰਚੇ ਨੇ। ਤੇ ਇਹਦੇ ਨਾਲ ਹੀ ਹਰਿਆਣੇ ਤੋਂ ਸਰਦਾਰ ਖਜਾਨ ਸਿੰਘ ਜੀ ਜੋ ਕਿ ਪਾਰਟੀ ਦੇ ਬਹੁਤ ਸੀਨੀਅਰ ਆਗੂ ਨੇ, ਉਹ ਹਰਿਆਣੇ ਤੋਂ ਵੱਡਾ ਕਾਫਲਾ ਲੈ ਕੇ ਪੰਡਾਲ ਵੱਲ ਵਧ ਰਹੇ ਨੇ। ਉਹਨਾਂ ਦਾ ਸਟੇਜ ਵੱਲ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਮੈਂ ਬੇਨਤੀ ਕਰਾਂ ਸਿਰਫ 5 ਮਿੰਟ ਦੇ ਲਈ, ਸਾਡੇ ਚ ਬਹੁਤ ਹੀ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਦਮਦਮੀ ਟਕਸਾਲ ਤੋਂ ਪਹੁੰਚੇ ਨੇ। ਉਹ 5 ਮਿੰਟ ਦੇ ਲਈ ਕਥਾ ਦੇ ਰੂਪ ਵਿੱਚ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗਿਆਨੀ ਅਮਰੀਕ ਸਿੰਘ ਜੀ। ਇਹ ਗੱਲ ਕਰਨੀ ਕਿ ਇਹ ਆਪਣੇ ਹਿਸਾਬ ਦੇ ਨਾਲ ਬੈਠੋ, ਜਿਹੜੇ ਬਾਹਰੋਂ ਬੰਦਿਆਂ ਨੂੰ ਰਿਸਪੈਕਟ ਦਿਓ, ਨਹੀਂ ਤੇ ਫਿਰ ਫੜ ਕੇ ਛਾਲੇ ਪੈਣੇ ਫਿਰ ਗੱਲ। ਮੈਂ ਦੁਬਾਰਾ ਫੇਰ ਬੇਨਤੀ ਕਰਦਿਆਂ ਜਿਹੜੇ ਸਟੇਜ ਤੇ ਬਾਹਰੋਂ ਆਏ ਆਗੂਆਂ ਨੂੰ ਅਸੀਂ ਇੱਜ਼ਤ ਦੇਣੀ ਹੈ। ਫੇਰ ਜੇ ਕਿਸੇ ਨੇ ਸਟੇਜ ਤੋਂ ਫੜ ਕੇ ਉਤਾਰਤਾ, ਉਹ ਗੁੱਸਾ ਨਾ ਕਰਿਓ। ਸਾਰਿਆਂ ਨੂੰ ਬੇਨਤੀ ਹੈ ਭਾਈ ਤੁਸੀਂ ਸਟੇਜ ਦਾ ਸਹਿਯੋਗ ਕਰੋ। ਬਾਬਾ ਅਮਰੀਕ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਗਰੀਬ ਨਵਾਜ ਸਤਿਗੁਰੂ, ਚੌਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾਈ ਦੇ ਰਹਿਬਰ, ਦੀਨ ਦੁਨੀਆ ਦੇ ਆਗੂ, ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕੇ ਇਕੱਤਰ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਜੁੜ ਮਿਲ ਕਰਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਬੰਧਕਾਂ ਨੇ ਕਥਾ ਲਈ ਬੇਨਤੀ ਬਚਨ ਹੋਏ ਸੀ, ਹੁਕਮ ਕੀਤਾ ਸੀ, ਪਰ ਸਾਧ ਸੰਗਤ ਸਮੇਂ ਦੇ ਹਿਸਾਬ ਦੇ ਨਾਲ, ਕਿਉਂਕਿ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਜੋ ਸਮੁੱਚੀ ਆਪਣੀ ਟੀਮ ਦੇ ਨਾਲ ਸਟੇਜ ਤੇ ਸਭਾਇਮਾਨ ਹੋਏ ਨੇ, ਔਰ ਸਾਰੇ ਹੀ ਪ੍ਰਬੰਧਕ ਵੀਰ ਔਰ ਹੋਰ ਜਿਹੜੇ ਵੱਡੇ ਵੱਡੇ ਕਮੇਟੀ ਦੇ ਮੁੱਖ ਲੀਡਰ ਸਾਹਿਬਾਨ ਨੇ, ਬੜਾ ਹੀ ਯੋਗ ਸਮਾਂ ਜਿਹੜਾ ਹੈ ਸਮੇਂ ਅਨੁਸਾਰ ਚੱਲਣਾ ਬਣਦਾ ਹੈ। ਸੋ ਆਪਣੇ ਕੋਲੇ ਬਹੁਤਾ ਸਮਾਂ ਤੇ ਹੈ ਨਹੀਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਬਾਬਾ ਦੀਪ ਸਿੰਘ ਦੀ ਗੱਦੀ ਦੇ ਜਿਨ੍ਹਾਂ ਦਾ 76ਵਾਂ
ਦੀ ਕਲਾਸ ਫੈਲੋ, ਉਹਦੀ ਫਰੈਂਡ ਰਹੀ ਹੋਈ ਮਿੱਤਰ ਦਿੱਲੀ ਦੀ ਰਹਿਣ ਵਾਲੀ ਇੱਥੇ ਵਿਆਹੀ ਹੋਈ ਸੀ ਔਰ ਦਿਨ ਰਾਤ ਉਹਨੂੰ ਡਰ ਸਤਾਉਂਦਾ ਸੀ, ਤੜਪਦੀ ਸੀ। ਉਹਨਾਂ ਨੇ ਬਾਹਰ ਇਲਾਜ ਕਰ ਲਿਆ, ਅੱਡੀ ਚੋਟੀ ਦਾ ਜ਼ੋਰ, ਡਾਕਟਰਾਂ ਤੋਂ, ਵੈਦਾਂ, ਹਕੀਮਾਂ ਤੋਂ, ਸਾਧਾਂ ਸੰਤਾਂ ਤੋਂ, ਧਾਗੇ ਤਵੀਤ ਫੂਕਾ ਮਾਰ ਮਾਰ ਥੱਕ ਗਏ, ਹਾਰ ਗਏ। ਤੇ ਕਿਸੇ ਸੱਜਣ ਨੇ ਕਿਹਾ ਵੀ ਆ ਇੱਕ ਮਹਾਂਪੁਰਖ ਮਹਾ ਸਿੰਘ ਬਾਬਾ ਮਟੌਰ ਜੀ ਆਏ ਨੇ, ਇਹ ਵੀ ਸਾਰਾ ਦਿਨ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ, ਪੁੱਛੋ ਤਾਂ ਸਹੀ। ਜਦੋਂ ਪ੍ਰੇਮ ਦੇ ਨਾਲ ਜਾ ਕੇ ਬੇਨਤੀ ਕਰਨ ਲੱਗੇ, ਜੀ ਤੁਹਾਡੇ ਗਵਾਂਢੀ ਆ, ਕਿਰਪਾ ਕਰੋ ਦੱਸੋ ਤਾਂ ਸਹੀ, ਸਾਨੂੰ ਕੋਈ ਵਿਚਾਰ ਦੱਸੋ। ਬਾਬਾ ਜੀ ਉਹਨੂੰ ਪੁੱਛਣ ਲੱਗੇ, ਬੀਬੀ ਤੈਨੂੰ ਕੀ ਦੀਂਦਾ ਹੈ? ਕਹਿੰਦੀ ਇੰਦਰਾ। ਕਿੱਦਾਂ ਦੇ ਰੂਪ ਚ ਦੀਂਦੀ ਹੈ? ਸਾਹਮਣੇ ਕੰਧ ਤੇ ਬੈਠੀ ਹੋਈ। ਕੈਸਾ ਸਰੂਪ ਹੈ? ਕਹਿੰਦੀ ਭਿਆਨਕ ਰੂਪ ਹੈ, ਤਨ ਤੇ ਕੋੜ ਚੱਲਿਆ, ਬਾਲ ਖਿਲ ਰਹੇ ਆ, ਜੂਆਂ ਪਈਆਂ, ਡੈਣਾ ਵਰਗਾ ਰੂਪ ਧਾਰਿਆ ਹੈ। ਤੈਨੂੰ ਕਿਉਂ ਦਿਸਦੀ? ਕਹਿੰਦੀ ਮੇਰੀ ਕਲਾਸ ਪਹਿਲੋ ਮਿੱਤਰ ਸੀ। ਕਹਿੰਦੀ ਕੀ ਹੈ? ਕਹਿੰਦੀ ਤੈਨੂੰ ਨਾਲ ਲੈ ਕਰਕੇ ਜਾਣਾ। ਘਰ ਦੇ ਜੀ ਕਹਿੰਦੇ ਸਾਨੂੰ ਦਿਨ ਰਾਤ ਚੈਨ ਨਹੀਂ ਆਉਂਦੀ, ਰੋਂਦੀ ਪਿੱਟਦੀ ਹੈ। ਬਾਪੂ ਮਟੌਰ ਜੀ ਕਹਿਣ ਲੱਗੇ, ਬੀਬੀ ਦੇ ਸਰਾਣੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਸਵੇਤ ਜੋੜੇ ਵਾਲੀ ਫੋਟੋ ਲਾ ਦਿਓ, ਅੱਜ ਵੀ ਜਾ ਕੇ ਪਤਾ ਕਰ ਲਿਓ, ਉਹਨਾਂ ਨੇ ਫੋਟੋ ਲਾਤੀ, ਉਦੋਂ ਮੁੜ ਕੇ ਇੰਦਰਾ ਨੂੰ ਅੱਜ ਦੀਂਦੀ ਹੈ। ਸਤਿ ਸ੍ਰੀ ਅਕਾਲ। ਇਹ ਉਹਨਾਂ ਦੀ ਬੰਦਗੀ ਦਾ ਪ੍ਰਤਾਪ ਹੈ, ਉਹਨਾਂ ਦਾ ਭੈ ਹੈ, ਜੋ ਇੰਦਰਾ ਦੇ ਮਰੀ ਹੋਈ ਦੇ ਵੀ ਛਾਇਆ ਹੋਇਆ ਹਿਰਦੇ, ਉਹਨਾਂ ਦੀ ਤਸਵੀਰ ਤੋਂ ਪਈ ਡਰਦੀ ਹੈ। ਸੋ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਉਹਨਾਂ ਦੀ ਸਮੁੱਚੀ ਟੀਮ, ਸਾਰੇ ਸੱਜਣ ਮਿੱਤਰ ਸਿੱਖ ਸੰਗਤਾਂ ਮਿਲ ਕਰਕੇ ਉਹਨਾਂ ਮਹਾਂਪੁਰਖਾਂ ਦਾ 76ਵਾਂ ਜਨਮ ਦਿਹਾੜਾ ਮਨਾ ਰਹੇ ਹੋ। ਮਹਾਂਪੁਰਖਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਹੋ ਰਿਹਾ ਹੈ। ਸਾਰਿਆਂ ਨੂੰ ਰੋਮ ਰੋਮ ਕਰਕੇ ਵਧਾਈ ਹੋਵੇ। ਸੋ ਬੇਨਤੀ ਹਾਜ਼ਰੀਆਂ ਪ੍ਰਵਾਨ ਕਰਦੀਆਂ ਬੋਲਦਿਆਂ ਹੋਇਆ ਤੋਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਗੁਰਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਬਾਬਾ ਅਮਰੀਕ ਸਿੰਘ ਜੀ ਡਾਸਕਾ, ਉਹ ਆਪਣੇ ਪਿੰਡ ਤੋਂ ਬੱਸ ਲੈ ਕੇ ਆਏ ਨੇ, ਧੰਨਵਾਦ ਹੈ। ਸਾਡੇ ਗੁਰਚਰਨ ਸਿੰਘ ਜੀ ਜਖੇਪਲ ਸਾਹਿਬ, ਜੋ ਕਿ ਪਾਰਟੀ ਦੇ ਸੀਨੀਅਰ ਆਗੂ ਨੇ, ਜਥੇ ਸਮੇਤ ਪਹੁੰਚੇ ਨੇ, ਧੰਨਵਾਦ ਹੈ। ਗੁਰਮੁਖ ਸਿੰਘ ਜੀ ਸਮਸਪੁਰ, ਜਿਹੜੇ ਕਦੇ ਵੀ ਕਿਸੇ ਵੀ ਪ੍ਰੋਗਰਾਮ ਚੋਂ ਗੈਰ ਹਾਜ਼ਰ ਨਹੀਂ ਹੋਏ, ਉਹ ਸਾਥੀਆਂ ਸਮੇਤ ਕਾਫਲੇ ਦੇ ਵਿੱਚ ਪਹੁੰਚੇ ਨੇ। ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਦੁਲਮਾ, ਉਸ ਇਲਾਕੇ ਦੇ ਸੁਖਦੇਵ ਸਿੰਘ ਜੀ ਗੱਗੜਵਾਲ, ਹੋਰ ਬਹੁਤ ਸਾਰੇ ਆਗੂ, ਉਹ ਸਾਰੇ ਜਥਾ ਲੈ ਕੇ ਪਹੁੰਚੇ ਨੇ, ਧੰਨਵਾਦ। ਬੜੇ ਮਾਣ ਅਤੇ ਸਤਿਕਾਰ ਨਾਲ ਧੰਨਵਾਦ ਕੀਤਾ ਜਾ ਰਿਹਾ ਹੈ। ਸ਼ੇਰਪੁਰ ਤੋਂ ਸਤਿਕਾਰਯੋਗ ਅਮਰਜੀਤ ਸਿੰਘ ਜੀ ਬਾਦਸ਼ਾਹਪੁਰ ਅਤੇ ਨਰਿੰਦਰ ਸਿੰਘ ਜੀ ਕਾਲਾ ਬੂੜਾ, ਹਰਵੰਸ ਸਿੰਘ ਜੀ ਸਲੇਮਪੁਰ, ਬਹੁਤ ਸਾਰੇ ਆਗੂ, ਸਾਧੂ ਸਿੰਘ ਜੀ ਭੇਦਣੀ, ਉਹ ਕਾਫਲਾ ਲੈ ਕੇ, ਵੱਡਾ ਕਾਫਲਾ ਲੈ ਕੇ ਧੂਰੀ ਤੋਂ ਸਾਡੇ ਜਥੇਦਾਰ ਸਾਹਿਬਾਨ ਪਹੁੰਚੇ ਨੇ। ਉਹਨਾਂ ਸਾਰਿਆਂ ਦਾ ਧੰਨਵਾਦ। ਸਰਪੰਚ ਕਾਲਾ ਬੂੜਾ ਤੋਂ ਮੌਜੂਦਾ ਸਰਪੰਚ ਸਾਡੇ ਵੱਡੇ ਵੀਰ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਇਕਬਾਲ ਸਿੰਘ ਜੀ ਚੱਬਾ, ਉਹ ਵੀ ਜਥਾ ਲੈ ਕੇ ਆ ਰਹੇ ਨੇ, ਧੰਨਵਾਦ ਹੈ। ਸੰਘੇੜਿਆਂ ਤੋਂ ਵੱਡੀ ਸੰਗਤ, ਬਚਿੱਤਰ ਸਿੰਘ ਜੀ ਨੌਜਵਾਨ ਆਗੂ, ਭਾਈ ਬਬਲੀ ਜੀ, ਸੁਖਚੈਨ ਸਿੰਘ ਜੀ, ਜੋ ਕਿ ਭਤੀਜੇ ਨੇ ਜਥੇਦਾਰ ਰਣਜੀਤ ਸਿੰਘ ਸੰਘੇੜਾ ਸਾਹਿਬ ਦੇ, ਉਹ ਵੱਡਾ ਕਾਫਲਾ ਲੈ ਕੇ, ਮਨਜੀਤ ਸਿੰਘ, ਹੋਰ ਬਹੁਤ ਸਾਰੇ ਆਗੂ ਸਟੇਜ ਤੇ ਆ ਰਹੇ ਨੇ, ਕਾਫਲਾ ਲੈ ਕੇ। ਉਹਨਾਂ ਸਾਰਿਆਂ ਦਾ ਧੰਨਵਾਦ। ਲੁਧਿਆਣੇ ਤੋਂ ਵੱਡਾ ਕਾਫਲਾ ਲੈ ਕੇ, ਮੈਂ ਪਹਿਲਾਂ ਵੀ ਬੜਾ ਵਧੀਆ ਤਰੀਕੇ ਨਾਲ ਬੋਲਿਆ, ਦੁਬਾਰਾ ਫੇਰ ਬੋਲਦਾ। ਬਹੁਤ ਹੀ ਸਤਿਕਾਰਯੋਗ ਜਸਵੰਤ ਸਿੰਘ ਜੀ ਚੀਮਾ ਸਾਹਿਬ ਵੱਡੇ ਕਾਫਲੇ ਨਾਲ ਪਹੁੰਚੇ ਨੇ। ਉਹਨਾਂ ਦੇ ਨਾਲ ਨਵਦੀਪ ਸਿੰਘ ਜੀ ਗੋਪੀ ਸਾਹਿਬ, ਮਨਜੀਤ ਸਿੰਘ ਜੀ ਸਿਆਲਕੋਟੀ, ਨਿਆਜ਼ਤ ਸਿੰਘ ਜੀ ਰਾਈਆਂ, ਚਾਂਦ ਮੁਹੰਮਦ ਬਿੱਟੂ, ਡਾਕਟਰ ਪੰਨੂ ਸਾਹਿਬ, ਕੁਲਵੰਤ ਸਿੰਘ, ਰਵੀ ਸਿੰਘ ਖਾਲਸਾ, ਸਵਰਨ ਸਿੰਘ, ਹਰਮੀਤ ਸਿੰਘ ਸਾਹਨੇਵਾਲ, ਦਰਸ਼ਨ ਸਿੰਘ, ਇਹ ਬਹੁਤ ਸਾਰੇ ਆਗੂ ਜਿਹੜੇ ਜਥਿਆਂ ਦੇ ਨਾਲ ਲੁਧਿਆਣੇ ਤੋਂ ਪਹੁੰਚੇ ਨੇ। ਇਹਨਾਂ ਸਾਰਿਆਂ ਦਾ ਧੰਨਵਾਦ। 30 ਬੱਸਾਂ ਲਿਆਂਦੀਆਂ ਨੇ ਜੀ। ਚੀਮਾ ਸਾਹਿਬ ਕਹਿੰਦੇ ਇੱਕ ਜਕਾਰਾ ਲਾ ਦਿਓ, ਫਿਰ ਬੋਲੇ ਸੋ ਨਿਹਾਲ। ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਦੀਪਕ ਸਿੰਘਲਾ ਜੀ, ਤਾਲਮੇਲ ਸਕੱਤਰ ਬਰਨਾਲਾ, ਸਰਦਾਰ
ਬਾਦਸ਼ਾਹਪੁਰ ਸਰਦਾਰ ਅਮਰਜੀਤ ਸਿੰਘ ਜੀ ਬਾਦਸ਼ਾਹਪੁਰ, ਧੂਰੀ ਹਲਕੇ ਤੋਂ ਸਰਦਾਰ ਨਰਿੰਦਰ ਸਿੰਘ ਜੀ ਕਾਲਾ ਬੂਲਾ ਸਾਥੀਆਂ ਸਮੇਤ ਪਹੁੰਚੇ ਹਨ। ਸਟੇਜ ਵੱਲੋਂ ਜੀ ਆਇਆਂ ਨੂੰ ਧੰਨਵਾਦ। ਬਹੁਤ ਹੀ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਖੁੱਡੀ, ਜੋ ਕਿ ਪਾਰਟੀ ਯੂਥ ਵਿੰਗ ਬਰਨਾਲਾ ਦੇ ਪ੍ਰਧਾਨ ਨੇ, ਉਹਨਾਂ ਨੇ ਚੋਣ ਲੜੀ ਹੈ ਬਰਨਾਲੇ ਤੋਂ, ਉਹ ਵੀ ਕਾਫਲੇ ਦੇ ਨਾਲ ਪਹੁੰਚੇ ਨੇ। ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਹੈ ਗੁਰਪ੍ਰੀਤ ਸਿੰਘ ਜੀ ਖੁੱਡੀ ਸਾਹਿਬ। ਇੱਕ ਬੇਨਤੀ ਮੈਂ ਕਰਾਂ, ਆ ਜਿਹੜੇ ਨੌਜਵਾਨ ਬੈਠੇ ਨੇ ਇਹਨਾਂ ਦੇ ਚਰਨਾਂ 'ਚ, ਨੌਜਵਾਨੋ ਤੁਹਾਨੂੰ ਬੇਨਤੀ ਹੈ ਕਿ ਇਹ ਜਗ੍ਹਾ ਬੀਬੀਆਂ ਲਈ ਹੈ। ਤੁਸੀਂ ਇੱਥੋਂ ਉੱਠ ਕੇ ਥੋੜਾ ਪਿੱਛੇ ਹੋਵੋ, ਬੀਬੀਆਂ ਨੂੰ ਜਗ੍ਹਾ ਇਹ ਦਿਓ, ਤੁਹਾਡਾ ਧੰਨਵਾਦ ਹੋਊਗਾ। ਆ ਜਿੰਨੇ ਵੀ ਆਗੂ ਸਾਹਿਬਾਨ ਆ ਸਾਈਡ ਤੇ ਬੈਠੇ ਨੇ, ਉਹ ਥੋੜਾ ਪਿੱਛੇ ਹੋਵੋ। ਆਪਾਂ ਬੀਬੀਆਂ ਨੂੰ ਬੜੀ ਇੱਜ਼ਤ ਦਈਏ, ਮਾਣ ਦਈਏ, ਸਤਿਕਾਰ ਦਈਏ, ਤਾਂ ਜੋ ਕਿ ਆਪਾਂ ਇਹ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਨਿਭਾ ਸਕੀਏ। ਲੁਧਿਆਣੇ ਤੋਂ ਬੀਬੀ ਸਿਮਰਨਜੀਤ ਕੌਰ ਜਥਾ ਲੈ ਕੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਹੁਣ ਬੇਨਤੀ ਹੈ ਸਾਡੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਥੇਦਾਰ ਸੰਗਾਰਾ ਸਿੰਘ ਜੀ ਬਾੜਲਾ, ਉਹ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਲਈ ਮੰਚ ਤੇ ਆਉਣ। ਸੰਗਾਰਾ ਸਿੰਘ ਜੀ ਬਾੜਲਾ ਸਾਹਿਬ। ਮੈਂ ਬੋਲਦਾ ਯਾਰ ਸਰਦਾਰ ਹਰਚਰਨ ਸਿੰਘ ਜੀ ਪਸੌੜ ਇੱਕ ਬੱਸ ਲੈ ਕੇ ਆਏ ਹਨ। ਗੁਲਾਬ ਸਿੰਘ ਜੀ ਘੋੜੇ ਨਾਲ ਇਹ ਵੀ ਇੱਕ ਬੱਸ ਲੈ ਕੇ ਆਏ। ਪਾਲ ਸਿੰਘ ਜੀ ਖਾਈ, ਸੁਖਵਿੰਦਰ ਸਿੰਘ ਜੀ ਸੇਖਮਾਨ, ਬਹੁਤ ਬਹੁਤ ਧੰਨਵਾਦ। ਹੁਣ ਮੈਂ ਸਤਿਕਾਰਯੋਗ ਸਰਦਾਰ ਸੰਗਾਰਾ ਸਿੰਘ ਜੀ ਬਡਲਾ ਜ਼ਿਲ੍ਹਾ ਪ੍ਰਧਾਨ ਸ੍ਰੀ ਫਤਿਹਗੜ੍ਹ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਆਈਆਂ ਸੰਗਤਾਂ ਦਾ ਧੰਨਵਾਦ ਕਰਨ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ 76ਵੇਂ ਜਨਮ ਦਿਨ ਤੇ ਸੰਗਤਾਂ ਨੂੰ, ਪੰਥ ਨੂੰ, ਕੌਮ ਨੂੰ ਮੁਬਾਰਕਬਾਦ ਦੇਣ। ਸਰਦਾਰ ਬਡਲਾ ਸਾਹਿਬ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ, ਮਹਾਨ ਜਰਨੈਲ, ਉਹਨਾਂ ਦੇ 76ਵੇਂ ਜਨਮ ਦਿਨ ਤੇ ਆਈ ਹੋਈ ਸਮੁੱਚੀ ਲੀਡਰਸ਼ਿਪ, ਪ੍ਰਧਾਨ ਸਾਹਿਬ ਅਤੇ ਸਮੂਹ ਸਾਧ ਸੰਗਤ, ਆਪ ਜੀ ਨੂੰ ਜ਼ਿਲ੍ਹੇ ਦੀ ਸਮੁੱਚੀ ਟੀਮ ਵੱਲੋਂ ਜੀ ਆਇਆਂ ਕਹਿੰਦਾ ਹੋਇਆ ਫਤਿਹ ਅਰਜ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਜ਼ਿਲ੍ਹੇ ਵੱਲੋਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਮੁੱਚੇ ਨਾਨਕ ਨਾਮ ਲੇਵਾ ਸਿੱਖ ਸੰਗਤ, ਦੇਸਾਂ ਵਿਦੇਸਾਂ ਵਿੱਚ ਬੈਠੇ ਹੋਇਆਂ ਨੂੰ, ਜਿਹੜੇ ਅੱਜ ਇਸ ਮਾਧਿਅਮ ਰਾਹੀਂ ਇਸ ਸਮਾਗਮ ਨੂੰ ਦੇਖ ਰਹੇ ਨੇ, ਸਾਰਿਆਂ ਨੂੰ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਔਰ ਆਈ ਹੋਈ ਸੰਗਤ ਨੂੰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਬਾਡਲਾ ਸਾਹਿਬ ਦਾ। ਜਥੇਦਾਰ ਸਹਿਬਾਜ਼ ਸਿੰਘ ਜੀ ਡਸਕਾ ਸਨਾਮ ਤੋਂ ਵੱਡੇ ਜਥੇ ਨਾਲ ਪਹੁੰਚੇ ਨੇ, ਧੰਨਵਾਦ ਹੈ। ਸਾਡੇ ਮੋਗੇ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਜੀ ਖਾਲਸਾ ਵੱਡੇ ਕਾਫਲੇ ਨਾਲ ਆਏ ਨੇ, ਉਹਨਾਂ ਦਾ ਧੰਨਵਾਦ ਹੈ। ਮਨਦੀਪ ਸਿੰਘ ਜੀ ਹਰਿਆਊ ਤੋਂ, ਜੋ ਕਿ ਦਿੜਬੇ ਦੇ ਉਮੀਦਵਾਰ ਸੀ, ਆਪਣੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਨੇ, ਉਹ ਵੀ ਜਥੇ ਸਮੇਤ ਬੱਸ ਲੈ ਕੇ ਪਹੁੰਚੇ ਨੇ, ਉਹਨਾਂ ਦਾ ਧੰਨਵਾਦ ਹੈ। ਮਹਿਲਾ ਚੌਂਕ ਸੰਗਰੂਰ, ਉਥੋਂ ਇੱਕ ਬੱਸ ਲੈ ਕੇ ਸੰਗਤ ਪਹੁੰਚੀ ਹੈ। ਸਮੁੱਚੇ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ। ਹਾਂ, ਬਹੁਤ ਹੀ
ਪਿਆਰ ਭਰੇ ਅਤੇ ਨਿੱਘੇ ਸ਼ਬਦਾਂ ਨਾਲ ਸਵਾਗਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਜੀ ਪੰਜੌਲੀ ਸਾਹਿਬ ਉਹ ਮੰਚ ਤੇ ਤਸ਼ਰੀਫ ਲਿਆਏ ਨੇ। ਸਮੁੱਚੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ। ਬਹੁਤ ਹੀ ਸਤਿਕਾਰਯੋਗ ਢਾਡੀ ਦਰਸ਼ਨ ਸਿੰਘ ਜੀ ਦਲੇਰ, ਜੋ ਬਰਗਾੜੀ ਵਿਖੇ ਧਰਮ ਯੁੱਧ ਮੋਰਚਾ ਰੋਜ਼ਾਨਾ 5 ਸਿੰਘਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉੱਥੇ ਵਿਸ਼ੇਸ਼ ਤੌਰ ਤੇ ਇਹ ਆਪਣੀ ਢਾਡੀ ਵਾਰਾਂ ਦੇ ਰਾਹੀਂ ਇਹਨਾਂ ਦੀ ਬੱਚੀ ਤੇ ਇਹਨਾਂ ਦੇ ਸਾਥੀ ਉਹ ਜਥੇ ਨੂੰ ਰਵਾਨਾ ਕਰਦੇ ਹਨ ਪਾਤਸ਼ਾਹੀ 10ਵੀਂ ਗੁਰਦੁਆਰਾ ਬਰਗਾੜੀ ਸਾਹਿਬ ਤੋਂ। ਤੇ ਸਾਡੇ ਦਰਮਿਆਨ ਬਾਬਾ ਜਗਤਾਰ ਸਿੰਘ ਜੀ ਮਸਤਾਨਾ ਵੀ ਪਹੁੰਚੇ ਹਨ, ਧੰਨਵਾਦ। ਜਥੇਦਾਰ ਬਲਦੇਵ ਸਿੰਘ ਜੀ ਗਗੜਾ ਐਗਜ਼ੈਕਟਿਵ ਮੈਂਬਰ ਉਹ ਸਾਥੀਆਂ ਸਮੇਤ 2 ਬੱਸਾਂ ਸਮੇਤ ਪਹੁੰਚੇ ਹਨ, ਧੰਨਵਾਦ। ਜੀ ਆਇਆਂ ਨੂੰ ਭਾਈ ਬਲਵੀਰ ਸਿੰਘ ਜੀ ਸੋਹਾਣਾ ਸਾਥੀਆਂ ਸਮੇਤ ਪਹੁੰਚੇ ਹਨ, ਧੰਨਵਾਦ ਜੀ ਆਇਆਂ ਨੂੰ। ਤਰਨਤਾਰਨ ਤੋਂ ਜ਼ਿਲ੍ਹਾ ਪ੍ਰਧਾਨ ਮੀਆਂਪੁਰ ਸਾਹਿਬ ਵੱਡੇ ਜਥੇ ਨਾਲ ਮਾਝੇ ਦੀ ਸੰਗਤ ਨੂੰ ਲੈ ਕੇ ਪਹੁੰਚੇ ਨੇ। ਮਾਝੇ ਦੇ ਜਰਨੈਲੋ ਤੁਹਾਡੀ ਸਵਾਗਤ, ਤੁਹਾਡਾ ਧੰਨਵਾਦ। ਇੱਕ ਜਕਾਰੇ ਦੇ ਰੂਪ ਵਿੱਚ ਬੋਲੇ ਸੋ ਨਿਹਾਲ ਸ੍ਰੀ ਅਕਾਲ। ਪਿੰਡ ਰਤੋਕੇ ਅਤੇ ਲੋਹਾ ਖੇੜਾ ਬਡਰੁੱਖਾਂ ਇਹ ਪਿੰਡਾਂ ਚੋਂ ਬੱਸਾਂ ਲੈ ਕੇ ਨੌਜਵਾਨ ਆਗੂ ਪਹੁੰਚੇ ਨੇ। ਉਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ। ਮੈਂ ਦੁਬਾਰਾ ਫੇਰ ਬੇਨਤੀ ਕਰਾਂ, ਜਿਹੜੇ ਦੂਰ ਨੇੜੇ ਵਰਕਰ ਆਗੂ ਸਹਿਬਾਨ ਖੜੇ ਨੇ, ਆਓ ਪੰਡਾਲ ਦੇ ਵਿੱਚ ਬੈਠੋ ਤਾਂ ਜੋ ਕਿ ਆਪਾਂ ਪੰਡਾਲ ਨੂੰ, ਇਸ ਸਟੇਜ ਨੂੰ ਸੁਚਾਰੂ ਤਰੀਕੇ ਦੇ ਨਾਲ ਚਲਾ ਸਕੀਏ। ਗੁਰੂ ਸਾਹਿਬ ਬਿਰਾਜਮਾਨ ਨੇ, ਗੁਰੂ ਸਾਹਿਬ ਨੂੰ ਨਕਮਸਤਕ ਹੋ ਕੇ ਆਪੋ ਆਪਣੀ ਜਗ੍ਹਾ ਲਓ। ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਬੇਨਤੀ ਕਰਾਂ, ਬਹੁਤ ਹੀ ਸਤਿਕਾਰਯੋਗ ਆਗੂ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਜੋ ਕਿ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਨੇ, ਉਹ 2 ਮਿੰਟ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਕੁਲਦੀਪ ਸਿੰਘ ਜੀ ਪਹਿਲਵਾਨ ਸਾਹਿਬ, ਕੁਲਦੀਪ ਸਿੰਘ ਜੀ ਪਹਿਲਵਾਨ ਸਾਹਿਬ ਉਹ 2 ਮਿੰਟ ਲਈ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ ਵਿੱਚ ਬੈਠੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ, ਅਰਜ ਪਤੇ ਦੀ ਸਾਂਝ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ। ਸਾਧ ਸੰਗਤ ਜੀ, ਜਨਮ ਦਿਨ ਉਹ ਇਨਸਾਨ ਦੇ ਮਨਾਏ ਜਾਂਦੇ ਆ ਜਿਨ੍ਹਾਂ ਨੇ ਕੋਈ ਦੇਸ਼ ਦੇ ਪਿੱਛੇ ਕੁਰਬਾਨੀ ਕੀਤੀ ਹੋਵੇ। ਸਾਧ ਸੰਗਤ ਜੀ, ਉਹ ਇਨਸਾਨ ਦੇ ਜਨਮ ਦਿਨ ਮਨਾਏ ਜਾਂਦੇ ਆ ਜਿਨ੍ਹਾਂ ਨੇ ਕੌਮ ਦੇ ਖਾਤਰ ਕੁਰਬਾਨੀ ਕੀਤੀ ਹੋਵੇ। ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸੁੱਤੀ ਪਈ ਕੌਮ ਨੂੰ ਜਗਾਇਆ, ਲੱਖਾਂ ਦੇ ਤਗਾਦ ਦੇ ਵਿੱਚ ਅੰਬਰ ਛਕਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਏ ਆ। ਸਾਧ ਸੰਗਤ ਜੀ, ਇੱਥੇ ਬਸ ਨਹੀਂ, ਥੋੜੀ ਜਿਹੀ ਕਿ ਮੈਂ ਜ਼ੁਲਮ ਦੀ ਸਰਕਾਰਾਂ ਦੀ ਜ਼ਰੂਰ ਗੱਲ ਕਰਦੇ ਆ ਥੋੜੇ ਪਰਸੋਂ ਦੀ ਗੱਲ ਆ, ਪਾਰਲੀਮੈਂਟ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਭਾਸ਼ਣ ਕੀਤਾ। ਸਾਧ ਸੰਗਤ ਜੀ, ਉਹ ਭਾਸ਼ਣ ਦੇ ਵਿੱਚ ਪੰਜਾਬ ਦੀ ਵੀ ਗੱਲ ਕੀਤੀ ਆ ਤੇ ਪਾਣੀਆਂ ਦੀ ਵੀ ਗੱਲ ਕੀਤੀ ਆ ਤੇ ਚੰਡੀਗੜ੍ਹ ਦੀ ਵੀ ਗੱਲ ਕੀਤੀ ਆ।
ਸਾਧ ਸੰਗਤ ਜੀ ਉਹਨਾਂ ਨੇ ਨਾ ਬਾਈਬਲ ਕਰਾਂ ਗੋਲੀ ਕਾਂਡ ਦੀ ਗੱਲ ਕੀਤੀ ਆ ਤਾਂ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਲੀਆਂ ਦੇ ਵਿੱਚ ਅੰਗ ਰੋਲਤੇ ਆ ਨਾ ਉਹਨਾਂ ਦੀ ਗੱਲ ਕੀਤੀ ਆ ਤਾਂ ਨਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ 32 ਸਾਲਾਂ ਤੋਂ 27 ਸਾਲਾਂ ਤੋਂ ਅੱਜ ਮੋਰਚਿਆਂ ਤੇ ਵੀ ਬੈਠੀ ਆ ਸੰਗਤ ਸਾਧ ਸੰਗਤ ਦੀ ਨਾ ਉਹਨਾਂ ਦੀ ਗੱਲ ਕੀਤੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੇ 5 ਮਿੰਟ ਦੇ ਭਾਸ਼ਣ ਦੇ ਬਾਅਦ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੀ ਗੱਲ ਕੀਤੀ ਆ ਸਾਧ ਸੰਗਤ ਜੀ ਫਿਰ ਬਾਈਬਲ ਕਲਾਕ ਗੋਲੀ ਕਾਂਡ ਦੀ ਗੱਲ ਕੀਤੀ ਆ ਤੇ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਆ ਤੇ ਉਹਦੇ ਬਸ ਨਹੀਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਆ ਸਾਧ ਸੰਗਤ ਜੀ ਫਿਰ ਪਾਕਿਸਤਾਨ ਦੇ ਬਾਰਡਰਾਂ ਦੀ ਗੱਲ ਕੀਤੀ ਆ ਸਾਧ ਸੰਗਤ ਜੀ ਐਸੇ ਯੋਧੇ ਐਸੇ ਸੂਰਮੇ ਉਹਨਾਂ ਨੂੰ ਆਓ ਆਪਾਂ 24 ਦੇ ਵਿੱਚ ਪਾਰਲੀਮੈਂਟ ਦੇ ਵਿੱਚ 13 ਤੇ 13 MP ਉਹਨਾਂ ਨੂੰ ਕਹਿਣਾ ਜਿਤਾ ਕੇ ਮਾਨ ਸਾਹਿਬ ਦੀ ਚੋਲੀ ਦੇ ਵਿੱਚ ਪਾਈਏ ਸਾਧ ਸੰਗਤ ਜੀ 27 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਆਪਾਂ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਮੈਂ ਇੰਨੀਆਂ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਮਿੰਦਰ ਸਿੰਘ ਜੀ ਬਾਬਾ ਜਸਵੀਰ ਸਿੰਘ ਜੀ ਨਵਾਂ ਸ਼ਹਿਰ ਤੋਂ ਜਥਾ ਲੈ ਕੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬੜੇ ਉਤਸ਼ਾਹ ਬੜੇ ਪ੍ਰੇਮ ਦੇ ਨਾਲ ਆਪੋ ਆਪਣੇ ਸਾਧਨਾਂ ਰਾਹੀਂ ਸੰਗਤਾਂ ਪਹੁੰਚ ਰਹੀਆਂ ਨੇ ਕੋਈ ਸ਼ਬਦ ਨਹੀਂ ਕਿ ਉਹਨਾਂ ਦੀ ਸਵਾਗਤ ਦੇ ਲਈ ਕੋਈ ਕਹਿ ਸਕੀਏ ਧੰਨੋ ਤੁਸੀਂ ਉਹ ਯੋਧੇ ਜਰਨੈਲੋ ਜਦੋਂ ਵੀ ਸਰਦਾਰ ਮਾਨ ਨੇ ਤੁਹਾਨੂੰ ਆਵਾਜ਼ ਮਾਰੀ ਹੈ ਤੁਸੀਂ ਆਪਣੇ ਕੰਮਾਂ ਕਾਰਾਂ ਨੂੰ ਪਾਸੇ ਰੱਖ ਕੇ ਹੁਮ ਹਮਾ ਕੇ ਪਹੁੰਚ ਜਾਂਦੇ ਹੋ ਤੁਹਾਡੇ ਚੱਲੇ ਹੋਏ ਕਦਮ ਅੱਗੇ ਅੱਜ ਜਿਹੜੀ ਮੰਚ ਤੇ ਲੀਡਰਸ਼ਿਪ ਬੈਠੀ ਹੈ ਇਹ ਲੀਡਰਸ਼ਿਪ ਦਾ ਸਿਰ ਝੁਕਦਾ ਹੈ ਤੁਹਾਡਾ ਧੰਨਵਾਦ ਸਤਿਕਾਰਯੋਗ ਬਲਕਾਰ ਸਿੰਘ ਜੀ ਭੁੱਲਰ ਉਹ ਵੀ ਜਥੇ ਨਾਲ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਮਰੇਰਕੋਟਲੇ ਤੋਂ ਬੜਾ ਭਾਰੀ ਜਥਾ ਮੁਸਲਮਾਨ ਆਗੂ ਵੀਰਾਂ ਦੀ ਅਗਵਾਈ 'ਚ ਪਹੁੰਚ ਰਿਹਾ ਹੈ ਉਹਨਾਂ ਦਾ ਵੀ ਧੰਨਵਾਦ ਬਲਮ ਸਿੰਘ ਜੀ ਖੋਖਰ ਹਰਪਾਲ ਸਿੰਘ ਜੀ ਬਲਜਿੰਦਰ ਸਿੰਘ ਜੀ ਇਹ ਜੜਬਾ ਹਲਕੇ ਤੋਂ ਖੋਖਰ ਪਿੰਡ ਤੋਂ ਬੱਸ ਭਰ ਕੇ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਰਬਜੀਤ ਸਿੰਘ ਜੀ ਪਟਾਨੀ ਸਾਹਿਬ ਦਿੱਲੀ ਤੋਂ ਸੰਗਤਾਂ ਦਾ ਜਥੇ ਨਾਲ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਨਾਲ ਸਤਿਕਾਰਯੋਗ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਇਸ ਸਟੇਜ ਤੋਂ ਧੰਨਵਾਦ ਕੀਤਾ ਜਾਂਦਾ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਬਛੋਆਣਾ ਬੁਢਲਾਡਾ ਹਲਕੇ ਤੋਂ 3 ਬੱਸਾਂ ਲੈ ਕੇ ਆਏ ਹਨ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਰਦਾਰ ਹਰਵਿੰਦਰ ਸਿੰਘ ਜੀ ਸਾਥੀਆਂ ਸਮੇਤ ਪਹੁੰਚੇ ਹਨ ਧੰਨਵਾਦ ਸਰਦਾਰ ਸੁਖਜੀਤ ਸਿੰਘ ਜੀ ਰਾਜੂ ਗੁਰਪ੍ਰੀਤ ਸਿੰਘ ਜੀ ਰੁਲਦੂ ਮੁਹੰਮਦ ਪਿੰਡ ਨੌਬਾਦ ਮੌੜ ਤੋਂ ਬੱਸ ਸਮੇਤ ਪਹੁੰਚੇ ਹਨ ਧੰਨਵਾਦ ਜੀ ਆਇਆਂ ਨੂੰ ਹੁਣ ਮੈਂ ਸਰਦਾਰ ਮਾਨ ਸਾਹਿਬ ਦੇ ਸੱਦੇ ਤੇ ਪਿਛਲੇ ਲਗਭਗ 2 ਸਾਲ ਹੋਣ ਵਾਲੇ ਨੇ ਬਰਗਾੜੀ ਦੇ ਵਿੱਚ 5 ਸਿੰਘਾਂ ਦਾ ਜਥਾ ਗ੍ਰਿਫਤਾਰੀ ਦਿੰਦਾ ਹੈ ਜਿਸ ਦਿਨ ਤੋਂ ਲੈ ਕੇ ਇਹ ਗ੍ਰਿਫਤਾਰੀਆਂ ਦੀ ਜਿਹੜਾ ਰੋਸ ਹੈ ਉਹ ਸ਼ੁਰੂ ਕੀਤਾ ਹੈ ਉਸੇ ਦਿਨ ਤੋਂ ਲੈ ਕੇ ਆਪਣੇ ਸਾਰੇ ਕੰਮਕਾਜ ਛੱਡ ਕੇ ਉੱਥੇ ਲਗਾਤਾਰ ਹਾਜ਼ਰੀ ਭਰਦੇ ਨੇ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਉਹਨਾਂ ਨੂੰ ਤੁਹਾਡੇ ਅੱਗੇ
रूबरू कर रहे हैं वीर दर्शन सिंह जी दलेर ਉਹ ਆਉਣ ਇੱਕ ਬਾਰ ਲਾ ਕੇ ਉਹ ਆਪਣੀ ਹਾਜ਼ਰੀ ਲਾਉਣ ਢਾਡੀ ਦਰਸ਼ਨ ਸਿੰਘ ਜੀ ਦਲੇਰ ਸਾਹਿਬ। ਲਓ ਜੀ ਚੀਮਾ ਸਾਹਿਬ ਧੰਨਵਾਦ। ਦੂਜਾ ਹਾਂ ਆ ਦਿਓ ਜੀ ਮੈਂ ਕਿੱਧਰ ਢੋਲਕ ਵਾਸਤੇ। ਹੋ ਕਾਲੇ ਨਾਗ ਦੀ ਨੀਂਦ ਹਰਾਮ ਹੁੰਦੀ, ਕਾਲੇ ਨਾਗ ਦੀ ਨੀਂਦ ਹਰਾਮ ਹੁੰਦੀ, ਜਦੋਂ ਵੱਜਦੀ ਬੀਨ ਤਰਾਨਿਆਂ ਦੀ। ਸੂਰੇ ਮਰਦ ਦਾ ਸੀਨਾ ਚਾਕ ਹੁੰਦਾ, ਸੂਰੇ ਮਰਦ ਦਾ ਸੀਨਾ ਚਾਕ ਹੁੰਦਾ। ਉਹ ਤੇਗ ਵੱਜਦੀ ਜਦੋਂ ਆ ਤਾਨਿਆਂ ਦੀ, ਤੇਗ ਵੱਜਦੀ ਜਦੋਂ ਆ ਤਾਨਿਆਂ ਦੀ। ਸੋ ਮੈਕ ਸਾਨੂੰ ਇੱਕ ਹੋਰ ਦਿੰਦਾ ਠੀਕ ਸੀਗਾ ਜੀ। ਮਾੜਾ ਲੇਟ ਆ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ, ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ। ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਪਾਤਸ਼ਾਹ ਦੇ ਸੀਸ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੌਮ ਦੇ ਨਿਧੜਕ ਜਰਨੈਲ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ, ਅਹੁਦਿਆਂ ਨੂੰ ਠੋਕਰ ਮਾਰਨ ਵਾਲੇ ਔਰ ਤੁਹਾਨੂੰ ਆਜ਼ਾਦੀ ਤੇ ਖਾਲਸਤਾਨ ਦਾ ਸ਼ੀਸ਼ਾ ਵਿਖਾਉਣ ਵਾਲੇ ਤੇ ਨਾਲ ਨਾਲ ਕਾਨੂੰਨ ਦੇ ਤਹਿਤ ਗੱਲ ਕਰਨ ਵਾਲੇ ਅਤੇ ਕੌਮ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ। ਸੋ ਆਓ ਮੈਂ ਇੱਕ ਜਕਾਰਾ ਲਾਵਾਂਗਾ ਕਿਉਂਕਿ ਆਪਾਂ ਅੱਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ। ਖਾਲਸਾ ਜੀ 10 ਜਿਨ੍ਹਾਂ ਦੇ ਨਾਲ ਲੰਮਾ ਸਮਾਂ ਰਹੇ, ਮੈਂ 6 ਜੂਨ ਨੂੰ ਫੜਿਆ ਗਿਆ ਸੀਗਾ। ਉਹ ਮੇਰੀਆਂ ਤਸਵੀਰਾਂ ਵੀ ਹੁਣ ਚੱਲ ਰਹੀਆਂ ਨੇ, ਬਹੁਤ ਸਾਰੇ ਵੇਖਦੇ ਨੇ ਵੀਰ, ਇੰਟਰਵਿਊ ਤੇ ਵੀ ਆ ਰਹੀਆਂ ਨੇ। ਸੋ ਸੰਤਾਂ ਦੀ ਸ਼ਹਾਦਤ ਤੋਂ 2-2.5 ਘੰਟੇ ਪਹਿਲਾਂ ਸਮੇਤ ਪਰਿਵਾਰ, ਸੋ ਸੰਤਾਂ ਦੇ ਨਾਂ ਦਾ ਇੱਕ ਜਕਾਰਾ ਛੱਡਾਂਗੇ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ, ਉਹਨਾਂ ਦੀ ਸਿਹਤ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ, ਫਿਰ ਕੌਮ ਨੂੰ ਇਸੇ ਤਰ੍ਹਾਂ ਇਕੱਠੀ ਕਰਕੇ ਰੱਖਣਗੇ। ਜਕਾਰਾ ਛੱਡੋ ਗੱਜ ਕੇ, ਬੋਲੇ ਸੋ ਨਿਹਾਲ। ਸੋ ਮੇਰੇ ਕੋਲੇ ਬਹੁਤ ਸਾਰਾ ਮਾਣ ਸਨਮਾਨ ਆ ਚੁੱਕਿਆ ਤੁਹਾਡਾ, ਪਰ ਮੇਰੇ ਕੋਲੇ ਸਮਾਂ ਨਹੀਂ ਮੈਂ ਤੁਹਾਡਾ ਨਾਮ ਬੋਲਾਂ ਨਾ, ਤੁਹਾਡੇ ਸਾਰਿਆਂ ਦੇ ਕਟੂ ਸਾਹਿਬ ਦੇ ਬੋਲਤੇ ਨੇ। ਸੋ ਆਪਾਂ ਇੱਕ ਵਾਰ ਹੀ ਕਵਿਤਾ ਹੀ ਲਾਉਣੀ ਹੈ ਜੋ ਕਿ ਇੱਕ ਗੀਤ ਸੰਗੀਤ ਤੇ ਵਾਰਾਂ ਜੋ ਬਰਗਾੜੀ ਮੋਰਚੇ ਤੇ ਵੀ ਲੱਗਦੀਆਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਵੱਡੇ ਦਰਬਾਰ ਦੇ ਉੱਤੇ ਵੀ ਇਸ ਕਿੰਗ ਦੇ ਨਾਲ 6-7 ਸਾਲ ਤੋਂ ਲਾ ਕੇ ਮੇਰੇ ਨਾਲ ਬੀਬੀ ਸੰਦੀਪ ਕੌਰ ਹੈ। ਆਓ ਸਾਡੀ ਜੋ ਹੱਕ ਨੇ ਉਹ ਹੱਕਾਂ ਨੂੰ ਲੈਣ ਵਾਸਤੇ ਖਾਲਸਾ ਅੱਜ ਤਤਪਰ ਤਿਆਰ ਹੈ। ਮਹਾਲੀ ਵਿੱਚ ਵੀ ਮੋਰਚਾ ਲੱਗਿਆ ਔਰ ਇਸ ਕਵਿਤਾ ਵਿੱਚ ਆਵੇਗਾ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਵੀ ਆਵੇਗੀ। ਸੋ ਸਾਰਾ ਧੰਨਵਾਦ ਕਰਦੇ ਹਾਂ ਜੀ। ਮੈਂ ਸਾਰੇ ਤੁਸੀਂ ਸੀਨੀਅਰ ਆਗੂ ਬੈਠੇ ਹੋਗੇ, ਸੰਗਤ ਵੀ ਹੈ। ਸੋ ਖਾਲਸਾ ਜੀ ਬੰਦੀ ਸਿੰਘਾਂ ਦੀ ਗੱਲ ਵੀ ਆਵੇਗੀ ਅਤੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਰੋੜਿਆ, ਸ਼ਹੀਦ ਬੇਅੰਤ ਸਿੰਘ, ਉਹਨਾਂ ਦੀ ਗੱਲ ਵੀ ਆਵੇਗੀ ਔਰ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਰੋੜਾ ਲਾਇਆ ਔਰ ਉਹਨਾਂ ਦੀ ਗੱਲ ਵੀ ਆਵੇਗੀ। ਜਿਨ੍ਹਾਂ ਨੇ ਨਿਹੰਗ ਪੂਲਾ ਜੇਲ੍ਹ ਵਿੱਚ ਜਿਉਂਦਾ ਸਾੜਿਆ, ਉਹਨਾਂ ਦੀ ਵੀ ਗੱਲ ਆਵੇਗੀ। ਜਿਨ੍ਹਾਂ ਦੇ ਭਾਈ ਬਲਵਿੰਦਰ ਸਿੰਘ ਪਰਿਵਾਰ, ਉਹਨਾਂ ਦੇ ਪਰਿਵਾਰ ਦਾ ਬਦਲਾ ਲੈਤਾ ਹੈ। ਸੋ ਆਓ ਮੇਰੇ ਨਾਲ ਬੀਬੀ ਸੰਦੀਪ ਕੌਰ ਔਰ ਸੋਹਣਾ ਕੌਰ ਦੇ ਨਾਲ ਇਹ ਥੋੜਾ ਜਿਹਾ ਸੰਗੀਤ ਵੀ ਹੈ ਤੇ ਸਵਾਲ ਅਤੇ ਜਵਾਬ ਵੀ ਨੇਗੇ।
ਸਤਾਨ ਸਾਡਾ ਜਦੋਂ ਤੱਕ ਛੱਡਦੇ ਨਹੀਂ ਬੰਦੀ ਸਿੰਘ ਸੂਰਮਿਆਂ ਨੂੰ ਜਦੋਂ ਤੱਕ ਛੱਡਦੇ ਨਹੀਂ ਬੰਦੀ ਸਿੰਘ ਸੂਰਮਿਆਂ ਨੂੰ ਉਦੋਂ ਤੱਕ ਮੋਰਚਾ ਲਗਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਜਦੋਂ ਤੱਕ ਬਣਦਾ ਨਹੀਂ ਖਾਲਸਤਾਨ ਸਾਡਾ ਜਦੋਂ ਤੱਕ ਬਣਦਾ ਨਹੀਂ ਖਾਲਸਤਾਨ ਸਾਡਾ ਉਦੋਂ ਤੱਕ ਰੌਲਾ ਰੱਪਾ ਪਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਓਏ ਜਦੋਂ ਤੱਕ ਛੱਡਦੇ ਨਹੀਂ ਬੰਦੀ ਸਿੰਘ ਸੂਰਮਿਆਂ ਨੂੰ ਜਦੋਂ ਤੱਕ ਛੱਡਦੇ ਨਹੀਂ ਬੰਦੀ ਸਿੰਘ ਸੂਰਮਿਆਂ ਨੂੰ ਉਦੋਂ ਤੱਕ ਮੋਰਚਾ ਲਗਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਅਸੀਂ ਜਰਨਲ ਬੈਠਾ ਮਾਰਿਆ ਸੀ ਸੁੱਖੇ ਜਿੰਦੇ ਨੇ ਲਲਕਾਰਿਆ ਸੀ ਇਹ ਬਹੁਤ ਸਾਰਾ ਮਾਨ ਸਤਿਕਾਰ ਆ ਰਿਹਾ ਹੈ ਮੈਂ ਨਾ ਕਿਹਦਾ ਬੋਲਾਂ ਅੱਧੇ ਕਿ ਤਾਂ ਇਧਰ ਮਗਰ ਜਾਗਟ ਜੀ ਪਾਈ ਜਾਂਦੇ ਨੇਗੇ ਸੋ ਮੈਂ ਸਾਰਿਆਂ ਦੇ ਧੰਨਵਾਦ ਕਰਦਾ ਹਾਂ ਇੱਕ ਜਕਾਰਾ ਛੱਡ ਦਿਓ ਜਰੂਰ ਬੋਲੇ ਸੋ ਨਿਹਾਲ ਅਸੀਂ ਜਰਨਲ ਵੈਦਾ ਮਾਰਿਆ ਸੀ ਸੁੱਖੇ ਜਿੰਦੇ ਨੇ ਲਲਕਾਰਿਆ ਸੀ ਉਹ ਹਰ ਮੰਦਰ ਤੇ ਹਮਲਾ ਕਰਕੇ ਫਿਰਦਾ ਬਹੁਤ ਹੰਕਾਰਿਆ ਸੀ ਉਹ ਹਰ ਮੰਦਰ ਤੇ ਹਮਲਾ ਕਰਕੇ ਫਿਰਦਾ ਬਹੁਤ ਹੰਕਾਰਿਆ ਸੀ ਓਏ ਆ ਗਿਆ ਬਰਾੜਾ ਜਿੱਦੇ ਡਿੱਕੇ ਸਿੰਘ ਸੂਰਮਿਆਂ ਦੇ ਬਰਾੜ ਤਾਂ ਰੱਬ ਦੇ ਡਿੱਕੇ ਆ ਗਿਆ ਉਹਦਾ ਮੁੰਡਾ ਵੀ ਮਰ ਗਿਆ ਇੱਕ ਕੈਂਸਰ ਨਾਲ ਉਹਦੇ ਘਰ ਵਾਲੀ ਵੀ ਮਰ ਗਈ ਇੱਕ ਬੇਟੀ ਸੀ ਉਹ ਵੀ ਮਰ ਗਈ ਹੁਣ ਆਪ ਕੈਂਸਰ ਦੀ ਬਿਮਾਰੀ ਨਾਲ ਤੜਪਦਾ ਇਹ ਗੁਰੂ ਘਰ ਦੇ ਨਾਲ ਜਿਹੜਾ ਪੰਗਾ ਲੈਂਦਾ ਖਾਲਸਾ ਜੀ ਉਹਦਾ ਹਾਸ਼ਰ ਇਹੀ ਹੁੰਦਾ ਤੇ ਜਾਂ ਫਿਰ ਪੰਥ ਖਾਲਸਾ ਵੀ ਸੁਲਝ ਲੈਂਦਾ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਆਪ ਵੀ ਸਵਾਰ ਲੈਂਦੇ ਨੇ ਅਗਲੀਆਂ ਜਣਾ ਵਿੱਚ ਆਵੇਗਾ ਗੌਰਵ ਸੁਣਾ ਆ ਗਿਆ ਬਰਾੜਾ ਜਿੱਦੇ ਡਿੱਕੇ ਸਿੰਘ ਸੂਰਮਿਆਂ ਦੇ ਆ ਗਿਆ ਬਰਾੜਾ ਜਿੱਦੇ ਡਿੱਕੇ ਸਿੰਘ ਸੂਰਮਿਆਂ ਦੇ ਖਿੱਤੋਂ ਵਾਂਗੋਂ ਨੂੰ ਭੜਕਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਪਹਾੜ ਨਾਲ ਲਾਵੇਗਾ ਉਹ ਆਪਣਾ ਸਿਰ ਪੜਵਾਵੇਗਾ ਜੋ ਮੱਥਾ ਪਹਾੜ ਨਾਲ ਲਾਵੇਗਾ ਉਹ ਆਪਣਾ ਸਿਰ ਪੜਵਾਵੇਗਾ ਇੰਦਰਾਂ ਦੇ ਵਾਂਗੂ ਰੱਖ ਦੇਵਾਂਗੇ ਖਿਲਾਰ ਕੇ ਓਏ ਇੰਦਰਾਂ ਦੇ ਵਾਂਗੂ ਰੱਖ ਦੇਵਾਂਗੇ ਖਿਲਾਰ ਕੇ ਇੰਦਰਾਂ ਦੇ ਵਾਂਗੂ ਰੱਖ ਦੇਵਾਂਗੇ ਖਿਲਾਰ ਕੇ ਤੇ ਜਾਲਮਾਂ ਨੂੰ ਸਬਕ ਸਿਖਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਅਸੀਂ ਮਾਰਿਆ ਸੀ ਬੇਅੰਤੇ ਨੂੰ ਸੀ ਨਿੱਤ ਦੇ ਮਕਾਤਾ ਟੈਂਟੇ ਨੂੰ ਅਸੀਂ ਮਾਰਿਆ ਸੀ ਬੇਅੰਤੇ ਨੂੰ ਸੀ ਨਿੱਤ ਦੇ ਮਕਾਤਾ ਟੈਂਟੇ ਨੂੰ ਉਹ ਮਿੱਤ ਸਿਓ ਰਹਿੰਦਾ ਤੰਗ ਕਰਦਾ ਬੁੱਧ ਸਿੰਘ ਵਾਲੇ ਜੰਟੇ ਨੂੰ ਉਹ ਮਿੱਤ ਸਿਓ ਰਹਿੰਦਾ ਤੰਗ ਕਰਦਾ ਬੁੱਧ ਸਿੰਘ ਵਾਲੇ ਜੰਟੇ ਨੂੰ ਜਿੰਨੀ ਦੇਰ ਮਾਰਦਾ ਨਹੀਂ ਥਾਣੇਦਾਰਾ ਤੈਨੂੰ ਉਹ ਜਿੰਨੀ ਦੇਰ ਮਾਰਦਾ ਨਹੀਂ ਥਾਣੇਦਾਰਾ ਤੈਨੂੰ ਥਾਣੇ ਮੂਰੇ ਰੇੜੀ ਨੂੰ ਲਗਾਈ ਰੱਖਣਾ ਅਸੀਂ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ ਤਲੀ ਉੱਤੇ ਜਿੰਦ ਨੂੰ ਟਿਕਾਈ ਰੱਖਣਾ
ਹੱਥ ਨੇ ਜਿਹੜੇ ਉਹ ਤੁਸੀਂ ਆਪਣੇ ਆਪ ਹੀ ਕੱਢੀ ਚੱਲਿਓ। ਤੁਹਾਨੂੰ ਪਤਾ ਸਾਰਾ ਕੁਝ ਵੇਖਿਆ ਤੇ ਪੜਿਆ ਤੇ ਸੁਣਿਆ। ਗੌਰ ਨਾਲ ਸੁਣਾ। ਅਸੀਂ ਫੁੱਲੇ ਵਾਂਗੂ ਮਾਰ ਮੁਕਾਵਾਂਗੇ, ਉਹਨੂੰ ਜਿਉਂਦੇ ਨੂੰ ਅੱਗ ਲਾਵਾਂਗੇ। ਉਹ ਨਿਸ਼ਾਨ ਕੇਸਰੀ ਗੁਰੂਆਂ ਦੇ ਅਸੀਂ ਅੰਬਰਾਂ ਵਿੱਚ ਲਹਿਰਾਵਾਂਗੇ। ਉਹ ਨਿਸ਼ਾਨ ਕੇਸਰੀ ਗੁਰੂਆਂ ਦੇ ਅੰਬਰਾਂ ਵਿੱਚ ਲਹਿਰਾਵਾਂਗੇ। ਉਹ ਖਾਲਸੇ ਦੇ ਨਾਲ ਪੰਗਾ ਪਾਉ ਜਿਹੜਾ ਜਾਣ ਬੁੱਝ ਖਾਲਸੇ ਦੇ ਨਾਲ ਪੰਗਾ ਪਾਉ ਜਿਹੜਾ ਜਾਣ ਬੁੱਝ ਮੱਛੀ ਵਾਂਗੂ ਉਹਨੂੰ ਤੜਫਾਈ ਰੱਖਣਾ। ਅਸੀਂ ਤਲੀ ਉੱਤੇ ਜਿੰਦ ਨੂੰ ਟਕਾਈ ਰੱਖਣਾ, ਤਲੀ ਉੱਤੇ ਜਿੰਦ ਨੂੰ ਟਕਾਈ ਰੱਖਣਾ। ਅਸੀਂ ਸੰਤਾਂ ਨੂੰ ਸੀਸ ਝੁਕਾਵਾਂਗੇ, ਉਹਦੇ ਕਦਮਾਂ 'ਚ ਕਦਮ ਟਿਕਾਵਾਂਗੇ। ਆਹ ਗੱਲ ਬੜੀ ਗੌਰ ਨਾਲ ਸੁਣਨ ਵਾਲੀ ਹੈ ਖਾਲਸਾ ਜੀ, ਕਿਉਂਕਿ ਸੰਤਾਂ ਨੇ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਸਾਡੀ ਸ਼ਹੀਦੀ ਹੋਵੇਗੀ ਔਰ ਉਸ ਤੋਂ ਬਾਅਦ ਖਾਲਸਾਨ ਦੀ ਨੀਂਹ ਰੱਖੀ ਜਾਵੇਗੀ। ਔਰ ਜਿਹੜੀ ਗੱਲ ਨੂੰ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਮਾਨ ਸਾਹਿਬ ਨੇ ਸੰਭਾਲ ਕੇ ਰੱਖਿਆ ਤੇ ਕੌਮ ਨੂੰ ਜਗਾਇਆ। ਸੋ ਗੌਰ ਨਾਲ ਸੁਣਨਾ ਜੀ। ਅਸੀਂ ਸੰਤਾਂ ਨੂੰ ਸੀਸ ਝੁਕਾਵਾਂਗੇ, ਉਹਦੇ ਕਦਮਾਂ 'ਚ ਕਦਮ ਟਿਕਾਵਾਂਗੇ। ਅਸੀਂ ਸੰਤਾਂ ਨੂੰ ਸੀਸ ਝੁਕਾਵਾਂਗੇ, ਉਹਦੇ ਕਦਮਾਂ 'ਚ ਕਦਮ ਟਿਕਾਵਾਂਗੇ। ਅਸੀਂ ਸੰਤਾਂ ਨੂੰ ਸੀਸ ਝੁਕਾਵਾਂਗੇ, ਉਹਦੇ ਕਦਮਾਂ 'ਚ ਕਦਮ ਟਿਕਾਵਾਂਗੇ। ਜੋ ਖਾਲਸਤਾਨ ਦੀ ਗੱਲ ਕਰ ਗਿਆ ਅਸੀਂ ਉਹੀ ਪੂਰਨੇ ਪਾਵਾਂਗੇ। ਜੋ ਖਾਲਸਤਾਨ ਦੀ ਗੱਲ ਕਰ ਗਿਆ ਅਸੀਂ ਉਹੀ ਪੂਰਨੇ ਪਾਵਾਂਗੇ। ਓਏ ਸੌਣ ਨੰਜੋ ਦੇਣਾ ਸੁੱਤੀ ਕੌਮ ਨੂੰ ਦਲੇਰਾ, ਓਏ ਸੌਣ ਨੰਜੋ ਦੇਣਾ ਸੁੱਤੀ ਕੌਮ ਨੂੰ ਦਲੇਰਾ। ਕੰਨ ਵਿੱਚ ਤੂੰ ਖੜਕਾਈ ਰੱਖਣਾ, ਅਸੀਂ ਤਲੀ ਉੱਤੇ ਜਿੰਦ ਨੂੰ ਟਕਾਈ ਰੱਖਣਾ। ਉਹ ਤਲੀ ਉੱਤੇ ਜਿੰਦ ਨੂੰ ਟਕਾਈ ਰੱਖਣਾ, ਅਸੀਂ ਤਲੀ ਉੱਤੇ ਜਿੰਦ ਨੂੰ ਟਕਾਈ ਰੱਖਣਾ। ਸੋ ਇੱਥੇ ਸਮਾਪਤੀ ਕਰ ਲੱਗੇ ਆ। ਬਹੁਤ ਸਾਰਾ ਮਾਣ ਸਨਮਾਨ ਸਾਰੀ ਸੰਗਤ ਵੱਲੋਂ, ਗੁਰੂ ਪਿਆਰਿਆਂ ਵੱਲੋਂ। ਹਾਂਜੀ ਸੋ ਅਗਲਾ ਪ੍ਰੋਗਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਜੰਟ ਸਿੰਘ ਜੀ ਕੱਟੂ ਸਾਹਿਬ, ਉਹਨਾਂ ਕੋਲੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਭੁੱਲ ਗਿਆ ਛੋਟੀ ਜੀ, ਬਰਗਾੜੀ ਮੋਰਚੇ ਵਿੱਚ ਜ਼ਰੂਰ ਆਇਆ ਕਰੋ ਜਿੱਥੇ 5 ਸਿੰਘਾਂ ਦੀ ਗ੍ਰਿਫਤਾਰੀ ਰੋਜ਼ਾਨਾ ਚੱਲਦੀ ਹੈ ਔਰ ਜਿਹਦੇ ਸਰਪ੍ਰਸਤ ਨੇ ਸਰਦਾਰ ਜਸਕਰਨ ਸਿੰਘ ਜੀ ਕੰਨ ਸਿੰਘ ਵਾਲਾ, ਜੋ ਮਾਨ ਸਾਹਿਬ ਵੱਲੋਂ ਉੱਥੇ 1.5 ਸਾਲ ਹੋ ਗਏ ਮੋਰਚਾ ਲੱਗੇ ਨੂੰ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਅਸੀਂ ਧੰਨਵਾਦੀਆਂ ਸਟੇਜ ਵੱਲੋਂ ਜਤਿੰਦਰ ਵੀਰ ਸਿੰਘ ਜੀ ਪੰਨੂ, ਜੋ ਕਿ ਯੂਥ ਦੇ ਨੌਜਵਾਨ ਨੇ, ਉਹ ਵੀ ਜਥਾ ਲੈ ਕੇ ਪਹੁੰਚੇ ਨੇ। ਜਗਜੀਤ ਸਿੰਘ ਜੀ, ਬਲਦੇਵ ਸਿੰਘ ਜੀ ਗਗੜਾ, ਉਹ ਵੀ ਬਹੁਤ ਵੱਡਾ ਜਥਾ ਲੈ ਕੇ ਪਹੁੰਚੇ ਨੇ। ਬੀਬੀ ਗਿਆਨ ਕੌਰ ਕਾਕੜਾ ਸੰਗਰੂਰ ਤੋਂ ਜਥੇ ਸਮੇਤ ਪਹੁੰਚੇ ਨੇ। ਭਾਈ ਗੁਰਦੀਪ ਸਿੰਘ ਜੀ ਫੱਗੂਵਾਲਾ, ਸੁਖਵਿੰਦਰ ਸਿੰਘ ਜੀ ਬਲਿਆਲ, ਅਮਰਤ ਸਿੰਘ ਜੀ, ਹਰਵਿੰਦਰ ਸਿੰਘ ਜੀ ਬਹਾਨਪੁਰੀਆ ਬੱਸਾਂ ਲੈ ਕੇ ਪਹੁੰਚੇ ਨੇ। ਧੰਨਵਾਦ ਹੈ। ਹਰਮੀਤ ਸਿੰਘ ਜੀ ਪਾਮੀਆਂ ਅਗਵਾਈ ਚ ਸਾਹਨੇਵਾਲ ਤੋਂ ਜਥਾ ਪਹੁੰਚਿਆ। ਸੁਮਨਜੀਤ ਸਿੰਘ ਜੀ, ਹੈਪੀ ਭੱਟੀ, ਕਿਰਨਵੀਰ ਸਿੰਘ ਜੀ। 5 ਬੱਸਾਂ ਦਾ ਜਥਾ ਮਰਕੇਟ ਬਰੇਰਕੋਟਲੇ ਤੋਂ ਸਾਡੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਜੀ ਪੱਪੂ, ਉਹ ਲੈ ਕੇ ਪਹੁੰਚੇ ਨੇ। ਉਹਨਾਂ ਦੇ ਨਾਲ ਬਿੱਕਰ ਸਿੰਘ ਜੀ ਧਨੋ, ਲਾਲ ਸਿੰਘ ਜੀ, ਬਲਜਿੰਦਰ ਸਿੰਘ ਜੀ ਸੰਗਾਲੀ, ਬਿੱਟੂ ਚੌਹਾਨ ਜੀ, ਉਸ ਇਲਾਕੇ ਦੇ ਬਹੁਤ ਸਾਰੇ ਆਗੂ ਵੱਡੇ ਕਾਫਲੇ ਦੇ ਨਾਲ ਪਹੁੰਚੇ ਨੇ। ਧੰਨਵਾਦ ਹੈ। ਮਹਿਲ ਕਲਾਂ ਤੋਂ ਸੁਖਵਿੰਦਰ ਸਿੰਘ ਜੀ ਪੱਪੂ, ਹੋਰ ਬਹੁਤ ਸਾਰੇ ਆਗੂ ਜਥਾ ਲੈ ਕੇ ਪਹੁੰਚੇ ਨੇ। ਸਟੇਜ ਵੱਲੋਂ ਉਹਨਾਂ ਦਾ ਧੰਨਵਾਦ ਹੈ। ਧੂਰਕੋਟ ਤੋਂ ਸੰਗਤ ਪਹੁੰਚੀ ਹੈ, ਰੌਂਤੇ ਤੋਂ ਸੰਗਤ ਪਹੁੰਚੀ ਹੈ। ਬਹੁਤ ਧੰਨਵਾਦ। ਤਲਵੰਡੀ ਸਾਬੋ ਤੋਂ ਯਾਦਵਿੰਦਰ ਸਿੰਘ ਜੀ, ਜੋ ਕਿ ਤਲਵੰਡੀ ਸਾਬੋ ਹਲਕੇ ਦੇ ਇੰਚਾਰਜ ਨੇ।
ਕੋਟ ਸਮੀਰ, ਕੋਟ ਬਖਤੂ, ਗਹਿਰੀ, ਚੱਕ ਕਾਤਰ ਸਿੰਘ ਵਾਲਾ ਆਦਿ ਪਿੰਡਾਂ ਤੋਂ ਉਹਨਾਂ ਦੇ ਨਾਲ ਸੰਗਤ ਪਹੁੰਚੀ ਹੈ। ਧੰਨਵਾਦ। ਬਲਰਾਜ ਸਿੰਘ ਜੀ ਖਾਲਸਾ ਮੈਂ ਬੋਲ ਚੁੱਕਿਆ, ਜਥੇ ਸਮੇਤ ਪਹੁੰਚੇ ਨੇ, ਉਹਨਾਂ ਦੇ ਨਾਲ ਚੂੜ ਚੱਕ, ਧਰਮਕੋਟ, ਦਦਾਰਗੜ੍ਹ ਇਹਨਾਂ ਪਿੰਡਾਂ ਤੋਂ ਸੰਗਤ ਪਹੁੰਚੀ ਹੈ। ਬਹੁਤ ਧੰਨਵਾਦ। ਮੋਗੇ ਤੋਂ, ਕਿਸ਼ਨਪੁਰਾ ਤੋਂ, ਤਲਵੰਡੀ ਤੋਂ, ਖੋਸਾ ਕੋਟਲਾ ਤੋਂ ਸੰਗਤਾਂ ਦਾ ਹੜ ਉੜਮ ਰਿਹਾ। ਬਹੁਤ ਧੰਨਵਾਦ। ਜਥੇਦਾਰ ਸੁੱਚਾ ਸਿੰਘ ਜੀ ਸੁਰਤਾਪੁਰ ਦੇ ਭਰਾ ਸਰਦਾਰ ਭਾਗ ਸਿੰਘ ਸੁਰਤਾਪੁਰ ਦੇ ਭਰਾ ਸੁੱਚਾ ਸਿੰਘ ਜੀ ਪਹੁੰਚੇ ਨੇ, ਧੰਨਵਾਦ ਹੈ। ਬਹੁਤ ਹੀ ਸਤਿਕਾਰਯੋਗ ਬਾਪੂ ਪ੍ਰਗਟ ਸਿੰਘ ਜੀ ਬਾਕਾ, ਬਾਪੂ ਸੁੱਚਾ ਸਿੰਘ ਜੀ ਮਹਾਲਮ, ਸਰਦਾਰ ਕਰਤਾਰ ਸਿੰਘ ਜੀ ਆਰਫਕੇ, ਸੁਲਤਾਨ ਹਲਕਾ ਸਤਰਾਣਾ ਤੋਂ ਹਰਵਿੰਦਰ ਸਿੰਘ ਜੀ, ਵਧਾਵਾ ਸਿੰਘ ਜੀ, ਸਤਪਾਲ ਸਿੰਘ ਜੀ ਬੀਬੀਆਂ ਦਾ ਜਥਾ ਲੈ ਕੇ ਵੱਡੀ ਗਿਣਤੀ 'ਚ ਪਹੁੰਚੇ ਨੇ। ਗੁਰਮੀਤ ਸਿੰਘ ਜੀ ਕਾਬਦਾ, ਹਰਵੰਸ ਸਿੰਘ ਜੀ ਪਿੰਡਰ ਇਹ ਜ਼ਿਲ੍ਹਾ ਸੰਗਰੂਰ ਤੋਂ ਪਹੁੰਚੇ ਨੇ, ਧੰਨਵਾਦ ਹੈ। ਸ਼ਰਮਾ ਵਿੱਕੀ ਸ਼ਰਮਾ ਸਮਰਾਲੇ ਤੋਂ, ਸੇਖੂਪੁਰੇ ਤੋਂ ਸੰਗਤਾਂ ਲੈ ਕੇ ਪਹੁੰਚੇ ਨੇ, ਧੰਨਵਾਦ ਹੈ। ਬਹੁਤ ਧੰਨਵਾਦੀਆਂ ਸਟੇਜ ਵੱਲੋਂ ਦਰਸ਼ਨ ਸਿੰਘ ਜੀ ਲੌਂਗੋਵਾਲ, ਸਰਜਾ ਸਿੰਘ ਜੀ ਸਰਪੰਚ ਰੱਤੋ ਕੇ, ਅਨੂਪ ਸਿੰਘ ਜੀ ਰੱਤੋ ਕੇ, ਸਰਪੰਚ ਗੁਰਚਰਨ ਸਿੰਘ ਜੀ, ਆਤਮਾ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਇਹਨਾਂ ਆਗੂਆਂ ਦੇ, ਬੀਬੀ ਮਨਦੀਪ ਕੌਰ ਲੁਧਿਆਣੇ ਤੋਂ ਜਥੇ ਨਾਲ ਪਹੁੰਚੇ ਨੇ, ਧੰਨਵਾਦ ਹੈ। ਬੀਬੀ ਮਨਜੀਤ ਕੌਰ ਧਰਮਪਤਲੀ ਗਾਗੜਾ ਸਾਹਿਬ ਉਹ ਵੀ ਪਹੁੰਚੇ ਨੇ, ਧੰਨਵਾਦ ਹੈ। ਬੀਬੀ ਸਿਮਰਜੀਤ ਕੌਰ ਜੋ ਕਿ ਆਪਣੇ ਬਠਿੰਡੇ ਦੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ, ਜਥੇ ਸਮੇਤ ਪਹੁੰਚੇ ਨੇ, ਧੰਨਵਾਦ ਹੈ। ਮੈਂ ਬੇਨਤੀ ਕਰਾਂ ਜਿੰਨੇ ਤੁਸੀਂ ਇੱਥੇ ਪਹੁੰਚੇ ਹੋ, ਜੇ ਆਪਾਂ ਕੱਲੇ ਕੱਲੇ ਦਾ ਨਾਮ ਲੈਣ ਲੱਗੇ ਤਾਂ ਆਪਾਂ ਤੋਂ ਕੱਲੇ ਨਾ ਹੀ ਬੋਲੇ ਜਾਣਗੇ। ਆਪਾਂ ਆਗੂ ਸਾਹਿਬਾਨਾਂ ਦੇ ਵਿਚਾਰ ਵੀ ਸੁਣਨੇ ਨੇ। ਸੋ ਸਾਰਿਆਂ ਦੀ ਹਾਜ਼ਰੀ ਪਰਮਾਤਮਾ ਜਾਣੀ ਜਾਣਾ, ਸਾਰਿਆਂ ਦੀ ਹਾਜ਼ਰੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਅਗਲੇਰੀ ਕਾਰਵਾਈ ਲਈ ਮੈਂ ਬੇਨਤੀ ਕਰਾਂ ਧਰਮ ਸਿੰਘ ਜੀ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਧਰਮ ਸਿੰਘ ਜੀ ਬਹੁਤ ਧੰਨਵਾਦੀਆਂ। ਜਿਹੜਾ ਮੋਹਾਲੀ ਵਿਖੇ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਦਾ, ਜਿਸ ਦਿਨ ਤੋਂ ਮੋਰਚਾ ਲੱਗਿਆ ਉਸੇ ਦਿਨ ਤੋਂ ਸਾਡੇ ਲਖਵੀਰ ਸਿੰਘ ਜੀ ਲੱਖਾ ਕੋਟਲਾ ਉੱਥੇ ਤੰਬੂ ਲਾ ਕੇ ਜਥੇ ਸਮੇਤ ਬੈਠੇ ਹੋਏ ਨੇ, ਉਹ ਵੀ ਇੱਥੇ ਪਹੁੰਚੇ ਨੇ ਜਥੇ ਸਮੇਤ। ਉਹਨਾਂ ਸਾਰਿਆਂ ਦਾ ਧੰਨਵਾਦ। ਧਰਮ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸਰਦਾਰ ਗੁਰਤੇਜ ਸਿੰਘ ਜੀ ਅਸਪਾਲ, ਸਰਦਾਰ ਮੇਜਰ ਸਿੰਘ ਜੀ ਪੰਧੇਰ ਸਾਥੀਆਂ ਸਮੇਤ ਪਹੁੰਚੇ ਹਨ, ਧੰਨਵਾਦ। ਜਿਹੜਾ ਬੁਢਲਾਡੇ ਤੋਂ 3 ਬੱਸਾਂ ਆਈਆਂ ਹਨ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ: ਗਿਆਨ ਸਿੰਘ ਗਿੱਲ, ਬਲਵਿੰਦਰ ਸਿੰਘ ਜੀ ਮੰਡੇਰ, ਸਰਬਣ ਸਿੰਘ ਜੀ ਬਰੇ, ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਚੀਮਾ ਜੋ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਹਨ, ਦਫ਼ਤਰ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ। ਰਣਜੀਤ ਸਿੰਘ ਚੀਮਾ ਜੀ ਨੂੰ ਬੇਨਤੀ ਆ ਸਟੇਜ ਤੇ ਆ ਜਾਣ। ਤੇ ਹੁਣ ਮੈਂ ਸਤਿਕਾਰਯੋਗ ਸਰਦਾਰ ਈਮਾਨ ਸਿੰਘ ਜੀ ਮਾਨ, ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆਉਣ। ਉਹਨਾਂ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਦਿਆਂ ਭੁੱਲ ਗਿਆ, ਮਾਫੀ ਵੀ ਮੰਗਦਾ। ਸਵਰਗਵਾਸੀ ਸਰਦਾਰ ਅਮਰੀਕ ਸਿੰਘ ਜੀ ਕਾਲੋਂ ਤਲਾਣੀਆਂ ਜੋ ਸਾਡੇ ਸ਼ਹਿਰੀ ਪ੍ਰਧਾਨ ਸਨ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ, ਉਹ ਕੌਮੀ ਇਨਸਾਫ ਮੋਰਚਾ ਜੋ ਫਤਿਹਗੜ੍ਹ ਸਾਹਿਬ ਤੋਂ ਮੋਹਾਲੀ ਵਿਖੇ ਲੱਗਿਆ ਹੋਇਆ ਹੈ, ਉਹ ਗਏ ਸੀ ਪਿਛਲੀ 24 ਤਰੀਕ ਨੂੰ। ਉੱਥੇ ਉਹਨਾਂ ਨੂੰ ਤਕਲੀਫ ਹੋਣ ਦੇ ਕਾਰਨ ਉਹਨਾਂ ਦਾ ਉਸ ਮੋਰਚੇ ਦੇ ਵਿੱਚ ਦੇਹਾਂਤ ਹੋਇਆ, ਪਹਿਲੀ ਸ਼ਹਾਦਤ ਹੋਈ ਹੈ। ਉਹਨਾਂ ਦੇ ਸੁਪੁੱਤਰ ਸਰਦਾਰ ਬਲਜਿੰਦਰ ਸਿੰਘ ਜੀ ਕਾਲੋਂ ਉਚੇਚੇ ਤੌਰ ਤੇ ਪਹੁੰਚੇ ਹੋਏ ਹਨ, ਧੰਨਵਾਦ ਜੀ ਆਇਆਂ ਨੂੰ। ਸਰਦਾਰ ਈਮਾਨ ਸਿੰਘ ਜੀ ਮਾਨ ਜੀ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ
ਸਾਂਝੇ ਕਰਨ ਮੈਂ ਜਕਾਰਾ ਛੱਡਾਂਗਾ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੇਜ ਵੱਲੋਂ ਪਾਰਟੀ ਵੱਲੋਂ ਸਰਦਾਰ ਸੰਦੀਪ ਸਿੰਘ ਜੀ ਦੇ ਭਰਾ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਦੀ ਸੋਚ ਤੇ ਚੱਲਦਿਆਂ ਦੁਸ਼ਟਾਂ ਨੂੰ ਸੋਧਿਆ, ਉਹਨਾਂ ਨੂੰ ਸਰਦਾਰ ਇਮਾਨ ਸਿੰਘ ਜੀ ਸਨਮਾਨਿਤ ਕਰਨਗੇ। ਬੋਲੇ ਸੋ ਨਿਹਾਲ। ਓ ਸ੍ਰੀ ਅਕਾਲ। ਸੋ ਨਿਹਾਲ। ਸਿੱਖਾਂ ਦੀਆਂ ਧੀਆਂ ਭੈਣਾਂ ਦੇ ਖਿਲਾਫ ਬੋਲਣਾ ਸਿੱਖ ਕਦੇ ਬਰਦਾਸ਼ਤ ਨਹੀਂ ਕਰ ਸਕਦੇ। ਸੋ ਅਸੀਂ ਜੇਲ੍ਹ 'ਚ ਬੈਠੇ ਸੰਦੀਪ ਸਿੰਘ ਜੀ ਨੂੰ ਖਾਲਸਾਈ ਸੈਲਿਊਟ ਕਰਦੇ ਹਾਂ ਤੇ ਉਹਨਾਂ ਦੇ ਭਰਾਵਾਂ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਇਮਾਨ ਸਿੰਘ ਜੀ ਮਾਨ ਅੱਜ ਦੇ ਸਮਾਗਮ ਦੀ ਸ਼ੁਰੂਆਤ ਕਰਨਗੇ ਤੇ ਆਪਣੇ ਵਿਚਾਰ ਰੱਖਣਗੇ। ਸੰਤ ਜਰਨੈਲ ਸਿੰਘ ਜੀ ਦੇ ਜਨਮ ਦੀ ਖੁਸ਼ੀ ਤੇ ਗੁਰੂ ਮਹਾਰਾਜ ਦੇ ਤਾਬਿਆ ਸ਼ਸ਼ੋਭਿਤ ਸਾਧ ਸੰਗਤ ਜੀਓ ਨਿਮਰਤਾ ਸਹਿਤ ਫਤਿਹ ਅਰਜ਼ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੋ ਸੰਤ ਜਰਨੈਲ ਸਿੰਘ ਨੇ ਇਸ ਦੁਨੀਆ 'ਚ ਕਰਕੇ ਦਿਖਾਇਆ, ਉਹਦੀ ਮਰਿਆਦਾ ਭਾਵੇਂ ਆਪਾਂ ਆਪਣੇ ਭਗਤ ਸ਼ੇਖ ਫਰੀਦ ਸਾਹਿਬ ਦਾ ਯਾਦ ਕਰ ਸਕਦੇ ਹਾਂ, ਭਗਤ ਰਵਿਦਾਸ ਮਹਾਰਾਜ ਦਾ, ਔਰ ਗੁਰੂ ਨਾਨਕ ਸਾਹਿਬ ਦੀ ਸੋਚ ਉਹਨਾਂ ਤੋਂ ਤੁਰਦੀ ਆਉਂਦੀ, ਉਸ ਸੋਚ ਦੇ ਤਹਿਤ ਉਹਨਾਂ ਨੇ ਇਹ ਜੀਵਨ ਬਤੀਤ ਕਰਨ ਦਾ ਆਪਣਾ ਫੈਸਲਾ ਲਿੱਤਾ ਸੀ। ਏਕ ਓਂਕਾਰ ਨੂੰ ਮੰਨਦਿਆਂ ਹੋਇਆਂ, ਨਾ ਖੱਬੇ ਨਾ ਸੱਜੇ ਦੇਖਦਿਆਂ, ਇਸ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਧੀਨ ਜੀਵਨ ਬਤੀਤ ਕਰਕੇ, ਪ੍ਰਚਾਰ ਕਰਕੇ, ਪ੍ਰੇਰਿਤ ਕਰਕੇ, ਸਿੰਘਾਂ ਨੂੰ ਸਿੰਘਣੀਆਂ ਨੂੰ ਅੰਮ੍ਰਿਤ ਪ੍ਰਚਾਰ ਕਰਕੇ, ਆਪਣੇ ਗੁਰੂ ਨਾਲ ਸੱਚਾ ਰਹਿ ਕੇ ਇੱਥੇ ਰਹਿਣ ਦਾ ਇੱਕ ਉਹਨਾਂ ਨੇ ਸਾਨੂੰ ਇੱਕ ਬਹੁਤ ਵੱਡਾ ਇੱਕ ਸਿੱਖਿਆ ਦਿੱਤੀ ਹੈ, ਜਿਸ ਅਧੀਨ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਸੰਤ ਜਰਨੈਲ ਸਿੰਘ ਹੋਣਾ ਨੇ ਉਹ ਦੇਸ਼ ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਕਾਲੀ ਬੈਂ ਤੋਂ ਨਿਕਲਿਆ ਤੇ ਉਹਨਾਂ ਦੇ ਵਚਨ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨੂੰ ਉਹਨਾਂ ਨੇ ਮਨੁੱਖਤਾ ਨੂੰ ਸਿੱਧਾ ਰੱਬ ਨਾਲ ਜੋੜ ਕੇ ਜਿਹੜੇ ਕਦਮ ਚੱਲੇ ਸੀ, ਉਹ ਦੇਸ਼ ਨੂੰ ਇੱਕ ਇਹੋ ਜਿਹਾ ਜਵਾਬ ਦਿੱਤਾ ਜਿਹੜਾ ਕਿ ਆਪਣੇ ਸੰਵਿਧਾਨ ਦੇ ਵਿੱਚ ਧਾਰਾ 25 'ਚ ਲਿਖਦਾ ਹੈ ਕਿ ਆਪਣੇ ਪਾਰਟ 2 ਦੇ ਵਿੱਚ ਸੈਕਸ਼ਨ 2 ਦੇ ਵਿੱਚ ਸਬ ਕਲੌਜ਼ B 'ਚ ਕਰਦਾ ਹੈ, ਕਹਿੰਦਾ clause reference to Hindus shall be construed as including a reference to persons professing the Sikh and other religions। ਸਿੱਧੀ ਤੇ ਸਪਸ਼ਟ ਤੌਰ ਤੇ ਇਹ ਦੇਸ਼ ਦੀ ਬੰਤਰ ਨੇ ਗੁਰੂ ਨਾਨਕ ਸਾਹਿਬ ਦੇ ਵਚਨਾਂ ਨੂੰ ਤਬਦੀਲ ਕਰਕੇ ਜਿਹੜੀ ਸਿੱਖੀ ਨੂੰ ਮਨੁੱਖਤਾ ਅਧੀਨ, ਇੱਕ ਰੱਬ ਅਧੀਨ ਸਾਨੂੰ ਬਣਾ ਕੇ ਦਿੱਤਾ ਸੀ, ਇਹਨੇ ਇਸ ਦੇਸ਼ ਨੇ ਆਪਣੀ ਪਹਿਲੀ ਸੰਵਿਧਾਨ ਲਿਖੇ ਤੇ ਧਾਰਾ 25 'ਚ ਉਸ ਨੂੰ ਭੰਗ ਕਰਕੇ ਸਾਨੂੰ ਹਿੰਦੂ ਧਰਮ ਦਾ ਹਿੱਸਾ ਦਿਖਾਤਾ। ਸਾਧ ਸੰਗਤ ਜੀ, ਸੰਤ ਜਰਨੈਲ ਸਿੰਘ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਜਿਹੜੇ ਧਰਮ ਯੁੱਧ ਮੋਰਚੇ ਲੱਗੇ ਉਹਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਕਿ ਇਹ ਦੇਸ਼ ਸਾਡੇ ਨਾਲ ਇਹ ਜ਼ੁਲਮ ਨਾ ਕਰ, ਸਾਨੂੰ ਉਸ ਰਾਹ ਤੇ ਨਾ ਤੋਰ ਜਿਹਦੇ ਤੋਂ ਸਾਨੂੰ ਸਾਡੇ ਭਗਤਾਂ ਨੇ, ਗੁਰੂਆਂ ਨੇ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਵੱਖਰਾ ਕੀਤਾ ਸੀ, ਪਰ ਉਹਨਾਂ ਦੀ ਇੱਕ ਨਾ ਮੰਨੀ। ਸਾਡੇ ਪਾਣੀਆਂ ਦਾ ਉਹਨਾਂ ਨੇ ਖੋ ਕੇ ਚੱਕ ਕੇ ਰਾਜਸਥਾਨ ਹਰਿਆਣੇ ਨੂੰ ਦੇਤਾ। ਸੱਟ ਤੇ ਸੱਟ ਸਾਡੇ ਧਰਮ ਨੂੰ ਲਾਉਂਦੇ ਆਏ, ਜਿਸ ਦਾ ਅਖੀਰ ਨਿਪਟਾਰਾ ਹੋਇਆ ਕਿ ਸੰਤਾਂ ਨੇ ਆਪਣੇ ਗੁਰੂ ਘਰ ਨੂੰ, ਆਪਣੇ ਗੁਰੂ ਘਰ ਦੇ ਸਿਧਾਂਤ ਤੇ ਸੋਚ ਬਚਾਉਣ ਵਾਸਤੇ ਆਪਣੇ ਖਾਲਸਾਈ ਝੰਡਿਆਂ ਅਧੀਨ ਆਪਣਾ ਫੈਸਲਾ ਲਿੱਤਾ ਕਿ ਅਸੀਂ
ਕਿਸੇ ਤੇ ਹਮਲਾ ਨਹੀਂ ਕਰਦੇ, ਪਰ ਜੇ ਹਮਲੇਵਾਰ ਆਉਣ ਤਾਂ ਅਸੀਂ ਡਟ ਕੇ ਆਪਣੇ ਗੁਰੂਆਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ। ਜਿਸ ਦਿਨ ਉਹਨਾਂ ਦੇ ਸ਼ਬਦ ਉਰੇ ਲਿਖਿਆ ਕਿ ਸਿੱਖਾਂ ਦੀ ਆਜ਼ਾਦੀ ਦੇ ਵਾਸਤੇ ਉਹਨਾਂ ਦੇ ਜਦ ਸ਼ਹਾਦਤ ਹੋਊਗੀ, ਉਹਨਾਂ ਦੀ ਇਹ ਖਾਲਿਸਤਾਨ ਦੇ ਨੀਂਹ ਪੱਥਰ ਰੱਖੇ ਜਾਣਗੇ, ਕਿਉਂਕਿ ਇਹ ਦੇਸ਼ ਸਾਨੂੰ ਆਪਣੇ ਧਰਮ ਦੀਨ ਜਿਉਣ ਹੀ ਨਹੀਂ ਦਿੰਦਾ। ਜਿੱਥੇ ਇਹ ਦੇਸ਼ ਦੀ ਗੱਲ ਹੈ, ਉੱਥੇ ਆਪਾਂ ਦੇਖੀਏ ਉਹ ਕਿਸ ਚੀਜ਼ ਦੀ ਸਾਨੂੰ ਸਲਾਹ ਦਿੰਦੇ ਸੀਗੇ। ਉਹ ਕਹਿੰਦੇ ਸੀਗੇ ਕਿ ਸਾਡਾ ਖਾਲਸਾਸਤਾਨ ਹੋਣਾ ਚਾਹੀਦਾ। ਜੇ ਤੁਸੀਂ ਇੰਟਰਨੈਸ਼ਨਲ ਪਬਲਿਕ ਲਾਅ ਪੜ੍ਹਦੇ ਹੋ ਤਾਂ ਤੁਹਾਨੂੰ ਜਾਣਦਾ ਹੋਊਗਾ ਕਿ ਜਿਹੜਾ ਸਟੇਟ ਬਣਦਾ ਹੈ ਉਹਦੇ 4 ਚੀਜ਼ਾਂ ਜ਼ਰੂਰੀ ਹੁੰਦੀਆਂ। ਇੱਕ, ਉਹਦੀ ਆਬਾਦੀ ਹੋਣੀ ਚਾਹੀਦੀ ਹੈ, ਪੋਪੂਲੇਸ਼ਨ। ਦੂਜੀ, ਉਹਦੀ ਕੋਈ ਇਲਾਕਾ ਜਾਂ ਟੈਰੀਟਰੀ ਹੋਣੀ ਚਾਹੀਦੀ ਹੈ। ਸਿੱਖਾਂ ਦਾ ਇਤਿਹਾਸਕ ਤੌਰ ਤੇ ਆਬਾਦੀ ਰਹੀ ਹੈ ਔਰ ਉਹਨਾਂ ਦੀ ਥਾਂ ਵੀ ਰਹੀ ਹੈ। ਅੱਜ ਵੀ ਅਸੀਂ ਇਸ ਧਰਤੀ ਦੇ ਉੱਤੇ ਉਰੇ ਪੰਜਾਬ 'ਚ ਵੱਸਦੇ ਹਾਂ, ਸਾਨੂੰ ਇਹ ਦੋਨਾਂ ਚੀਜ਼ਾਂ ਦੀ ਮਨਜ਼ੂਰੀ ਮਿਲਦੀ ਹੈਗੀ ਹੈ। ਫਿਰ ਕਹਿੰਦੇ ਆ ਕਿ ਸਾਡੀ ਗਵਰਨਮੈਂਟ ਹੋਣੀ ਚਾਹੀਦੀ ਹੈ। ਸਾਧ ਸੰਗਤ ਜੀ, ਸਿੱਖ ਸਰਕਾਰ ਏ ਖਾਲਸਾ ਕਿਸੇ ਰੂਪ 'ਚ, ਕਿਸੇ ਰੰਗ 'ਚ, ਚਾਹੇ ਅੱਜ ਸਾਡੇ SGPC ਦੇ ਚੋਣ ਇਹਨਾਂ ਨੇ ਰੱਦ ਕੀਤੇ ਹੋਏ ਆ, ਸਾਡੀ ਆਪਣੇ ਸਰਕਾਰ ਬਣਾਉਣ ਦੇ ਸਾਧਨ ਹਮੇਸ਼ਾ ਰਹੇ ਆ ਤੇ ਜਮਹੂਰੀਅਤ ਅਧੀਨ ਅਸੀਂ ਬਸਦੇ ਰਹੇ ਆ। ਔਰ ਜਿਹੜੀ ਚੌਥੀ ਸਾਡੀ ਮੰਗ ਹੈ ਉਹ ਹੈਗੀ ਆ ਸੋਵਰੇਨਿਟੀ, ਆਜ਼ਾਦੀ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸਿੱਖ ਕੌਮ ਆਪਾਂ ਸੰਤ ਬਾਬਾ ਜਰਨੈਲ ਸਿੰਘ ਦੀ ਆਜ਼ਾਦੀ ਨੂੰ ਸਿਆਣਦੇ ਆ। ਮੈਂ ਤੁਹਾਨੂੰ ਪੁੱਛਦਾ ਕਿ ਸਾਡੇ ਕੌਮ ਦੀ ਕੀ ਮੰਗ ਹੈ ਤੇ ਤੁਸੀਂ ਉਹਦਾ ਜਵਾਬ ਜ਼ਰੂਰ ਦੇ ਦਿਓ। ਸਿੱਖ ਕੌਮ ਦੀ ਕੀ ਮੰਗ? ਲੋ ਜੀ, ਸਾਰੇ ਸੁਣ ਲਓ। ਜਿਹੜੇ 4 ਸਾਨੂੰ ਲੋੜਾਂ ਹੈਗੀਆਂ, ਉਹ 4 ਦੀਆਂ 4 ਸਾਡੇ ਇੱਥੇ ਵੱਸਦੀਆਂ, ਜਿਸ ਕਰਕੇ ਇਹ ਮਹਾਨ ਸੰਤ ਦੇ ਦੇਹਾਂਤ ਤੇ ਸਾਡੀ ਜਿਹੜੀ ਮੰਗ ਹੈ ਉਹ ਖਾਲਿਸਤਾਨ ਦੀ ਜੂੰਦੀ ਹੋਈ ਰਹਿੰਦੀ ਹੈ। ਫਿਰ ਸਾਨੂੰ ਕਹਿੰਦੇ ਆ ਕਿ ਤੁਸੀਂ ਲੜ ਕੇ ਲਾਉਂਗੇ। ਮੈਂ ਕਹਿੰਦਾ ਨਹੀਂ ਮੇਰੇ ਵੀਰੋ, ਸਾਨੂੰ ਲੜਨ ਦੀ ਲੋੜ ਨਹੀਂ ਹੈ। ਜਿਹੜਾ ਭਾਰਤ ਦੇ ਸੰਵਿਧਾਨ ਦੀ ਆਰਟੀਕਲ 51 ਉਹਦੇ ਵਿੱਚ ਲਿਖਿਆ ਕਿ ਸਾਡੇ ਜਿਹੜੇ ਇਹ ਮੁਲਕ ਹੈ ਭਾਰਤ, ਉਹ ਹਮੇਸ਼ਾ ਇੰਟਰਨੈਸ਼ਨਲ ਲਾਅ ਤੇ ਟ੍ਰੀਟੀ ਦੇ ਹਮੇਸ਼ਾ ਮੰਨੂਗੀ। ਧਾਰਾ 51 ਇਹ ਸੰਵਿਧਾਨ ਦੀ ਕਹਿੰਦੀ ਹੈ। ਤੇ ਸਾਡੀਆਂ ਟ੍ਰੀਟੀਆਂ ਕੀ ਹੈ? ਭਾਰਤ ਹਮੇਸ਼ਾ ਕਿਹਦਾ ਰੌਲਾ ਪਾਉਂਦਾ ਹੈ? ਕਹਿੰਦਾ ਕਿ ਅਸੀਂ ਯੂਨਾਈਟਿਡ ਨੇਸ਼ਨ ਦੇ ਪਰਮਾਨੈਂਟ ਮੈਂਬਰ ਬਣਨਾ ਹੈ। ਅਸੀਂ ਯੂਨਾਈਟਿਡ ਨੇਸ਼ਨ ਨੂੰ ਮੰਨਦੇ ਹਾਂ ਤੇ ਯੂਨਾਈਟਿਡ ਨੇਸ਼ਨ ਦਾ ਚਾਰਟਰ ਕੀ ਕਹਿੰਦਾ ਹੈ? ਕਹਿੰਦਾ ਹੈ ਕਿ Chapter 1, Article 1, Part 2 states that the purpose of the United Nations is to develop friendly relation among nations based on respect for the principle of equal rights and self-determination of peoples and to take appropriate measures to strengthen universal peace. So ਸਾਡੇ self-determination ਦੀ ਜਿਹੜੀ ਭਾਸ਼ਾ ਹੈ ਉਹ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਬਿਲਕੁਲ ਲਿਖੀ ਗਈ ਹੈ। ਜਿਸ ਦਿਨ ਭਾਰਤ ਨੇ ਆਪਣੀ ਕਲੋਨੀ ਤੋਂ ਟੁੱਟ ਕੇ ਕੋਲੋਨਾਈਜੇਸ਼ਨ ਨੂੰ ਰੱਦ ਕਰਕੇ ਆਪਣਾ ਇੱਕ ਪੂਰਾ ਦੇਸ਼ ਬਣਾਇਆ ਸੀਗਾ ਸੈਲਫ ਡਿਟਰਮੀਨੇਸ਼ਨ ਦੇ ਬੇਸਿਸ ਤੇ। ਸੋ ਅੱਜ ਮੈਂ ਤੁਹਾਨੂੰ ਪੁੱਛਦਾ ਕਿ ਇਸ ਜਿਹੜੀ ਸੰਤ ਜਰਨੈਲ ਸਿੰਘ ਦੇ ਸਮਾਗਮ ਤੇ ਸੰਗਤ ਆਈ ਹੈ ਉਹ ਆਪਣੀ ਸੈਲਫ ਡਿਟਰਮੀਨੇਸ਼ਨ ਚਾਹੁੰਦੀ ਹੈ। ਮੈਂ ਤੁਹਾਨੂੰ ਸਵਾਲ ਪੁੱਛੂੰਗਾ, ਵਾਟ ਡੂ ਵੀ ਵਾਂਟ? ਜੇ ਤੁਸੀਂ ਸਹਿਮਤ ਹੋ, ਜੇ ਤੁਸੀਂ ਇਹਨੂੰ ਮੰਨਦੇ ਹੋ ਤਾਂ ਉੱਚੀ ਕਿਉਂ? ਸੈਲਫ ਡਿਟਰਮੀਨੇਸ਼ਨ, ਖੁਦ ਮੁਖਤਿਆਰੀ, ਵਾਟ ਡੂ ਵੀ ਵਾਂਟ? ਸਾਧ ਸੰਗਤ ਜੀ, ਮੈਂ ਸਮਝਦਾ ਕਿ ਸੰਤ ਜਰਨੈਲ ਸਿੰਘ ਦੀ ਰੂਹ ਤੁਹਾਡੇ ਨਾਲ ਖੁਸ਼ ਹੋਊਗੀ। ਜਿਸ ਵਾਸਤੇ ਉਹਨਾਂ ਨੇ ਆਪਣਾ ਜਾਨ ਦਿੱਤਾ ਸੀ ਉਹ ਅੱਜ ਸਪਿਰਿਟ ਤੁਹਾਡੇ 'ਚ ਹੈਗੀ ਹੈ। ਇਹੀ ਬੇਨਤੀਆਂ ਕਰਦੇ ਅਸੀਂ ਇਸ ਸਾਡੇ ਮਹਾਨ ਸਪੁੱਤ ਦੇ ਜਨਮ ਤੇ ਤੁਹਾਨੂੰ ਵਧਾਈ ਦਿੰਦੇ ਆ ਤੇ ਤੁਹਾਨੂੰ ਯਾਦ ਕਰਾਉਂਦੇ ਆ ਕਿ ਜਿਹੜਾ ਰੱਬ 'ਚ ਮਿਲ ਗਿਆ ਉਹਦੀ ਜਿਹੜੀ ਸੋਚ ਸੀ ਅੱਜ ਉਰੇ ਜਿਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਉਹ ਨਹੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣੇ ਵਡਮੁੱਲੇ ਵਿਚਾਰ ਸਰਦਾਰ ਇਮਾਨ ਸਿੰਘ ਜੀ ਨੇ ਪੇਸ਼ ਕੀਤੇ ਨੇ। ਕਿਰਪਾ ਕਰਕੇ ਅੱਜ ਕੱਲ ਸਾਰਾ ਕੁਝ ਲਾਈਵ ਚੱਲਦਾ ਹੈ, ਬਾਅਦ ਵਿੱਚ ਵੀ ਇੱਕ ਇੱਕ ਲਫ਼ਜ਼ ਸੁਣਿਆ ਕਰੋ ਤੇ ਉਹਦੇ ਦੇ ਉੱਤੇ ਚੱਲਣ ਦੀ ਤੁਸੀਂ ਨਾ ਕੇਵਲ ਕਿਰਪਾਲਤਾ ਕਰੋ ਬਲਕਿ ਆਪਣਾ ਫਰਜ਼ ਸਮਝੋ। ਬਹੁਤ ਜ਼ੋਰ ਲਾ ਕੇ ਖਾਸ ਕਰਕੇ ਸਰਦਾਰ ਇਮਾਨ ਸਿੰਘ ਮਾਨ ਇਹ ਸਪੀਚ ਤਿਆਰ ਕਰਕੇ ਆਉਂਦੇ ਨੇ, ਕੋਈ ਵੀ ਦਿਨ ਹੋਵੇ। ਇਹ ਸਾਡੇ ਸਾਰੇ ਲੀਡਰਾਂ ਨੂੰ ਹਦਾਇਤ ਹੈ ਮਾਨ ਸਾਹਿਬ ਦੀ। ਸੋ ਮੈਂ ਧੰਨਵਾਦ ਕਰਦਾ ਸਰਦਾਰ ਇਮਾਨ ਸਿੰਘ ਮਾਨ ਦਾ ਤੇ ਮੈਂ ਬੇਨਤੀ ਕਰਦਾ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਨੂੰ ਉਹ ਆਪਣੀ ਹਾਜ਼ਰੀ ਲਵਾਉਣ। ਸਰਦਾਰ ਅੰਮ੍ਰਿਤਪਾਲ ਸਿੰਘ ਜੀ ਛੰਦਣਾ। ਸ਼ਹੀਦਾਂ ਦੀ ਧਰਤੀ ਤੇ ਜੁੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਇੰਨੀ ਸੰਗਤ ਜੁੜੀ ਹੋਵੇ ਤੇ ਸੰਗਤ ਦੇ ਵਿੱਚੋਂ ਹੰਗਾਰਾ ਨਾ ਉਸ ਹਿਸਾਬ ਦਾ ਆਵੇ ਤੇ ਫਿਰ ਮੈਨੂੰ ਲੱਗਦਾ ਵੀ ਸੰਗਤ ਦਾ ਧਿਆਨ ਇੱਧਰ ਨੂੰ ਨਹੀਂ ਹੁੰਦਾ। ਮੈਂ ਮਾੜਾ ਜਿਹਾ ਸੰਤਾਂ ਨੂੰ ਯਾਦ ਕਰਦੇ ਕੁਝ ਕੁ ਸਲੋਗਨ ਬੋਲਣਾ ਚਾਹੂੰਗਾ ਤੇ ਉਹਦਾ ਜਵਾਬ ਦਿਓ ਤਾਂ ਜੋ ਪਤਾ ਲੱਗੇ ਬਈ ਸੰਗਤ ਦਾ ਧਿਆਨ ਇਧਰ ਸਟੇਜ ਵੱਲ ਹੈ ਨਾ ਕਿ ਹੋਰ ਕਿਸੇ ਵੱਲ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਸ਼ਹੀਦਾਂ ਤੁਹਾਡੀ ਸੋਚ ਦੇ ਵਾਰਾ ਜਾਗੇ ਠੋਕੇ। ਸ਼ਹੀਦਾਂ ਤੁਹਾਡੀ ਸੋਚ ਦੇ ਵਾਰਾ ਜਾਗੇ ਠੋਕੇ। ਹੁਣ ਲੱਗਦਾ ਪਤਾ ਵੀ ਸੰਗਤ ਦਾ ਧਿਆਨ ਇਧਰ ਸਟੇਜ ਵੱਲ ਹੈ ਤੇ ਹੁਣ ਆਪਾਂ ਆਪਣੀ ਵਿਚਾਰ ਸ਼ੁਰੂ ਕਰਦੇ ਹਾਂ। ਅੱਜ ਆਪਾਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨਾਲ ਸੰਤ ਵੀ ਲੱਗਦਾ ਹੈ, ਜਿਨ੍ਹਾਂ ਨਾਲ ਜਰਨੈਲ ਵੀ ਲੱਗਦਾ ਹੈ ਤੇ ਨਾਲ ਸਿਪਾਹੀ ਵੀ ਲੱਗਦਾ ਹੈ, ਜਿਨ੍ਹਾਂ ਨੇ ਇਸ ਕੌਮ ਨੂੰ ਜਦੋਂ ਸਰਕਾਰਾਂ ਨੇ ਇੱਕ ਚੰਗਲ ਵਿੱਚ ਲੈ ਲਿਆ, ਪੂਰੇ ਭਾਰਤ ਨੂੰ ਇੱਕ ਚੰਗਲ 'ਚ ਲੈ ਕੇ ਸਾਨੂੰ ਉਸ ਕੌਮ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਆ ਕੇ ਇੱਥੇ ਇਸ ਸਰਕਾਰ ਨੂੰ ਮੱਥਾ ਲਾਇਆ ਤੇ ਪੰਜਾਬ ਨੂੰ ਜਗਾਇਆ ਵੀ ਸਾਡੀ ਪੰਜਾਬ ਦੀਆਂ ਮੰਗਾਂ ਕੀ ਨੇ ਤੇ ਸਾਡੇ ਪੰਜਾਬ ਦੀ ਨੌਜਵਾਨੀ ਦੇ ਅਸਲ ਜਿਹੜੇ ਪੰਜਾਬ ਦੇ ਸਾਡੇ ਹੱਕ ਨੇ ਉਹ ਕੀ ਨੇ। ਉਹਨਾਂ ਨੇ ਜਦ ਉਹਨਾਂ ਨਾਲ ਗੱਲ ਕੀਤੀ ਤਾਂ ਸਰਕਾਰ ਨੂੰ ਇਹ ਹੋਇਆ ਬਈ ਗੁਰੂ ਸਾਹਿਬ ਤੋਂ ਬਾਅਦ ਜਿਹੜੇ ਨਵੇਂ ਕੋਈ ਸੰਤ ਕੌਣ ਜਿਹੜੇ ਹੈਗੇ ਆ, ਬਈ ਹੁਣ ਤੱਕ ਦਾ ਕੋਈ ਇਸ ਸੰਪਰਦਾ ਚੋਂ ਨਾ ਟਕਸਾਲ ਦੇ ਵਿੱਚੋਂ ਨਾ ਕੋਈ ਐਸਜੀਪੀਸੀ ਚੋਂ ਕੋਈ ਉਹ ਗੱਲ ਕਰਨ ਵਾਲੇ ਉੱਠੇ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਹੱਕਾਂ ਲਈ ਗੱਲ ਕੀਤੀ ਹੋਵੇ ਤੇ ਉਹਨਾਂ ਨੇ ਸੰਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਸੰਤ ਨਹੀਂ ਦਬੇ। ਉੱਥੇ ਉਹਨਾਂ ਨੇ ਕਿਹਾ ਵੀ ਬੰਬੇ ਕੋਈ ਆ ਕੇ ਦਿਖਾ ਦੇਵੇ ਤੇ ਉੱਥੇ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਗੱਜ ਕੇ ਗਏ ਤੇ ਆਪਣਾ ਕਾਫਲਾ ਲੈ ਕੇ ਉੱਥੇ ਵਿੱਚ ਦੀ ਲੰਘ ਕੇ ਆਏ। ਫਿਰ ਸਰਕਾਰ ਨੇ ਜਦੋਂ 6 ਜੂਨ ਨੂੰ ਸਾਡੇ ਹਰਮੰਦਰ ਸਾਹਿਬ ਦੇ ਟੈਂਕ ਚਾੜੇ ਤੇ ਸੰਤਾਂ ਨੇ ਇੱਕੋ ਗੱਲ ਕਹੀ ਸੀ ਵੀ ਮੈਂ ਤੁਹਾਨੂੰ ਕਦੇ ਪਿੱਠ ਦਿਖਾ ਕੇ ਨਹੀਂ ਜਾਊਂਗਾ ਤੇ ਲੜਾਂਗੇ ਤੇ ਫਿਰ ਸਿੱਧਾ ਟਾਕਰਾ ਹੋਊ ਤੇ ਜੇ ਸ਼ਹੀਦੀਆਂ ਪਾ ਗਏ ਤੇ ਉਧਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਉਹ ਤੋਂ ਬਾਅਦ ਕਿਤੇ ਸਰਕਾਰ ਦਾ ਭੁਲੇਖਾ ਸੀ ਬਈ ਸੰਤਾਂ ਨੂੰ ਸ਼ਹੀਦ ਕਰਕੇ ਬਈ ਜਿਹੜੇ ਨੌਜਵਾਨ ਨੇ ਜਾਂ ਜਿਹੜਾ ਪੰਜਾਬ ਹੈ ਉਹ ਚੁੱਪ ਕਰ ਜੂ। ਉਹ ਕਿਤੇ ਨਾ ਕਿਤੇ ਸਾਡੇ ਤੋਂ ਭੁਲੇਖਾ ਕੱਢ ਕੇ ਵੀ ਇਹ ਸੋਚਦੇ ਉਹਨਾਂ ਨੇ ਦੇਖਿਆ ਨਹੀਂ ਬਈ ਸਾਡਾ ਇਤਿਹਾਸ ਕੀ ਬੋਲਦਾ ਗੁਰੂ ਸਾਹਿਬ ਤੋਂ ਬਾਅਦ ਦਾ। ਉਹਨਾਂ ਨੇ ਨੌਜਵਾਨੀਆਂ ਨੇ ਜਦੋਂ ਖੜੇ ਹੋ ਕੇ ਆਪਣੇ ਹੱਕ ਦੀ ਗੱਲ ਕੀਤੀ ਤੇ ਉਹਨਾਂ ਨੇ ਉਹ ਨੌਜਵਾਨਾਂ ਨੂੰ ਵੀ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ। 92 ਦੇ ਵਿੱਚ 3 ਜਰਨੈਲ ਜਿਹੜੇ ਉਹਨਾਂ ਨੇ ਸ਼ਹੀਦ ਕਰ ਦਿੱਤੇ, ਜਿਹਦੇ ਵਿੱਚ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਸੁਖਦੇਵ ਸਿੰਘ ਬੱਬਰ ਜਿਹੜੇ ਬੱਬਰ ਖਾਲਸਾ ਦੇ ਸੀਗੇ, KLF ਦੇ ਭਾਈ ਬੁੱਧ ਸਿੰਘ ਵਾਲਾ ਸੀਗੇ ਤੇ ਭਾਈ ਰਿਸ਼ਪਾਲ ਸਿੰਘ ਛੰਨੜਾ ਦਾਸ ਦੇ ਪਿਤਾ ਜੋ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਚੀਫ ਸੀਗੇ। ਤੇ ਉਸ ਤੋਂ ਬਾਅਦ ਇੱਕ ਠਹਿਰਾਓ ਹੋਣਾ ਸ਼ੁਰੂ ਹੋਇਆ ਤੇ ਉੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪਣੀ ਕਮਾਂਡ ਸੰਭੀ ਤੇ ਕੌਮ ਨੂੰ ਇੱਕ ਰਾਹ ਦੱਸਿਆ
ਬਈ ਅਸੀਂ ਹੁਣ ਲੜਾਈ ਕਿਵੇਂ ਲੜਨੀ ਹੈ। ਸਰਕਾਰਾਂ ਨੇ ਪੂਰਾ ਜ਼ੋਰ ਲਾਇਆ ਕਿ ਇਸ ਜਰਨੈਲ ਨੂੰ ਕਿਵੇਂ ਨਾ ਕਿਵੇਂ ਕਰਕੇ ਅਸੀਂ ਰੋਕ ਸਕੀਏ। ਇਹਨਾਂ ਦੇ ਨਾਂ ਵੀ ਪੱਟੇ ਗਏ, ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਿਆ ਗਿਆ, ਪਰ ਇਹ ਜਰਨੈਲ ਕਦੇ ਨਾ ਰੁਕਿਆ। ਇਹ ਜਰਨੈਲ ਨੇ ਜਦੋਂ ਵੇਖਿਆ ਵੀ ਹੁਣ ਸੰਤਾਂ ਦਾ ਨਾਮ ਜਿਹੜਾ ਹੈਗਾ ਉਹ ਲੜਾਈ ਜਿਹੜੀ ਆ ਸਰਕਾਰ ਕਿਤੇ ਨਾ ਕਿਤੇ ਮੱਧਮ ਪਾਉਣ ਦੀ ਕੋਸ਼ਿਸ਼ ਕਰਦੀ ਆ, ਤੇ ਉਸ ਵੇਲੇ 1996 ਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ, ਮੈਂ ਕਿਸੇ ਸਿੰਘ ਕੋਲ ਬੈਠਾ ਸੀ ਜੋ ਉਸ ਵੇਲੇ ਕੈਦਾਂ ਕੱਟ ਕੇ ਆਏ ਸੀ, ਉਸ ਵੇਲੇ ਸੰਘਰਸ਼ ਦੇ ਵਿੱਚ ਰਹਿ ਕੇ ਆਏ ਸੀ। ਉਹ ਕਹਿੰਦੇ ਸਾਨੂੰ ਜੇਲ੍ਹਾਂ 'ਚ ਬੈਠੇ ਬਹੁਤ ਵੱਡਾ ਸਹਾਰਾ ਮਿਲਿਆ ਜਦੋਂ 1996 ਦੇ ਵਿੱਚ ਦੁਬਾਰਾ ਸੰਤਾਂ ਦਾ ਨਾਮ ਤੇ ਖਾਲਿਸਤਾਨ ਦਾ ਨਾਮ ਜਦ ਸਟੇਜ ਤੇ ਬੋਲਿਆ ਗਿਆ, ਤੇ ਸਾਡੇ ਲੋਕਾਂ ਨੂੰ ਇੱਕ ਜਿਹੜਾ ਡਰ ਸੀਗਾ ਉਹ ਸਾਰਿਆਂ ਦਾ ਕੱਢਿਆ ਇਸ ਜਰਨੈਲ ਨੇ। ਇਸ ਜਰਨੈਲ ਨੇ 1996 ਦੇ ਵਿੱਚ ਜਦੋਂ ਸੰਤਾਂ ਦਾ ਜਨਮ ਦਿਨ ਪਹਿਲੀ ਵਾਰ ਮਨਾਇਆ, ਸਰਕਾਰ ਦੀਆਂ ਬੜੀਆਂ ਗੁੱਝੀਆਂ ਕੋਸ਼ਿਸ਼ਾਂ ਹੋਈਆਂ ਬਈ ਇਹ ਜਿਹੜਾ ਨਾਮ ਆ ਕਿਵੇਂ ਨਾ ਕਿਵੇਂ ਦੱਬਿਆ ਜਾਵੇ, ਪਰ ਮਾਨ ਸਾਹਿਬ ਨੇ ਜਿਹੜਾ ਜਨਮ ਦਿਨ ਮਨਾਇਆ ਪਹਿਲੀ ਵਾਰ, ਹੁਣ ਕਈ ਸਾਡੇ ਆ ਕੇ ਵੀਰ ਉਹਦੇ ਵਿੱਚ ਤਰਕਸ਼ਾਲ ਕਰਦੇ ਆ ਵੀ ਸੰਤਾਂ ਦਾ ਜਨਮ ਦਿਨ ਬਈ ਫਰਵਰੀ 'ਚ ਨਹੀਂ ਆਉਂਦਾ ਜੀ, ਉਹ ਅੱਗੇ ਜੂਨ ਦੇ ਵਿੱਚ ਆਉਂਦਾ। ਪਰ ਸੰਤਾਂ ਦਾ ਜਨਮ ਦਿਨ ਜਦੋਂ ਮਾਨ ਸਾਹਿਬ ਨੇ ਕਿਹਾ ਵੀ ਨਾਮ ਮੱਧਮ ਪੈ ਜਿਹਾ ਤੇ ਕਿਵੇਂ ਕੀਤਾ ਜਾਵੇ, ਤੇ ਮਾਨ ਸਾਹਿਬ ਕਹਿੰਦੇ ਵੀ ਸ਼ਹੀਦੀ ਜਿਹੜਾ ਆਪਾਂ ਦਿਵਸ ਮਨਾਵਾਂਗੇ, ਤੇ ਉੱਥੇ ਟਕਸਾਲ ਨੇ ਕਹਿਣਾ ਜੀ ਵੀ ਅਸੀਂ ਸ਼ਹੀਦ ਨਹੀਂ ਮੰਨਦੇ। ਫਿਰ ਸੰਤ ਕਹਿੰਦੇ ਮਾਨ ਸਾਹਿਬ ਕਹਿੰਦੇ ਆਪਾਂ ਬਈ ਅਸੀਂ ਸੰਤਾਂ ਦਾ ਨਾਮ ਲੈਣ ਤੇ ਸਾਨੂੰ ਪੁਲਿਸ ਫੜੂਗੀ, ਤੇ ਉਹ ਹੱਕ ਫੋਟੋਆਂ ਲਾਉਂਦੇ ਆ ਸੰਤਾਂ ਦੀਆਂ, ਉਹ ਇਹ ਹੱਕ ਇਹ ਸਾਨੂੰ ਜਰਨੈਲ ਨੇ ਦਵਾਇਆ। ਇਹ ਜਿਹੜੇ ਸਾਡੇ ਨਾਲ ਜਰਨੈਲ ਬੈਠੇ ਆ ਸਰਦਾਰ ਸਿਮਰਜੀਤ ਸਿੰਘ ਮਾਨ, ਅੱਜ ਕਈ ਬੁਲਾਰੇ ਕਿਤੇ ਜਾ ਕੇ ਕਹਿੰਦੇ ਆ ਵੀ ਸਾਡੀ ਕੌਮ ਕੋਲ ਕੋਈ ਲੀਡਰ ਨਹੀਂ ਹੈ। ਮੈਂ ਪੁੱਛਣਾ ਚਾਹੁੰਦਾ ਬਈ ਜਦੋਂ ਸੰਤਾਂ ਨਵਾਂ ਦੇ ਇੱਕ ਖਿਲਾਫ ਆਇਆ ਉਦੋਂ ਸਰਦਾਰ ਮਾਨ ਨੇ ਸਾਡੀ ਕੌਮ ਦੀ ਬਾਹ ਫੜੀ। ਉਸ ਤੋਂ ਬਾਅਦ ਜਦੋਂ ਕਦੇ ਦੀਪ ਸਿੱਧੂ ਵੀਰ ਨੂੰ 26 ਜਨਵਰੀ ਨੂੰ ਜਦੋਂ ਸਾਰਿਆਂ ਨੇ ਪਿੱਠ ਦਿਖਾਈ, ਤੇ ਉੱਥੇ ਸੰਤਾਂ ਆਪਣੇ ਮਾਨ ਸਾਹਿਬ ਨੇ ਉਹਨਾਂ ਦੀ ਬਾਹ ਫੜੀ। ਜਦੋਂ ਕਦੇ ਬੇਅਦਬੀ ਹੋਈ ਤੇ ਉੱਥੇ ਜਿਹੜਾ ਸਿੱਖ ਕੌਮ ਦੀ ਜਿਹੜੀ ਬਾਤ ਸੀ ਉਹ ਵੀ ਸਰਦਾਰ ਮਾਨ ਸਾਹਿਬ ਨੇ ਚੱਕੀ। ਜਦੋਂ ਕਦੇ ਕਿਸੇ ਨੌਜਵਾਨ ਨਾਲ ਜਾਂ ਸਾਡੇ ਰਾਸ਼ੀ ਜਿਹੜੇ ਕੈਦੀ ਨੇ ਉਹਨਾਂ ਨਾਲ ਵੀ ਜਦੋਂ ਵੀ ਉਹਨਾਂ ਦੀ ਜੇਲ੍ਹਾਂ ਨੇ ਅਜੇ ਤੱਕ ਨਹੀਂ ਕੱਢੀਆਂ, ਤੇ ਉਹਨਾਂ ਦੀ ਜਿਹੜੀ ਇੱਕੋ ਇੱਕ ਆਵਾਜ਼ ਜਿਹੜੀ ਬੁਲੰਦ ਕੀਤੀ ਉਹ ਵੀ ਸਰਦਾਰ ਮਾਨ ਸਾਹਿਬ ਨੇ ਕੀਤੀ। 2 ਲੱਖ ਤੋਂ ਵੱਧ ਨੌਜਵਾਨ ਸਾਡੇ ਸ਼ਹੀਦ ਕਰ ਦਿੱਤੇ ਗਏ, ਤੇ ਉਹਨਾਂ ਦੀ ਜਿਹੜੀ ਗੱਲ ਯੂਐਨਓ ਤੱਕ ਜਿਹੜੀ ਪਹੁੰਚਾਈ ਉਹ ਸਰਦਾਰ ਮਾਨ ਸਾਹਿਬ ਨੇ ਪਹੁੰਚਾਈ। ਮੈਂ ਹੋਰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਲੀਡਰ ਕਿਹੋ ਜਿਹਾ ਚਾਹੀਦਾ, ਜਿਹੜਾ ਸਾਡੀ ਕੌਮ ਦੀ ਬਾਹ ਫੜ ਕੇ ਸਾਨੂੰ ਰਾਹ ਦਿਖਾਵੇ। ਸਾਨੂੰ ਉਹੀ ਲੀਡਰ ਹੋਣਾ ਚਾਹੀਦਾ ਕਿ ਸਾਨੂੰ ਕੋਈ ਉਹ ਜਿਹਾ ਲੀਡਰ ਹੋਵੇ ਬਈ ਜਿਹੜੇ ਸਾਨੂੰ ਅੱਜ ਸਟੇਜਾਂ ਤੇ ਝੂਠ ਬੋਲ ਕੇ ਜਾਣ ਤੇ ਕੱਲ ਨੂੰ ਕਹਿਣ ਜੀ ਵੀ ਅਸੀਂ ਹੋਰ ਕੁਝ ਮੁੱਕਰ ਗਏ ਆ, ਬਈ ਸਾਡੇ ਜਿਹੜਾ ਇੱਥੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਸੋਹਾ ਖਾਣ ਤੇ ਉਹ ਤੋਂ ਬਾਅਦ ਫਿਰ ਮੁੱਕਰੀ ਜਾਣ। ਸਾਨੂੰ ਉਹ ਜਿਹੇ ਲੀਡਰ ਚਾਹੀਦੇ ਆ। ਦੀਪ ਸਿੱਧੂ ਬਾਈ ਉਹ ਫਲੈਕਸ ਲੱਗੀ ਆ ਜਿੱਥੇ ਲਿਖਿਆ ਭਿੰਡਰਾਂ ਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਉਹਨਾਂ ਨੇ ਉਸ ਚੀਜ਼ ਤੇ ਪਹਿਰਾ ਦਿੱਤਾ। ਤੇ ਹੁਣ ਤੱਕ ਸਰਕਾਰਾਂ ਨੇ ਮਾਨ ਸਾਹਿਬ ਨੂੰ ਇਹੀ ਦਿਖਾਇਆ ਵੀ ਉਹਨਾਂ ਨੂੰ ਤਾਂ ਮੌਕਾ ਮਿਲਿਆ ਸੀ, ਤੇ ਉਹਨਾਂ ਨੇ ਕਿਰਪਾਨ ਲੈ ਕੇ ਗੱਲ ਕਰਦੇ ਰਹੇ। ਉੱਥੋਂ ਇੱਕੋ ਇੱਕ ਦੀਪ ਸਿੱਧੂ ਬਾਈ ਨੇ ਜਿਹੜਾ ਸਰਦਾਰ ਮਾਨ ਸਾਹਿਬ ਨੂੰ ਪਛਾਣਿਆ, ਤੇ ਉਹਨਾਂ ਨੇ ਕਿਹਾ ਸਾਡੀ ਕੌਮ ਦਾ ਇੱਕੋ ਇੱਕ ਲੀਡਰ ਹੈ ਸਰਦਾਰ ਸਿਮਰਜੀਤ ਸਿੰਘ ਮਾਨ, ਤੇ ਸਾਨੂੰ ਪੋਲੀਟੀਕਲ ਤੌਰ ਤੇ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ। ਹੁਣ ਮੈਂ ਕੌਮ ਨੂੰ ਪੁੱਛਣਾ ਚਾਹੁੰਦਾ, ਮੈਂ ਵੀ ਆਪਣੇ ਫਾਦਰ ਸਾਹਿਬ ਦੀਆਂ ਸ਼ਹੀਦਾਂ ਦੀ ਜਿਹੜੀਆਂ ਵੀਡੀਓ ਦੇਖਦਾ, ਜਦੋਂ ਉਹਨਾਂ ਨੂੰ ਉੱਥੇ ਸੰਸਕਾਰ ਲਈ ਲੈ ਕੇ ਜਾਂਦੇ ਸੀ ਤੇ ਉੱਥੇ ਸਾਰੀ ਕੌਮ ਦੇ ਜਿਹੜਾ ਨਾਰਾ ਸੀ ਇੱਕੋ ਹੀ ਨਾਰਾ ਸੀ, ਇੱਕੋ ਹੀ ਸਲੋਗਨ ਸੀ, ਸ਼ਹੀਦੋ ਤੁਹਾਡੀ ਸੋਚ ਦੇ ਪਹਿਰਾ ਦਿਆਂਗੇ ਠੋਕ ਕੇ। ਪਰ ਇੱਕ ਟਾਈਮ ਪੈਣ ਤੋਂ ਬਾਅਦ ਅਸੀਂ ਭੁੱਲ ਕਿਉਂ ਜਾਂਦੇ ਆ ਵੀ ਸਾਡਾ ਰਾਹ ਕੀ ਆ। ਅੱਜ ਦੀਪ ਸਿੱਧੂ ਬਾਈ ਹਜੇ ਸਾਲ ਹੋਇਆ ਤੇ ਉਹਨਾਂ ਦੀ ਵੀ ਆਪਾਂ ਜਦ ਸੰਸਕਾਰ ਹੋਇਆ ਤੇ ਉੱਥੇ ਸਾਰੀ ਨੌਜਵਾਨੀ ਅੱਜ ਬੈਠੀ ਆ, ਕੱਲੀ ਕੱਲੀ ਨੌਜਵਾਨੀ ਨੇ ਉੱਥੇ ਰਾਤ ਤੱਕ ਇੱਕੋ ਹੀ ਸਲੋਗਨ ਗਾਏ ਆ ਵੀ ਸ਼ਹੀਦੋ ਤੁਹਾਡੀ ਸੋਚ ਦੇ ਪਹਿਰਾ ਦਿਆਂਗੇ ਠੋਕ ਕੇ। ਪਰ ਮੈਂ ਅੱਜ ਨੌਜਵਾਨੀ ਨੂੰ ਪੁੱਛਣਾ ਚਾਹੁੰਦਾ ਬਈ ਤੁਸੀਂ ਜਦੋਂ ਰਾਜਨੀਤੀ ਤੌਰ ਤੇ ਜਦ ਸਾਥ ਦੇਣਾ ਹੁੰਦਾ ਉਦੋਂ ਤੁਹਾਨੂੰ ਕੀ ਹੋ ਜਾਂਦਾ? ਉਦੋਂ ਸ਼ਹੀਦਾਂ ਦੀ ਜਿਹੜੀ ਸੋਚ ਆ
ਉਹ ਕਿੱਥੇ ਤੁਸੀਂ ਛੱਡ ਕੇ ਆਉਂਦੇ ਹੋ? ਉਦੋਂ ਤੁਹਾਨੂੰ ਉਹ ਸ਼ਹੀਦ ਨਹੀਂ ਨਜ਼ਰ ਆਉਂਦੇ ਬਈ, ਉਦੋਂ ਤੁਹਾਨੂੰ ਸਰਦਾਰ ਮਾਨ ਸਾਹਿਬ ਨਹੀਂ ਨਜ਼ਰ ਆਉਂਦੇ ਬਈ, ਜਦੋਂ ਤੁਹਾਨੂੰ ਆਪਣੀ ਜਿਹੜੀ ਲੜਾਈ ਆ, ਜਦੋਂ ਤੁਹਾਨੂੰ ਕੌਮੀ ਤੌਰ ਤੇ ਪੰਥਕ ਤੌਰ ਤੇ ਇੱਕੋ ਇੱਕ ਲੀਡਰ ਸਾਨੂੰ ਮਿਲਿਆ, ਤੇ ਸਾਡੇ ਕਈ ਲੀਡਰ ਕਹਿੰਦੇ ਸਾਡੀ ਕੌਮ ਕੋਲ ਕੋਈ ਲੀਡਰ ਹੀ ਨਹੀਂ ਹੈਗਾ ਅਜੇ ਤੱਕ। ਸਾਡੀ ਨੌਜਵਾਨੀ ਨੂੰ ਪਛਾਣਨਾ ਪੈਣਾ ਸਾਡੇ ਅਸਲ ਲੀਡਰ ਕੌਣ ਨੇ, ਜਿਨ੍ਹਾਂ ਨੂੰ ਸਾਡੇ ਸ਼ਹੀਦਾਂ ਨੇ ਵੀ ਪਛਾਣਿਆ, ਜਿਨ੍ਹਾਂ ਨੇ ਸਾਡੇ ਪੰਜਾਬ ਦੀ ਸਾਡੀ ਨੌਜਵਾਨੀ ਦੀ ਆਵਾਜ਼ ਚੱਕੀ, ਤੇ ਜਿਨ੍ਹਾਂ ਨੇ ਸਾਡੇ ਸੰਤਾਂ ਦੀ ਜਿਹੜੀ ਸੋਚ ਸੀ ਉਹ ਸੋਚ ਨੂੰ ਅੱਜ ਇੱਥੇ ਤੱਕ ਲੈ ਕੇ ਆਏ। ਸੋ ਤੁਹਾਨੂੰ ਇਹ ਸੋਚ ਕੇ, ਤੁਹਾਨੂੰ ਇਹ ਦੇਖ ਕੇ ਹੁਣ ਚੜ੍ਹਦੀ ਕਲਾ ਦੇ ਵਿੱਚ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦੇਣਾ ਪੈਣਾ। ਜੇ ਤੁਹਾਡੀ ਨੌਜਵਾਨੀ ਦੀ ਸਹਿਮਤੀ ਮੇਰੀ ਗੱਲਾਂ ਨਾਲ ਹੈ ਤਾਂ ਮੇਰਾ ਜਵਾਬ ਦਿਓ। ਸ਼ਹੀਦ ਸਿੰਘੋ ਤੁਹਾਡੀ ਸੋਚ ਤੇ ਦੀਪ ਸਿੱਧੂ ਜਿੰਦਾਬਾਦ, ਦੀਪ ਸਿੱਧੂ ਜਿੰਦਾਬਾਦ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਬੜੇ ਹੀ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਸੰਧੜਾ ਸਾਹਿਬ ਨੇ ਬੜੇ ਪੰਥਕ ਜਜ਼ਬੇ ਨਾਲ ਦਿਲ ਦੀਆਂ ਗਹਿਰਾਈਆਂ ਚੋਂ ਵਿਚਾਰ ਸਾਂਝੇ ਕੀਤੇ ਨੇ। ਹੋਰ ਵੀ ਬੋਲਣਾ ਚਾਹੁੰਦੇ ਸੀ, ਸਮੇਂ ਦੀ ਕਿੱਲਤ ਹੈ। ਇਹਨਾਂ ਦਾ ਧੰਨਵਾਦ ਹੈ। ਮਮਦੋਟ ਤੋਂ ਵੱਡੀ ਗਿਣਤੀ 'ਚ ਸੂਰਤ ਸਿੰਘ ਕਿਸਾਨ ਵਿੰਗ ਦੇ ਪ੍ਰਧਾਨ ਦੀ ਅਗਵਾਈ 'ਚ ਜਥਾ ਪਹੁੰਚਿਆ। ਰਗਵੀਰ ਸਿੰਘ ਜੀ ਘਨੌਰ ਤੋਂ ਜਥਾ ਲੈ ਕੇ ਆਏ ਨੇ। ਸਤਗੁਰ ਸਿੰਘ ਜੀ ਨਮੋਲ ਜੋ ਕਿ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਨੇ, ਉਹ ਪਹੁੰਚੇ ਨੇ। ਧੰਨਵਾਦ ਹੈ। ਆ ਬਲਾਡੇ ਤੋਂ ਬਛੋਆਣਾ ਸਾਹਿਬ ਬਲਵੀਰ ਸਿੰਘ ਜੀ ਜਥਾ ਲੈ ਕੇ ਆਏ ਨੇ, ਉਹਨਾਂ ਦਾ ਧੰਨਵਾਦ ਹੈ। ਮਾਸਟਰ ਧਰਮ ਸਿੰਘ ਜੀ ਹੰਡਾਏ ਤੋਂ ਵੱਡਾ ਜਥਾ ਲੈ ਕੇ ਆਏ ਨੇ, ਧੰਨਵਾਦ ਹੈ। ਦਰਬਾਰਾ ਸਿੰਘ ਜੀ ਮਾਂਗਟ ਕਵਿਸਰੀ ਜਥਾ, ਉਹਨਾਂ ਦਾ ਵੀ ਧੰਨਵਾਦ। ਭਗਵਾਨ ਸਿੰਘ ਜੀ ਸਮਾਲਸਰ ਜੋ ਕਿ ਹਾਂਗਕਾਂਗ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂ ਕੋਈ ਸਟੇਜ ਤੇ ਆ ਜਾਣ। ਭਗਵਾਨ ਸਿੰਘ ਜੀ ਹਾਂਗਕਾਂਗ, ਉਹਨਾਂ ਦਾ ਵੀ ਧੰਨਵਾਦ। ਜਸਪ੍ਰੀਤ ਸਿੰਘ ਜੀ ਬਾਲੀਆਂ ਤੋਂ ਜਥਾ ਲੈ ਕੇ ਪਹੁੰਚੇ ਨੇ, ਧੰਨਵਾਦ ਹੈ। ਜਥੇਦਾਰ ਹਰਮਿੰਦਰ ਸਿੰਘ ਜੀ, ਬਾਰਾ ਸਿੰਘ ਜੀ ਤਰਨਤਾਰਨ ਤੋਂ, ਦਲਵਾਗ ਸਿੰਘ ਜੀ ਸੇਰੋਂ, ਭੁਪਿੰਦਰ ਸਿੰਘ ਜੀ, ਹੀਰਾ ਸਿੰਘ ਜੀ ਭੈਲ, ਮੇਹਰ ਸਿੰਘ ਜੀ, ਜਿਉਣ ਸਿੰਘ ਜੀ, ਉਹ ਸਾਥੀਆਂ ਸਮੇਤ ਪਹੁੰਚੇ ਨੇ। ਬੜਾ ਵੱਡਾ ਕਾਫਲਾ ਲੈ ਕੇ ਪਹੁੰਚੇ ਨੇ। ਹਰਜੀਤ ਸਿੰਘ ਜੀ ਜੋ ਕਿ ਕਰਨਾਲ ਤੋਂ ਪਾਰਟੀ ਦੇ ਸੀਨੀਅਰ ਆਗੂ ਨੇ, ਉਹ ਜਥਾ ਲੈ ਕੇ ਪਹੁੰਚੇ ਨੇ ਹਰਿਆਣੇ ਤੋਂ, ਉਹਨਾਂ ਦਾ ਵੀ ਧੰਨਵਾਦ ਹੈ। ਪਾਰਟੀ ਦੇ ਜਨਰਲ ਸਕੱਤਰ ਭਾਈ ਅਵਤਾਰ ਸਿੰਘ ਜੀ ਖੱਖ, ਉਹ ਵੀ ਪਹੁੰਚੇ ਨੇ, ਧੰਨਵਾਦ ਹੈ। ਸਾਡੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਬਚਨ ਸਿੰਘ ਜੀ ਪੁਆਰ ਬੜਾ ਵੱਡਾ ਜਥਾ ਲੈ ਕੇ ਆਏ ਨੇ, ਧੰਨਵਾਦ ਹੈ। ਸਾਡੇ ਐਡਵੋਕੇਟ ਗੁਰਪ੍ਰੀਤ ਸਿੰਘ ਜੀ ਸੈਣੀ, ਉਹ ਵੀ ਪਹੁੰਚੇ ਨੇ, ਧੰਨਵਾਦ ਹੈ। ਧੰਨਵਾਦ ਹੈ ਬੀਬੀ ਹਰਪਾਲ ਕੌਰ ਸੰਗਰੂਰ ਦਾ, ਧੰਨਵਾਦ ਹੈ ਬੀਬੀ ਮਨਦੀਪ ਕੌਰ ਲੁਧਿਆਣਾ ਦਾ, ਬਹੁਤ ਧੰਨਵਾਦੀਆਂ। ਬੀਬੀ ਕਮਲਜੀਤ ਕੌਰ ਲੋਹਾਰੀਆ ਸਾਹਿਬ ਦਾ, ਉਹ ਵੀ ਸਟੇਜ ਤੇ ਬਿਰਾਜਮਾਨ ਨੇ। ਬੀਬੀ ਬਲਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਸੁਖਜੀਤ ਕੌਰ, ਬੀਬੀ ਸਿਮਰਨਜੀਤ ਕੌਰ ਬਠਿੰਡਾ, ਮੈਂ ਪਹਿਲਾਂ ਵੀ 2 ਵਾਰੀ ਨਾ ਬੋਲਿਆ, ਉਹ ਵੀ ਇੱਥੇ ਪਹੁੰਚੇ ਨੇ। ਕਰਤਾਰ ਸਿੰਘ ਜੀ ਪਠਾਨਕੋਟ, ਮੈਂ ਪਹਿਲਾਂ ਵੀ ਬੋਲ ਚੁੱਕਿਆ, ਉਹਨਾਂ ਦਾ ਵੀ ਧੰਨਵਾਦ। ਚੀਮਾ ਸਾਹਿਬ ਜੋ ਦਫ਼ਤਰ ਦੇ ਇੰਚਾਰਜ ਸਾਹਿਬਾਨ ਨੇ, ਸਰਦਾਰ ਰਣਜੀਤ ਸਿੰਘ ਜੀ ਚੀਮਾ ਸਾਹਿਬ, ਉਹ ਵੀ ਬਿਰਾਜਮਾਨ ਨੇ। ਹਰਪਾਲ ਸਿੰਘ ਜੀ ਖਾਈ ਜੋ ਕਿ ਲਹਿਰੇ ਗਾਗੇ ਤੋਂ ਆਗੂ ਨੇ। ਮੋਹਨ ਸਿੰਘ ਜੀ, ਮਨੋਜ ਸਿੰਘ ਜੀ ਦੋਹਨ, ਉਹ ਵੀ ਇੱਥੇ ਹਾਜ਼ਰ ਨੇ। ਆ ਜਿਹੜਾ ਹੁਣ ਮੈਂ ਅਨਾਉਂਸ ਕਰ ਰਿਹਾ, ਇਹਨੂੰ ਧਿਆਨ ਨਾਲ ਸੁਣਿਓ। ਜਿਸ ਦਿਨ ਇੰਦਰਾ ਗਾਂਧੀ ਦਾ ਪੋਤਾ ਰਾਹੁਲ ਗਾਂਧੀ ਇੱਥੇ ਸ੍ਰੀ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਨਕਮਸਤਕ ਹੋਣ ਆਇਆ, ਉਸ ਮੌਕੇ ਉਹਦੇ ਹੱਥ 'ਚ ਤਿਰੰਗਾ ਝੰਡਾ ਫੜਿਆ ਹੋਇਆ ਸੀ। ਜਦੋਂ ਦਰਬਾਰ ਸਾਹਿਬ 'ਚ ਐਂਟਰੀ ਕਰਨ ਲੱਗਿਆ ਤੇ ਇੱਕ ਨੌਜਵਾਨ, ਆ ਬਾਗ ਸਿਕੰਦਰ ਪਿੰਡ ਹੈ ਨੇੜੇ, ਉੱਥੋਂ ਦਾ ਜੈਮਲ ਸਿੰਘ, ਉਹਨੇ
ਉਹ ਝੰਡੇ ਨੂੰ ਝੁਪਟ ਲਿਆ, ਫੜ ਲਿਆ ਕਿ ਝੰਡਾ ਦਰਬਾਰ ਸਾਹਿਬ 'ਚ ਨਹੀਂ ਜਾ ਸਕਦਾ। ਤੋਂ ਫਤਿਹਗੜ੍ਹ ਸਾਹਿਬ ਦੀ ਜਥੇਬੰਦੀ ਵੱਲੋਂ ਭਾਈ ਜੈਮਲ ਸਿੰਘ ਨੂੰ ਬੇਨਤੀ ਹੈ ਕਿ ਉਹ ਆਪਣਾ ਸਨਮਾਨ ਹਾਸਲ ਕਰਨ। ਧਰਮ ਸਿੰਘ ਜੀ, ਬਾਲਾ ਸਾਹਿਬ, ਲੱਖਾ ਜੀ, ਸਾਰੇ ਉਹਨਾਂ ਦਾ ਸਨਮਾਨ ਕਰਨਗੇ। ਭਾਈ ਜੈਮਲ ਸਿੰਘ ਜੀ ਬਾਗ ਸਿਕੰਦਰ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਭਾਈ ਜੈਮਲ ਸਿੰਘ ਬਾਗ ਸਿਕੰਦਰ ਦਾ ਸਨਮਾਨ ਕਰੋ ਜੀ। ਅਗਲਾ ਬੁਲਾ ਬਹੁਤ ਬਹੁਤ ਧੰਨਵਾਦ ਹੈ। ਮੈਂ ਹੁਣ ਬੇਨਤੀ ਕਰਦਾ ਸੰਗਤ ਦੇ ਨਜ਼ਰ ਕਿ ਸਾਰੀ ਦੁਨੀਆ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪਿਛਲੇ 40 ਸਾਲ ਤੋਂ ਜਿਹੜਾ ਮਾਣ ਡਾਇਸਪੋਰਾ ਸਿੱਖਾਂ ਦਾ ਮਿਲਿਆ ਹੈ, ਉਹ ਜਾਂ ਤਾਂ ਪਾਰਟੀ ਜਾਣਦੀ ਹੈ ਜਾਂ ਉਹ ਸਿੱਖ ਜਾਣਦੇ ਨੇ ਕਿ ਜਿਨ੍ਹਾਂ ਨੇ ਦੁਨੀਆ ਦੇ ਅੱਡ-ਅੱਡ ਦੇਸ਼ਾਂ 'ਚ ਰਹਿੰਦਿਆਂ ਹੋਇਆਂ ਵੀ ਪਾਰਟੀ ਨੂੰ ਪੂਰਾ ਮਾਣ ਦਿੱਤਾ ਹੈ, ਫਾਈਨੈਂਸ਼ੀਅਲ ਸਪੋਰਟ ਦਿੱਤੀ ਹੈ ਤੇ ਆਪਣਾ ਹਰ ਫਰਜ਼ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਉਹਨਾਂ ਦੇ ਨਾਮ ਜਿਹੜੇ ਅੱਜ ਸਟੇਜ ਤੇ ਹਾਜ਼ਰ ਨੇ, ਸਰਦਾਰ ਇੰਦਰਪਾਲ ਸਿੰਘ ਜੀ, ਉਹਨਾਂ ਦੇ ਭਰਾ ਸਿਆਟਲ ਅਮਰੀਕਾ ਦੇ ਵਿੱਚ ਰਹਿੰਦੇ ਨੇ, ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ, ਉਹ ਸਟੇਜ ਤੇ ਬਿਰਾਜਮਾਨ ਨੇ। ਦਰਸ਼ਨ ਸਿੰਘ ਜੀ ਸੰਧੂ, ਕੈਲੀਫੋਰਨੀਆ ਅਮਰੀਕਾ, ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ, ਉੱਥੇ ਸਰਗਰਮੀਆਂ ਕਰਦੇ ਨੇ, ਸਾਰੇ ਅੱਜ ਸਟੇਜ ਤੇ ਬਿਰਾਜਮਾਨ ਨੇ। ਗੁਰਜੋਤ ਸਿੰਘ ਜੀ ਜੋਤੀ, ਜਿਹੜੇ ਪਾਰਟੀ ਦੇ ਜਨਰਲ ਸੈਕਟਰੀ ਮਾਸਟਰ ਕਰਨੈਲ ਸਿੰਘ ਜੀ ਦੇ ਬੇਟੇ ਨੇ, ਉਹ ਕੈਨੇਡਾ ਰਹਿੰਦੇ ਨੇ, ਉਹ ਵੀ ਅੱਜ ਸਟੇਜ ਤੇ ਬਿਰਾਜਮਾਨ ਨੇ। ਪਰਮਜੀਤ ਸਿੰਘ ਜੀ ਸੋਹਲ, ਉਹਨਾਂ ਦੇ ਧਰਮ ਪਤਨੀ ਬੀਬੀ ਜੀ, ਉਹ ਆਏ ਨੇ ਸਟੇਜ ਤੇ, ਦੋਨੇ ਜੀ ਬਿਰਾਜਮਾਨ ਨੇ। ਸਰ ਕਰਨਜੋਤ ਸਿੰਘ ਵਿਰਕ, ਨੌਜਵਾਨ ਬੱਚਾ। ਪਰਮਜੀਤ ਸਿੰਘ ਜੀ ਸੋਹਲ ਫਰਾਂਸ ਤੋਂ ਆਏ ਨੇ, ਜਿਹੜੇ ਕਿ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਵਿੱਚ ਸਟੇਜ ਤੇ ਬੈਠੇ ਨੇ। ਉਹਨਾਂ ਦੇ ਧਰਮ ਪਤਨੀ ਬੀਬੀ ਜੀ ਵੀ ਨਾਲ ਆਏ ਨੇ। ਕਰਨਜੋਤ ਸਿੰਘ ਵਿਰਕ ਸਾਡੇ ਨਾਲ ਇੱਥੇ ਬੱਚਾ ਕੰਮ ਕਰਦਾ ਰਿਹਾ ਹੈ, ਪਾਰਟੀ 'ਚ ਇੱਥੇ ਪੜ੍ਹਦਾ ਵੀ ਰਿਹਾ ਹੈ, ਪਰ ਪਿਛਲੇ 5-7 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦਾ ਹੈ, ਉਹ ਵੀ ਆਏ ਹੋਏ ਨੇ। ਅਵਤਾਰ ਸਿੰਘ ਜੀ ਚੱਕ, ਜਿਹੜੇ ਕਿ ਸੋਸ਼ਲ ਮੀਡੀਆ 'ਚ ਤੁਸੀਂ ਜੋ ਦੇਖਦੇ ਹੋ, ਜਦੋਂ ਵੀ ਕਦੇ ਕੋਈ ਪੋਸਟ ਜਾਂ ਕੋਈ ਘਟਨਾ ਇੰਡੀਆ ਦੇ ਵਿੱਚ ਵਾਪਰਦੀ ਹੈ, ਉਹਦਾ ਜੋ ਜਵਾਬ ਪਾਰਟੀ ਦੇ ਤੌਰ ਤੇ ਦੇਣਾ ਹੁੰਦਾ ਹੈ, ਉਹਦੇ ਵਿੱਚ ਜੇ ਕੁਤਾਈ ਕਦੇ ਕਿਸੇ 1 ਮਿੰਟ ਦੀ ਵੀ ਨਹੀਂ ਕੀਤੀ ਤਾਂ ਉਹਦਾ ਨਾਂ ਅਵਤਾਰ ਸਿੰਘ ਚੱਕ ਹੈ। ਆਹ ਸਟੇਜ ਤੇ ਬੈਠੇ ਹੋਏ ਨੇ। ਭਾਗ ਸਿੰਘ ਜੀ ਨੇਪਾਲ ਤੋਂ ਆਏ ਨੇ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਬਾਰ-ਬਾਰ ਕਿ ਇੱਥੇ ਆ ਕੇ ਉੱਪਰ ਬੈਠੋ, ਪਰ ਉਹ ਸਟੇਜ ਤੇ ਨਹੀਂ ਆਏ। ਉਹਨਾਂ ਨੂੰ ਹੁਣ ਵੀ ਬੇਨਤੀ ਹੈ ਕਿ ਉਹ ਉੱਪਰ ਆ ਕੇ ਇੱਥੇ ਬੈਠਣ। ਸ਼ਮਸ਼ੇਰ ਸਿੰਘ ਜੀ ਫਰਾਂਸ ਤੋਂ ਆਏ ਨੇ। ਪਰਮਿੰਦਰ ਸਿੰਘ ਜੀ ਸੇਠੀ USA ਤੋਂ ਆਏ ਨੇ। ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਹੈ। ਤੇ ਮੈਂ ਕੇਵਲ 2 ਮਿੰਟ ਲਈ ਹਾਜ਼ਰੀ ਕਰਨਜੋਤ ਸਿੰਘ ਵਿਰਕ ਕੈਨੇਡਾ ਤੋਂ ਆਏ ਨੇ, ਉਹਨਾਂ ਨੂੰ ਬੇਨਤੀ ਕਰਦਾ। 1 ਮਿੰਟ ਜੀ, ਹੈ ਜੀ, ਸੰਧੂ ਨੇ ਮੈਨੂੰ ਕਿਹਾ ਵਿਰਕ ਸਾਹਿਬ ਨੂੰ। ਐਡਵੋਕੇਟ ਗਗਨਦੀਪ ਸਿੰਘ ਜੀ ਪਹੁੰਚੇ ਹੋਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੇਰੇ ਇੱਥੇ ਜੋ ਸੂਚਨਾ ਮਿਲੀ ਹੈ, ਮੈਂ ਬਹੁਤ ਧੰਨਵਾਦੀ ਹਾਂ ਮੀਡੀਆ ਦਾ, ਜਿਹਦੇ ਵਿੱਚ ਸੰਗਤ ਟੀਵੀ, ਬੁਰਜ ਟੀਵੀ, ਸਾਡਾ ਟੀਵੀ, USA ਨਿਊਜ਼ 18 ਵੱਡਾ ਚੈਨਲ ਹੈ, ਇਹਨਾਂ ਸਾਰਿਆਂ ਦੇ ਨਾਲ ਹੀ ਹੈ, ਉਹ ਲਾਈਵ ਕਰ ਰਹੇ ਨੇ। ਮਾਨ ਸਾਹਿਬ ਦਾ ਪੇਜ ਜਿਹੜਾ ਕਿਸਾਨ ਸਿਮਰਨਜੀਤ ਸਿੰਘ ਮਾਨ, ਉਹ ਲਾਈਵ ਕਰ ਰਿਹਾ ਹੈ। ਪਿੰਦਰ ਸਿੰਘ, ਨਿਰਭਉ ਪ੍ਰੀਤ ਸਿੰਘ, ਇਹ ਦੋਨੋਂ ਨੌਜਵਾਨ ਪੇਜ ਨੂੰ ਚਲਾਉਂਦੇ ਨੇ, ਸਾਡੇ ਮੀਡੀਆ ਨੂੰ ਦੇਖਦੇ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਕਰਨਜੋਤ ਸਿੰਘ ਜੀ ਵਿਰਕ ਕੇਵਲ 2 ਮਿੰਟ ਲਈ ਹਾਜ਼ਰੀ ਲਵਾਉਣਗੇ, ਜਿਹੜੇ ਕੈਨੇਡਾ ਤੋਂ ਆਏ ਨੇ। ਆ ਜੈਪਾਲ ਸਿੰਘ ਜੀ ਦਾ ਸਨਮਾਨ ਹੋ ਰਿਹਾ। ਬੋਲੇ ਸੋ ਨਿਹਾਲ। ਇਹਨਾਂ ਦੱਸ ਦੋ ਕੀ ਹੈ, ਦੱਸ ਦੋ ਜੀ। ਉਹੀ ਜਿਹੜਾ ਰਾਹੁਲ ਗਾਂਧੀ ਤੋਂ ਜਿਹਨੇ ਤਿਰੰਗਾ ਝੰਡਾ ਖੋਇਆ, ਉਹ ਸ੍ਰੀ ਦਰਬਾਰ ਸਾਹਿਬ 'ਚ ਨਹੀਂ ਜਾਣ ਦਿੱਤਾ, ਉਹਨਾਂ ਦਾ ਸਨਮਾਨ ਜ਼ਿਲ੍ਹਾ ਜਥੇਬੰਦੀ ਵੱਲੋਂ ਕੀਤਾ ਗਿਆ।
ਧੰਨਵਾਦ। ਖਾਲਿਸਤਾਨ ਦਾ ਝੰਡਾ ਲੈ ਕੇ ਉਹਦੇ ਬਰਾਬਰ ਖੜਾ ਹੋਇਆ ਬੋਲੇ ਸੋ ਨਿਹਾਲ। ਧੰਨਵਾਦੀਆਂ ਮਨਜੀਤ ਸਿੰਘ ਜੀ ਰੇਰੂ ਜੋ ਕਿ ਜਲੰਧਰ ਸ਼ਹਿਰੀ ਦੇ ਪ੍ਰਧਾਨ ਨੇ। ਮਨਜੀਤ ਸਿੰਘ ਜੀ ਰੇਰੂ ਉਹਨਾਂ ਦਾ ਧੰਨਵਾਦ ਹੈ। ਮੇਜਰ ਸਿੰਘ ਜੀ ਪੰਦੇਰ ਇਹਨਾਂ ਦਾ ਧੰਨਵਾਦ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਤੇ ਪਹੁੰਚੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾਮ ਜਾਂ ਉਹਨਾਂ ਦੀ ਤਸਵੀਰ ਦੀ ਗੱਲ ਆਉਂਦੀ ਹੈ ਤਾਂ ਅੱਜ ਬਹੁਤ ਵੱਡਾ ਇਸ਼ੂ ਬਣਾਇਆ ਜਾਂਦਾ ਹੈ, ਖਾਸ ਕਰ ਇੰਡੀਆ ਦੇ ਐਲੀਟ ਕਲਾਸ ਵੱਲੋਂ ਜਾਂ ਨੈਸ਼ਨਲ ਮੀਡੀਆ ਵੱਲੋਂ। ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੌਮ ਨੂੰ ਗੁਲਾਮੀ ਦਾ ਜਿਹੜਾ ਉਹ ਅਹਿਸਾਸ ਕਰਾਇਆ, ਜਿਵੇਂ ਕਿ ਤੁਸੀਂ ਅੱਜ ਬੰਦੀ ਸਿੰਘਾਂ ਦਾ ਮਸਲਾ ਦੇਖ ਰਹੇ ਹੋ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤੇ ਸਜ਼ਾਵਾਂ ਪੂਰੀਆਂ ਕਰਨ ਤੋਂ ਉੱਪਰ ਵੀ 4 ਸਾਲ 5 ਸਾਲ ਹੋ ਚੁੱਕੇ ਆ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸੰਤਾਂ ਨੂੰ ਹਮੇਸ਼ਾ ਹੀ ਉਹਨਾਂ ਨੂੰ ਵਾਇਲੈਂਸ ਦੇ ਨਾਲ, ਹਿੰਸਾ ਦੇ ਨਾਲ, ਕਿ ਉਹਨਾਂ ਨੇ ਹਥਿਆਰ ਚੱਕਣ ਲਈ ਕਿਹਾ, ਜੋੜਿਆ ਜਾਂਦਾ ਹੈ। ਪਰ ਉਹਦੇ ਪਿੱਛੇ ਜੋ ਪਿਆ ਕਿ ਜੋ ਉਹਨਾਂ ਨੇ ਪਿੰਡ ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕੀਤਾ, ਪ੍ਰਚਾਰ ਕੀਤਾ, ਉਹ ਕਦੇ ਵੀ ਸਿੱਖਾਂ ਨੂੰ ਜਾਂ ਲੋਕਾਂ ਨੂੰ ਦਿਖਾਇਆ ਨਹੀਂ ਜਾਂਦਾ, ਖਾਸ ਕਰ ਇੰਡੀਆ ਦੇ ਨੈਸ਼ਨਲ ਮੀਡੀਆ ਦੇ ਵੱਲੋਂ। ਜਿਵੇਂ ਕਿ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਾਂ 10ਵੇਂ ਪਾਤਸ਼ਾਹ ਨੇ ਸਿੱਧਾ ਜਿਹੜੇ ਉਹ ਹਥਿਆਰ ਨਹੀਂ ਚੁਕਾਏ। ਉਸ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 4 ਉਦਾਸੀਆਂ ਕੀਤੀਆਂ। ਉਹ ਕਿੰਨੀ ਦੂਰ ਤੱਕ ਜਾ ਕੇ ਉਹਨਾਂ ਨੇ ਧਰਮ ਪ੍ਰਚਾਰ ਕੀਤਾ। ਉਸ ਤੋਂ ਬਾਅਦ ਜੋ ਹਥਿਆਰ ਚੁਕਾਏ ਉਹ 6ਵੇਂ ਪਾਤਸ਼ਾਹ ਨੇ ਸ਼ਸਤਰਧਾਰੀ ਹੋਣ ਲਈ ਕਿਹਾ। ਜਦੋਂ ਅਸੀਂ ਨਾਮ ਬਾਣੀ ਨਾਲ ਜੁੜਾਂਗੇ, ਧਰਮ ਨਾਲ ਜੁੜਾਂਗੇ, ਤਾਂ ਜੋ ਫੇਰ ਸ਼ਸਤਰ ਚੱਕੇ ਜਾਣਗੇ ਤਾਂ ਉਹ ਕਦੇ ਹਿੰਸਾ ਨਹੀਂ ਕਰਨਗੇ, ਉਹ ਕਿਸੇ ਨਿਮਾਣੇ ਜਾਂ ਨਤਾਣੇ ਤੇ ਜ਼ੁਲਮ ਨਹੀਂ ਕਰਨਗੇ। ਇਹੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੀਤਾ। ਉਹਨਾਂ ਨੇ ਦੂਰ ਦੂਰ ਤੱਕ ਜਾ ਕੇ ਅੰਮ੍ਰਿਤ ਸੰਚਾਰ ਕੀਤਾ, ਗੁਰਬਾਣੀ ਨਾਲ ਸਿੱਖਾਂ ਨੂੰ ਜੋੜਿਆ। ਸੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ। ਉਹ ਸਾਡੇ ਹੀਰੋ ਨੇ ਤੇ ਸਦਾ ਰਹਿਣਗੇ। ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ, ਤੇ ਬਹੁਤ ਬਹੁਤ ਧੰਨਵਾਦ ਪਾਰਟੀ ਨੇ ਮੈਨੂੰ ਸਮਾਂ ਦਿੱਤਾ ਸਟੇਜ ਤੋਂ ਬੋਲਣ ਦਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਵਿਰਕ ਸਾਹਿਬ ਦਾ। ਇਸ ਬੱਚੇ ਨੇ ਇਸ ਸਟੇਜ ਦੇ ਉੱਤੇ ਹਰ ਤਰ੍ਹਾਂ ਦੀ ਸੇਵਾ ਨਿਭਾਈ ਹੈ ਜਦੋਂ ਉਹ ਇੰਡੀਆ 'ਚ ਰਹਿੰਦੇ ਸੀ। ਹੁਣ ਮੈਂ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਪਰਮਜੀਤ ਸਿੰਘ ਜੀ ਸੋਹਲ ਜਿਹੜੇ ਫਰਾਂਸ ਤੋਂ ਆਏ ਨੇ, ਉਹ ਵੀ ਚੰਦ ਮਿੰਟਾਂ ਦੇ ਵਿੱਚ ਆਪਣੀ ਹਾਜ਼ਰੀ ਸੰਗਤ ਦੇ ਨਾਲ ਵਿੱਚ ਲਾਉਣਗੇ ਤੇ ਸੰਗਤ ਦੇ ਦਰਸ਼ਨ ਕਰਨਗੇ। ਸਰਦਾਰ ਪਰਮਜੀਤ ਸਿੰਘ ਜੀ ਸੋਹਲ ਫਰਾਂਸ ਤੋਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਦਾ ਆਨੰਦ ਮਾਰੇ ਗੁਰੂ ਰੂਪੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਉਸ ਮਹਾਨ ਕੌਮੀ ਯੋਧੇ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਤੇ ਆਪਾਂ ਇਕੱਠੇ ਹੋਏ ਹਾਂ। ਇਸ ਖੁਸ਼ੀ ਦੇ ਮੌਕੇ ਦੇ ਵਿੱਚ ਮੈਂ ਸਾਰੀ ਹੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਖਾਲਸਾ ਜੀ ਜੋ ਉਸ ਮਹਾਨ ਯੋਧੇ ਦੇ ਜੋ ਬਚਨ ਸਨ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਜਿਹਦੇ ਉੱਤੇ ਸਾਡੇ ਪਾਸ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਚਟਾਨ ਵਾਂਗ ਡਟ ਕੇ ਖੜੇ ਹਨ, ਨਾ ਵਿਕੇ ਹਨ ਨਾ ਝੁਕੇ ਹਨ। ਕਈ ਆਏ ਤੇ ਕਈ ਚਲੇ ਗਏ। ਇਹਨਾਂ ਦੀ ਜੋ ਕੌਮ ਪ੍ਰਤੀ, ਜੋ ਇਹਨਾਂ ਦੇ ਹਿਰਦੇ ਵਿੱਚ ਕੌਮ ਪ੍ਰਤੀ ਦਰਦ ਹੈ, ਉਸ ਦੀ ਮੈਂ ਇੱਕ ਦਾਸਤਾਨ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਕਿ ਸਾਡੇ ਫਰਾਂਸ ਦੇ ਵਿੱਚ 2004 ਦੇ ਵਿੱਚ ਉੱਥੋਂ ਦੀ ਸਰਕਾਰ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਕਿ ਕੋਈ ਵੀ ਬੱਚਾ ਆਪਣਾ ਧਾਰਮਿਕ ਚਿੰਨ੍ਹ ਲੈ ਕੇ ਸਕੂਲ ਜਾਂ ਕਾਲਜ ਵਿੱਚ ਨਹੀਂ ਜਾ ਸਕਦਾ, ਜਿਹਦੇ ਕਰਕੇ ਅਸੀਂ ਬੜੇ ਪਰੇਸ਼ਾਨ ਹੋਏ ਕਿਉਂਕਿ ਸਾਡੀ ਉਹਨਾਂ ਨੇ ਦਸਤਾਰ ਨੂੰ ਇਸ ਧਾਰਮਿਕ ਚਿੰਨ੍ਹ ਦੇ ਵਿੱਚ ਲੈ ਲਿਆ। ਅਸੀਂ ਬਹੁਤ ਪਰੇਸ਼ਾਨ ਹੋਏ। ਅਸੀਂ ਬੜੀ ਹਾਰ ਦਵਾਈ ਕੀਤੀ ਉਸ ਵਕਤ ਦੀ ਸਰਕਾਰਾਂ ਨੂੰ, ਤੇ ਜੇ ਸਾਡੀ ਬਾਹ ਫੜੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਇਹਨਾਂ ਨੂੰ ਤੁਸੀਂ
ਤਾਕਤ ਜਿੰਨੀ ਕਿ ਦਿੱਤੀ ਸੀ ਉਹ ਸਾਰੀ ਨੂੰ ਤਾਕਤ ਨੂੰ ਵਿਖਾਉਂਦਿਆਂ ਹੋਇਆ 2004 ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ ਫਰਾਂਸ ਦੇ ਵਿੱਚ। ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਜ਼ਰੀ ਭਰੀ, ਉੱਥੋਂ ਦੀਆਂ ਸਰਕਾਰਾਂ ਨਾਲ ਗੱਲਾਂ ਕੀਤੀਆਂ, ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਡੇ ਨਾਲ ਜ਼ਿਆਦਤੀ ਕਰ ਰਹੇ ਹੋ। ਠੀਕ ਹੈ, ਸਾਡੇ ਕੋਲ ਰਾਜ ਦੀ ਕਮੀ ਹੈ, ਜੇ ਰਾਜ ਹੁੰਦਾ ਅੱਜ ਇਹ ਮਸਲਾ ਸਾਡਾ ਹੱਲ ਹੋ ਜਾਣਾ ਸੀ। ਅਸੀਂ ਇੱਥੋਂ ਦੀਆਂ ਸਰਕਾਰਾਂ ਦੇ ਹਿੰਦੁਸਤਾਨ ਦੀ ਸਰਕਾਰ ਨੂੰ ਅਸੀਂ ਉੱਥੋਂ ਦੀ ਸਰਕਾਰਾਂ ਨਾਲ ਵੀ ਗੱਲ ਕੀਤੀ, ਕੁਝ MP ਸਨ, ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਕਿ ਤੁਸੀਂ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰੋ। ਅਸੀਂ ਵੀ ਜਦ ਉੱਥੋਂ ਆਵਾਜ਼ ਉੱਠੇਗੀ ਅਸੀਂ ਤੁਹਾਡੀ ਮਦਦ ਕਰਾਂਗੇ, ਇਸ ਕਾਨੂੰਨ ਨੂੰ ਤੁਹਾਡੇ ਤੇ ਲਾਗੂ ਨਾ ਕੀਤਾ ਜਾਏ। ਪਰ ਉਸ ਵੇਲੇ ਜੋ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹ ਵੀ ਇੱਕ ਸਿੱਖ ਸੀ, ਡਾਕਟਰ ਮਨਮੋਹਨ ਸਿੰਘ, ਉਹਦੇ ਕੋਲ ਵੀ ਅਸੀਂ ਆਏ, ਉਸਨੇ ਪੱਲਾ ਝਾੜ ਦਿੱਤਾ ਜੀ ਇਹ ਉਹਨਾਂ ਦਾ ਇੰਟਰਨਲ ਮਸਲਾ ਹੈ। ਜਦੋਂ ਸਰਦਾਰ ਮਾਨ ਸਾਹਿਬ ਨੂੰ ਪਤਾ ਲੱਗਾ, ਇਹਨਾਂ ਨੇ ਇੱਕ ਸੁਝਾਅ ਦਿੱਤਾ, ਠੀਕ ਹੈ ਉਹਨਾਂ ਦਾ ਇੰਟਰਨਲ ਮਸਲਾ ਹੈ, ਉਹਨਾਂ ਦੇ ਨਾਲ ਤੁਹਾਡੇ ਬਿਜ਼ਨਸ ਹਨ, ਮਾਰੀਨ ਖਰੀਦੇ ਹਨ, ਜੰਗੀ ਜਹਾਜ਼ ਖਰੀਦੇ ਹਨ, ਤੁਸੀਂ ਉਹਨਾਂ ਨੂੰ ਉਹ ਕਿਉਂਕਿ ਇਹ ਬਿਜ਼ਨਸਮੈਨ ਕੰਟਰੀ ਹੈ, ਕਮਰਸ਼ੀਅਲ ਲੋਕ ਹਨ, ਤੁਸੀਂ ਇੱਕ ਵਾਰੀ ਸਰਕਾਰ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਹੋ ਕਿ ਅਸੀਂ ਇਹ ਜਿਹੜੇ ਤੁਹਾਡੇ ਸੰਧੀ ਕੀਤੀ ਹੋਈ ਹੈ, ਜੋ ਸਮਝੌਤੇ ਕੀਤੇ ਹੋਏ, ਜੋ ਸਾਡੇ ਨਾਲ ਇਹ ਤੁਹਾਡੀ ਐਗਰੀਮੈਂਟ ਹੋਏ ਹਨ, ਉਹਨਾਂ ਨੂੰ ਅਸੀਂ ਕੈਂਸਲ ਕਰ ਦਿਆਂਗੇ। ਤੇ ਦੇਖੋ ਹਾਂ ਮੰਨਦੇ ਹਨ ਕਿ ਨਹੀਂ। ਪਰ ਇਹੋ ਜੀ ਸੋਚ ਵਾਲੇ ਬਹੁਤ ਘੱਟ ਹਨ। ਉਹ ਤੇ ਗੁਲਾਮ ਸੀਗਾ ਜੋ ਸਾਡਾ ਪ੍ਰਧਾਨ ਮੰਤਰੀ ਬਣਿਆ ਹੋਇਆ ਸੀ, ਉਸਨੇ ਕੋਈ ਗੱਲ ਨਹੀਂ ਕੀਤੀ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੜੇ ਹੀ ਹੁਣੇ ਸਾਡੇ ਪਾਸ ਸਾਡੀ ਪਾਰਟੀ ਦੇ ਜੋ ਯੂਥ ਲੀਡਰ ਹਨ ਸੰਧੜਾ ਸਾਹਿਬ, ਉਹ ਕਹਿ ਕੇ ਗਏ ਹਨ ਕਿ ਲੋਕ ਕਹਿੰਦੇ ਹਨ ਕਿ ਸਿੱਖ ਕੌਮ ਕੋ ਕੋਈ ਲੀਡਰ ਨਹੀਂ ਹੈ। ਲੀਡਰ ਹੈ, ਸਾਨੂੰ ਪਛਾਣਨ ਦੀ ਲੋੜ ਹੈ। ਖਾਲਸਾ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗਾ ਲੀਡਰ ਸਾਨੂੰ ਨਹੀਂ ਮਿਲ ਸਕਦਾ। ਅਸੀਂ ਬਾਹਰ ਵਾਲੇ ਇਹਨਾਂ ਦੇ ਬਹੁਤ ਰਿਣੀ ਹਨ, ਜੋ ਜਦੋਂ ਵੀ ਅਸੀਂ ਆਵਾਜ਼ ਮਾਰਦੇ ਹਾਂ ਜਿੰਨੀ ਤੁਸੀਂ ਤਾਕਤ ਦਿੰਦੇ ਹੋ, ਲੇਕਿਨ ਤਾਕਤ ਤੁਸੀਂ ਫਰਾਂਸ ਵਾਲਿਆਂ ਨੇ ਇੰਡੀਆ ਵਾਲਿਆਂ ਨੇ ਦੇਣੀ ਹੈ। ਉਹਨਾਂ ਨੂੰ ਤੁਸੀਂ ਜ਼ਰੂਰ, ਜੋ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਹਨ, ਇਸ ਸ਼ੁਭ ਦਿਹਾੜੇ ਦੇ ਉੱਤੇ ਅੱਜ ਜਿੰਨੇ ਵੀ ਸੰਗਤ ਬੈਠੀ ਹੋਈ ਹੈ, ਯੂਥ, ਬੀਬੀ, ਬੁੱਢੀਆਂ, ਬੱਚੇ, ਇਹ ਸਾਰੇ ਅੱਜ ਗੁਰੂ ਦੀ ਹਜ਼ੂਰੀ ਵਿੱਚ ਪ੍ਰਣ ਕਰਕੇ ਜਾਓ, ਇੱਕ ਇੱਕ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਦੇ ਕੈਂਡੀਡੇਟ ਨੂੰ ਭੁਗਤਾਉਣੀ ਹੈ। ਮੈਂ ਇੱਕ ਛੋਟੀ ਜਿਹੀ ਗੱਲ ਦੱਸ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ, ਤੇ ਟਾਈਮ ਵੀ ਕਾਫੀ ਹੋ ਗਿਆ ਕਿ ਮੈਂ ਤਾਂ ਜਾਚਕ ਹੋਣਾ ਹੈ। ਸਰਦਾਰ ਸਾਹਿਬ ਸਾਡੇ ਫਰਾਂਸ ਵਿੱਚ ਗਏ, ਉੱਥੇ ਕਿਉਂਕਿ ਫਰਾਂਸ ਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਬੜਾ ਗੂੜਾ ਸੰਬੰਧ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫਰਾਂਸ ਦੇ ਜਰਨਲ ਸਨ, ਉੱਥੋਂ ਦਾ ਜਰਨਲ ਅਲਾਰਡ ਸੀ, ਜੋ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜੋ ਪੜਦਾਦਿਆਂ ਤੋਂ ਤਾਂ ਉੱਤੇ ਦੀ ਪੀੜ੍ਹੀ ਹੈ, ਇਹਨਾਂ ਦੇ ਜਰਨੈਲ ਸਨ, ਜਰਨੈਲ ਬੁੱਧ ਸਿੰਘ। ਉਹ ਜਰਨੈਲ ਦੋਵੇਂ ਇਕੱਠੇ ਕੰਮ ਕਰਦੇ ਸਨ। ਉੱਥੋਂ ਦੇ ਪੈਰਿਸ ਤੋਂ ਕੋ 800 ਕਿਲੋਮੀਟਰ ਦੂਰ ਜੋ ਉਹਦਾ ਸ਼ਹਿਰ ਹੈ ਜਨਰਲ ਅਲਾਰਡ ਦਾ, ਉਹਦਾ ਪੜਪੋਤਾ ਜੋ ਸੀ ਉਸਨੇ ਉਹਦਾ ਬੁੱਤ ਲਗਾਇਆ ਹੋਇਆ ਸੀ ਆਪਣੇ ਪਾਰਕ ਦੇ ਵਿੱਚ, ਵੱਡੀ ਪਾਰਕ ਦੇ ਵਿੱਚ। ਸਰਦਾਰ ਸਿਮਰਨਜੀਤ ਸਿੰਘ ਮਾਨ ਗਏ, ਉੱਥੇ ਦੇਖਿਆ ਵੀ ਇਹਦਾ ਬੁੱਤ ਲੱਗਾ ਹੋਇਆ। ਉਹਦੇ ਪੜਪੋਤੇ ਨੂੰ ਕਿਹਾ ਕਿੰਨਾ ਚੰਗਾ ਹੋਏ ਜੇ ਇਸ ਜਰਨੈਲ ਦੇ ਨਾਲ ਉਸ ਰਾਜੇ ਦਾ ਬੁੱਤ ਵੀ ਲਵਾਇਆ ਜਾਵੇ, ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਵਾਇਆ ਜਾਵੇ। ਇਹ ਇੱਕ ਸੋਚ ਹੈ ਜੋ ਸਿੱਖੀ ਨੂੰ ਬਾਹਰ ਉਭਾਰਨ ਦੀ, ਸਾਡੇ ਵਿੱਚ ਉਹ ਸੋਚ ਨਹੀਂ ਆਈ, ਲੇਕਿਨ ਮਾਨ ਸਾਹਿਬ ਉਹਨਾਂ ਨੇ ਸੁਝਾਅ ਦਿੱਤਾ ਤੇ ਉੱਥੇ ਉਹਦੇ ਪੜਪੋਤੇ ਨੂੰ ਕਿਹਾ। ਫਿਰ ਸਾਡੇ ਨੌਜਵਾਨ ਜੋ ਉੱਥੇ ਦੇ ਜੰਮਪਲ ਹਨ, ਸਰਦਾਰ ਚੈਨ ਸਿੰਘ ਜੀ ਜੋ ਕਿ ਜੇ ਯੂਰਪ ਦੇ ਪ੍ਰਧਾਨ ਹਨ, ਉਹਨਾਂ ਦੇ ਬੇਟੇ ਜੋ ਪੜ੍ਹੇ ਲਿਖੇ ਐਡਵੋਕੇਟ ਹਨ, ਉਹਨਾਂ ਨੇ ਨਾਲ ਲਾ ਕੇ ਹੰਬੜਾ ਮਾਰਿਆ। ਜਿੰਨੀਆਂ ਵੀ ਉਹਨਾਂ ਦੀਆਂ ਇੱਕ ਸ਼ਰਤਾਂ ਸਨ ਉਹਨਾਂ ਨੇ ਪੂਰੀਆਂ ਕੀਤੀਆਂ ਤੇ ਉੱਥੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਲਗਾਇਆ ਗਿਆ, ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸੁਝਾਅ ਸੀ। ਇਹ ਵੱਡੀ ਸੋਚ ਹੈ ਕੌਮ ਦੇ ਵਾਸਤੇ। ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਸਾਡੇ ਕੋਲ ਬਹੁਤ ਤਗੜੇ ਲੀਡਰ ਹਨ, ਸਿਰਫ ਉਹਨਾਂ ਦੇ ਹੱਥ ਮਜ਼ਬੂਤ ਕਰੋ। ਅੱਜ ਪਾਰਲੀਮੈਂਟ ਵਿੱਚ ਤੁਸੀਂ ਭੇਜਿਆ ਪੌਣੇ 5 ਮਿੰਟ ਦੀ ਸਪੀਚ ਦੇ ਵਿੱਚ ਉਹਨਾਂ ਨੇ ਕੀ ਨਹੀਂ ਕਹਿ ਦਿੱਤਾ, ਇੰਟਰਨੈਸ਼ਨਲ ਲੈਵਲ ਤੇ ਜਾਣਾ ਹੈ। ਔਰ ਸਾਨੂੰ ਵੀ ਇਹ ਬਲ ਮਿਲਦਾ ਹੈ ਜਦੋਂ ਸਾਡਾ MP ਇਹ ਗੱਲਾਂ ਇਸ ਦੀਆਂ ਕਰਦੇ ਹਨ। ਅਸੀਂ ਉਹਨਾਂ ਦੇ ਸਰਕਾਰਾਂ ਨੂੰ ਕਹਿੰਦੇ ਹਾਂ ਆ ਦੇਖੋ ਸਾਡੇ ਚੁਣੇ ਹੋਏ ਨੁਮਾਇੰਦੇ ਰੋ ਰਹੇ ਹਨ ਤੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਹਾਨੂੰ ਦੁੱਖ ਕੋਈ ਨਹੀਂ ਹੈ ਉੱਥੇ। ਇਹਦੇ ਵਾਸਤੇ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਇੱਥੇ ਪ੍ਰਣ ਕਰਕੇ ਜਾਇਓ। ਸਾਰੇ ਹੀ ਤੁਸੀਂ ਵੋਟਾਂ ਜਿਹੜੀਆਂ ਹਨ ਉਹ ਮਾਨ ਸਾਹਿਬ ਨੂੰ ਭੁਗਤਾਉਣੀਆਂ ਚਾਹੀਦੀਆਂ ਹਨ। ਉਹ ਆਪਣੇ ਹੋਰ ਵੀ ਸਕੇ ਸੰਬੰਧੀਆਂ ਨੂੰ ਪ੍ਰੇਰ ਕੇ ਇਸ ਪਾਸੇ ਲਿਆਓ ਤਾਂ ਕਿ ਕੌਮ ਦੀ ਬੋੜੀ ਹੋ ਸਕੇ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੱਥੇ ਹੀ ਕਿਮਦਾ ਜਾਚਕਾਂ ਕੋਈ ਕਿਹਾ ਗਿਆ ਮਾਫ ਕਰਨਾ। ਵਾਹਿਗੁਰੂ ਜੀ ਕੇ ਖਾਲਸਾ, ਵਾਹਿਗੁਰੂ ਜੀ ਕਾ ਫਤਿਹ। ਬਹੁਤ ਧੰਨਵਾਦ ਸੋਹਲ ਸਾਹਿਬ ਜੀ ਦਾ।
ਆ ਦੇਖੋ ਕਿੰਨੇ ਉਤਸ਼ਾਹ ਦੇ ਨਾਲ ਆ ਬੀਬੀਆਂ ਜਥੇ ਲੈ ਕੇ ਪਹੁੰਚ ਰਹੀਆਂ ਨੇ। ਸਾਡੀਆਂ ਬੱਚੀਆਂ ਇਹ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਨਿਸ਼ਾਨੀ ਹੈ। ਇਹ ਸਿੱਖ ਕੌਮ ਦੀ ਚੇਤਨਤਾ ਦੀ ਨਿਸ਼ਾਨੀ ਹੈ। ਜਦੋਂ ਇਹ ਨੌਜਵਾਨ, ਜਦੋਂ ਸਾਡੇ ਬੱਚੇ, ਉਹ ਵੀ ਖਾਸ ਕਰਕੇ ਉਸ ਮਜ਼ਹਬ ਚੋਂ ਜਿਸ ਮਜ਼ਹਬ ਤੇ ਅੱਜ ਮੋਦੀ ਹੁਕੂਮਤ ਜ਼ੁਲਮ ਢਾ ਰਹੀ ਹੈ, ਮੁਸਲਮਾਨ ਬਰਾਦਰੀ ਚੋਂ, ਭਾਈਚਾਰੇ ਤੋਂ ਇਹ ਬੀਬੀਆਂ ਦਾ ਜਥਾ ਪਹੁੰਚਿਆ। ਇਹਨਾਂ ਦਾ ਜਥੇ ਦੇ ਪਹੁੰਚਣ ਤੇ ਸਾਰੀ ਪਾਰਟੀ ਵੱਲੋਂ ਧੰਨਵਾਦ ਜੀ। ਹਾਕਮ ਸਿੰਘ ਜੀ ਥੂਹੀ ਜੋ ਕਿ ਸਰਬੱਤ ਖਾਲਸਾ ਸੇਵਾ ਦਲ ਚੇਅਰਮੈਨ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਅਮਰੀਕ ਸਿੰਘ ਨੰਗਲ, ਉਹਨਾਂ ਦਾ ਵੀ ਧੰਨਵਾਦ ਹੈ। ਕੁਲਵੰਤ ਸਿੰਘ ਜੀ, ਜੰਮੂ ਤੋਂ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਨੇ। ਨਿਰਮਲ ਸਿੰਘ ਜੀ ਜੋਗੇਵਾਲਾ ਜੋ ਕਿ ਪੰਥਕ ਢਾਡੀ ਜਥਾ ਹੈ। ਭਾਈ ਬਲਵਿੰਦਰ ਸਿੰਘ ਜੀ ਮੰਡੇਰ, ਭਾਈ ਗਿਆਨ ਸਿੰਘ ਜੀ ਬੜਲਾਡਾ, ਮੈਂ ਕਿਹਦਾ ਨਾਂ ਲਵਾਂ। ਬੜੇ ਸਤਿਕਾਰਯੋਗ ਆਗੂ ਸਾਹਿਬਾਨ ਬੈਠੇ ਨੇ। ਗੁਰਦਰਸ਼ਨ ਸਿੰਘ ਜੀ ਅਮਰਗੜ੍ਹ, ਮਹਿਕਪ੍ਰੀਤ ਸਿੰਘ ਜੀ ਅਮਰਗੜ੍ਹ, ਉਹ ਸਾਥੀਆਂ ਸਮੇਤ ਪਹੁੰਚੇ ਨੇ। ਬਹੁਤ ਧੰਨਵਾਦ। ਜਿੰਨੇ ਵੀ ਕਦਮ ਚੱਲ ਕੇ ਆਏ ਹੋ ਸਿਰ ਮੱਥੇ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਹੈ। ਮੈਂ ਹੁਣ ਬੇਨਤੀ ਕਰਕੇ ਜਿਹੜੇ ਨੌਜਵਾਨ ਨੂੰ ਇਸ ਜ਼ਾਲਮ ਸਰਕਾਰ ਨੇ ਹਰਿਆਣੇ ਦੇ ਜਾਟ ਨੌਜਵਾਨ ਨੂੰ ਕੈਦ ਕਰਤਾ ਸੀ, ਜੇਲ੍ਹ ਵਿੱਚ ਜਾ ਕੇ ਪੜ੍ਹਾਈ ਕਰਕੇ ਉਹਨੂੰ ਪਤਾ ਲੱਗਿਆ ਕਿ ਸਿੱਖ ਧਰਮ ਹੀ ਇੱਕ ਐਸਾ ਧਰਮ ਹੈ ਜਿਹਦੇ ਸਭ ਦੀ ਬਰਾਬਰਤਾ ਹੈ। ਮਨੋਜ ਤੋਂ ਮਨੋਜ ਸਿੰਘ ਦੂਹਨ ਬਣ ਗਏ। ਉਹਨਾਂ ਨੂੰ ਬੇਨਤੀ ਕਰਾਂਗਾ ਕਿ 5 ਮਿੰਟ ਦੇ ਵਿੱਚ ਆਪਣੀ ਗੱਲ, ਕਿਉਂਕਿ ਬਹੁਤ ਲਰਨਡ ਬੁੱਧੀਜੀਵੀ ਨੇ, ਉਹ 5 ਮਿੰਟ ਦੇ ਵਿੱਚ ਆਪਣੀ ਗੱਲ ਪਲੀਜ਼ ਸਟੇਜ ਤੇ ਰੱਖਣਗੇ। ਸਰਦਾਰ ਮਨੋਜ ਸਿੰਘ ਜੀ ਦੂਹਨ ਜਿਹੜੇ ਕਿ ਹਰਿਆਣੇ ਤੋਂ ਨੇ, ਆਓ ਜੀ। वाहेगुरु जी का खालसा, वाहेगुरु जी की फतेह। श्री गुरु ग्रंथ साहिब जी की पावन हुजूरी में मैं अपनी बात शुरू करता हूं। यूनाइटेड पंजाब में जब पूरा पंजाब हमारा इकट्ठा था तो 1923 में लाहौर में मियां सर फजले हुसैन साहब और सर छोटू राम जी, इन्होंने एक पॉलिटिकल पार्टी बनाई थी जिस पॉलिटिकल पार्टी का नाम था नेशनल पंजाब यूनियनिस्ट पार्टी। और इस पॉलिटिकल पार्टी ने 1923 से लेकर 1947 तक यूनाइटेड पंजाब पर हुकूमत की। बापू सरदार जोगेंद्र सिंह मान जी, माननीय सरदार सिमरनजीत सिंह मान जी के फादर, आप भी यूनियनिस्ट पार्टी के एमएलसी थे, एमएलए थे। तो जब सर छोटू राम जी ने यह पार्टी बनाई तो एक कानून यूनियनिस्ट पार्टी ने पंजाब असेंबली में पास किया कि किसान की, जमींदार की न जमीन को रख हो सकती है, न उसके खेत को रख होंगे, न उसके बैल को रख होंगे, न उसका घर को रख होगा। तो जब ये कानून बना तो गोकुल चंद नारंग पंजाब असेंबली में खड़ा हुआ। उसने कहा कि ये जो कानून सर छोटू राम ने बनाया है, इस कानून की वजह से अब पंजाब के अंदर किसान के न बैल को रख हो सकते हैं, न जमीन को रख हो सकती है, न उसका घर को रख हो सकता है। तो अब कुर्की के लिए रह क्या गया है? अब कुर्की हम किसकी करेंगे? तो सर छोटू राम ने कहा कि ये जो तुम्हारी मानसिकता है पंजाब के किसानों का लहू चूसने की, इस मानसिकता को हम पंजाब की धरती पर कुरक कर देंगे। तो ये यूनियनिस्ट पार्टी, इसने पंजाब के अंदर लालाओं को खूडे लाइन लगा दिया था। लेकिन बड़े दुख की बात है कि आज उसी पंजाब में जो है लाले हुकूमत कर रहे हैं, हरियाणा के अंदर भी और पंजाब के अंदर भी। और ये हुकूमत करें कोई बात नहीं, जमहूरियत है, डेमोक्रेसी है। लेकिन दुख इस बात का है कि अभी 2 दिन पहले फरीदाबाद से मुख्यमंत्री खट्टर की एक वीडियो वायरल हुई कि अरदास चल रही है और खट्टर साहब नंगे सिर खड़े हैं।
नंगे सिर खड़ा होना वैसे भी पाप है, लेकिन श्री गुरु ग्रंथ साहिब की पावन हुजूरी में खट्टर जो है वो नंगे सिर खड़ा है। फर्ज करें हम लोग राम मंदिर के अंदर जूते पहनकर जाएं तो अच्छी बात नहीं होगी। इसी तरीके से हमारे धर्म में इंटरफेयर जो है ये लोग कर रहे हैं। किस लिए कर रहे हैं? क्योंकि हमारा राज नहीं है। किस लिए कर रहे हैं? क्योंकि हमारा देश नहीं है। और हमें जिस शख्सियत ने जगाया, संत जरनैल सिंह जी भिंडरवाला जी, जो जर्नैलों के जर्नैल हैं, अगर आप नहीं होते तो ये ब्राह्मणवादी लोग, ये सनातनी सिख जो हैं आज हमें जो है रहत मर्यादा को नहीं रहने देते। और मैं हरियाणा से आया हूं, रोहतक से। आपको मैं सच बात बताऊं, किसान आंदोलन के बाद हमारी कौम को, जाट कौम को, पूरे हरियाणा की जाट कौम को एक बात समझ आ चुकी है कि अगर इस पंजाब को बचाना है, हरियाणा को बचाना है, देश को बचाना है, तो केवल एक ही शख्सियत है, संत जरनैल सिंह जी भिंडरवाला जी, जिनके नक्शे कदम पर चलकर हम इस देश को बचा सकते हैं। और आपको मैं दिल की बात बताऊं, संत जी की बात को आगे बढ़ाकर मैं इस बात को कहना चाह रहा हूं कि जितना संत जी ने नहीं सोचा होगा, जितना उन्होंने नहीं सोचा होगा, क्योंकि ये लोग कहते हैं कि संत जी ने अपने मुंह से नहीं कहा तो कम से कम सोचा तो होगा। तो जितना संत जी ने नहीं सोचा था, मैं आपको सच बात बताऊं, सर छोटू राम जी को मैं जो है उनको जो है साक्षी मानकर अपनी नजरों में रख के ये कहना चाहता हूं कि जितना संत जी ने नहीं सोचा था, उससे बड़ा खालिस्तान बनेगा। और दुनिया की कोई भी ताकत हमें हमारा देश प्राप्त करने से नहीं रोक सकती। संत जी की विचारधारा ये है कि हम लोग जो हैं अपने जो है वजूद में रहें, हम लोग अपनी खुदी में रहें, हम लोग अपने जमीर में रहें। यही मुझे कहना था। वाहे गुरु जी का खालसा, वाहे गुरु जी की फतेह। बहुत बहुत धन्यवाद है दूहन साहब दा। ये गल्लां नोट करया करो। साडे ते किन्ना तशद्दद होया है कि तुसी संत जरनैल सिंह जी दा नाम नहीं बोलना। कदे टाइम होया जरूर दसूंगा सोशल मीडिया च कि आ दिन किवें मनाया है। आ हजे तां साडे कोल जिंदा बैठा है सरदार सिमरनजीत सिंह मान, जिन्हें हिंदुस्तान दी इस स्टेट दी पॉलिसी फेल करन दे लई ते तुहाडे दिलां दे विच वसदा संत जरनैल सिंह जिंदा रखिया। वो बहुत वड्डी लड़ाई हुंदी है जदों तुहाडी याद दे विचों तुहाडे हीरो कढे जांदे ने। मैं इत्थे भुल गया, माफ करियो। अज गुरु गोबिंद सिंह जी दे दो पुत्रां दा जन्मदिन मना रहे हैं असीं। साहबजादा अजीत सिंह जी, संत जरनैल सिंह जी पिंडरां वाले। इन्हां दोहां साहबजादियां दा एक नादी है, एक बिंदी है। एक उन्होंने परिवार चो है, एक उन्होंने सिद्धांत का पुत्र है, पर दोनों का इखलाक उन्ना उच्चा है कि अज असी दोहां दे दिन भी बराबर आ गए। जन्मदिन फतेहगढ़ साहिब की पवित्र धरती ते मना रहे हैं। मैं हुण बड़े दुख नाल अपने दो जरनल सकत्तरां साहब का ना कट के भाव तुहाडे हाजिर नहीं कर सकता। समय की नजाकत नूं देखना पैंदा। संगत दूर दूर तो आई है। सरदार कुलदीप सिंह भागोवाल साहब का मैं बहुत धन्यवाद करदा। मैं उन्होंने टाइम नहीं अज दे सकांगा, मेरे परम मित्र ने। ते सरदार मास्टर करनैल सिंह जी नारीके साहब, उन्होंने भी मैं अज टाइम नहीं दे सकांगा। जल्दी नाल मैं बेनती करांगा कि गुरसेवक सिंह जी जवारके साहब आके अपना 2-4 मिनटां च हाजरी लवाउण। सरदार गुरसेवक सिंह जी जवारके। बहुत ही खुशी की गल है कि संत जरनैल सिंह भिंडरां वालियां दे होनहार भतीजी बीबी रुपिंदर कौर पहुंचे ने। उन्हां दा इत्थे पहुंचण ते धन्नवाद है। साहिब श्री गुरु ग्रंथ साहिब जी की पवित्र हजूरी दे विच बैठी हुई संगत,
ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਸਮੂਹ ਲੀਡਰਸ਼ਿਪ, ਮੈਂ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਫਤਿਹ ਬੁਲਾਉਣਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ। 1984 ਦੇ ਵਿੱਚ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਭਾਵੇਂ ਜਿਹੜੀਆਂ ਫੌਜਾਂ ਹੁੰਦੀਆਂ, ਫੌਜਾਂ ਸਟੇਟ ਦੀਆਂ ਬਾਹਰਲੇ ਸੂਬਿਆਂ ਨਾਲ ਲੜਾਈ ਕਰਨ ਵਾਸਤੇ ਹੁੰਦੀਆਂ, ਪਰ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਡੇ ਧਰਮ ਦੇ ਉੱਤੇ, ਅਕਾਲ ਤਖਤ ਸਾਹਿਬ ਤੇ ਫੌਜਾਂ ਚੜਾਈਆਂ ਜਿਵੇਂ ਕੋਈ ਬਾਹਰਲੇ ਦੇਸ਼ ਨਾਲ ਲੜਾਈ ਕਰਨੀ ਹੁੰਦੀ ਹੈ। ਸਾਧ ਸੰਗਤ ਜੀ, ਉਹਨਾਂ ਦਾ ਮੁਕਾਬਲਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ। ਸਾਧ ਸੰਗਤ ਜੀ, ਉਹਨਾਂ ਫੌਜਾਂ ਨੂੰ ਬੇਸ਼ੱਕ 2 ਜੂਨ ਤੋਂ ਲੈ ਕੇ 6 ਜੂਨ ਤੱਕ ਲੜਾਈ ਚੱਲਦੀ ਰਹੀ, ਫੌਜਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਸਾਧ ਸੰਗਤ ਜੀ, ਜਿਹੜਾ ਬੰਦਾ ਆਪਣੀ ਕੌਮ ਦੇ ਪਿੱਛੇ, ਆਪਣੇ ਧਰਮ ਦੇ ਪਿੱਛੇ, ਆਪਣੇ ਸਮਾਜ ਦੇ ਪਿੱਛੇ, ਦੱਬੇ ਕੁਚਲੇ ਲੋਕਾਂ ਦੇ ਪਿੱਛੇ, ਜਿਵੇਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਲੰਮੇ ਸਮੇਂ ਤੋਂ ਜਦੋਜਹਿਦ 40 ਸਾਲ ਤੋਂ ਕਰ ਰਹੇ ਨੇ। ਸਾਧ ਸੰਗਤ ਜੀ, ਸਮੇਂ-ਸਮੇਂ ਤੇ ਜਿਵੇਂ ਸਮੇਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੇਸ਼ੱਕ ਮੋਰਚਾ 2 ਸਾਲ ਹੋ ਗਏ, ਪਹਿਲਾਂ ਵੀ 6 ਮਹੀਨੇ ਤੁਸੀਂ ਬਹੁਤ ਮਿਹਨਤ ਕਰੀ, ਪਰ ਸਾਡੀ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਬਾਦਲ ਨੇ ਤਾਂ ਇਨਸਾਫ ਦੇਣਾ ਹੀ ਕੀ ਸੀ, ਬਾਦਲ ਨੇ ਤਾਂ ਸਾਰੀ ਕਾਰਵਾਈ ਕਰੀ ਸੀ। ਸਾਧ ਸੰਗਤ ਜੀ, ਸੌਦੇ ਸਾਧ ਨੂੰ ਮਾਫੀਨਾਮਾ ਬਾਦਲ ਨੇ ਦਿੱਤਾ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜਦੋਂ 10ਵੇਂ ਪਾਤਸ਼ਾਹ ਦਾ ਸਵਾਗ ਰਚਿਆ ਤਾਂ ਸਾਧ ਸੰਗਤ ਜੀ ਉਹਦੀ ਪੁਸ਼ਟ ਪਨਾਹੀ ਵੀ ਬਾਦਲ ਨੇ ਕਰੀ। ਉਹਦਾ ਕੇਸ ਜਿਹੜਾ ਰਜਿਸਟਰਡ ਹੋਇਆ ਬਠਿੰਡੇ 'ਚ, ਬਾਦਲ ਨੇ ਆਪਦੀ ਨੂੰਹ ਹਰਸਿਮਰਤ ਕੌਰ ਦੀਆਂ ਵੋਟਾਂ ਪਿੱਛੇ ਉਹ ਜਿਹੜਾ ਕੇਸ ਬਣਾਇਆ ਸੀ ਉਹਦੀ ਕੈਂਸਲੇਸ਼ਨ ਭਰਤੀ। ਫਿਰ ਸਾਧ ਸੰਗਤ ਜੀ, ਸੌਦੇ ਸਾਧ ਨੇ ਆਪਦੇ ਡੇਰੇ ਦੇ ਵਿੱਚ ਸਾਜ਼ਿਸ਼ ਬਣਾਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਵੇ। ਮੈਂ ਨਹੀਂ ਕਹਿੰਦਾ, ਜਿਹੜੀ ਸਟੇਟ ਦੀ SIT ਬਣੀ ਹੈ ਉਹਨਾਂ ਨੇ ਖੂਬ ਸਾਧ ਸੰਗਤ ਜੀ ਉਹ 'ਚ ਮੈਂਸ਼ਨ ਕੀਤਾ, ਪਰ ਸਾਧ ਸੰਗਤ ਅੱਜ ਤੱਕ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਆਇਆ ਤੇ ਉਦੋਂ ਬਾਅਦ ਚੰਨੀ ਆਇਆ, ਚੰਨੀ ਨੇ ਕੋਈ ਇਨਸਾਫ ਨਹੀਂ ਦਿੱਤਾ। 1 ਮਿੰਟ ਮੈਨੂੰ ਬੋਲ ਲੈਣ ਦਿਓ, ਮੈਨੂੰ ਡਿਸਟਰਬ ਨਾ ਕਰੋ। ਉਦੋਂ ਬਾਅਦ ਸਾਧ ਸੰਗਤ ਜੀ, ਕੈਪਟਨ ਅਮਰਿੰਦਰ ਸਿੰਘ ਆਇਆ, ਕੈਪਟਨ ਅਮਰਿੰਦਰ ਸਿੰਘ ਉਹਨੇ ਕੋਈ ਇਨਸਾਫ ਨਹੀਂ ਦਿੱਤਾ, ਉਹਨੇ ਝੂਠੀਆਂ ਸੌਹਾਂ ਗੁਟਕਾ ਸਾਹਿਬ ਚੱਕ ਕੇ ਖਾਧੀਆਂ। ਤੇ ਸਾਧ ਸੰਗਤ ਜੀ, ਤੇ ਆ ਜਿਹੜਾ ਕੇਜਰੀਵਾਲ ਹੈ, ਕੇਜਰੀਵਾਲ ਤੇ ਭਗਵੰਤ ਮਾਨ ਫਰਜ਼ੀ ਮੁੱਖ ਮੰਤਰੀ, ਇਹ ਕਹਿੰਦੇ ਸੀ ਅਸੀਂ 24 ਘੰਟੇ ਜਿਹੜਾ ਇਨਸਾਫ ਦੇਵਾਂਗੇ, ਪਰ ਸਾਧ ਸੰਗਤ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਤੁਸੀਂ ਦੇਖਿਆ ਲੋਕਾਂ ਦਾ ਯਾੜਾ ਕੀਤਾ ਹੈ। ਫਿਰੋਜ਼ਪੁਰ ਦੇ ਵਿੱਚ ਫੈਕਟਰੀ ਲੱਗੀ ਹੈ, ਬੇਸ਼ੱਕ ਉਹਨੇ ਆਰਜੀ ਤੌਰ ਤੇ ਬੰਦ ਕਰਤੀ, ਉਹਦਾ ਕੋਈ ਲਿਖਤੀ ਆਰਡਰ ਨਹੀਂ ਕੀਤਾ। ਹੋਰ ਵੀ ਬੜੀਆਂ ਗੱਲਾਂ ਨੇ। ਸਾਧ ਸੰਗਤ ਜੀ, ਸਮਾਂ ਘੱਟ ਹੈ, ਪ੍ਰਧਾਨ ਜੀ ਨੇ ਬੋਲਣਾ। ਮੈਂ ਸਮਝਦਾ ਵੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਤਾਂ ਕੋਈ ਬੰਦੀ ਸਿੰਘਾਂ ਦਾ ਬੇਸ਼ੱਕ ਮੋਰਚਾ ਲੱਗਿਆ ਹੈ, ਇਹ ਸਾਨੂੰ ਲੱਗਦਾ ਹੈ ਕਿ ਕੋਈ ਇਨਸਾਫ ਦੀ ਕਿਰਨ ਨਹੀਂ ਜਾਗਦੀ। ਮਾਨ ਸਾਹਿਬ ਨੂੰ 5 ਮਿੰਟ ਬੋਲਣ ਵਾਸਤੇ ਪਾਰਲੀਮੈਂਟ 'ਚ ਮਿਲੇ ਸੀ, ਇਹਨਾਂ ਨੇ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ, ਕਿਸਾਨਾਂ ਦੀ ਗੱਲ ਕੀਤੀ, ਭਾਵਾਂ ਦੀ ਗੱਲ ਕਰੀ, ਬੇਅਦਬੀ ਦੀ ਗੱਲ ਕਰੀ, ਸਾਧ ਸੰਗਤ ਜੀ ਬਾਈਬਲ ਕਲਾਂ ਦੀ ਗੱਲ ਕਰੀ, ਸਾਰੀਆਂ ਗੱਲਾਂ ਕੀਤੀਆਂ। ਪਰ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ, ਜਿਹੜਾ ਮੋਦੀ ਹੈ, ਉਹ ਹਿੰਦੂ ਰਾਸ਼ਟਰ ਚਾਹੁੰਦਾ ਹੈ। ਸਾਧ ਸੰਗਤ ਜੀ, ਇਸੇ ਕਰਕੇ ਸਾਡੇ ਇੱਕ ਗੱਲ ਦਾ ਇਨਸਾਫ ਮਿਲਦਾ ਤੇ ਦੂਜਾ ਟੋਆ ਪੜ ਦਿੰਦੇ ਆ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਇੱਥੇ ਆਪਣੀ ਸਪੀਚ ਖਤਮ ਕਰਦਾ। ਪ੍ਰਧਾਨ ਜੀ ਨੇ ਬੋਲਣਾ ਹੈ। ਸਾਰੀ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਹੈ ਸਰਦਾਰ ਜਵਾਰਕੇ ਸਾਹਿਬ ਦਾ। ਮੈਂ ਹੁਣ ਬੇਨਤੀ ਕਰਦਾ ਕਿ 2-3 ਮਿੰਟ ਦੇ ਵਿੱਚ ਗੁਰਜੋਤ ਸਿੰਘ ਜੋਤੀ ਜਿਹੜੇ ਪਾਰਟੀ ਦੇ ਕੈਨੇਡਾ ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਨੇ ਤੇ ਉਹ ਹਾਜ਼ਰ ਨੇ ਇੱਥੇ। ਉਹਨਾਂ ਨੂੰ ਬੇਨਤੀ ਕਰਾਂਗਾ ਕਿ 2-3 ਮਿੰਟ ਵਿੱਚ ਆਪਣੀ ਹਾਜ਼ਰੀ ਅਰਥ ਭਰਪੂਰ ਜ਼ਰੂਰ ਲਵਾਉਣ। ਗੁਰਜੋਤ ਸਿੰਘ ਜੋਤੀ ਕੈਨੇਡਾ। परम सत्कारयोग गुरु रूप खालसा जी, सब तो पहला मैं निमरता सहित आप जी नूं फतेह अर्ज करदा ਅਤੇ ਕੋਟ ਅਨਕੋਟ ਧੰਨਵਾਦ ਕਰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਸਾਨੂੰ ਤਾਕਤਾਂ ਦਿੱਤੀਆਂ ਨੇ ਕਿ ਅਸੀਂ ਸਿੱਖ ਕੌਮ ਦੀ ਸੇਵਾ ਕਰ ਸਕੀਏ। ਗੱਲਾਂ 3 ਨੇ, ਮੈਂ 2 ਮਿੰਟ ਚ ਹੀ ਕਰਨੀਆਂ ਨੇ। 3 ਵਧਾਈਆਂ ਮੈਂ ਤੁਹਾਨੂੰ ਦੇਣੀਆਂ ਨੇ। ਜਿਹੜੀ ਮੈਂ ਅੱਜ ਗੱਲ ਕਰ ਰਿਹਾ ਇਹ ਸਾਰੀ ਦੁਨੀਆ ਦੇ ਵਿੱਚ ਜਾਂਦੀ ਹੈ, ਸਾਰੇ ਬੁਲਾਰਿਆਂ ਦੀ ਗੱਲ ਸਾਰੀ ਦੁਨੀਆ 'ਚ ਜਾਣੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਨਮ ਦਿਨ ਦੀ। ਉਸ ਤੋਂ ਅਗਲੀ ਤੁਹਾਨੂੰ ਮੁਬਾਰਕਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜ਼ਿੰਦਗੀ ਦੇ ਆਖਰੀ ਪਲਾਂ ਦੇ ਵਿੱਚ ਆ ਕੇ ਆ ਜਿਹੜੀ ਸਾਰੀ ਟੀਮ ਬੈਠੀ ਹੈ ਸਟੇਜ ਦੇ ਉੱਤੇ, ਇਹ ਸਾਰਾ ਸਾਡਾ ਮੂਲ ਹੈ। ਆਪਾਂ ਬਜ਼ੁਰਗ ਗੱਲ ਕਰਦੇ ਹੁੰਦੇ ਆ, ਮੈਂ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਅਸੀਂ ਸਾਰੇ ਜੰਗ ਆ, ਚਾਹੇ ਉਹ ਸਰਦਾਰ ਅੰਮ੍ਰਿਤਪਾਲ ਸਿੰਘ ਹੈ, ਚਾਹੇ ਉਹ ਅੰਮ੍ਰਿਤਪਾਲ ਸਿੰਘ ਛੰਦੜ ਹੈ, ਚਾਹੇ ਸਰਦਾਰ ਗੋਬਿੰਦ ਸਿੰਘ ਹੈ, ਚਾਹੇ ਸਰਦਾਰ ਇਮਾਨ ਸਿੰਘ ਇਮਾਨ ਹੈ, ਪਰ ਅਸੀਂ ਸਾਰੇ ਆ ਮੂਲ ਕਰਕੇ ਤੁਹਾਡੇ ਅੱਗੇ ਆਏ ਆ ਤੇ ਅੱਗੇ ਆਉਣਾ ਹੈ। ਤੇ ਤੀਸਰੀ ਮੁਬਾਰਕਬਾਦ ਉਹ ਇਹ ਹੈ ਕਿ ਜਿਹੜੀ ਤੁਸੀਂ ਲੰਮੀ ਸਟਰਗਲ ਕੀਤੀ ਹੈ। ਅੱਜ ਕਹਿ ਦਿੰਦੇ ਆ ਬਾਦਲ ਕੇ ਕਾਂਗਰਸੀਏ ਆਮ ਆਦਮੀ ਵਾਲੇ ਕਿ ਰਾਜ ਦੀ ਗੱਲ ਕਰਨ ਨਾਲ ਵੋਟਾਂ ਘਟ ਜਾਂਦੀਆਂ ਨੇ। ਦੁਨੀਆ ਦੇ ਵਿੱਚ BBC ਨੇ ਇਹ 5000 ਫਿਲਾਸਫਰਾਂ ਦੀ ਡਿਊਟੀ ਲਾ ਕੇ ਇਹ ਪਤਾ ਕੀਤਾ ਕਿ ਦੱਸੋ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਰਾਜ ਕਿਹੜਾ। ਉਹ ਕਿਹੜਾ ਰਾਜ ਹੈ ਜਿਹਦੀ ਤੁਸੀਂ ਗੱਲ ਕਰਦੇ ਹੋ? ਉਹ ਰਾਜ ਦੁਨੀਆ ਦੇ ਵਿੱਚ ਇਹ ਬਾਦਲ ਕੇ ਜਿਹੜੇ ਅੰਦਰ ਵੜ ਗਏ ਆ, ਕੈਪਟਨ ਅਮਰਿੰਦਰ ਸਿੰਘ ਜਿਹੜਾ ਮਹਿਲਾਂ 'ਚ ਵੜ ਗਿਆ, ਇਹ ਕੇਜਰੀਵਾਲ ਦੇ ਲਾਲੇ ਦੀ ਸਾਡੇ ਵੱਲ ਪਿੱਠ ਹੈ। ਪਰ ਇਹਨਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਸਾਰੇ ਦੁਨੀਆ ਦਾ ਬੈਸਟ ਰਾਜ ਆ ਜਿਹੜਾ ਉਹ ਸਿੱਖਾਂ ਦਾ ਰਾਜ ਹੈ। ਮੈਂ ਕੈਨੇਡਾ ਦੀ ਧਰਤੀ ਤੋਂ ਆਇਆ। ਸਰਦਾਰ ਇਮਾਨ ਸਿੰਘ ਇਮਾਨ ਗੱਲ ਕਰਕੇ ਗਏ ਆ ਸ਼੍ਰੋਮਣੀ ਕਮੇਟੀ ਦੀ। ਆਪਾਂ ਨੇ ਰਾਜ ਲੈਣਾ, ਪਰ ਲੈਣਾ ਧਾਰਮਿਕ ਤੌਰ ਤੇ ਤਕੜੇ ਹੋ ਕੇ। ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਪਾਂ ਤਕੜੇ ਹੋ ਕੇ ਕਰਵਾਈਏ, ਫਿਰ ਫਾਈਨਾਂਸਲੀ ਤੌਰ ਤੇ ਮੈਂ ਬੇਨਤੀ ਵੀ ਕਰਦਾ, ਪੰਜੋਲੀ ਸਾਹਿਬ ਬੈਠੇ ਆ, ਬਾਦਲ ਕਿਆਂ ਕੋਲੇ ਗੱਲ ਪਹੁੰਚਣੀ ਹੈ। ਆ ਸਮਿਆਨਾ ਪ੍ਰਧਾਨ ਸਾਹਿਬ ਦੀ ਤਪੱਸਿਆ ਲੰਮੀ, ਸਾਡੀ ਲੀਡਰਸ਼ਿਪ ਦੀ ਸਾਰੀ ਦੀ ਅੱਜ ਸਮਿਆਨਾ ਇਹਨਾਂ ਨੇ ਲਾਇਆ ਹੈ। ਕਿਰਪਾ ਕਰਨ ਪ੍ਰਧਾਨ ਸਾਹਿਬ ਨੇ ਅੱਖਾਂ ਜ਼ਰੂਰ ਮਰਵਾ ਲੀਆਂ ਇਹਨਾਂ ਦੇ ਜਨਰਲ ਇਜਲਾਸ ਦੇ ਵਿੱਚ। ਇਹ ਹੁਣ ਓਪਨਲੀ ਆ ਜਾਣ, ਖਾਲਿਸਤਾਨ ਤੇ ਕੁੰਡ ਨਾ ਕੱਢਣ। ਐਵੇਂ ਹੀ ਮੈਂ ਕੈਨੇਡਾ ਦਾ ਪ੍ਰਧਾਨ ਆ ਯੂਥ ਵਿੰਗ ਦਾ, ਸਾਰੇ ਵਰਲਡ ਦੇ ਵਿੱਚ ਗੱਲ ਚੱਲਦੀ ਹੈ। ਹੁਣ ਕੈਨੇਡਾ ਦੇ ਵਿੱਚ ਜਿੱਥੋਂ ਮੈਂ ਆਇਆ, ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੂੰ ਬੈਨ ਹੈ, ਪਰ ਉਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਅੱਜ ਤੋਂ 2 ਸਾਲ ਪਹਿਲਾਂ ਖਾਲਿਸਤਾਨ ਦੇ ਬੈਨਰ ਉਤਰ ਗਏ ਸੀ, ਸੰਤਾਂ ਦੀ ਤਸਵੀਰ ਚੱਕਤੀ ਸੀ। ਪਰ ਭਾਵੇਂ ਸਾਡੇ ਤੇ ਬੈਨ ਲੱਗਿਆ ਹੋਇਆ ਹੈ, ਪਰ ਕਮੇਟੀਆਂ ਇੰਨੀਆਂ ਡਰ ਗਈਆਂ, ਅੱਜ ਉੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸਤਿਕਾਰਯੋਗ ਖਾਲਸਾ ਜੀ, ਤਕੜੇ ਰਹੋ। ਇਸੇ ਤਰ੍ਹਾਂ ਸਰਦਾਰ ਮਾਨ ਦੇ ਨਾਲ ਨਹੀਂ, ਸਰਦਾਰ ਮਾਨ ਦੀ ਸੋਚ ਦੇ ਨਾਲ ਜੁੜਨਾ ਹੈ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਦੀ ਸੋਚ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੁੜਿਆ ਰਿਹਾ, ਪਾਰਟੀ ਦੇ ਇਨਸਾਈਡ ਤੇ ਪਾਰਟੀ ਦੇ ਆਊਟਸਾਈਡ
ਦੋਨੇ ਪਾਸਿਓਂ ਬਹੁਤ ਹੱਲੇ ਹੋਏ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ, ਪਰ ਪੂਰੀ ਪਾਰਟੀ ਨੇ ਤੇ ਪ੍ਰਧਾਨ ਸਾਹਿਬ ਨੇ ਤਕੜੇ ਹੋ ਕੇ ਉਹ ਹੱਲਿਆਂ ਦਾ ਸਾਹਮਣਾ ਕੀਤਾ ਤੁਹਾਡੇ ਕਰਕੇ। ਤੁਸੀਂ ਪਛਾਣਿਆ ਹੋਇਆ ਲੀਡਰ। ਇਸੇ ਤਰ੍ਹਾਂ ਆਪਾਂ ਸੋਚ ਨਾਲ ਜੁੜੇ ਰਹਿਣਾ। ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਸਾਰੀ ਪਾਰਟੀ ਦਾ, ਪ੍ਰਧਾਨ ਸਾਹਿਬ ਦਾ ਕੋਟ ਐਂਡ ਕੋਟ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਜਸਵਿੰਦਰ ਸਿੰਘ ਜੀ ਮਾਨ ਨੀਰ ਸਿੰਘ ਹਰਿਆਣੇ ਤੋਂ ਆਏ ਨੇ। ਬਹੁਤ ਹੀ ਸਤਿਕਾਰਯੋਗ ਰੇਸ਼ਮ ਸਿੰਘ ਜੀ ਕਾਲੋਂ ਜੋ ਨਰੇਗਾ ਫਰੰਟ ਪੰਜਾਬ ਦੇ ਪ੍ਰਧਾਨ ਨੇ, ਉਹ ਪਹੁੰਚੇ ਨੇ, ਧੰਨਵਾਦ ਹੈ। ਗੁਰਮੁਖ ਸਿੰਘ ਜੀ ਢੋਲਣ ਮਾਜਰਾ, ਬਲਵੀਰ ਸਿੰਘ ਜੀ ਫਗਲਾਣਾ ਜੋ ਕਿ ਦੁਆਬੇ ਤੋਂ ਜਨਰਲ ਕੈਟਾਗਰੀ ਫਰੰਟ ਦੇ ਪ੍ਰਧਾਨ ਨੇ, ਇਹਨਾਂ ਸਾਰਿਆਂ ਦਾ ਧੰਨਵਾਦ ਹੈ। ਪਿੰਡ ਠੀਕਰੀਵਾਲ ਤੋਂ ਸਾਡਾ ਨੌਜਵਾਨ ਸਭਾ ਦਾ ਜਿਹੜਾ ਆਗੂ ਨੇ ਉਹ ਪਹੁੰਚੇ ਨੇ, ਜਥੇਦਾਰ ਲਾਭ ਸਿੰਘ ਜੀ, ਧੰਦਾ ਸਿੰਘ ਜੀ, ਬੇਕਰ ਸਿੰਘ ਜੀ ਰਾਏਸਰ, ਇਹਨਾਂ ਸਾਰਿਆਂ ਦਾ ਧੰਨਵਾਦ। ਬਹੁਤ ਬਹੁਤ ਧੰਨਵਾਦ ਹੈ। ਜੋਤੀ ਜੀ ਨੇ ਬਹੁਤ ਸੋਹਣੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਨੇ। ਮੈਂ ਧੰਨਵਾਦ ਕਰਦਾ ਹਰੀਸ਼ ਸਿੰਗਲਾ ਜੀ। ਹਰੀਸ਼ ਸਿੰਗਲਾ ਜੀ ਜਿਹੜੇ ਕਿ ਸਾਡੇ ਹਿੰਦੂ ਭਰਾ ਨੇ, ਅੱਜ ਸੰਤ ਜਰਨੈਲ ਸਿੰਘ ਜੀ ਦੇ ਜਨਮ ਤੇ ਉਹ 51 ਦਸਤਾਰਾਂ ਲੈ ਕੇ ਆਏ ਨੇ। ਉਹਨਾਂ ਨੇ ਅੱਜ ਪਾਰਟੀ ਨੂੰ ਭੇਟ ਕੀਤੀਆਂ ਨੇ ਕਿ ਉਹ ਜਿਹੜੀਆਂ ਨੇ ਦਸਤਾਰਾਂ ਉਹ ਜਿਹਨੂੰ ਚਾਹਣ ਪਾਰਟੀ ਉਹਨਾਂ ਨੂੰ ਦੇ ਦੇਣ, ਤਾਂ ਜੋ ਸੰਤ ਜਰਨੈਲ ਸਿੰਘ ਜੀ ਦੀ ਜਿਹੜੀ ਸੋਚ ਹੈ ਉਹ ਨੌਜਵਾਨਾਂ 'ਚ ਅੱਗੇ ਚੱਲਦੀ ਰਹੇ। ਇਸੇ ਤਰ੍ਹਾਂ ਬੀਬੀ ਜਸਮੀਤ ਕੌਰ ਜੀ ਲੁਧਿਆਣਾ ਤੋਂ ਦਸਤਾਰਾਂ ਲੈ ਕੇ ਆਏ ਨੇ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ, ਉਹ ਵੀ ਪਾਰਟੀ ਨੂੰ ਸਪੁਰਦ ਕਰਦੇ ਨੇ। ਇਹਨਾਂ ਸਾਰਿਆਂ ਦਾ ਧੰਨਵਾਦ। ਜਸਵਿੰਦਰ ਸਿੰਘ ਜੀ ਸਾਲੂਵਾਲ ਨਾਭਾ ਤੋਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਿੱਟੂ ਮੁਹੰਮਦ ਚੌਹਾਨ ਜੀ ਮਲੇਰਕੋਟਲਾ ਤੋਂ, ਇਹਨਾਂ ਦੇ ਮਿਸਿਸ ਬੀਬੀ ਜੀ ਇੱਕ ਬੀਬੀਆਂ ਦਾ ਜਥਾ ਲੈ ਕੇ ਆਏ ਨੇ। ਚੌਹਾਨ ਸਾਹਿਬ ਖੁਦ ਕੰਮ ਕਰ ਰਹੇ ਨੇ। ਇਹਨਾਂ ਸਾਰਿਆਂ ਦਾ, ਸਾਡੇ ਮੁਸਲਮਾਨ ਭਰਾਵਾਂ ਦਾ, ਸਾਡੇ ਆਪਣਿਆਂ ਦਾ, ਮਲੇਰਕੋਟਲੇ ਵਾਲਿਆਂ ਦਾ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਸਾਹਮਣੇ ਇਤਿਹਾਸ ਹੈ। ਮਲੇਰਕੋਟਲੇ ਵਾਲਿਆਂ ਦਾ ਇਤਿਹਾਸ ਦੁਨੀਆ ਤੋਂ ਜਾ ਨਹੀਂ ਸਕਦਾ, ਕਿਉਂ ਕਰਕੇ ਉਹਨਾਂ ਨੇ ਆਪਣੀ ਹਕੂਮਤ ਨੂੰ ਇਹ ਗੱਲ ਕਹਿਤੀ ਸੀ ਕਿ ਇਸਲਾਮ ਮੁਤਾਬਕ ਚੱਲੋ ਤੇ ਇਹਨਾਂ ਬੱਚਿਆਂ ਦਾ ਤੁਸੀਂ ਸ਼ਹੀਦ ਨਹੀਂ ਕਰ ਸਕਦੇ। ਉਹ ਜਿਹੜਾ ਮਲੇਰਕੋਟਲਾ ਹੈ, ਜਿਹੜਾ ਗੁਰੂ ਦੇ ਨਾਂ ਤੇ ਅੱਜ ਤੱਕ ਵਸ ਰਿਹਾ ਹੈ, ਉੱਥੋਂ ਬਿੱਟੂ ਚੌਹਾਨ ਜੀ, ਉਹਨਾਂ ਦੇ ਬੀਬੀ ਜੀ ਮਿਸਿਸ ਜਥਾ ਲੈ ਕੇ ਆਏ ਨੇ। ਬੀਬੀ ਗੁਰਜੀਤ ਕੌਰ ਜੀ ਵੀ ਆਏ ਨੇ। ਲੰਮਾ ਸਮਾਂ ਕਿਸਾਨ ਮੋਰਚਾ ਵਿੱਚ ਤੇ ਹੁਣ ਮਹਾਲੀ ਮੋਰਚੇ ਦੇ ਵਿੱਚ ਹਾਜ਼ਰੀ ਭਰਦੇ ਨੇ। ਇਹਨਾਂ ਦੀ ਬੇਟੀ ਵੀ ਭਰਦੀ ਹੈ। ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਮੈਂ ਹੁਣ ਬੇਨਤੀ ਕਰਦਾ ਐਸਜੀਪੀਸੀ ਦੇ ਨੁਮਾਇੰਦੇ ਸਰਦਾਰ ਕਰਨੈਲ ਸਿੰਘ ਜੀ ਪੰਜੋਲੀ ਸਾਹਿਬ, ਜਿਹੜੇ ਕਿ ਸੀਨੀਅਰ ਲੀਡਰ ਨੇ, ਹੁਣੇ ਉਹ ਐਸਜੀਪੀਸੀ ਦੇ ਜਨਰਲ ਸਕੱਤਰ ਦੇ ਤੌਰ ਤੇ ਵੀ ਸੇਵਾ ਨਿਭਾ ਕੇ 2 ਮਹੀਨੇ ਪਹਿਲਾਂ ਹਟੇ ਨੇ। ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਪੰਜੋਲੀ ਸਾਹਿਬ ਨੂੰ ਕਿ ਉਹ ਸੰਗਤਾਂ ਦੇ ਦਰਸ਼ਨ ਕਰਨ। ਹੋ ਸਕਦਾ ਕੋਈ ਖਾਸ ਸੁਨੇਹਾ ਬਾਦਲਾਂ ਦਾ ਦਿੰਦੇ ਹੋਣ, ਪਰ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ। ਪਰ ਪੰਜੋਲੀ ਸਾਹਿਬ ਸਾਡੇ ਵੀ ਹਨ। ਪੰਜੋਲੀ ਸਾਹਿਬ ਕਰਨੈਲ ਸਿੰਘ ਜੀ। ਕੁਝ ਉਂਝ ਵੀ ਰਾਮਾਂ ਔਖੀਆਂ ਸਨ, ਕੁਝ ਗਲ ਵਿੱਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਉਸ ਨੂੰ ਮਰਨ ਦਾ ਸ਼ੌਕ ਵੀ ਸੀ। ਮਹਾਨ ਸ਼ਹੀਦ ਪੂਜਨੀਕ ਮਾਤਾ ਗੁਜਰੀ ਜੀ, ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ, ਉਹਨਾਂ ਦੇ ਪਵਿੱਤਰ ਲਹੂ ਨਾਲ ਪਵਿੱਤਰ ਹੋਈ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਉੱਤੇ ਹਮਲਾ ਹੋਇਆ। ਉਸ ਹਮਲੇ ਤੋਂ ਬਾਅਦ
ਮੈਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਕਰ ਦਿੱਤਾ ਗਿਆ। ਮੇਰੇ ਘਰ ਦੀ ਤਲਾਸ਼ੀ ਲਈ ਗਈ। ਮੇਰੇ ਨਗਰ ਵਿੱਚ 2 ਵਾਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਚਰਨ ਪਾਏ, ਸੰਗਤ ਨੂੰ ਅੰਮ੍ਰਿਤ ਛਕਾਇਆ। ਬਹੁਤ ਸਾਰੀਆਂ ਤਸਵੀਰਾਂ ਮੇਰੇ ਘਰ ਵਿੱਚ ਸੰਤ ਜਰਨੈਲ ਸਿੰਘ ਜੀ ਉਹਨਾਂ ਦੀਆਂ ਉਹ ਸਾਡੇ ਨਾਲ ਸਨ ਤੇ ਨਾਭੇ ਦੀ ਜੇਲ੍ਹ ਦੇ ਅੰਦਰ ਸੀਬੀਆਈ ਨੇ ਮੇਰਾ ਰਿਮਾਂਡ ਲਿਆ ਤੇ ਮੇਰੇ ਘਰ ਦੀ ਤਲਾਸ਼ੀ ਲਈ। ਜਿੰਨੀਆਂ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਸਨ ਉਹ ਸਾਰੇ ਦੀਆਂ ਸਾਰੀਆਂ ਸੀਬੀਆਈ ਚੱਕ ਕੇ ਲੈ ਗਈ। ਔਰ ਜਿਹਦੇ ਘਰ ਵਿੱਚ ਵੀ ਉਦੋਂ ਸੰਤ ਜਰਨੈਲ ਸਿੰਘ ਦੀ ਤਸਵੀਰ ਹੁੰਦੀ ਸੀ, ਪੁਲਿਸ ਆਉਂਦੀ ਸੀ, ਏਜੰਸੀਆਂ ਆਉਂਦੀਆਂ ਸੀ, ਚੱਕ ਕੇ ਲੈ ਜਾਂਦੀਆਂ ਸਨ। ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਭਾਗਲਪੁਰ ਦੀ ਜੇਲ੍ਹ ਵਿੱਚ ਕੈਦ ਸਨ, ਲੰਮਾ ਸਮਾਂ ਕੈਦ ਰਹੇ। ਉਹ ਜਦੋਂ ਰਿਹਾ ਹੋਏ, ਇਹ ਦਮਨ ਜਿਹੜਾ ਸੀ ਝੂਠੇ ਪੁਲਿਸ ਮੁਕਾਬਲਿਆਂ ਦਾ, ਅਤਿਆਚਾਰ ਦਾ, ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਘਰਾਂ ਘਰਾਂ ਤੋਂ ਚੁੱਕ ਕੇ ਲੈ ਜਾਣ ਦਾ ਇਹ ਲਗਾਤਾਰ ਜਾਰੀ ਸੀ। ਇਹਨੂੰ ਰੋਕਣ ਲਈ, ਇਹਨੂੰ ਠੱਲ ਪਾਉਣ ਲਈ ਕੋਈ ਆਗੂ ਅੱਗੇ ਨਾ ਆਇਆ, ਕਿਸੇ ਨੇ ਐਸਾ ਯਤਨ ਨਾ ਕੀਤਾ। ਲੇਕਿਨ ਇਸ ਸਰਜ਼ਮੀਨ ਦੇ ਉੱਤੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਨੇ ਸੰਤ ਜਰਨੈਲ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਔਰ ਇੱਥੇ ਖਾਲਸਾ ਪੰਥ ਦਾ ਇਕੱਠ ਹੋਣਾ ਸ਼ੁਰੂ ਹੋਇਆ, ਲੋਕਾਂ ਨੇ ਆਪਣੇ ਹੱਥਾਂ ਵਿੱਚ ਸੰਤ ਜਰਨੈਲ ਸਿੰਘ ਜੀ ਦੀਆਂ ਤਸਵੀਰਾਂ ਫੜ ਕੇ ਬਹੀਰਾਂ ਘੱਤ ਕੇ ਸਮਾਗਮ ਵਿੱਚ ਆਉਣਾ ਸ਼ੁਰੂ ਕੀਤਾ ਤੇ ਘਰ ਘਰ ਤਸਵੀਰਾਂ ਲੱਗੀਆਂ ਤੇ ਮੁੜ ਕੇ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਕੋਈ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਕਿਸੇ ਦੇ ਘਰੋਂ ਚੁੱਕ ਕੇ ਲੈ ਜੇ ਜਾਂ ਉਹਦਾ ਅਪਮਾਨ ਕਰ ਸਕਣ ਦੀ ਜ਼ਰੂਰਤ ਕਰ ਸਕੇ। ਇਹ ਆਪਣੇ ਆਪ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਲਈ ਮਾਣ ਤੇ ਗੌਰਵ ਵਾਲੀ ਗੱਲ ਹੈ। ਦੂਸਰੀ ਗੱਲ, ਭਾਰਤ ਦੀ ਪਾਰਲੀਮੈਂਟ ਦੇ ਅੰਦਰ ਸਿੱਖਾਂ ਵਿੱਚੋਂ ਵੀ ਗੈਰ ਸਿੱਖਾਂ ਵਿੱਚੋਂ ਵੀ ਪੰਜਾਬੀ ਬਹੁਤ ਸਾਰੇ ਪਾਰਲੀਮੈਂਟ ਵਿੱਚ ਗਏ, ਲੇਕਿਨ ਉੱਥੇ ਜਾ ਕੇ ਜਿੰਨਿਆਂ ਕੁ ਲੋਕਾਂ ਦੇ ਭਾਸ਼ਣ ਮੈਂ ਸੁਣੇ, ਮੈਂ ਪੜ੍ਹੇ, ਉਹਨਾਂ ਵਿੱਚੋਂ ਬਹੁਤਿਆਂ ਨੇ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਉਹ ਇੱਥੇ ਤੱਕ ਹੀ ਮਹਿਦੂਦ ਰਿਹਾ ਕਿ ਜੀ ਲੋਕਾਂ ਨੂੰ ਰੋਟੀ, ਕੱਪੜਾ ਔਰ ਮਕਾਨ ਇਹ ਮੁਹੱਈਆ ਕੀਤਾ ਜਾਣਾ ਚਾਹੀਦਾ। ਸਰਦਾਰ ਕਪੂਰ ਸਿੰਘ ਜੀ ICS ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਇਹ ਮਾਣ ਜਾਂਦਾ ਕਿ ਉਹਨਾਂ ਨੇ ਪੰਜਾਬ ਦੇ ਮਸਲੇ, ਪੰਥ ਦੇ ਮਸਲੇ, ਮਨੁੱਖੀ ਅਧਿਕਾਰਾਂ ਦੇ ਮਸਲੇ, ਖਾਲਸਾ ਪੰਥ ਦੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਦਾ ਮਸਲਾ ਔਰ ਖਾਲਸਾ ਪੰਥ ਦੇ ਕੌਮੀ ਘਰ ਖਾਲਿਸਤਾਨ ਦਾ ਮਸਲਾ ਜਿੰਨੀ ਦਲੇਰੀ ਨਾਲ, ਨਿਰਭੈਤਾ ਨਾਲ, ਨਿਡਰਤਾ ਨਾਲ ਪਾਰਲੀਮੈਂਟ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਪਲੇਟਫਾਰਮ ਤੇ
ਉਠਾਉਣ ਦਾ ਯਤਨ ਕੀਤਾ। ਇਹ ਮਾਣ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਾਂਦਾ। ਇਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਹਮੇਸ਼ਾ ਹੀ ਉਕਰਿਆ ਰਹੇਗਾ। ਔਰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ। ਦੁਨੀਆ ਵਿੱਚ 3 ਕਿਸਮ ਦੇ ਰਾਜ ਪ੍ਰਬੰਧ ਨੇ। ਇੱਕ ਰਾਜ ਪ੍ਰਬੰਧ ਹੈ ਬਾਦਸ਼ਾਹੀ, ਜਿਹੜਾ ਪਿਤਾ ਪੁਰਖੀ ਹੈ। ਬਾਦਸ਼ਾਹ ਮਰ ਗਿਆ, ਉਹ ਤੋਂ ਬਾਅਦ ਉਹਦਾ ਪੁੱਤਰ ਬਣ ਗਿਆ, ਪੁੱਤਰ ਮਰ ਗਿਆ, ਅੱਗੇ ਪੋਤਰਾ ਬਣ ਗਿਆ। ਬਾਦਸ਼ਾਹ ਦੇ ਰਾਜ ਵਿੱਚ ਵੀ ਬੜੇ ਜ਼ੁਲਮ ਹੁੰਦੇ ਨੇ, ਲੇਕਿਨ ਉਸ ਜ਼ੁਲਮ ਦੇ ਖਿਲਾਫ ਕਿਤੇ ਨਾ ਕਿਤੇ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ। ਦੂਜਾ ਰਾਜ ਪ੍ਰਬੰਧ ਹੈ ਡਿਕਟੇਟਰਾਨਾ। ਡਿਕਟੇਟਰ ਦੇ ਅੰਦਰ ਡਿਕਟੇਟਰ ਦੀ ਮਰਜ਼ੀ ਹੈ, ਕਿਸੇ ਨੂੰ ਫਾਂਸੀ ਲਾ ਦੇ, ਕਿਸੇ ਨੂੰ ਬਰੀ ਕਰ ਦੇ। ਲੇਕਿਨ ਡਿਕਟੇਟਰ ਦੇ ਖਿਲਾਫ ਵੀ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਬੁਲੰਦ ਹੋ ਸਕਦੀ ਹੈ। ਤੀਜਾ ਰਾਜ ਪ੍ਰਬੰਧ ਹੈ ਡੈਮੋਕ੍ਰੇਸੀ, ਲੋਕ ਰਾਜ। ਇਹ ਰਾਜ ਨੂੰ ਦੁਨੀਆ ਵਿੱਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਸ ਰਾਜ ਵਿੱਚ ਲੋਕ ਕਹਿੰਦੇ ਨੇ ਕਿ ਤੁਸੀਂ ਆਪਣੀ ਵੋਟ ਨਾਲ ਆਪਣੇ ਲਈ ਆਪਣਾ ਰਾਜ ਚੁਣਨਾ। ਲੇਕਿਨ ਜੇ ਲੋਕ ਰਾਜ ਦੇ ਅੰਦਰ ਬਹੁ ਗਿਣਤੀ ਦੀ ਸੋਚ ਘੱਟ ਗਿਣਤੀਆਂ ਪ੍ਰਤੀ ਫਿਰਕੂ ਹੋ ਜਾਵੇ ਤਾਂ ਇਸ ਤੋਂ ਮਾੜਾ ਰਾਜ ਦੁਨੀਆ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਇਸ ਰਾਜ ਦੇ ਖਿਲਾਫ ਆਵਾਜ਼ ਨਹੀਂ ਉਠਾਈ ਜਾ ਸਕਦੀ। ਫਿਰ ਅੰਤਰਰਾਸ਼ਟਰੀ ਭਾਈਚਾਰਾ ਕਹਿੰਦਾ ਤੁਹਾਡੀਆਂ ਵੋਟਾਂ ਨਾਲ ਬਣਿਆ, ਤੁਸੀਂ ਬਣਾਇਆ, ਤੁਸੀਂ ਵੋਟਾਂ ਪਾਈਆਂ ਨਾ ਪਾਉਂਦੇ। ਲੇਕਿਨ ਸਾਡੀ ਗਿਣਤੀ ਮੁਲਕ ਵਿੱਚ ਘੱਟ ਹੈ ਤੇ ਘੱਟ ਗਿਣਤੀ ਹੋਣ ਕਾਰਨ ਜੋ ਜ਼ਬਰ ਜ਼ੁਲਮ ਅਤਿਆਚਾਰ ਹੋ ਰਿਹਾ, ਸਾਡੀ ਅੰਤਰਰਾਸ਼ਟਰੀ ਪੱਧਰ ਤੇ ਉਨੀ ਆਵਾਜ਼ ਨਹੀਂ ਉੱਠ ਰਹੀ ਜਿੰਨੀ ਦੁਨੀਆ ਭਰ ਦੇ ਬਾਕੀ ਦੇਸ਼ਾਂ ਨੂੰ ਉਠਾਉਣੀ ਚਾਹੀਦੀ ਸੀ। ਔਰ ਇਹੀ ਕਾਰਨ ਹੈ ਕਿ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਕੀਤਾ ਗਿਆ, ਇਹ ਐਵੇਂ ਨਹੀਂ ਕੀਤਾ ਗਿਆ ਕਿ ਜੀ ਉੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੈਠੇ ਸਨ। ਪੰਜਾਬ ਦਾ ਇੱਕ ਗਵਰਨਰ ਪਾਂਡੇ, ਉਹਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਇੰਦਰਾ ਗਾਂਧੀ ਨੂੰ ਬਾਰ-ਬਾਰ ਸਮਝਾਉਣ ਦਾ ਯਤਨ ਕੀਤਾ ਗਿਆ, ਹਮਲਾ ਨਹੀਂ ਕੀਤਾ ਜਾਣਾ ਚਾਹੀਦਾ। ਲੇਕਿਨ ਇੰਦਰਾ ਗਾਂਧੀ ਨੇ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਘੱਟ ਗਿਣਤੀ ਤੇ ਜ਼ੁਲਮ ਕੀਤਾ ਔਰ ਦੇਸ਼ ਦੇ ਅੰਦਰ ਆਪਣਾ ਰਾਜ ਲਗਾਤਾਰ ਸਥਾਪਿਤ ਕੀਤਾ। ਫਿਰ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਰਾਜੀਵ ਗਾਂਧੀ ਦੀ ਸਰਪ੍ਰਸਤੀ ਦੇ ਥੱਲੇ ਜਿਵੇਂ ਸਿੱਖਾਂ ਦਾ ਕਤਲੇਆਮ ਹੋਇਆ, ਜ਼ਬਰ ਹੋਇਆ, ਉਸ ਜ਼ਬਰ ਦੇ ਵਿੱਚ ਬਹੁ ਗਿਣਤੀ ਨੂੰ ਖੁਸ਼ ਕੀਤਾ ਗਿਆ ਤੇ ਘੱਟ ਗਿਣਤੀ ਤੇ ਜ਼ੁਲਮ ਕੀਤਾ ਗਿਆ। ਮੈਂ ਅੱਜ ਇਸ ਸਟੇਜ ਤੋਂ ਇੱਕ ਗੱਲ ਕਹਿਣੀ ਚਾਹੁੰਦਾ, ਮੀਡੀਆ ਰਿਕਾਰਡਿੰਗ ਕਰ ਰਿਹਾ ਇਸ ਗੱਲ ਲਈ ਕਿ ਮੁਗਲ ਰਾਜ ਰਿਹਾ ਇੱਥੇ, ਸਾਡੇ ਸਿਰਾਂ ਦੇ ਮੁੱਲ ਪਏ, ਸਾਨੂੰ ਚਰਖੜੀਆਂ ਤੇ ਚਾੜਿਆ, ਆਰਿਆਂ ਨਾਲ ਚੀਰਿਆ ਗਿਆ, ਬੰਦ ਕੱਟੇ ਗਏ, ਖੋਪਰੀਆਂ ਲਾਈਆਂ ਗਈਆਂ, ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕਰਾ ਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਗਏ। ਲੇਕਿਨ ਕਿਸੇ ਇੱਕ ਸਿੱਖ ਨੇ ਵੀ ਕਿਸੇ ਇੱਕ ਬੇਗੁਨਾਹ ਮੁਸਲਮਾਨ ਦਾ ਕਤਲ ਨਹੀਂ ਕੀਤਾ। ਇਹ ਇਤਿਹਾਸ ਦੇ ਪੰਨੇ ਦੱਸਦੇ ਨੇ। ਕਾਜ਼ੀ ਨੂਰ ਮੁਹੰਮਦ ਕਹਿੰਦਾ ਕਿ ਸਿੱਖ ਭੱਜੇ ਤੇ ਵਾਰ ਨਹੀਂ ਕਰਦਾ, ਸਿੱਖ ਨਿਹੱਥੇ ਤੇ ਵਾਰ ਨਹੀਂ ਕਰਦਾ, ਸਿੱਖ ਔਰਤ ਤੇ ਵਾਰ ਨਹੀਂ ਕਰਦਾ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਹਿੰਦੁਸਤਾਨ ਦੇ 455 ਥਾਵਾਂ ਤੋਂ ਵੱਧ ਥਾਵਾਂ ਤੇ ਸਿੱਖਾਂ ਦਾ ਕਤਲੇਆਮ ਹੋਇਆ, ਲੇਕਿਨ ਕਿਸੇ ਇੱਕ ਸਿੱਖ ਨੇ ਕਿਸੇ ਇੱਕ ਹਿੰਦੂ ਭਰਾ ਦਾ ਨਾ ਘਰ ਲੁੱਟਿਆ, ਨਾ ਉਹਦਾ ਕਤਲ ਕਰਨ ਦਾ ਯਤਨ ਕੀਤਾ। ਸੋ ਮੈਂ ਇਹ ਸਮਝਦਾ ਕਿ ਸਾਡੀ ਦੁਸ਼ਮਣੀ ਨਾ ਹਿੰਦੂ ਭਰਾਵਾਂ ਨਾਲ, ਨਾ ਮੁਸਲਮਾਨ, ਨਾ ਜੈਨੀ, ਬੋਧੀ, ਈਸਾਈ, ਕਿਸੇ ਨਾਲ ਸਾਡਾ ਝਗੜਾ ਨਹੀਂ। ਸਾਡਾ ਝਗੜਾ ਹੈ ਅਸੀਂ ਇਸ ਦੇਸ਼ ਦੇ ਅੰਦਰ ਅਣਖ ਨਾਲ, ਗੈਰਤ ਨਾਲ, ਸਵਾਇਮਾਨ ਨਾਲ ਤੁਹਾਡੇ ਕੀਤੇ 1947 ਦੇ ਵਾਅਦਿਆਂ ਅਨੁਸਾਰ ਕਿ ਇੱਥੇ ਇੱਕ ਅਜਿਹਾ ਖਿੱਤਾ ਸਿੱਖਾਂ ਨੂੰ ਦਿੱਤਾ ਜਾਏਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਅਸੀਂ ਉਹਨਾਂ ਵਾਅਦਿਆਂ ਲਈ ਲੜ ਰਹੇ ਹਾਂ।
ਮੈਂ ਜ਼ਿਆਦਾ ਸਮਾਂ ਲਵਾਂ, ਇੱਕ ਗੱਲ ਕਹਿ ਕੇ ਆਪਣੀ ਬੇਨਤੀ ਸਮਾਪਤ ਕਰਨੀ ਚਾਹੁੰਦਾ। ਇੱਕ ਤਾਂ ਮੈਂ ਮਾਨ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਜਿਵੇਂ ਤੁਸੀਂ ਅੱਜ ਲਗਾਤਾਰ ਸੰਤ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਇਸ ਧਰਤੀ ਤੋਂ ਮਨਾਉਂਦੇ ਆ ਰਹੇ ਹੋ, ਉਹਨਾਂ ਦਾ ਸ਼ਹੀਦੀ ਦਿਹਾੜਾ ਤੁਹਾਨੂੰ ਰੋਡੇ ਪਿੰਡ ਦੇ ਵਿੱਚ ਵੀ ਮਨਾਉਣਾ ਚਾਹੀਦਾ ਹੈ। ਬਹੁਤ ਜ਼ਰੂਰੀ ਹੈ ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਰੋਡੇ ਪਿੰਡ ਵਿੱਚ ਮਨਾਉਣ ਦਾ ਯਤਨ ਕਰੋ। ਮੈਂ ਸਮਝਦਾ ਉਹਦਾ ਮੈਸੇਜ, ਉਹਦਾ ਸੁਨੇਹਾ ਹੋਰ ਚੰਗਾ ਜਾਏਗਾ, ਵਧੀਆ ਜਾਏਗਾ। ਔਰ ਜਿਹੜੇ ਲੋਕ ਸ਼ਹੀਦ ਹੋ ਗਏ ਹੁੰਦੇ ਹਨ ਉਹਨਾਂ ਦੀਆਂ ਸ਼ਹਾਦਤਾਂ ਦੇ ਦਿਨ ਵੀ ਭਾਵੇਂ ਅਕਾਲ ਤਖਤ ਤੇ ਭੋਗ ਪਾਇਆ ਜਾਂਦਾ, ਪਰ ਇੱਕ ਵੱਡੀ ਕਨਵੈਨਸ਼ਨ ਜਿਹੜੀ ਹੈ ਉਹ ਪੰਥ ਨੂੰ ਤੁਹਾਡੀ ਅਗਵਾਈ ਵਿੱਚ ਕਰਨੀ ਚਾਹੀਦੀ ਹੈ। ਤੀਜੀ ਗੱਲ, ਮੈਂ ਕਿਸੇ ਦੇ ਧੜੇ ਵੱਲੋਂ ਇੱਥੇ ਸ਼ਾਮਲ ਹੋਣ ਨਹੀਂ ਆਇਆ। ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ, ਇਹ ਪੰਡਾਲ ਨਿਰਸੰਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵਿਅਕਤੀ ਦੀ, ਕਿਸੇ ਧੜੇ ਦੀ ਮਲਕੀਅਤ ਨਹੀਂ ਹੈ। ਇਹ ਪੰਥ ਦੀ ਸੰਸਥਾ ਹੈ। ਇਹਦੇ ਸਾਰੇ ਸਾਧਨ ਗੁਰੂ ਖਾਲਸਾ ਪੰਥ ਦੇ ਨੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਨੇ, ਔਰ ਚੜ੍ਹਦੀ ਕਲਾ ਲਈ ਹੀ ਵਰਤਣ ਦਾ ਯਤਨ ਕਰਨਾ ਚਾਹੀਦਾ। ਮੇਰਾ ਸੰਤ ਜਰਨੈਲ ਸਿੰਘ ਜੀ ਨਾਲ ਬਹੁਤ ਗੂੜਾ ਪਿਆਰ ਸੀ, ਬਹੁਤ ਨੇੜੇ ਦਾ ਰਿਸ਼ਤਾ ਸੀ। ਦੂਸਰੀ ਗੱਲ ਕਹਿ ਕੇ ਸਮਾਪਤ ਕਰਨੀ ਚਾਹੁੰਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਲੜੇ ਸਨਾਮ ਸੰਗਰੂਰ ਤੋਂ ਜਦੋਂ ਇਹ ਚੋਣ ਲੜ ਰਹੇ ਸਨ, ਉਸ ਚੋਣ ਵਿੱਚ ਮੇਰਾ ਵੀ ਹਿੱਸਾ ਹੈ। ਜੇ ਕਿਸੇ ਨੂੰ ਮੇਰਾ ਜਾਮਨ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਦਦ ਕੀਤੀ ਹੈ, ਮੇਰਾ ਜਾਮਨ ਸਰਦਾਰ ਅਮਾਨ ਸਿੰਘ ਮਾਨ ਹੈ। ਔਰ ਮੈਂ ਸਮਝਦਾ ਸੀ ਕਿ ਇੱਥੇ ਧਰਤੀ ਦੇ ਉੱਤੇ ਇਹ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ, ਇਹ ਗੁਰਾਂ ਦੇ ਨਾਂ ਤੇ ਪੰਜਾਬ ਵਸਣਾ ਚਾਹੀਦਾ। ਲੇਕਿਨ ਇੱਥੇ ਪੰਜਾਬ ਦੇ ਸਰਜ਼ਮੀਨ ਦੇ ਉੱਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਦਾ ਜਿਨ੍ਹਾਂ ਲੋਕਾਂ ਨੇ ਯਤਨ ਕੀਤਾ, ਮੇਰੀ ਇੱਛਾ ਸੀ ਕਿ ਉਹਨਾਂ ਨੂੰ ਸ਼ਿਕਸਤ ਮਿਲਣੀ ਚਾਹੀਦੀ ਹੈ ਔਰ ਗੁਰੂਆਂ ਦੀ ਵਿਚਾਰਧਾਰਾ ਨੂੰ ਜਿੱਤ ਪ੍ਰਾਪਤ ਹੋਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਮਲਕੀਤ ਸਿੰਘ ਜੀ ਖੇਤਲਾ, ਰਾਮ ਸਿੰਘ ਜੀ ਕਨਾਲ, ਸਾਧੂ ਖਾਨ ਜੋ ਕਿ ਬਹੁਤ ਪੱਕਾ ਸਾਡਾ ਜੜਬੇ ਦਾ ਲੀਡਰ ਹੈ, ਸਾਧੂ ਖਾਨ ਉਹ ਵੀ ਪਹੁੰਚੇ ਨੇ, ਧੰਨਵਾਦ ਹੈ। ਮਨਜੀਤ ਸਿੰਘ ਜੀ ਢੈਪੀ ਮਾਨਸਾ ਤੋਂ, ਗਮਦੂਰ ਸਿੰਘ ਜੀ ਗੁਰਥਲੀ, ਬਹੁਤ ਹੀ ਸਤਿਕਾਰਯੋਗ ਮੀਡੀਆ ਦੇ ਸਾਡੇ ਪੱਤਰਕਾਰ ਵੀਰ ਬੈਠੇ ਨੇ। ਇਹਨਾਂ ਸਾਰਿਆਂ ਦਾ ਜੇ ਮੈਂ ਕੱਲੇ ਕੱਲੇ ਦਾ ਨਾਂ ਲਵਾਂ ਤੇ ਬੜਾ ਸਮਾਂ ਲੱਗ ਜਾਣਾ। ਇਹ ਸਮੁੱਚੀ ਪ੍ਰੈਸ ਦਾ ਧੰਨਵਾਦ। ਬਹੁਤ ਬਹੁਤ ਧੰਨਵਾਦ ਹੈ ਜੀ, ਖਾਸ ਕਰਕੇ ਪੰਜੋਲੀ ਸਾਹਿਬ ਦਾ, ਤੇ ਉਹਨਾਂ ਨੇ ਆਪਣੇ ਆਪ ਨੂੰ ਅੱਜ ਧੜੇ ਤੋਂ ਅੱਡ ਕਰ ਲਿਆ। ਇਹ ਵੀ ਬੜੀ ਵਧੀਆ ਗੱਲ ਕੀਤੀ ਹੈ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਮੈਂ ਧੰਨਵਾਦੀ ਹਾਂ ਸਰਦਾਰ ਰਣਦੀਪ ਸਿੰਘ ਜੀ ਜਿਹੜੇ ਪ੍ਰਧਾਨ ਸਾਹਿਬ ਦੇ ਪੀਏ ਨੇ, ਜਿਨ੍ਹਾਂ ਨੂੰ ਦਿਨ ਰਾਤ ਤੁਹਾਡੀ ਪਾਰਟੀ ਦਾ ਸੁਨੇਹਾ ਦੁਨੀਆ ਭਰ ਚ ਪਹੁੰਚਾਉਣ ਲਈ ਕੰਮ ਕਰਨਾ ਪੈਂਦਾ ਹੈ। ਇਹਨਾਂ ਦੇ ਨਾਲ ਉਹਨਾਂ ਹੀ ਕੰਮ ਕਰਦੇ ਨੇ ਕੱਟੂ ਸਾਹਿਬ, ਉਹਨਾਂ ਹੀ ਕੰਮ ਕਰਦੇ ਨੇ ਟਵਾਣਾ ਸਾਹਿਬ, ਤੇ ਉਹਨਾਂ ਹੀ ਸਰਦਾਰ ਲਖਵੀਰ ਸਿੰਘ ਜੀ ਲੱਖਾ ਸਾਹਿਬ। ਇਹ ਸਾਡੀ ਉਹ ਟੀਮ ਹੈ ਜਿਹੜੀ ਸਾਹਮਣੇ ਨਹੀਂ ਦਿਸਦੀ, ਪਰ ਸਾਰਾ ਕੁਝ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ। ਸੋ ਮੈਂ ਧੰਨਵਾਦ ਕਰਦਾ। ਜਿੱਥੇ ਮੈਂ, ਕਿਉਂਕਿ ਮੇਰਾ ਇੱਕ ਸੁਭਾਅ ਹੈ, ਮੈਂ ਮੂੰਹ ਫਟ ਮੰਨਿਆ ਜਾਂਦਾ, ਕੋਸ਼ਿਸ਼ ਕਰਦਾ, ਪਰ ਜਿਹੜੀ ਗੱਲ ਮਹਾਰਾਜ ਦੀ ਹਜ਼ੂਰੀ ਵਿੱਚ ਹੁੰਦੀ ਹੈ, ਜਿੰਨੀਆਂ ਗੱਲਾਂ ਪੰਜੋਲੀ ਸਾਹਿਬ ਕਹਿ ਕੇ ਗਏ ਨੇ, ਮੈਂ ਉਹਦੇ ਨਾਲ 100% ਸਹਿਮਤ ਹਾਂ। ਪਰ ਇੱਕ ਗੱਲ ਉਹਨਾਂ ਤੋਂ ਰਹਿ ਗਈ, ਜਿੱਥੇ ਕਾਂਗਰਸ ਨੇ
ਸਿੱਖਾਂ ਨੂੰ ਗੁਲਾਮ ਬਣਾਉਣ ਦੇ ਲਈ ਬੀਜੇਪੀ ਨੇ ਸਿੱਖਾਂ ਨੂੰ ਗੁਲਾਮ ਬਣਾਉਣ ਦੇ ਲਈ ਬਹੁਤ ਹੀ ਤਸ਼ੱਦਦ ਕੀਤਾ ਤੇ ਕਰ ਰਹੇ ਨੇ, ਉੱਥੇ ਇਸ ਗੱਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਹੀਂ ਮੁੱਕਰਿਆ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਵੀ ਓਨਾ ਹੀ ਜ਼ਿੰਮੇਵਾਰ ਹੈ ਜਿੰਨਾ ਕਿ ਇਹ ਦੋਨੇ ਧਿਰਾਂ ਨੇ। ਇਹ ਦੇਖੋ, ਇਹ ਸੱਚ ਨੂੰ ਕਦੇ ਵੀ ਝੁਠਲਾਇਆ ਉਨੀ ਦੇਰ ਨਹੀਂ ਜਾਊਗਾ, ਕਿਉਂਕਿ ਅਸੀਂ ਬਰਗਾੜੀ ਮੋਰਚਾ ਲਾਇਆ ਹੋਇਆ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਵਾਬ ਦੇ ਆ ਤੇ ਅਸੀਂ ਉੱਥੇ ਜਾ ਕੇ ਰੋਜ਼ ਕਹਿੰਦੇ ਆ ਬਾਦਲ ਨੂੰ ਗ੍ਰਿਫਤਾਰ ਕਰੋ, ਸੁਖਬੀਰ ਨੂੰ ਗ੍ਰਿਫਤਾਰ ਕਰੋ, ਡੀਜੀਪੀ ਨੂੰ ਸੈਣੀ ਨੂੰ ਗ੍ਰਿਫਤਾਰ ਕਰੋ, ਰਾਮ ਰਹੀਮ ਨੂੰ ਗ੍ਰਿਫਤਾਰ ਕਰੋ ਇਸ ਕੇਸ 'ਚ, ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕੇਸ 'ਚ। ਸੋ ਅਸੀਂ ਇਸ ਸੱਚੇ ਪਾਤਸ਼ਾਹ ਦੀ ਹਾਜ਼ਰੀ ਤੋਂ ਮੁਨਕਰ ਨਹੀਂ ਹੋ ਸਕਦੇ। ਸੋ ਇਹ ਮੇਰਾ ਫਰਜ਼ ਸੀਗਾ। ਸੋ ਮੈਂ ਹੁਣ ਬੇਨਤੀ ਕਰਦਾ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਹਰਪਾਲ ਸਿੰਘ ਬਲੇਰ ਨੂੰ, ਤੇ ਬੇਨਤੀ ਨਾਲ ਇਹ ਵੀ ਕਰਦਾ ਕਿ ਉਹਨਾਂ ਨੂੰ ਥੋੜਾ ਜਿਹਾ ਆਪਣਾ ਕੱਟ ਕਰਨਾ ਪਏਗਾ। ਸਰਦਾਰ ਹਰਪਾਲ ਸਿੰਘ ਜੀ ਬਲੇਰ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਅੰਦਰ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਤੇ ਪੰਜਾਬ ਦੇ ਕੋਨੇ-ਕੋਨੇ ਚੋਂ ਆਏ ਸਾਡੇ ਬਜ਼ੁਰਗ ਮਾਤਾ, ਸਾਡੇ ਨੌਜਵਾਨ ਵੀਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਨੂੰ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਤੋਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਅਰਜ ਕਰਦਾ। ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਜੂਨ 1984 ਦੇ ਵਿੱਚ 30 ਮਈ ਨੂੰ ਜਦੋਂ ਪੰਜਾਬ ਦਾ ਤੇ ਹਿੰਦ ਦਾ ਜੰਗ ਹੋਣ ਲੱਗਿਆ, ਉਸ ਵੇਲੇ ਮਰਦ ਦੀਆਂ ਜ਼ੁਬਾਨਾਂ ਤੇ ਮਰਦ ਦੇ ਨਿਤਨੇਮ ਤੇ ਮਰਦ ਦੇ ਇਰਾਦੇ ਪਰਖੇ ਗਏ। ਤੁਸੀਂ ਜਨਮ ਦਿਹਾੜਾ ਮਨਾ ਕੇ ਜਾਂਦੇ ਹੋ, ਆਪਾਂ ਨੂੰ ਇਹ ਵੀ ਮਨ ਦੇ ਵਿੱਚ ਰੱਖਣਾ ਚਾਹੀਦਾ ਕਿ ਜਿਹੜੇ ਜਰਨੈਲ ਦਾ ਜਨਮ ਦਿਹਾੜਾ ਮਨਾਇਆ ਹੈ ਉਹਦੇ ਇਰਾਦੇ ਕਿਸ ਤਰੀਕੇ ਦੇ ਸਨ। ਜਦੋਂ 14 ਅਫਸਰ ਆਰਮੀ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਭੇਜੇ, ਕੁਝ ਗੱਲਾਂ ਤੇ ਗੱਲ ਕਰਨ ਵਾਸਤੇ, ਟੇਬਲ ਟਾਕ ਕਰਨ ਵਾਸਤੇ, ਤੇ ਉਸ ਮਰਦ ਦਾ ਐਸਾ ਪ੍ਰਭਾਵ ਪਿਆ ਉਹਦੀ ਬੰਦਗੀ ਦਾ, ਉਹਨਾਂ ਦੇ ਉਹ 14 ਦੇ 14 ਹੀ ਸੰਤਾਂ ਦੇ ਹੋ ਕੇ ਰਹਿ ਗਏ। ਸਤਿਕਾਰਯੋਗ ਖਾਲਸਾ ਜੀ, ਉਸ ਤੋਂ ਬਾਅਦ ਜਦੋਂ ਇਹ ਜੰਗ ਦਾ ਬਿਗਲ ਵੱਜਿਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੱਕ ਲੱਦ ਕੇ ਰੋਡਿਆਂ ਵਾਲੇ ਜਰਨੈਲ ਨੇ ਦਿੱਲੀ ਦੀ ਧਰਤੀ ਨੂੰ ਤੋਰੇ, ਤੇ ਫਿਰ ਰਾਣੀ ਦੇ ਜਿਹੜੇ ਪੈਰ ਥਿੜਕੇ, ਤੇ ਜਦੋਂ ਉਹਨੂੰ ਪਤਾ ਲੱਗਾ ਬੰਬਾਂ ਨਾਲ ਮੇਰੇ ਸਿਆਸੀ ਲੀਡਰਾਂ ਦਾ ਨੁਕਸਾਨ ਹੋ ਸਕਦਾ ਜਿਹੜੇ ਦਿੱਲੀ ਦੇ ਦਲਾਲ ਸਨ ਵਿੱਚ, ਤੇ ਫਿਰ ਉਸ ਬੀਬੀ ਨੇ ਜਰਨਲ ਨੂੰ, ਵੈਦਿਆਂ ਨੂੰ ਤੇ ਬਰਾੜ ਨੂੰ ਹਦਾਇਤ ਕੀਤੀ ਕਿ ਤੁਸੀਂ ਇਹ ਜਿਹੜੇ 17 ਆਪਣੇ ਸਿਆਸੀ ਲੀਡਰ ਇਹਨਾਂ ਨੂੰ ਸੰਤਾਂ ਦੇ ਕੋਲ ਮਨਾਉਣ ਵਾਸਤੇ ਇੱਕ ਵਾਰ ਫੇਰ ਭੇਜ ਦਿਓ। ਫਿਰ ਉਹਨਾਂ ਨਾਲ ਕੀ ਵਾਪਰੀ, ਜਦੋਂ ਸੰਤ ਜਰਨੈਲ ਸਿੰਘ ਕੋਲ ਗਏ ਤੇ ਸੰਤ ਜੀ ਨੇ ਜਨਰੇਟਰਾਂ ਦੇ ਵਿੱਚੋਂ ਤੇਲ ਕੱਢ ਕੇ ਉਹਨਾਂ ਦਾ ਮੂੰਹ ਕਾਲਾ ਕਰਕੇ ਦੁਬਾਰ ਬਾਹਰ ਨੂੰ ਤੋਰ ਕੱਤਿਆ। ਸੋ ਮੈਂ ਦੱਸਣ ਦਾ ਯਤਨ ਕਰਦਾ, ਉਹਨਾਂ ਵੇਲਿਆਂ ਦੇ ਵਿੱਚ, ਐਮਰਜੈਂਸੀ ਦੇ ਵੇਲੇ ਦੇ ਵਿੱਚ 100 ਤੋਂ ਲੈ ਕੇ 50 ਦੀ ਗਿਣਤੀ ਆਈਪੀਐਸ ਅਫਸਰਾਂ ਦੀ ਸੀ। ਪੰਜਾਬ ਦੀ ਧਰਤੀ ਤੇ ਆਈਐਸ ਆਈਪੀਐਸ ਅਫਸਰ ਇੰਨੇ ਸਨ, ਪਰ ਕਿਸੇ ਦਾ ਦਿਲ ਹਰਮੰਦਰ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਨਾ ਥਿੜਕਿਆ। ਸਾਰੇ ਅਫਸਰ ਜਿਹੜੇ ਸਨ ਉਹ ਆਪਣੀਆਂ ਨੌਕਰੀਆਂ ਤੇ ਆਪਣੇ ਅਹੁਦਿਆਂ ਨੂੰ ਮੁੱਖ ਰੱਖ ਕੇ ਉਹ ਇਸ ਦਿੱਲੀ ਦੀ ਪੁਸਤ ਪਣਾਈ ਕਰਦੇ ਰਹੇ
ਪਰ ਤੁਹਾਡੇ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ IPS ਅਫਸਰ ਜਿਹੜਾ ਸੀ, ਉਹਨੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਵੇਖ ਕੇ ਨਾ ਜਰੀ ਤੇ ਆਪਣੇ DIG ਦੇ ਅਹੁਦੇ ਨੂੰ ਲੱਤ ਮਾਰ ਦਿੱਤੀ। ਸਤਿਕਾਰਯੋਗ ਖਾਲਸਾ ਜੀ, ਮੈਂ ਤੁਹਾਨੂੰ ਇਹ ਦੱਸਣ ਦਾ ਯਤਨ ਕਰਦਾ, ਸਮਾਂ ਬਹੁਤ ਸੀਮਤ ਹੈ। ਅੱਜ ਰਵਾਇਤੀ ਪਾਰਟੀਆਂ ਦੇ ਜਿਹੜੇ ਲੀਡਰ ਆ, ਜਿਹੜੇ ਪ੍ਰਧਾਨ ਹੈ, ਰਾਹੁਲ ਗਾਂਧੀ ਜਿਹੜਾ ਭਾਰਤ ਜੋੜ ਯਾਤਰਾ ਕਰਦਾ ਫਿਰਦਾ ਹੈ, ਉਹਦੇ ਵਿੱਚ ਆਪਣੀਆਂ ਹੀ ਬੀਬੀਆਂ ਨੂੰ ਉਹਨਾਂ ਦੇ ਹੱਥ, ਰਾਹੁਲ ਗਾਂਧੀ ਦੇ ਹੱਥਾਂ ਤੇ ਹੱਥ ਫੜਾ ਕੇ ਆਪ ਧੱਕੇ ਖਾਂਦੇ ਫਿਰਦੇ ਆ। ਕਿ ਇਹੋ ਜਿਹੇ ਸਿੱਖ ਸਨ ਗੁਰੂ ਗੋਬਿੰਦ ਸਿੰਘ ਦੇ? ਇਹ ਸਾਡੀ ਅਗਵਾਈ ਕਰ ਸਕਦੇ ਆ? ਜੇ ਸਾਡੀ ਅਗਵਾਈ ਕਰ ਸਕਦਾ ਤੇ ਕੇਵਲ ਪਰਖਿਆ ਹੋਇਆ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ, ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਜਥੇਬੰਦੀ ਵਿੱਚ, ਉਸ ਮਰਜੀਵੜੇ ਲੀਡਰ ਦੇ ਅਸੀਂ ਅਗਵਾਈ ਕਰਦੇ, ਉਹਦੇ ਅੰਡਰ ਵੇ ਕੇ ਸੇਵਾ ਕਰਦੇ ਆ ਪਾਰਟੀ ਦੇ ਵਿੱਚ। ਸੋ ਸਾਨੂੰ ਸਾਰਿਆਂ ਨੂੰ ਇਥੋਂ ਇਹ ਪਰਨ ਕਰਨਾ ਚਾਹੀਦਾ ਹੈ, ਸਾਨੂੰ ਆਪਣਾ ਮਨ ਬਣਾਉਣਾ ਚਾਹੀਦਾ ਹੈ ਕਿ ਅਸੀਂ ਗੰਗਾ ਗਏ ਗੰਗਾ ਤੇ ਜਮਨਾ ਗਏ ਜਮਨਾ ਰਾਮ ਨਾ ਬਣੀਏ। ਇਥੋਂ SGPC ਦੇ ਮੈਂਬਰ ਤੇ ਬਾਦਲ ਦਲੀਆਂ ਦੇ ਲੀਡਰਾਂ ਨੇ ਬਹੁਤ ਸਾਡਾ ਇਹ ਜਿਹੜਾ ਸ਼ਮਿਆਨਾ ਲਾ ਕੇ ਅੱਜ ਬੈਠਣ ਦਾ ਪ੍ਰੋਗਰਾਮ ਕੀਤਾ, ਉਹ ਤਾਂ ਅਸੀਂ ਧੰਨਵਾਦ ਕਰਦੇ ਆਂ। ਪਰ ਜਿਹੜੀਆਂ ਗੱਲਾਂ ਅੱਜ ਇਹਨਾਂ ਨੇ ਕੀਤੀਆਂ, ਆਕਾਸ਼ ਕਿਤੇ ਜਦੋਂ ਇਹਨਾਂ ਕੋਲ ਤਾਕਤ ਸੀ, ਜੇ ਕਿਤੇ ਉਦੋਂ ਆ ਸ਼ਮਿਆਨੇ ਲਿਆ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦੇ ਦਿੰਦੇ, ਕਹਿੰਦੇ ਤੁਸੀਂ ਆਪਣੀ ਗੱਲ ਕਰੋ, ਅਸੀਂ ਤੁਹਾਡਾ ਸਾਥ ਦਿੰਨੇ ਆ, ਤੇ ਅੱਜ ਇਹਨਾਂ ਨੂੰ ਗਦਾਰ ਨਾ ਕਹਿੰਦੇ। ਅੱਜ ਬਾਦਲ ਕਿਆਂ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਭਗਵੰਤ ਮਾਨ ਨੂੰ ਕਿਉਂ ਇਹ ਗੱਲ ਕਹੀ ਜਾਂਦੀ ਹੈ? ਮੈਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਦਿੱਲੀ ਦੀ ਦਲਾਲੀ ਕਰਦੇ ਆ। ਸੋ ਮੈਂ ਦੱਸਣਾ ਚਾਹੁੰਦਾ ਹਾਂ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਹੁਣੇ ਜਦੋਂ ਇਹ ਗੱਲ ਪ੍ਰੋਫੈਸਰ ਸਾਹਿਬ ਨੇ ਤੁਹਾਨੂੰ ਦੱਸੀ ਤੇ ਇੱਥੋਂ ਬਹੁਤ ਆਵਾਜ਼ਾਂ ਇਸ ਤਰ੍ਹਾਂ ਦੀਆਂ ਆਈਆਂ ਤੇ ਸਰਦਾਰ ਮਾਨ ਮਹਿਸੂਸ ਕਰਦੇ ਸਨ ਕਿ ਮੇਰੀ ਕੌਮ ਦੇ ਵਿੱਚ ਦਰਦ ਕਿੰਨਾ ਹੈ, ਕਿੰਨੇ ਸਤਾਏ ਨੇ ਮੇਰੀ ਕੌਮ ਦੇ ਲੋਕ ਬਾਦਲਾਂ ਤੋਂ। ਤੇ ਉਸ ਵੇਲੇ ਪੰਜੋਲੀ ਸਾਹਿਬ ਕਹਿੰਦੇ ਬਿਲਕੁਲ ਸੱਚੀ ਗੱਲ ਹੈ। ਮੈਂ ਦੱਸਣਾ ਚਾਹੁੰਦਾ ਹਾਂ, ਜੇ ਸੱਚੀ ਗੱਲ ਹੈ ਫਿਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਸਾਨੂੰ ਸਾਰਿਆਂ ਨੂੰ ਬਾਦਲਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ, ਕੈਪਟਨ ਅਮਰਿੰਦਰ ਸਿੰਘ ਦਾ ਬਾਈਕਾਟ ਕਰਨਾ ਚਾਹੀਦਾ ਹੈ, ਇਹ ਟੋਪੀਆਂ ਵਾਲਿਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ, ਤੇ ਪੁੱਤਰਾਂ ਦੇ ਦਾਨੀ ਦਾ ਆਪਾਂ ਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਐਸੀ ਕੌਮ, ਐਸੇ ਜਰਨੈਲ ਥਾਪੇ ਹੈ। ਇਹਨਾਂ ਦੇ ਨਾਲ BJP ਦਾ ਵੀ ਬਾਈਕਾਟ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਤੋਰਿਆ ਹੈ। ਸੋ ਮੈਂ ਇੰਨੀਆਂ ਹੀ ਬੇਨਤੀਆਂ ਦੇ ਨਾਲ, ਜਿਹੜਾ ਸਾਡਾ ਬਰਗਾੜੀ ਦੇ ਵਿੱਚ ਵੀ ਮੋਰਚਾ ਚੱਲ ਰਿਹਾ ਹੈ, ਤਕਰੀਬਨ ਅੱਜ 543 ਦਿਨ ਹੋ ਗਏ ਹੈ, ਆਪਾਂ ਸਾਰਿਆਂ ਨੇ ਜਾ ਕੇ ਉੱਥੇ ਗ੍ਰਿਫਤਾਰੀਆਂ ਦੇਣੀਆਂ ਹੈ। ਜਦੋਂ ਅਸੀਂ ਆਖਿਆ ਸੀ 15 ਦੇ ਵਿੱਚ ਤੁਸੀਂ ਇਹਨਾਂ ਜ਼ਾਲਮਾਂ ਨੂੰ ਫੜੋ, ਤੇ ਉਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਹਦੇ ਸਿੰਘਾਂ ਨੂੰ ਫੜ ਕੇ ਅੰਦਰ ਦੇ ਦਿੱਤਾ। ਸੋ ਇਸ ਕਰਕੇ 15 ਦੇ ਵਿੱਚ ਜਦੋਂ ਬੇਅਦਬੀ ਹੋਈ, ਤੁਹਾਡੇ ਕੋਲ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਭਰਾਤਾ ਉਪਕਾਰ ਸਿੰਘ ਸੰਧੂ ਬੈਠੇ ਆ। ਜਦੋਂ ਫਤਿਹਗੜ੍ਹ ਦੀ ਸਾਹਿਬ ਦੀ ਸਟੇਜ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਸੀ, ਤੇ ਅੱਜ ਉਹਨਾਂ ਨੂੰ ਜ਼ਿੰਮੇਵਾਰੀਆਂ ਵੀ ਦੇਣੀਆਂ। ਸੋ ਮੈਂ ਦੱਸਣਾ ਚਾਹੁੰਦਾ ਹਾਂ, ਦਰਦ ਜਿੰਨੂੰ ਸੀ ਉਹਨੇ ਅਸਤੀਫਾ ਦੇ ਦਿੱਤਾ, ਕਿਸੇ ਨੇ ਅਸਤੀਫਾ ਨਹੀਂ ਦਿੱਤਾ। ਕੱਲੇ ਉਪਕਾਰ ਸਿੰਘ ਸੰਧੂ ਨੇ ਆਪਣੀ ਟੀਮ ਦੇ ਨਾਲ ਅਸਤੀਫਾ ਦਿੱਤਾ। ਉਸ ਵੇਲੇ ਉਹ ਪੇਡਾ ਦਾ ਚੇਅਰਮੈਨ ਵੀ ਸੀ। ਮੈਂ ਬੇਨਤੀਆਂ ਕਰਦਾ, ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਨੂੰ ਮਤ ਬਖਸ਼ਣ, ਅਸੀਂ ਆਪਦੇ ਕੌਮ ਦੇ ਲੀਡਰ ਨੂੰ ਪਛਾਣ ਕੇ ਉਹਦਾ 40 ਸਾਲ ਦਾ ਸੰਘਰਸ਼ ਜਿਹੜਾ ਹੈ ਉਹਨੂੰ ਮੁੱਖ ਰੱਖ ਕੇ ਜੇ ਆਪਣੇ ਪੰਜਾਬ ਦੀ ਕੋਈ ਗੱਲ ਕਰ ਸਕਦਾ ਹੈ ਤੇ ਉਹ ਸਿਮਰਨਜੀਤ ਸਿੰਘ ਮਾਨ ਕਰ ਸਕਦਾ ਹੈ। ਕੁਰਸੀਆਂ ਦਾ ਲਾਲਚ ਨਹੀਂ, ਸ਼ੌਹਰਤ ਦਾ ਲਾਲਚ ਨਹੀਂ, ਮਾਇਆ ਦਾ ਲਾਲਚ ਨਹੀਂ। ਇਸ ਗੱਲ ਦਾ ਤਾਂ ਤੁਹਾਨੂੰ ਵੀ ਪਤਾ ਹੈ, ਸਾਨੂੰ ਆਟਾ ਦਾਲ ਕਿੰਨੇ ਦਿੱਤਾ ਹੈ, ਕਿਉਂ ਦਿੱਤਾ ਹੈ? ਉਹ ਇੱਕ ਵੋਟ ਸਰਦਾਰ ਮਾਨ ਨਾਲੋਂ ਤੋੜ ਕੇ ਆਪਣੀ ਝੋਲੀ 'ਚ ਪਾ ਕੇ ਦਿੱਲੀ ਨੂੰ ਤਗੜਾ ਕਰਨਾ ਚਾਹੁੰਦੇ ਆ। ਅਸੀਂ ਆਪਣੇ ਪੰਜਾਬ ਨੂੰ ਤਗੜਾ ਕਰਨਾ ਚਾਹੁੰਦੇ ਆ। ਇਸ ਕਰਕੇ ਤੁਸੀਂ ਪਰਖੇ ਹੋਏ ਲੀਡਰ ਦਾ ਸਾਥ ਦਿਓ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ, ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ, ਆਪਣੇ ਬੱਚਿਆਂ ਨੂੰ ਉਹਨਾਂ ਵਰਗੇ ਤੇ ਆਪ ਵੀ ਉਹਨਾਂ ਵਰਗੇ ਬਣ ਜਾਈਏ। ਇੰਨੀਆਂ ਬੇਨਤੀਆਂ ਨਾਲ ਮੈਂ ਆਪਣੇ ਹਰਜੀਤ ਸਿੰਘ ਮੀਆਂਪੁਰ ਤੇ ਸਾਡੇ ਮਾਸਟਰ ਭੁਪਿੰਦਰ ਸਿੰਘ ਜੀ, ਫਤਿਹ ਸਿੰਘ ਜੀ ਤੇ ਸ਼ੇਰੋਂ ਸਾਹਿਬ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ। ਸਾਰੇ ਮਾਝੇ ਦੇ ਲੀਡਰਾਂ ਦਾ, ਜਿਹੜੇ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਲੈ ਕੇ ਆਏ ਸੰਗਤ, ਤੇ ਪੂਰੇ ਪੰਜਾਬ ਦੇ ਵਰਕਰਾਂ ਦਾ, ਮਾਈ ਭਾਈ ਦਾ ਮੈਂ ਸਤਿਕਾਰ ਕਰਦਾ ਹਾਂ ਕਿ ਉਹਨਾਂ ਨੇ ਅੱਜ ਉੱਠ ਕੇ ਆਪਣੇ ਲੀਡਰ ਨੂੰ ਪਛਾਣਨ ਦਾ ਯਤਨ ਕੀਤਾ ਹੈ। ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।
ਵੱਡਾ ਜਥਾ ਸੈਣੇ ਤੋਂ ਨੌਜਵਾਨ ਆਗੂ ਗੁਰਜੀਤ ਸਿੰਘ, ਬਾਬਾ ਦਲੀਪ ਸਿੰਘ ਅਤੇ ਉਹਨਾਂ ਦੇ ਸਾਥੀ ਵੱਡਾ ਜਥਾ ਲੈ ਕੇ ਆਏ ਨੇ। ਧੰਨਵਾਦ ਹੈ। ਬਹੁਤ ਸਤਿਕਾਰਯੋਗ ਰਣਜੀਤ ਸਿੰਘ ਜੀ ਬਾਂਦਰ, ਜਿਨ੍ਹਾਂ ਨੇ ਬਰਗਾੜੀ ਮੋਰਚੇ ਤੋਂ ਲੈ ਕੇ ਹਰ ਸਿੱਖ ਸੰਘਰਸ਼ ਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਇਆ, ਉਹ ਵੀ ਇਕੱਠ ਚ ਬਿਰਾਜਮਾਨ ਨੇ। ਧੰਨਵਾਦ ਦੀਆਂ। ਚਰਨਜੀਤ ਸਿੰਘ ਜੀ ਸਰਪੰਚ ਹੁਸੈਨਪੁਰਾ, ਧੰਨਾ ਸਿੰਘ ਜੀ ਸਰਪੰਚ ਲਾਡੇਵਾਲ, ਪੁਲਿਸ ਜ਼ਿਲ੍ਹਾ ਜਗਰਾਉਂ ਤੋਂ ਸੁਰਜੀਤ ਸਿੰਘ ਜੀ ਤਲਵੰਡੀ ਜੋ ਜ਼ਿਲ੍ਹਾ ਪ੍ਰਧਾਨ ਨੇ, ਉਹ ਵੀ ਜਥਾ ਲੈ ਕੇ ਆਏ ਨੇ। ਅਜਮੇਰ ਸਿੰਘ ਜੀ ਡਾਂਗੀਆਂ, ਗੁਰਮੀਤ ਸਿੰਘ ਜੀ ਮੱਲਾ, ਗੁਰਨਾਮ ਸਿੰਘ ਜੀ ਡੱਲਾ, ਮਹਿੰਦਰ ਸਿੰਘ ਜੀ ਭੰਮੀਪੁਰਾ, ਇਹਨਾਂ ਸਾਰੇ ਆਗੂਆਂ ਦਾ ਧੰਨਵਾਦ ਹੈ। ਧੰਨਵਾਦੀਆਂ ਬਾਬਾ ਜੈਮਲ ਸਿੰਘ ਜੀ ਪਟਿਆਲੇ ਵਾਲਿਆਂ ਦਾ। ਅਸੀਂ ਸਾਰੇ ਹੀ ਜਿੰਨੇ ਵੀ ਆਗੂ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ। ਮੈਂ ਇੱਕ ਬੇਨਤੀ ਕਰਦਾ ਸਟੇਜ ਤੇ ਖੜੇ ਨੌਜਵਾਨਾਂ ਨੂੰ, ਨੌਜਵਾਨੋ ਤੁਹਾਡਾ ਸਟੇਜ ਤੇ ਖੜਨ ਦਾ ਜਿਹੜਾ ਹੈ ਉਹ ਦਰਸਾਉਂਦਾ ਹੈ ਕਿ ਨੌਜਵਾਨ ਅਨੁਸ਼ਾਸਨਹੀਨ ਹੋ ਗਏ। ਇਹ ਜਿਹੜਾ ਲੈਬ ਦੁਨੀਆ ਭਰ ਦੇ ਵਿੱਚ ਜਾਂਦਾ ਹੈ, ਬਾਰ-ਬਾਰ ਪ੍ਰਬੰਧਕਾਂ ਦੇ ਕਹਿਣ ਤੇ ਨੌਜਵਾਨੋ ਤੁਸੀਂ ਇਹ ਜਿਹੜਾ ਅਮਰੀਕਾ, ਕੈਨੇਡਾ, ਵਿਦੇਸ਼ਾਂ ਵਿੱਚ ਬੈਠੇ ਸਿੱਖ ਦੇਖ ਰਹੇ ਨੇ, ਉਹ ਸਾਡੇ ਅਨੁਸ਼ਾਸਨ ਤੇ ਕੀ ਸੋਚਦੇ ਹੋਣਗੇ। ਮੈਂ ਕਿੰਨੇ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਪੰਡਾਲ ਵਿੱਚ ਬੈਠੋ, ਸੰਗਤਾਂ ਨੂੰ ਬਹਾਓ। ਜਿੱਥੇ ਵੀ ਕੋਈ ਦੋ ਜਾਣੇ ਇਧਰ ਉਧਰ ਖੜੇ ਨੇ, ਇੱਥੇ ਪੰਥਕ ਵਿਚਾਰਾਂ ਹੋ ਰਹੀਆਂ ਨੇ। ਲੀਡਰ ਅੱਡੀ ਚੋਟੀ ਦਾ ਜ਼ੋਰ ਲਾ ਕੇ ਤੁਹਾਨੂੰ ਕੌਮ ਦੇ ਹੱਕਾਂ ਪ੍ਰਤੀ ਸੁਚੇਤ ਕਰ ਰਹੇ ਨੇ। ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਪ੍ਰਬੰਧਕਾਂ ਦਾ ਸਹਿਯੋਗ ਕਰੋ। ਹੁਣ ਮੈਂ ਪ੍ਰੋਫੈਸਰ MP ਸਿੰਘ ਜੀ ਨੂੰ ਬੇਨਤੀ ਕਰਦਾ ਕਿ ਅਗਲਾ ਪ੍ਰੋਗਰਾਮ ਦੇ। ਬਹੁਤ ਬਹੁਤ ਧੰਨਵਾਦ ਹੈ ਜੀ। ਸਰਦਾਰ ਹਰਪਾਲ ਸਿੰਘ ਬਲੇਰ ਸਾਹਿਬ ਨੇ ਬਹੁਤ ਹੀ ਸੀਮਤ ਸਮੇਂ ਦੇ ਵਿੱਚ ਆਪਣੀ ਡਿਊਟੀ ਨਿਭਾਈ ਹੈ। ਜਦੋਂ ਤੱਕ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਸਟੇਜ ਤੇ ਆਉਂਦੇ ਨੇ, ਮੈਂ ਸਰਦਾਰ ਅਵਤਾਰ ਸਿੰਘ ਜੀ ਜਿਹੜੇ ਨਿਊ ਜਰਸੀ ਤੋਂ ਆਏ ਨੇ, ਉਹ ਪਾਰਟੀ ਦੇ ਉੱਥੇ ਖਜ਼ਾਨਚੀ ਵੀ ਹੈਗੇ ਨੇ, ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਬਿਰਾਜਮਾਨ ਨੇ। ਗੁਰਪ੍ਰੀਤ ਸਿੰਘ ਜੀ ਸੈਣੀ ਸਾਹਿਬ ਜਿਹੜੇ ਕਿ ਐਡਵੋਕੇਟ ਨੇ ਪਾਰਟੀ ਦੇ, ਬਹੁਤ ਜ਼ਿਆਦਾ ਧੰਨਵਾਦ ਕਰਦੇ ਆ। ਤੇ ਇੱਕ ਬੇਨਤੀ ਕਰਦੇ ਆ ਕਿ ਜਿਵੇਂ ਪਿੱਛੇ ਜੇ ਪ੍ਰਧਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਹਰ ਘਰ ਦੇ ਵਿੱਚ ਦੀਪਮਾਲਾ ਹੋਣੀ ਚਾਹੀਦੀ ਹੈ, ਉਸੇ ਤਰ੍ਹਾਂ ਅਸੀਂ ਅੱਜ ਸਟੇਜ ਵੱਲੋਂ ਪਾਰਟੀ ਤੌਰ ਤੇ ਬੇਨਤੀ ਕਰਦੇ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਤੇ ਵੀ ਇੱਥੋਂ ਜਾ ਕੇ ਆਪਣੇ ਘਰਾਂ ਤੇ ਚਾਹੇ ਦੀਵਾ, ਚਾਹੇ ਮੋਮਬੱਤੀ, ਚਾਹੇ ਲਾਈਟਾਂ, ਜਿਸ ਤਰੀਕੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਉਹ ਜ਼ਰੂਰ ਕਰਿਓ। ਤੇ ਘਰ ਘਰ ਜਿਹੜਾ ਹੈਗਾ ਜੋ ਹੋ ਸ੍ਰੀ ਅਕਾਲ। ਨਵਨੀਤ ਗੋਪੀ ਜੀ ਦਾ ਲੁਧਿਆਣੇ ਤੋਂ ਬਹੁਤ ਬਹੁਤ ਧੰਨਵਾਦ ਹੈ। ਪਾਰਟੀ ਲਈ ਬਹੁਤ ਕੰਮ ਕਰ ਰਹੇ ਨੇ। ਸਵਾਮੀ ਸ਼ੂਨਿਆ ਜੀ ਜਿਹੜੇ ਮੇਰੇ ਪਟਿਆਲੇ ਰਹਿੰਦੇ ਨੇ, ਉਹਨਾਂ ਨੇ ਆਪਣੇ ਘਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਈ ਹੈ। ਉਹਦੇ ਕਰਕੇ ਉਹਨਾਂ ਨੂੰ ਪੁਲਿਸ ਤੰਗ ਕਰਦੀ ਸੀ। ਅਸੀਂ ਫਿਰ ਉੱਥੇ ਜਾ ਕੇ ਉਹਨਾਂ ਨਾਲ ਇਕੱਠੀ ਵੀਡੀਓ ਪਾਈ ਤੇ ਉਹ ਵੀ ਸਟੇਜ ਤੇ ਬੈਠੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਤੇ ਮੈਂ ਜਸਕਰਨ ਸਿੰਘ ਜੀ ਨੂੰ ਵੀ ਬੇਨਤੀ ਕਰਾਂਗਾ। ਉਸ ਤੋਂ ਪਹਿਲਾਂ ਮੈਂ ਇੱਕ ਐਲਾਨ ਕਰਨਾ ਚਾਹੁੰਦਾ, ਜਿੱਥੇ ਨਾਂ ਲੈ ਕੇ ਗਏ ਨੇ ਸਰਦਾਰ ਬਲੇਰ ਸਾਹਿਬ ਕਿ ਉਪਕਾਰ ਸਿੰਘ ਸੰਧੂ ਸਾਹਿਬ ਨੇ ਆਪਣੀ ਚੇਅਰਮੈਨੀ ਤੇ ਅਸਤੀਫਾ ਦਿੱਤਾ ਪਾਰਟੀ ਤੋਂ। ਉਹਨਾਂ ਨੇ ਪਾਰਟੀ ਨੂੰ ਜੁਆਇਨ ਕੀਤਾ ਪਿਛਲੇ ਮਹੀਨੇ ਦਸੰਬਰ ਦੇ ਮਹੀਨੇ ਇਸੇ ਸਭਾ ਤੇ ਫਤਿਹਗੜ੍ਹ ਸਾਹਿਬ। ਉੱਥੇ ਅੱਜ ਪਾਰਟੀ ਨੇ ਉਹਨਾਂ ਨੂੰ PAC ਦੇ ਮੈਂਬਰ ਦੇ ਤੌਰ ਤੇ ਨਵਾਜਿਆ। ਇੱਕ ਜਕਾਰਾ ਛੱਡਦੇ ਆ, ਬੋਲੇ ਸੋ ਨਿਹਾਲ। ਸਰਦਾਰ ਉਪਕਾਰ ਸਿੰਘ ਜੀ ਸੰਧੂ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਭਰਾਤਾ ਨੇ। ਸੋ ਹੁਣ ਮੈਂ ਬੇਨਤੀ ਕਰਦਾ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜੇ ਕਿ ਪਾਰਟੀ ਦੇ ਜਨਰਲ ਸੈਕਟਰੀ ਨੇ, ਕਿਸਾਨ ਵਿੰਗ ਦੇ ਪ੍ਰਧਾਨ ਵੀ ਨੇ, ਤੇ ਜਿਹੜੇ ਲਤੀਫਪੁਰ ਦੇ ਵਿੱਚ ਉਹਨਾਂ ਨੇ ਮੋਰਚਾ ਲਾਇਆ ਹੋਇਆ, ਉਹਨਾਂ ਨੇ ਮੇਰੀ ਡਿਊਟੀ ਲਾਈ ਸੀ, ਮੈਂ ਭੁੱਲ ਗਿਆ। ਮੈਂ ਉਹਨਾਂ ਦੇ ਹੱਥ ਵਿੱਚ ਇਹ ਪਰਚੀ ਜਿਹੜੇ ਕਿ ਉਹਨਾਂ ਨੂੰ ਸਹਿਯੋਗ ਕਰ ਰਹੇ ਨੇ ਲਤੀਫਪੁਰ ਦੇ ਵਿੱਚ, ਉਹਨਾਂ ਸੱਜਣਾਂ ਦੇ ਵੀ ਨਾਂ ਲੈਣਗੇ, ਨਾਲੇ ਆਪਣੇ ਵਿਚਾਰ ਸੀਮਤ ਸਮੇਂ 'ਚ ਰੱਖਣਗੇ। ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ। ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ ਅੱਜ ਉਹਨਾਂ ਦੀ ਹਜ਼ੂਰੀ ਦੇ ਵਿੱਚ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਮੋਤੀ ਰਾਮ ਮਹਿਰਾ ਜੀ, ਟੋਡਰ ਦੀਵਾਨ ਟੋਡਰ ਮੱਲ ਜੀ ਤੇ ਨਵਾਬ ਮਰੇਰ ਕੋਟਲਾ, ਜਿਨ੍ਹਾਂ ਨੇ ਮਾਸੂਮ ਜਿੰਦਾਂ ਦੇ ਸ਼ਹਾਦਤ ਮੌਕੇ ਤੇ ਬਹੁਤ ਵੱਡਾ ਨਾਰਾ ਮਾਰ ਕੇ ਇਤਿਹਾਸ ਸਿਰਜਿਆ ਤੇ ਦਰਜਾ ਬਦਰਜਾ ਸਾਧ ਸੰਗਤ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜਾਂ ਦਾ 76ਵਾਂ ਜਨਮ ਦਿਨ ਹੈ, ਉਹਦੇ ਤੇ ਇਕੱਠੇ ਹੋਏ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ ਅਗਵਾਈ ਵਿੱਚ ਪੂਰਾ ਪੰਥ ਇਕੱਠਾ ਹੋਇਆ। ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सूरत पहचानी है जो लरे दीन के हेत, पुरजा पुरजा कट मरै कबू ना छाड़े खेत, मरण मनसा सूर्या हक है जे मरण होए परवानो। आज आप उस योधे जरनैल जो दमदमी टकसाल का 14वां मुखी है, ओदा आप जन्म दिहाड़ा मना रहे हैं। ਅੱਜ ਆਪਾਂ ਉਹਨਾਂ ਨੂੰ ਸ਼ਹੀਦ ਕੀਤਾ ਕਿਹਨੇ ਹੈ? ਸ਼ਹੀਦ ਹੋਣ ਦਾ ਕਾਰਨ ਕੀ ਹੈ? ਅੱਜ ਇੰਡੀਅਨ ਸਟੇਟ ਤੋਂ ਸਾਨੂੰ ਪੁੱਛਣਾ ਚਾਹੀਦਾ। ਕਾਂਗਰਸ ਪਾਰਟੀ ਇੱਕ ਜ਼ਾਲਮ ਪਾਰਟੀ ਹੈ ਜਿਹਨੇ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤੱਕ ਢਾ ਦਿੱਤਾ ਹੈ, ਧੀਆਂ ਭੈਣਾਂ ਦੀਆਂ ਬੇਪਤੀਆਂ ਕਰ ਦਿੱਤੀਆਂ। 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ। ਉਸ ਤੋਂ ਬਾਅਦ ਬੀਜੇਪੀ ਨੇ, ਆਰਐਸਐਸ ਨੇ, ਅਡਵਾਨੀ ਨੇ ਸਾਥ ਦਿੱਤਾ। ਕਿਤਾਬ ਲਿਖੀ ਮਾਈ ਕੰਟਰੀ, ਮਾਈ ਲਾਈਫ, ਮੇਰਾ ਦੇਸ਼, ਮੇਰੀ ਜ਼ਿੰਦਗੀ ਮੇਰਾ ਦੇਸ਼, ਉਹਨੂੰ ਦੁਰਗਾ ਮਾਤਾ ਕਹਿ ਕੇ ਕਿਹਾ ਕਿ ਦੇਰ ਨਾਲ ਫੈਸਲਾ। ਰਵਾਇਤੀ ਕਾਲੀਆਂ ਨੇ, बादल ने, तोड़े ने, तलवंडी ने, ने साथ दिता। उस तो बाद सोवियत रूस, कांग्रेसा ने उन्होंने साथ दिता, बरतानिया ने उन्होंने साथ दिता। एक पासे दरबार साहब ढाउण वाले ने, एक पासे ढवाउण वाले ने, एक पासे उन्होंने शह देने वाले ने, एक पासे संत जरनैल सिंह भिंडरां वाला थोड़ी कौम की आजादी ਲਈ शहादत दे रहा, दूजे पासे कौम का जरनैल सिमरनजीत सिंह मान ਉਹਦੇ ਵਿਰੁੱਧ ਆਵਾਜ਼ ਬੁਲੰਦ ਕਰਕੇ DIG ਦਾ ਉਹਦਾ ਛੱਡ ਕੇ ਨੌ ਖਿਚਾ ਕੇ ਆਪਣੀ ਦਾੜੀ ਪੁਟਾ ਕੇ ਕੌਮ ਦੀ ਆਜ਼ਾਦੀ ਨੂੰ ਲੈ ਕੇ ਤੁਰਿਆ ਹੋਇਆ। ਅੱਜ ਸਾਨੂੰ ਸੋਚਣ ਤੇ ਵਿਚਾਰਨ ਦੀ ਲੋੜ ਹੈ। ਕੈਸੇ ਹਾਲਤ ਹੈ ਇੰਡੀਅਨ ਸਟੇਟ? ਸਾਨੂੰ ਜਵਾਬ ਦੇਵੇ ਕਿ ਤੁਹਾਡਾ ਦਰਬਾਰ ਸਾਹਿਬ ਕਿਉਂ ਟਾਇਆ? ਸਾਨੂੰ ਜਵਾਬ ਦੇਵੇ ਸਾਡੇ ਗਲਾਂ 'ਚ ਟਾਇਰ ਕਿਉਂ ਪਾਏ ਗਏ? ਸਾਨੂੰ ਜਵਾਬ ਦਿੱਤਾ ਜਾਵੇ ਕਿ 84 ਦੇ ਵਿੱਚ ਸਾਡੀ ਨਸਲਕੁਸ਼ੀ ਕਿਉਂ ਕੀਤੀ ਗਈ? ਇੰਡੀਅਨ ਸਟੇਟ ਸਾਨੂੰ ਜਵਾਬ ਦੇਵੇ ਕਿ ਸਾਡੇ ਕੋਲੋਂ ਚੰਡੀਗੜ੍ਹ ਕਿਉਂ ਖੋਲਿਆ? ਪੰਜਾਬੀ ਬੋਲਦੇ ਇਲਾਕੇ ਕਿਉਂ ਖੋਲੇ ਨੇ? ਹੈੱਡ ਵਰਕਰ ਕਿਉਂ ਖੋਲੇ ਨੇ? ਇੰਡੀਅਨ ਸਟੇਟ ਜਵਾਬ ਦੇਵੇ ਸਾਡੇ ਕੋਲੋਂ ਆਨੰਦ ਮੈਰਿਜ ਐਕਟ ਕਿਉਂ ਖੋਲਿਆ? ਸਾਨੂੰ ਜਵਾਬ ਦੇਵੇ 1955 ਦੇ ਵਿੱਚ ਦਰਬਾਰ ਸਾਹਿਬ ਦੇ ਫੌਜ ਕਿਉਂ ਵੜੀ ਹੈ? ਇੰਡੀਅਨ ਸਟੇਟ ਜਵਾਬ ਦੇਵੇ ਕਿ ਨਹਿਰਾਂ ਸਾਡੀਆਂ, ਪਾਣੀ ਸਾਡੇ, ਤੇ ਉਹਨਾਂ ਨੂੰ ਕਿਉਂ ਸਾਡੇ ਕੋਲੋਂ ਖੋਲਿਆ? ਇੰਡੀਅਨ ਸਟੇਟ ਜਵਾਬ ਦੇਵੇ ਜੇ ਨੇਪਾਲ ਦਾ ਬਾਰਡਰ ਖੁੱਲਾ, ਬੰਗਲਾਦੇਸ਼ ਦਾ ਬਾਰਡਰ ਖੁੱਲਾ, ਤੇ ਫਿਰ ਸਾਡਾ ਸੈਣੀ ਵਾਲਾ ਬਾਰਡਰ ਕਿਉਂ ਨਹੀਂ ਖੁੱਲਾ? ਸੁਲੇਮਾਨ ਕੀ ਕਿਉਂ ਨਹੀਂ ਖੁੱਲਾ? ਤੇ ਫਿਰ ਸਾਡਾ ਜਿਹੜਾ ਵਾਘਾ ਬਾਰਡਰ ਹੈ ਉਹ ਕਿਉਂ ਨਹੀਂ ਖੁੱਲਾ? ਇੰਡੀਅਨ ਸਟੇਟ ਤੇ ਮੋਦੀ ਜਵਾਬ ਦੇਵੇ ਸਾਡੇ ਜਿਹੜੇ 60,000 ਕਿਸਾਨਾਂ ਦਾ
ਹਜ਼ਾਰਾ ਗੁਜਰਾਤ ਦੇ ਵਿੱਚ ਕਿਉਂ ਕੀਤਾ ਗਿਆ? ਇੰਡੀਅਨ ਸਟੇਟ ਤੇ ਭਗਵੰਤ ਮਾਨ ਸਰਕਾਰ ਜਵਾਬ ਦੇਵੇ ਕਿ ਜੀਰੇ ਵਾਲੀ ਫੈਕਟਰੀ ਦੇ ਵਿੱਚ ਜਿਹੜੀ ਸ਼ਰਾਬ ਤੇ ਜਿਹੜੀ ਜ਼ਹਿਰ ਪਿੰਡਾਂ ਚ ਆ ਰਹੀ ਸੀ ਉਹ ਪਹਿਲਾਂ ਕਿਉਂ ਨਹੀਂ ਬੰਦ ਕੀਤੀ? ਲੋਕਾਂ ਦੇ ਦਬਾਅ ਨਾਲ ਉਹ ਬੰਦ ਹੋਈ। ਇੰਡੀਅਨ ਸਟੇਟ ਜਵਾਬ ਦੇਵੇ ਕਿ ਸਾਡੇ ਜਥੇਦਾਰ ਕੌਂਕੇ ਨੂੰ ਕਿਉਂ ਸ਼ਹੀਦ ਕੀਤਾ ਗਿਆ? ਇੰਡੀਅਨ ਸਟੇਟ ਜਵਾਬ ਦੇਵੇ ਸਾਡੇ ਯੋਧਿਆਂ ਜਰਨੈਲਾਂ ਨੂੰ, ਸਾਡਾ ਕਾਲ ਤਖਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਕਿਉਂ ਬੰਦ ਨੇ? 28 ਸਾਲ ਤੋਂ ਜਦੋਂ ਕਿ ਬਲਕਿਸ ਬਾਨੋ ਦੇ ਜਿਹੜੇ ਕਾਤਲ ਛੱਡ ਦਿੱਤੇ ਗਏ ਨੇ, ਰਾਜੀਵ ਗਾਂਧੀ ਦੇ ਕਾਤਲ ਛੱਡ ਦਿੱਤੇ ਗਏ ਨੇ, ਉਹ ਸਾਨੂੰ ਜਵਾਬ ਦੇਵੇ, ਸਾਨੂੰ ਜਵਾਬ ਦੇਵੇ ਕਿ ਸਾਡੀ ਹਾਈ ਕੋਰਟ ਕਿਉਂ ਖੋਲੀ ਹੈ? ਸਾਡਾ ਜਵਾਬ ਦਿੱਤਾ ਜਾਵੇ ਕਿ ਸਾਡਾ ਰਾਜਧਾਨੀ ਖੋਲੀ ਹੈ। ਇੰਡੀਅਨ ਸਟੇਟ ਜਵਾਬ ਦੇਵੇ ਜੇ ਰਾਹੁਲ ਗਾਂਧੀ ਕਸ਼ਮੀਰ ਦੀ ਯਾਤਰਾ ਤੇ ਜਾ ਸਕਦਾ, ਉਹ ਤਾਂ ਕਹਿੰਦਾ ਕਾਂਗਰਸ ਦੇ ਨਾਲ ਬਣਦੀ ਨਹੀਂ ਸਾਡੀ, ਤੇ ਫਿਰ ਕੌਮ ਦਾ ਜਰਨੈਲ ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਹੈ, ਉਹਨੂੰ ਕਿਉਂ ਨਹੀਂ ਜਾਣ ਦਿੱਤਾ? ਫਿਰ ਇੰਡੀਅਨ ਸਟੇਟ ਜਵਾਬ ਦੇਵੇ ਸਾਡੀ ਕੌਮ ਦਾ ਜਰਨੈਲ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਮੁਲਾਕਾਤ ਕਰਨਾ ਚਾਹੁੰਦਾ ਸੀ, ਭਿਓਰਾ ਜੀ ਦੀ ਮੁਲਾਕਾਤ ਕਰਨਾ ਚਾਹੁੰਦਾ ਸੀ, ਕਸ਼ਮੀਰੀ ਕੈਦੀਆਂ ਦੀ ਮੁਲਾਕਾਤ ਕਰਨਾ ਚਾਹੁੰਦਾ ਸੀ, ਤੇ ਫਿਰ ਉਹ ਸਾਰੇ ਤਾਰਾ ਜੀ ਦੀ ਮੁਲਾਕਾਤ ਕਰਨਾ ਚਾਹੁੰਦਾ ਸੀ, ਸਾਰੇ ਦੀ ਮੁਲਾਕਾਤ ਕਰਨਾ ਚਾਹੁੰਦਾ ਸੀ, ਤੇ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ ਵਿੱਚ ਕਿਉਂ ਨਹੀਂ ਮਿਲਣ ਦਿੱਤਾ ਗਿਆ? ਕੌਮ ਦਾ ਜਰਨੈਲ ਕੀ ਕਹਿੰਦਾ? ਕਰਨਾਲ ਦੇ ਜਰਨੈਲ ਨੇ ਪਾਰਲੀਮੈਂਟ ਵਿੱਚ ਗਿਆ, ਕਿਸਾਨਾਂ ਦੀ ਵੀ ਗੱਲ ਕੀਤੀ ਹੈ, ਮਜ਼ਦੂਰਾਂ ਦੀ ਵੀ ਗੱਲ ਕੀਤੀ ਹੈ, ਸਵਾਮੀਨਾਥਨ ਕਮਿਸ਼ਨ ਦੀ ਵੀ ਗੱਲ ਕੀਤੀ ਹੈ, MSP ਦੀ ਵੀ ਗੱਲ ਕੀਤੀ ਹੈ, ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਹੈ, ਸਿੱਧੂ ਮੂਸੇਵਾਲੇ ਦੀ ਵੀ ਗੱਲ ਕੀਤੀ ਹੈ, ਦੀਪ ਸਿੱਧੂ ਦੀ ਵੀ ਗੱਲ ਕੀਤੀ ਹੈ, ਡਿਫੈਂਸ ਮਿਨਿਸਟਰ ਉਹਨਾਂ ਤੇ ਮਹਾਰਾਜ ਜਹਾਜ਼ ਆ ਜਿਹੜੇ ਉਹ ਬਿਲਕੁਲ ਫੇਲ ਹੋ ਚੁੱਕੇ ਆ, ਉਹਨਾਂ ਦੀ ਵੀ ਗੱਲ ਕੀਤੀ ਆ, ਕਿਸਾਨਾਂ ਗੁਜਰਾਤ ਤੋਂ ਜੋ ਮੋਦੀ ਨੇ ਜਾੜਿਆ ਉਹਨਾਂ ਦੀ ਵੀ ਗੱਲ ਕੀਤੀ ਆ, ਮੁਸਲਮਾਨ ਕੌਮ ਦੀ ਵੀ ਗੱਲ ਕੀਤੀ ਆ, ਨਕਸਲੀਆਂ ਦੀ ਵੀ ਗੱਲ ਕੀਤੀ ਆ, ਕਸ਼ਮੀਰ ਦੇ ਕਿਉਂ ਦੋ ਟੋਟੇ ਕੀਤੇ ਗਏ ਉਹਨਾਂ ਦੀ ਵੀ ਗੱਲ ਕੀਤੀ ਆ, ਉਹ ਕੋਰਟਾਂ ਦੇ ਵਿੱਚ ਸਿੱਖ ਜੱਜ ਹੀ ਨਹੀਂ ਉਹਦੀ ਵੀ ਗੱਲ ਕੀਤੀ ਆ, ਸਿੱਖ ਪਾਰਲੀਮੈਂਟ ਦੀਆਂ ਚੋਣਾਂ ਨਹੀਂ ਹੋਈਆਂ ਉਹਦੀ ਵੀ ਗੱਲ ਕੀਤੀ ਆ, ਪਾਣੀਆਂ ਦੀ ਵੀ ਗੱਲ ਕੀਤੀ ਆ। ਕਿਹੜੀ ਕੌਮ ਦੇ ਜਰਨੈਲ ਨੇ ਛੱਡੀ ਆ? ਇਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੀ ਕਿਹਾ ਸੀ? ਇਹ ਜਿਹੜਾ ਜਨਮ ਦਿਨ ਹੈ ਕਿਵੇਂ ਮਨਾਇਆ ਇਹ ਫੇਰ ਕਿਤੇ ਦੱਸਾਂਗੇ, ਟਾਈਮ ਥੋੜਾ। ਮੈਨੂੰ ਦੱਸੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋਏ ਨੇ 1984 ਦੇ ਵਿੱਚ, 85 ਲੰਘ ਗਿਆ, 86 ਲੰਘ ਗਿਆ, 87 ਲੰਘ ਗਿਆ, 88 ਲੰਘ ਗਿਆ, 99 ਲੰਘ ਗਿਆ, 90 ਲੰਘ ਗਿਆ ਤੇ 91 ਚ ਤਿਆਰੀ। ਦੱਸੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕੋਈ ਬਾਹ ਖੜੀ ਕਰਕੇ ਕਵੇ ਮਾਈ ਦਾ ਲਾਲ, ਕੋਈ ਹਿੱਕ ਚੌੜੀ ਕਰਕੇ ਦੱਸੇ ਕਿ ਭਾਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੰਨੇ ਚਿਰ ਸ਼ਹੀਦੀ ਤੇ ਜਨਮ ਦਿਨ ਕਿਸੇ ਨੇ ਮਨਾਇਆ? ਦੱਸੋ ਬਾਹ ਖੜੀ ਕਰਕੇ ਦੱਸੋ। ਕੋਈ ਕਾਰ ਸੇਵਾ ਦੱਸੇ, ਕੋਈ ਦਮਦਮੀ ਟਕਸਾਲ ਦੱਸੇ, ਕੋਈ ਬਾਬੇ ਦੱਸਣ, ਸ਼੍ਰੋਮਣੀ ਕਮੇਟੀ ਦੱਸੇ, ਸਾਰੇ ਦੱਸਣ, ਕੋਈ ਸਤਿਕਾਰ ਸੁਭਾਵਾਂ ਦੱਸਣ ਤਾਂ ਸਹੀ। ਤੇ ਫਿਰ ਕਿਹਨੇ ਮਨਾਇਆ? ਪਰ ਇਹ ਨਹੀਂ ਕਹਿੰਦੇ ਬਈ ਨਹੀਂ ਮਨਾਇਆ ਜੇ ਡਰਦੇ ਸੀ। ਜੇ ਜਿਹੜੇ ਯੋਧੇ ਨੇ ਮਨਾ ਲਿਆ ਤੇ ਫਿਰ ਉਹਦੇ ਨਾਲ ਚਟਾਨ ਵਾਂਗ ਕਿਉਂ ਨਹੀਂ ਖੜਦੇ? ਫਿਰ ਭਾਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਉਦੋਂ ਕੋਈ ਖਾਲਿਸਤਾਨ ਕਹਿ ਨਹੀਂ ਸਕਦਾ, ਕੌਮ ਦੇ ਜਰਨੈਲ ਨੇ। ਤੁਹਾਨੂੰ ਮੈਂ ਕਹਿਣਾ ਚਾਹਣਾ, ਕੌਮ ਦੇ ਜਰਨੈਲ ਨੇ ਨਾ ਧਰਨਾ ਲਵਾਇਆ, ਨਾ ਮੁਜ਼ਾਹਰਾ ਕਰਾਇਆ, ਨਾ ਕਿਸੇ ਦਾ ਪੁੱਤ ਸ਼ਹੀਦ ਕਰਾਇਆ, ਨਾ ਜੇਲ੍ਹ ਚ ਫਸਾਇਆ। ਤੇ ਫਿਰ ਕੀ ਕਿਹਾ? ਸੰਤਾਂ ਦੇ ਬਚਨਾਂ ਚੱਲ ਕੇ ਆਪ 72 ਵਾਰੀ ਜੇਲ੍ਹ ਚ ਗਿਆ ਕੌਮ ਦਾ ਜਰਨੈਲ ਸਿਮਰਨਜੀਤ ਸਿੰਘ ਮਾਨ। ਕਿਸੇ ਨੌਜਵਾਨ ਨੂੰ ਨਹੀਂ ਫਸਾਇਆ ਕਿ ਤੂੰ ਅੱਗੇ ਚੱਲ ਤੇ ਮੈਂ ਪਿੱਛੇ ਚੱਲਦਾ। ਫਿਰ ਜੇਲ੍ਹ ਕੱਟੀ, ਫਿਰ ਹਾਈ ਕੋਰਟ ਦੇ ਵਿੱਚੋਂ ਖਾਲਿਸਤਾਨ ਦਾ ਕੇਸ ਜਿੱਤਿਆ, ਫਿਰ ਸੁਪਰੀਮ ਕੋਰਟ ਤੋਂ ਜਿੱਤਿਆ। ਅੱਜ ਜਿਹੜੀ ਤੁਸੀਂ ਸੰਤਾਂ ਦੀ ਫੋਟੋ ਲਾਈ ਫਿਰਦੇ ਹੋ ਹਿੱਕ ਤੇ, ਇਹ ਕੌਮ ਦੇ ਜਰਨੈਲ ਨੇ।
ਇਹ ਫੋਟੋ ਲੁਕੋਤੀ ਸੀ ਬੈਡਾਂ ਦੇ ਥੱਲੇ, ਇਹ ਫੋਟੋ ਲੁਕ ਗਈ ਸੀ ਤੇ ਫਿਰ ਖਾਲਿਸਤਾਨ ਦੇ ਲਈ ਕਿੰਨੀਆਂ ਸ਼ਹੀਦੀਆਂ ਹੋ ਗਈਆਂ। ਜਦੋਂ ਮੂਵਮੈਂਟ ਥੱਲੇ ਆਈ ਨਾਲ ਦੀ ਨਾਲ ਖਾਲਿਸਤਾਨ ਦਾ ਸ਼ਬਦ ਅਲੋਪ ਹੋ ਗਿਆ। ਫਿਰ ਕੌਮ ਦੇ ਜਰਨੈਲ ਨੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਖਾਲਿਸਤਾਨ ਦੀ ਨੀਂਹ ਪੱਥਰ ਰੱਖੇਗੀ। ਉਸੇ ਬਚਨਾਂ ਤੇ ਪਹਿਰਾ ਦੇ ਕੇ ਕੌਮ ਦੇ ਜਰਨੈਲ ਨੇ ਅੱਜ ਤੁਸੀਂ ਖਾਲਿਸਤਾਨ ਕਹਿ ਸਕਦੇ ਹੋ, ਮੰਗ ਸਕਦੇ ਹੋ। ਅੱਜ ਕਹਿੰਦੇ ਇੰਡੀਆ ਆਜ਼ਾਦ ਹੈ, ਇੰਡੀਆ ਆਜ਼ਾਦ ਦੇ ਵਿੱਚ ਬਾਬਰੀ ਮਸਜਿਦ ਢਾਈ ਗਈ ਹੈ, ਇੰਡੀਆ ਆਜ਼ਾਦ ਦੇ ਵਿੱਚ ਦਰਬਾਰ ਸਾਹਿਬ ਢਾਇਆ ਗਿਆ ਹੈ, ਆਨੰਦ ਪ੍ਰੋਜੈਕਟ ਖੋਇਆ ਗਿਆ ਹੈ, ਬੀਬੀਆਂ ਦੀਆਂ ਪੱਗਾਂ ਰੁਲੀਆਂ ਨੇ, ਇਸ ਕਰਕੇ ਬੀਬੀਆਂ ਦੀਆਂ ਚੁੰਨੀਆਂ ਰੁਲੀਆਂ ਨੇ। ਇਸ ਕਰਕੇ ਇਹ ਕੌਮ ਦੇ ਜਰਨੈਲ ਨੇ ਏਡੀ ਗੱਲ ਕੀਤੀ ਹੈ। ਅੱਜ ਕੇਜਰੀਵਾਲ ਸਰਕਾਰ ਦੇ 92 MLA ਫਿਰਦੇ ਨੇ, ਦੱਸੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ? ਉਲਟਾ ਕਈ ਜਿਹੜਾ ਐਡਵੋਕੇਟ ਜਨਰਲ ਹੈ, ਸਿਰਸੇ ਵਾਲੇ ਸਾਧ ਦਾ ਵਕੀਲ ਹੈ, ਉਹ ਹਰ ਗੱਲ ਕਰਦਾ ਫਿਰਦਾ ਤੇ ਫਿਰ ਉਹ ਆਪਦੇ ਬਲਾਤਕਾਰੀ ਬਚਨ ਸੁਣਾਉਂਦਾ ਫਿਰਦਾ। ਇਸ ਕਰਕੇ ਉਹਦੇ ਤੇ ਕੋਈ ਗੱਲ ਨਹੀਂ। ਸਿਮਰਜੀਤ ਸਿੰਘ ਮਾਨ ਨੂੰ ਰੋਕ ਲਓ ਤੇ ਸਿਰਸੇ ਵਾਲੇ ਸਾਧ ਨੂੰ ਛੱਡ ਦਿਓ। ਅੱਜ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ। ਦੱਸੋ 328 ਸਰੂਪ ਕਿੱਥੇ ਆ, ਕੌਣ ਲੈ ਗਿਆ? ਉਹਦੀ ਵੀ ਗੱਲ ਨਹੀਂ ਆਈ। ਇਹੀ ਕੌਮ ਦਾ ਜਰਨੈਲ ਲੜ ਰਿਹਾ ਤੇ ਮੈਂ ਕੌਮ ਨੂੰ ਅਪੀਲ ਕਰਦਾ ਬਿਲਕੁਲ ਅੱਜ ਤੋਂ ਬਾਅਦ ਤੁਸੀਂ 2024 ਦੀ ਤਿਆਰੀ ਕਰੋ। ਸਾਰੀਆਂ ਸੀਟਾਂ ਤੇ ਚੋਣ ਆਪਣੀ ਪਾਰਟੀ ਲੜੇਗੀ। 27 ਦੀ ਤਿਆਰੀ ਕਰੋ ਤਾਂ ਜੋ ਤੁਹਾਡੀ ਖਾਲਿਸਤਾਨ ਦੀ ਮੰਜ਼ਿਲ ਹੋ ਸਕੇ, ਤੁਹਾਨੂੰ ਖਾਲਿਸਤਾਨ ਬਣ ਜਾਵੇ। ਖਾਲਿਸਤਾਨ ਦੇ ਵਿੱਚ ਨਾ ਮੰਦਿਰ ਹੋਵੇਗਾ, ਨਾ ਰਾਜ ਕਰੇਗਾ ਖਾਲਸਾ ਦਾ ਹੋਵੇਗਾ, ਨਾ ਕਿਸਾਨਾਂ ਦੇ ਬਿੱਲ ਕਰਕੇ ਨਾ ਕਿਸਾਨਾਂ ਨੂੰ ਜੇਲ੍ਹਾਂ 'ਚ ਟੰਗਿਆ ਜਾਵੇਗਾ, ਨਾ ਸਾਰੇ ਬਾਡੇ ਬੰਦ ਹੋਣਗੇ। ਸਾਰਾ ਕੁਝ ਖੋਲ ਕੇ ਤੁਹਾਨੂੰ ਆਜ਼ਾਦੀ ਦਿੱਤੀ ਜਾਵੇਗੀ। ਇਸ ਕਰਕੇ ਆਪਾਂ ਖਾਲਿਸਤਾਨ ਦੇ ਪਾਂਧੀ ਦੇ ਮਗਰ ਲੱਗੀਏ ਤੇ ਆਪਣੀ ਕੌਮ ਨੂੰ ਆਜ਼ਾਦੀ ਦਿਵਾਈਏ। ਮੇਰੇ ਕੋਲੋਂ ਸੰਗਤ ਦੇ ਖਿਲਾਫ ਕੋਈ ਸ਼ਬਦ ਵੱਧ ਘੱਟ ਗਿਆ ਹੋਵੇ, ਸੰਗਤ ਬਖਸ਼ੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਸਕਰਨ ਸਿੰਘ ਜੀ ਦਾ, ਜਿਨ੍ਹਾਂ ਨੇ ਬੜੇ ਭਾਵਪੂਰਤ ਤਰੀਕੇ ਦੇ ਨਾਲ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਜਿਹੜੇ ਲਗਾਤਾਰ ਲਤੀਫਪੁਰੇ ਮੋਰਚੇ ਦੇ ਵਿੱਚ ਬੈਠੇ ਹੋਏ ਨੇ, ਇਹਨਾਂ ਦੇ ਨਾਲ ਬੀਬੀ ਪਿੰਦੀ ਬਾਸੀ ਪਿੰਡ ਹੈ, ਪ੍ਰਧਾਨ ਨੇ ਕਿਸਾਨ ਯੂਨੀਅਨ ਰਾਜੇਵਾਲ ਦੇ, ਉਹ ਦਿਨ ਰਾਤ ਇੱਕ ਕਰਕੇ ਉੱਥੇ ਸਾਥ ਨਿਭਾ ਰਹੇ ਨੇ। ਗੁਰਬਖਸ਼ ਸਿੰਘ ਜੀ, ਮਹਿੰਦਰ ਸਿੰਘ ਜੀ ਬਾਜਵਾ, ਬੀਬੀ ਸੁਖਪ੍ਰੀਤ ਕੌਰ ਲਤੀਫਪੁਰਾ, ਇਹ ਵੀ ਜਥਾ ਲੈ ਕੇ ਆਏ ਨੇ। ਇਹਨਾਂ ਸਾਰਿਆਂ ਦਾ ਧੰਨਵਾਦ। ਇਸੇ ਤਰ੍ਹਾਂ ਮੋਹਾਲੀ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚੱਲ ਰਿਹਾ ਹੈ, ਉਹਦੇ ਲੱਖਾ ਸਿੰਘ ਜੀ ਕੋਟਲਾ ਜੀ ਦੇ ਨਾਲ ਬਲਵੀਰ ਸਿੰਘ ਜੀ ਸੁਹਾਣਾ, ਬਲਜਿੰਦਰ ਸਿੰਘ ਜੀ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਜੀ ਦੁਲਮਾ, ਜਗਜੀਤ ਸਿੰਘ ਜੀ, ਇਹ ਦਿਨ ਰਾਤ ਇੱਕ ਕਰਕੇ ਉੱਥੇ ਸਾਥ ਨਿਭਾ ਰਹੇ ਨੇ। ਇੱਕ ਜਿਹੜੀ ਪਰੰਪਰਾ ਸਾਡਾ ਜਥੇਦਾਰ ਲੰਗਰ ਦੀ ਤੋੜ ਕੇ ਗਿਆ ਸੀ ਸੰਤਾਂ ਦੇ ਜਨਮ ਦਿਨ ਤੇ, ਜਥੇਦਾਰ ਰਣਜੀਤ ਸਿੰਘ ਜੀ ਸੰਘੇੜਾ, ਉਹ ਸਾਡੇ ਵਿੱਚ ਨਹੀਂ ਰਹੇ। ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਸਾਡੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਜੀ ਮੰਡੇਰ, ਗੁਰਪ੍ਰੀਤ ਸਿੰਘ ਜੀ ਖੁੱਡੀ ਉਸ ਪਰੰਪਰਾ ਨੂੰ ਅੱਗੇ ਲੈ ਕੇ ਚੱਲ ਰਹੇ ਨੇ। ਉਹ ਅੱਜ ਵੀ ਇੱਥੇ ਉਹਨਾਂ ਨੇ ਜਲੇਬੀਆਂ ਦਾ ਲੰਗਰ ਪਿਛਲੇ ਕਈ ਦਿਨਾਂ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ ਅੱਜ ਇੱਥੇ ਲਾਇਆ। ਨਗਰ ਸੰਘੇੜਾ ਦੀ ਸਮੁੱਚੀ ਸੰਗਤ, ਨੌਜਵਾਨ ਬੀਬੀਆਂ, ਉਹ ਕੱਲ ਤੋਂ ਲੈ ਕੇ ਇਸ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਨੇ। ਸੋ ਅਸੀਂ ਉਹਨਾਂ ਲੰਗਰ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ ਬਾਬਾ ਭਿੰਡਰ ਸਾਹਿਬ, ਉਹ ਵੀ ਹਰ ਰੋਜ਼ ਹਰ ਵਾਰੀ ਲੰਗਰ ਦੀ ਜਿਹੜੀ ਸੇਵਾ ਉਹ ਨਿਭਾਉਂਦੇ ਨੇ। ਇਹਨਾਂ ਸਾਰਿਆਂ ਦਾ ਧੰਨਵਾਦ। ਬਹੁਤ ਬਹੁਤ ਧੰਨਵਾਦ ਹੈ। ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਨੇ ਆਪਣੇ ਜਜ਼ਬਾਤਾਂ ਨੂੰ ਰੋਕ ਕੇ ਸੀਮਤ ਕੀਤਾ ਹੈ ਤੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਕੀਤੇ ਨੇ। ਹੁਣ ਪ੍ਰਧਾਨ ਸਾਹਿਬ ਨੇ ਬੋਲਣਾ ਹੈ। ਉਸ ਤੋਂ ਪਹਿਲਾਂ ਪਾਰਟੀ ਦੇ ਮੀਤ ਪ੍ਰਧਾਨ ਮੁਹੰਮਦ ਕੁਰੈਸ਼ੀ ਜੀ, ਉਹ
ਬਿਲਕੁਲ ਸੀਮਤ ਸਮੇਂ ਦੇ ਵਿੱਚ ਕੁਝ ਵਿਚਾਰ ਸਾਂਝੇ ਕਰਨਗੇ ਤੇ ਪਾਰਟੀ ਦੇ ਪੀਏਸੀ ਮੈਂਬਰਾਂ ਤੋਂ ਮੈਂ ਮਾਫੀ ਮੰਗਦਾ ਕਿ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇ ਸਕੇ। ਮੁਹੰਮਦ ਕੁਰੈਸ਼ੀ ਜੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹੁਣ ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਆਪ ਜੀ ਨਾਲ ਵਿਚਾਰ ਰੱਖਣੇ ਨੇ, ਧਿਆਨ ਨਾਲ ਸੁਣਿਓ। ਉਸ ਤੋਂ ਪਹਿਲਾਂ ਮੁਹੰਮਦ ਕੁਰੈਸ਼ੀ ਜੀ। बिस्मिल्लाहिर्रहमानिर्रहीम। गुरु साहब दी निੱਘੀ गोद च बैठी हुई साध संगत जी, आओ सब तो पहला फतेह दी सांझ करिए। वाहिगुरु जी का खालसा। बहुत धन्यवाद। संगतां नूं याद रहिंदा बई मैं जब तक पूरा जोशो खरूश नाल फतेह दी सांझ नहीं करदा फिर मैं अगे नहीं बढ़दा। सत्कारयोग दोस्तों, मेरे तो पहला जिहड़े बुलारे बोल गए मैं वो गल्लां बिल्कुल नहीं दोहराणियां। मैं तो तुहाडे कोल अपनी झोली लैके हाजिर होया ते मेरी झोली दे अंदर सिर्फ 2 या 3 सवाल ने, इस तो ज्यादा कुछ नहीं। अज दा जिहड़ा सुहागा समा जिथे साडियां जिंदा जाना टंगियां गईयां, जलाईयां गईयां, फांसी लाए गए, जेलां च डके गए, ओहदे विच एक ठंडा हवा दा जिहड़ा बुल्ला अज वो दिन असी सरदार सिमरनजीत सिंह मान दी हिम्मत सदका मना रहे हैं इंडिया दे अंदर। वो दिन है संत खालसा जी दा जन्म दिहाड़ा ते इस मौके ते मेरी झोली दे अंदर सिर्फ 2 या 3 सवाल है ते खालसा जी ओदे जवाब तुसी दिलों देने हैं, दिलों, क्योंकि दिमाग च नहीं आउंदे, यह सियासत दे विच नहीं आउंदे, यह मतलब दे विच बिल्कुल नहीं आउंदे। यह सिर्फ खाली जज्बात है जिहड़े दिलां नाल जिन्हां दा जवाब दिता जा सकदा। ते सत्कारयोग संतो कि मेरे 3 सवालों का जवाब देने वास्ते तैयार हो संगत जी। पहला सवाल मेरा कि किन्नी क कुर्बानियां होर लवोगे, किन्नी क कुर्बानियां होर देनियां पैणगियां। दरबार साहब ढा दिता, टैंका तोप चढ़ा दिते, जेलां च डक दिता, दाड़ी दे बाल नोच दिते, नौ पट दिते, बंदी ਸਿੰਘਾਂ ਨੂੰ सजा पूरी होने तो बाद भी रिहा नहीं किया जा रहा। और किन्ने के इम्तिहान लोगे, और किन्ने के इम्तिहान देने पैणगे। ये सुते हुए जमीर कद जागणगे। वाहिगुरु जी का खालसा, वाहिगुरु जी की फतेह। चीमा साहब वापस आओ, अपना सारा परिवार है ऐ उठ के चले जाना। पार्टी की बड़ी बेइज्जती है ते डिसिपलिन की उलंघना है। तुसी 30 बसां लेके आए हो, ओदा तुहानू बहुत मान है ते इस तरह उठ के चले जाना मैं नहीं समझदा कि जिहड़ा तुसी इन्ने चिर तो काम कीता पार्टी दा ओदा तुहानू सेरा जाऊगा। कर करा के उठ के चले जाना मैं समझदा संत जरनैल सिंह भिंडरां वालियां दा जन्मदिन का मान है। वाहिगुरु जी का खालसा, वाहिगुरु जी की फतेह। बोले सो निहाल। प्यारी संगत जी, मैं बेनती कर रहा सी कि होर किन्ने इम्तिहान देने पैणगे, होर किन्नियां कुर्बानियां देनी पैणगियां कि जिहड़े साडे सुते हुए जमीर ने वो भाग जाण। वीरो, दूजा मेरा सवाल है कि जब भी कौम नूं वड्डी मार पई है वो इत्थों पई है कि साडे अपने साडे तो नाराज होके वो दूजे धड़ियां दे विच चले गए ते वो धड़े जाके किहदे नाल मिल गए, पंथ दे दुश्मनां नाल मिल गए। ते सब तो वड्डी मार मेरा दूजा सवाल यह आ, इस सवाल का जवाब भी तुहानूं दिलों देना पैना, दिलों। पहला सवाल सी कि होर किन्ने इम्तिहान लोगे तुहाडे जमीर जागन। दूजा सवाल सी कि वो लोग जेड़े किसी ना किसी नाराजगी तो या किसी वजह तो या फिर किसी सियासी मतलब तो पंथ नूं धोखा देंदे ने। दूजा सवाल वो तुहानूं दिलों दा जवाब देना पैना। ते आखिरी सवाल मेरा तुहाडे नाल इह है कि कद असीं अपना राज बनावांगे, कद असीं अपने उस राज की लीक ਜਿਹੜੀ ਉਹ ਲਿਖਾਂਗੇ कि जिथे ना कोई हिंदू दुखी होना ना कोई मुसलमान दुखी होना, जिथे खालसा राज दे विच
ਜਿਸ ਤਰੀਕੇ ਨਾਲ ਇਤਿਹਾਸ ਦੇ ਵਿੱਚ ਸਭ ਨੂੰ ਇਨਸਾਫ ਮਿਲਦਾ ਸੀ, ਉਹ ਰਾਜ ਅਸੀਂ ਕਦ ਬਣਾਵਾਂਗੇ। ਤੀਜਾ ਸਵਾਲ ਮੇਰਾ ਇਹ ਹੈ, ਸਤਿਕਾਰਯੋਗ ਵੀਰੋ, ਮੇਰੇ 'ਚ ਕਮੀ ਹੋ ਸਕਦੀ ਹੈ, ਇੱਥੇ ਬੈਠੀ ਸੰਗਤ 'ਚ ਕਮੀ ਹੋ ਸਕਦੀ ਹੈ, ਲੀਡਰਸ਼ਿਪ ਦੇ ਵਿੱਚ ਕਮੀ ਹੋ ਸਕਦੀ ਹੈ। ਮੇਰੇ ਆਖਰੀ ਸਵਾਲ ਦਾ ਜਵਾਬ ਦਿਓ ਕਿ ਪੰਥ ਦੀ ਕਮੀ ਕਿੱਥੇ ਹੈ? ਜਿੱਥੇ ਮੁਸਲਮਾਨ ਨੂੰ ਵੀ ਇਨਸਾਫ ਮਿਲਦਾ, ਜਿੱਥੇ ਹਿੰਦੂ ਨੂੰ ਵੀ ਇਨਸਾਫ ਮਿਲਦਾ, ਜਿੱਥੇ ਖਾਲਸਾ ਮੁਗਲ ਫੌਜ ਦੇ ਸਾਹਮਣੇ ਅੜ ਜਾਂਦੇ ਆ ਕਿ ਧੀਆਂ ਪੈਰਾਂ ਦੀ ਵਿਪੱਤੀਆਂ ਹੋਣ ਨਹੀਂ ਦਿੰਦੀਆਂ, ਉਹ ਰਾਜ ਵਾਪਸ ਕਦ ਆਊਗਾ? ਮੈਨੂੰ ਇਸ ਗੱਲ ਦਾ ਜਵਾਬ ਦਿਓ। ਮੈਂ ਕਹਿੰਦਾ ਦਿਲ ਤੋਂ ਜਵਾਬ ਦਿਓ, ਦਿਲ ਤੋਂ। ਬੋਲੇ ਸੋਨਿਹਾਲ। ਜਿਹੜੀ ਮੈਂ ਗੱਲ ਹਮੇਸ਼ਾ ਦੁਹਰਾਨਾ, ਆਪਣੇ ਜਜ਼ਬਾਤਾਂ ਨੂੰ ਲਗਾਮ ਲਗਾਉਂਦੇ ਹੋਏ, ਵਿਰਾਮ ਦਿੰਦੇ ਹੋਏ, ਉਹ ਗੱਲ ਮੈਂ ਅੱਜ ਫੇਰ ਦੁਹਰਾਨਾ, कोई किसी को राज ना दे है, जो ले है निज बल से ले है। कोई किसी को राज ना दे है, जो ले है निज बल से ले है। कोई किसी को राज ना दे है, जो ले है निज बल से ले है। ਇੱਥੇ ਆਈ ਸੰਗਤੋਂ, ਇਹ 3 ਸਵਾਲ ਮੇਰੇ ਆਪਣੇ ਨਾਲ ਲੈ ਕੇ ਜਾਣੇ ਆ ਤੇ ਆਪਣੇ ਦਿਲੋਂ ਇਹਨਾਂ ਸਵਾਲਾਂ ਦਾ ਜਵਾਬ ਮੰਗਣਾ। ਹੁਣ ਤੁਹਾਡੇ ਸਾਹਮਣੇ ਕਾਰਪੋਰੇਸ਼ਨ ਦੀ ਚੋਣ ਆਉਣ ਵਾਲੀ ਆ, ਤੁਹਾਡੇ ਅੱਗੇ ਹੁਣ 2024 ਦੀ ਜੰਗ ਆਉਣ ਵਾਲੀ ਆ। ਉਸ ਜੰਗ ਦੇ ਅੰਦਰ ਇਹ 3 ਸਵਾਲਾਂ ਦੇ ਤੁਸੀਂ ਜਵਾਬ ਦੇਣੇ ਆ। 13 ਦੀਆਂ 13 ਸੀਟਾਂ ਜਿੱਤ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਦੇ ਦਮ ਦਿਹਾੜੇ ਦਾ ਜਿਹੜਾ ਤੋਹਫਾ ਉਹ ਤੁਸੀਂ ਝੋਲੀ 'ਚ ਪਾ ਕੇ ਦੇਣਾ। ਹੱਥ ਖੜਾ ਕਰਕੇ ਦੱਸੋ ਕਿ ਦੋਗੇ ਤੋਹਫਾ ਦੇ ਦਮ ਦਿਹਾੜੇ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਬਹੁਤ ਬਹੁਤ ਮਿਹਰਬਾਨੀ ਹੈ ਅਮੀਰ ਪ੍ਰਧਾਨ ਮੁਹੰਮਦ ਕੁਰੈਸ਼ੀ ਸਾਹਿਬ ਦੀ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਆਪਣੇ ਵਿਚਾਰ ਆਪ ਜੀ ਨਾਲ ਅੱਜ ਦੇ ਖਾਸ ਦਿਨ ਦੇ ਉੱਤੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਮੈਂ ਬੇਨਤੀ ਕਰਦਾ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਕਿ ਉਹ ਡਾਇਸ ਤੇ ਆ ਕੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨ। ਕੁਝ ਨੌਜਵਾਨ ਜਕਾਰੇ ਲਾ ਕੇ ਉਸ ਤੋਂ ਬਾਅਦ ਮੇਰੀ ਬੇਨਤੀ ਹੈ ਕਿ ਕੇਵਲ ਕੱਟੂ ਸਾਹਿਬ ਇੱਥੇ ਖੜਨਗੇ, ਬਾਕੀ ਸਾਰੇ ਜਿਹੜੇ ਨੇ ਉਹ ਬੈਠ ਜਾਇਓ। ਪ੍ਰਧਾਨ ਜੀ ਦੇ ਆਸੇ-ਪਾਸੇ ਘੇਰਾ ਨਾ ਬਣਾ ਕੇ ਖੜਿਓ। ਸਰਦਾਰ ਸਿਮਰਨਜੀਤ ਸਿੰਘ ਜੀ ਮਾਨ। ਬੋਲੇ ਸੋਨਿਹਾਲ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਪਿੰਡਰਾਂ ਵਾਲਾ ਸੰਤ ਸਿਪਾਹੀ, ਪਿੰਡਰਾਂ ਵਾਲਾ ਸੰਤ ਸਿਪਾਹੀ ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਦਾਰ ਸਿਮਰਨਜੀਤ ਸਿੰਘ ਮਾਨ। ਮਾਨ ਤੇਰੀ ਸੋਚ ਤੇ, ਮਾਨ ਤੇਰੀ ਸੋਚ ਤੇ। ਸੰਤ ਬਾਬਾ ਚਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਚਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਮਾਨ ਤੇਰੀ ਸੋਚ ਤੇ, ਮਾਨ ਤੇਰੀ ਸੋਚ ਤੇ। ਸਰਦਾਰ ਸਿਮਰਨਜੀਤ ਸਿੰਘ ਮਾਨ। ਬੋਲੇ ਸੋਨਿਹਾਲ। ਹੁਣ ਸਾਰੇ ਕਿਰਪਾ ਕਰਕੇ ਬੈਠ ਜਾਓ। ਪ੍ਰਧਾਨ ਸਾਹਿਬ ਦੀ ਗੱਲ ਨੂੰ ਧਿਆਨ ਨਾਲ ਸੁਣੋ। ਪ੍ਰਧਾਨ ਸਾਹਿਬ ਦੇ ਆਲੇ ਦੁਆਲੇ ਤੇ ਸਟੇਜ ਤੇ ਝੁੰਡ ਬਣਾ ਕੇ ਨਹੀਂ ਖੜਨਾ, ਕਿਰਪਾ ਕਰਕੇ। ਇਹ ਤਾਂ ਐਕਸਟਰਾ ਨੇ। ਨਹੀਂ ਸਰ ਇੱਕ ਮਿੰਟ। ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਆਪ ਜੀ ਨੂੰ ਅੱਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ
ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ। ਔਰ ਇੱਕ ਇੱਕ ਜਿਹੜੇ ਇੱਥੇ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਤੁਸੀਂ ਆਏ ਹੋ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡਾ ਰਿਣੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੰਗਰੇਜ਼ਾਂ ਦੇ ਨਾਲ ਸਾਡੇ 5 ਜੰਗ ਹੋਏ ਸੀਗੇ। 5 ਜੰਗਾਂ ਦੇ ਵਿੱਚ ਖਾਲਸਾ ਪੰਥ ਨੂੰ ਹਾਰ ਪਈ ਸੀ। ਅੰਗਰੇਜ਼ਾਂ ਨੇ ਫਿਰ ਜਾਇਜ਼ਾ ਲਿਆ ਕਿ ਸਾਡੀ ਜਿੱਤ ਦਾ ਕੀ ਕਾਰਨ ਸੀ। ਉਹਨਾਂ ਨੇ ਜਿੱਤ ਦਾ ਫੈਸਲਾ ਕੀਤਾ ਕਿ ਖਾਲਸੇ ਦੀ ਫੌਜ ਸਾਡੇ ਨਾਲੋਂ ਬਹੁਤ ਦਲੇਰ ਸੀ। ਇਹਨਾਂ ਦੇ ਕੋਲੇ ਅੰਗਰੇਜ਼ਾਂ ਵਰਗੇ ਫੌਜ ਦੇ ਤਰੀਕੇ ਮਹਾਰਾਜਾ ਰਣਜੀਤ ਸਿੰਘ ਦੇ ਫਰਾਂਸੀਸੀ ਜਰਨੈਲਾਂ ਨੇ ਤੇ ਇਟਾਲੀਅਨ ਜਨਰਲਾਂ ਨੇ ਇਸ ਫੌਜ ਨੂੰ ਤਿਆਰ ਕੀਤਾ ਸੀ। ਸਾਨੂੰ ਉਮੀਦ ਨਹੀਂ ਸੀ ਕਿ ਅਸੀਂ ਜਿੱਤ ਸਕਦੇ ਹਾਂ। ਗਵਰਨਰ ਜਨਰਲ ਹਾਰਡਿੰਗ ਜੋ ਉਸ ਵੇਲੇ ਦਾ ਕਮਾਂਡਰ ਸੀਗਾ, ਉਸ ਨੇ ਜਦੋਂ ਸਿੱਖ ਫੌਜਾਂ ਦੀ ਤਿਆਰੀ ਕੀਤੀ ਦੇਖੀ ਤੇ ਜਿਹੜੀ ਕਿਰਪਾਨ ਉਸ ਨੇ ਸਪੇਨ ਤੇ ਪੋਰਚੁਗਲ ਦੇ ਵਿੱਚ ਨਪੋਲੀਅਨ ਦੀ ਫੌਜ ਨੂੰ ਹਰਾ ਕੇ ਕਬਜ਼ੇ 'ਚ ਕੀਤੀ ਸੀ। ਜੰਗ ਤੋਂ ਪਹਿਲਾਂ ਹਾਰਡਿੰਗ ਨੇ ਆਪਣੀ ਜਿੱਤੀ ਹੋਈ ਕਿਰਪਾਨ ਨੂੰ ਨਪੋਲੀਅਨ ਦੇ ਖਿਲਾਫ ਆਪਣੇ ਪੁੱਤ ਨੂੰ ਦੇਤੀ ਕਿ ਵਲਾਇਤ ਨੂੰ ਲੈ ਜਾ, ਸਾਡਾ ਕੋਈ ਪਤਾ ਨਹੀਂ, ਅਸੀਂ ਜਿੱਤਾਂਗੇ ਹਾਰਾਂਗੇ। ਪਰ ਅੰਗਰੇਜ਼ ਲਿਖਦਾ ਕਿ ਅਸੀਂ ਕਿਉਂ ਜਿੱਤੇ। ਇਹੋ ਜੀ ਖਾਲਸਾ ਫੌਜ ਤੋਂ ਇੱਕੋ ਇੱਕ ਗੱਲ ਕਿ ਅੰਗਰੇਜ਼ ਫੌਜ ਦੇ ਵਿੱਚ ਖਾਲਸਾ ਫੌਜ ਦੇ ਨਾਲੋਂ ਡਿਸਪਲਿਨ ਜ਼ਿਆਦਾ ਸੀ। ਮੈਂ ਉਸ ਦਿਨ ਤੋਂ ਲੱਗ ਕੇ ਅੱਜ ਤੱਕ ਪੜ੍ਹਿਆ ਲਿਖਿਆ ਇਹ ਮੈਂ ਆਪਣੀ ਹਿੱਕ ਤੇ ਰੱਖਿਆ ਹੋਇਆ ਹੈ। ਇਸ ਪਾਰਟੀ ਨੂੰ ਬਰਬਾਦ ਕਰਨ ਵਾਲੇ ਬੜੇ ਲੋਕ ਆਏ, ਬੜੇ ਲੋਕ ਸਿਰ ਦੇ ਉੱਤੇ ਚੜੇ ਕਿ ਅਸੀਂ ਪਾਰਟੀ ਨੂੰ ਤੋੜ ਦੇਣਾ। ਪਰ ਮੈਂ ਕਿਹਾ ਕਿ ਜੇ ਇਹਨਾਂ ਦੇ ਵਿੱਚ ਡਿਸਪਲਿਨ ਹੈ ਨਹੀਂ, ਜੇ 5-5 ਸਾਲ ਮੇਰੇ ਨਾਲ ਇਹ ਜੇਲ੍ਹ ਦੇ ਵਿੱਚ ਬਿਹਾਰ ਦੇ ਭਾਗਲਪੁਰ ਦੇ ਜੇਲ੍ਹ ਦੇ ਵਿੱਚ ਰਹੇ ਹੈ, ਇਹ ਵੀ ਜੇ ਬਗਾਵਤ ਕਰਦੇ ਹੈ, ਮੈਂ ਉਹਨਾਂ ਨੂੰ ਮੋੜਨਾ ਨਹੀਂ ਹੈ। ਅੱਜ ਤੱਕ ਆ ਬਿੱਟੂ ਜੀ ਬਾਜ਼ਾਰਾਂ 'ਚ ਗਲੀਆਂ 'ਚ ਇਹ ਲੋਕ ਫਿਰਦੇ ਤੁਰਦੇ ਰਹੇ ਹੈ। ਸਾਡੀ ਪਾਰਟੀ ਦੇ ਵਿੱਚ ਤੁਹਾਨੂੰ ਸਿੱਧੀ ਤਰ੍ਹਾਂ ਦੱਸਦਾ, ਡਿਸਪਲਿਨ ਸਾਡਾ ਜ਼ਰੂਰੀ ਹੋਊਗਾ। ਅਸੀਂ ਹਿੰਦੁਸਤਾਨ ਇੰਡੀਆ ਤੋਂ ਹਾਰ ਨਹੀਂ ਖਾਣੀ ਕਿ ਸਾਡੇ ਵਿੱਚ ਡਿਸਪਲਿਨ ਹੈ ਨਹੀਂ ਸੀ। ਇਹ ਤੁਸੀਂ ਆਪਣੇ ਮਨਾਂ ਦੇ ਵਿੱਚ ਬਿਲਕੁਲ ਜਿਵੇਂ ਪੱਥਰ ਤੇ ਲਕੀਰ ਲਾਈ ਹੈ ਉਸ ਤਰ੍ਹਾਂ ਲਾ ਲਓ ਕਿ ਅਕਾਲੀ ਦਲ ਅੰਮ੍ਰਿਤਸਰ ਬਗਾਵਤ ਨੂੰ, ਇਨਡਿਸਪਲਿਨ ਨੂੰ 1 ਇੰਚ ਵੀ ਅੱਗੇ ਵਧਣ ਨਹੀਂ ਦੇਊਗਾ। ਸਾਡੀ ਲੜਾਈ ਬੜੀ ਵੱਡੀ ਕੌਮ ਦੇ ਨਾਲ ਹੈ, ਬੜੀ ਵੱਡੀ ਮੁਲਕ ਦੇ ਨਾਲ ਹੈ।
ਜਿਹਦੇ ਕੋਲੇ ਪਰਮਾਣੂ ਸ਼ਸਤਰ ਹੈ, ਜਿਹਦੇ ਕੋਲੇ ਸਾਰੀਆਂ ਹਕੂਮਤਾਂ ਦੀਆਂ ਅਦਾਲਤਾਂ, ਸੁਪਰੀਮ ਕੋਰਟ ਤੇ ਹਾਈ ਕੋਰਟ ਹੈ, ਜਿਨ੍ਹਾਂ ਦੇ ਕੋਲੇ ਸਾਰੀਆਂ ਫੌਜਾਂ ਹੈਗੀਆਂ, ਜਿਨ੍ਹਾਂ ਦੇ ਕੋਲੇ ਅਫਸਰਸ਼ਾਹੀ ਹੈ, ਜਿਨ੍ਹਾਂ ਦੇ ਕੋਲੇ ਪਾਰਲੀਮੈਂਟ ਹੈ, ਜਿਨ੍ਹਾਂ ਦੇ ਗਵਰਨਰ ਨੇ, ਜਿਨ੍ਹਾਂ ਦੇ ਕੋਲੇ ਸਾਰੇ ਹਿੰਦੁਸਤਾਨ ਦੇ ਵਿੱਚ ਫੌਜਾਂ ਦੇ ਲੱਗੇ ਹੋਏ ਜਰਨੈਲ, ਬਹੁਤ ਗਿਣਤੀ ਹਿੰਦੁੱਤਵਾਦੀ ਹੈ। ਇਹਦੇ ਖਿਲਾਫ ਅੱਜ ਜੇ ਅਕਾਲੀ ਦਲ ਅੰਮ੍ਰਿਤਸਰ ਖੜਾ ਹੋ ਗਿਆ ਤੇ ਡਿਸਪਲਿਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਕਰਕੇ ਖੜਾ ਹੋਇਆ ਹੈ। ਮੈਂ ਮਰ ਜਾਵਾਂ, ਮੇਰੇ ਕੀੜੇ ਪੈ ਜਾਣ, ਪਰ ਅਕਾਲੀ ਦਲ ਅੰਮ੍ਰਿਤਸਰ ਨੂੰ ਮੈਂ ਚੋਟ ਨਹੀਂ ਜੇ ਲੱਗਣ ਦੇਣੀ। ਸਤਿਕਾਰਯੋਗ ਸਾਧ ਸੰਗਤ ਜੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਇਹੋ ਜਿਹੇ ਲੀਡਰ ਹੋਏ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕਿਲ੍ਹੇਬੰਦ ਹੋ ਕੇ ਦੁਨੀਆ ਦੀਆਂ 3 ਤਾਕਤਾਂ ਰੂਸ, ਬਰਤਾਨੀਆ ਤੇ ਹਿੰਦੁਸਤਾਨ ਦੀਆਂ ਫੌਜਾਂ ਦੇ ਖਿਲਾਫ 72 ਘੰਟੇ ਲੜੇ ਹੈ। ਉਹਨਾਂ ਨੇ ਆਪਣੀ ਕਿਲ੍ਹਾਬੰਦੀ ਨਹੀਂ ਛੱਡੀ। ਜਨਰਲ ਸ਼ਬੇਗ ਸਿੰਘ ਨਾਲ ਸੀਗੇ, ਭਾਈ ਅਮਰੀਕ ਸਿੰਘ ਨਾਲ ਸੀਗੇ, ਭਾਈ ਠਾਰਾ ਸਿੰਘ ਨਾਲ ਸੀਗੇ, ਨੌਜਵਾਨ ਨਾਲ ਸੀਗੇ। 72 ਘੰਟੇ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ। ਸਾਧ ਸੰਗਤ ਜੀ, ਟੈਂਕਾਂ ਦੇ ਖਿਲਾਫ ਕੋਈ ਖੜ ਨਹੀਂ ਸਕਦਾ, ਪਰ ਇਹ ਸੂਰਮਿਆਂ ਨੇ ਟੈਂਕਾਂ ਨੂੰ ਵੀ ਨਾਸ਼ ਕਰਤਾ। ਇਹੋ ਜਿਹੀ ਵਿਉਂਤਬੰਦੀ ਬਣਾਈ ਕਿ ਜਿਹੜੀ ਫੌਜ ਅੰਦਰ ਆਉਂਦੀ ਸੀ ਉਹ ਡਿੱਗਦੀ ਡਿੱਗਦੀ ਜਾਂਦੀ ਸੀ, ਔਰ ਅੰਤ ਦੇ ਵਿੱਚ ਮੂੰਹ ਹਿੰਦੁਸਤਾਨ, ਇੰਡੀਆ ਦਾ ਕਾਲਾ ਹੋ ਗਿਆ। ਜਿੰਨੇ ਉੱਥੇ ਫੌਜ ਦੀਆਂ ਲਾਸ਼ਾਂ ਪਈਆਂ ਸੀ, ਇੰਦਰਾ ਗਾਂਧੀ ਨੂੰ ਕਿਸੇ ਤਰ੍ਹਾਂ ਵੀ ਉਸ ਨੂੰ ਗਸ਼ਾਂ ਪੈਂਦੀਆਂ ਸੀ ਕਿ ਜੇ ਲਾਸ਼ਾਂ ਨੂੰ, ਫੌਜ ਦੀਆਂ ਨੂੰ ਬਾਹਰ ਕੱਢਦੇ ਆ ਤਾਂ ਫੇਰ ਸਾਡੀਆਂ ਫੌਜਾਂ ਦੇ ਵਿੱਚ ਬਗਾਵਤ ਹੋ ਜੂਗੀ ਔਰ ਸਿੱਖਾਂ ਦੀ ਚੜ੍ਹਦੀ ਕਲਾ ਹੋ ਜੂਗੀ। ਫਿਰ ਇੰਦਰਾ ਗਾਂਧੀ ਨੇ ਰਾਤ ਨੂੰ ਟਰੱਕਾਂ ਦੇ ਵਿੱਚ ਲਿਜਾ ਕੇ ਹਵਾਈ ਅੱਡੇ ਦੇ ਉੱਤੇ ਲੈ ਕੇ ਹਵਾਈ ਅੱਡਿਆਂ ਦੇ ਵਿੱਚ, ਹਵਾਈ ਜਹਾਜ਼ਾਂ ਦੇ ਵਿੱਚ ਲੱਦ ਕੇ ਲਦਾਖ ਦੇ ਵਿੱਚ ਜਾ ਕੇ ਫੂਕੀਆਂ। ਸੋ ਸਾਧ ਸੰਗਤ ਜੀ, ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਤੁਸੀਂ ਕੋਈ ਇਹੋ ਜਿਹੀ ਬਾਗ ਦੀ ਮੂੜੀ ਨਹੀਂ ਹੋ ਜਿਹੜਾ ਕਿ ਅਸੀਂ, ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਹੋ ਜਿਹੀ ਲੜਾਈ ਲੜੇ ਹੈ ਤੇ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਉਸ ਨੂੰ ਲਗਾਤਾਰ ਨਹੀਂ ਚਲਾ ਸਕਦੇ। ਬਿਲਕੁਲ ਚਲਾਵਾਂਗੇ। ਔਰ ਇਹ ਲੜਾਈ ਸਾਰਾਗੜੀ ਦੀ ਲੜਾਈ ਵੀ ਹੋਈ ਹੈ, ਜਿੱਥੇ ਅਫਗਾਨੀਆਂ ਦੇ ਨਾਲ ਸਿੱਖਾਂ ਦੀ ਪਲਟਨ ਨੇ ਅੰਤਮ ਸਿੱਖ ਜਿੰਨੇ ਵੀ ਸੀਗੇ, ਅੰਤਮ ਸਿੱਖ ਜਿੰਨਾ ਚਿਰ ਸ਼ਹੀਦ ਨਹੀਂ ਹੋਇਆ, ਉਸ ਨੇ ਆਪਣਾ ਮੋਰਚਾ ਬੰਦ ਨਹੀਂ ਛੱਡਿਆ। ਪਰ ਸਾਰਾਗੜੀ ਦੀ ਲੜਾਈ ਦੇ ਵਿੱਚ
ਬਰਤਾਨੀਆ ਦੀ ਹੁਕੂਮਤ ਉਹ ਸਿੱਖ ਪਲਟਨ ਦੇ ਪਿੱਛੇ ਖੜੀ ਸੀ। ਬਰਤਾਨੀਆ ਦਾ ਸਾਰਾ ਅਸਲਾ ਉਹਨਾਂ ਦੇ ਕੋਲੇ ਸੀ। ਬਹਾਦਰੀ ਸਿੱਖਾਂ ਦੀ ਸੀ, ਪਿੱਛੇ ਤਾਕਤ ਬਰਤਾਨੀਆ ਹੁਕੂਮਤ ਦੀ ਸੀ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਦੇ ਕੋਲੇ ਕੋਈ ਤਾਕਤ ਕਿਸੇ ਦੁਨੀਆ ਦੀ ਨਹੀਂ ਸੀ। ਖੁਦ ਆਪਣੇ ਪੈਰਾਂ ਤੇ ਵਾਹਿਗੁਰੂ ਦਾ ਨਾਮ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੇ ਲੜੇ ਹੈ, 72 ਘੰਟੇ ਲੜੇ ਹੈ। ਤੇ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਤੇ ਅਕਾਲ ਤਖਤ ਦੇ ਦਰਮਿਆਨ ਦੋ ਆਪਣੇ ਨਿਸ਼ਾਨ ਸਾਹਿਬ ਹੈ, ਉੱਥੇ ਲੜਦੇ ਲੜਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ਼ਹਾਦਤ ਦਿੱਤੀ ਹੈ। ਉਹਨਾਂ ਦੀ ਸ਼ਹਾਦਤ ਦੇ ਵਿੱਚ ਇੰਨਾ ਜੋਸ਼ ਸੀ ਕਿ ਸੀਨੇ ਦੇ ਉੱਤੇ 72 ਗੋਲੀਆਂ ਲੱਗੀਆਂ ਸੀ। ਔਰ ਫਿਰ ਇੱਕ ਪਾਕਿਸਤਾਨ ਦਾ ਲਿਖਾਰੀ ਲਿਖਦਾ ਕਿ ਪਾਕਿਸਤਾਨ ਦੀ ਲੜਾਈ ਹਿੰਦੁਸਤਾਨ ਦੀ ਫੌਜ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹੋਈ ਸੀ। ਪਾਕਿਸਤਾਨ ਦੇ ਜਰਨੈਲ ਦਾ ਨਾਂ ਸੀ ਜਨਰਲ ਨਾਜ਼ੀ। ਉਹ ਪਾਕਿਸਤਾਨ ਲਿਖਾਰੀ ਕਹਿੰਦਾ ਕਿ ਜੇ ਸਾਡੇ ਜਰਨੈਲ ਜਿਹੜਾ ਹਿੰਦੁਸਤਾਨ ਦੀ ਫੌਜ ਦੇ ਖਿਲਾਫ ਲੜਿਆ, ਉਹਦੀ ਚੀਚੀ ਤੇ ਥੋੜਾ ਜਿਹਾ ਕੱਟ ਲੱਗ ਜਾਂਦਾ, 2 ਤੁਬਕੇ ਡਿੱਗ ਜਾਂਦੇ, ਤੇ ਅਸੀਂ ਸਮਝਦੇ ਹਾਂ ਕਿ ਸਾਡਾ ਜਰਨੈਲ ਹਿੰਦੁਸਤਾਨ ਦੀ ਫੌਜ ਦੇ ਨਾਲ ਲੜਿਆ। ਪਰ ਅਖੀਰ ਦੇ ਵਿੱਚ ਉਹ ਲਿਖਾਰੀ ਪਾਕਿਸਤਾਨੀ ਕਹਿੰਦਾ ਜਰਨੈਲ ਦਾ ਜਰਨੈਲ ਉਹ ਸੀ ਜਰਨੈਲ ਸਿੰਘ ਭਿੰਡਰਾਂਵਾਲਾ ਜਿਹਦੀ ਛਾਤੀ ਦੇ ਵਿੱਚ 72 ਗੋਲੀਆਂ ਲੱਗੀਆਂ ਤਾਂ ਜਾ ਕੇ ਉਹਨੇ ਮੋਰਚਾ ਛੱਡਿਆ। ਸੋ ਸਾਧ ਸੰਗਤ ਜੀ, ਆਪਾਂ ਮਾੜੇ ਨਹੀਂ ਹੈ। ਬੇਸ਼ੱਕ ਸਾਨੂੰ ਗੁਲਾਮੀ ਦਾ ਅਹਿਸਾਸ ਕੀਤਾ ਜਾਂਦਾ ਹੈ। ਬਰਗਾੜੀ ਦਾ ਮੋਰਚਾ ਅੱਜ 560 ਦਿਨ ਤੋਂ ਅਮਨ ਪ੍ਰਸੰਨ ਤਰੀਕੇ ਦੇ ਨਾਲ ਚੱਲ ਰਿਹਾ ਹੈ। ਨਵਾਂ ਮੋਰਚਾ ਮੁਹਾਲੀ ਦੇ ਵਿੱਚ ਚੱਲ ਰਿਹਾ ਹੈ। ਉੱਥੇ ਵੀ ਹਕੂਮਤ ਨੇ ਜ਼ਿਆਦਤੀ ਕੀਤੀ ਹੈ, ਸਾਡੇ ਲੀਡਰਾਂ ਦੇ ਉੱਤੇ ਕੇਸ ਪਾਤੇ ਹੈ। ਮੈਂ ਸਮਝਦਾ ਕਿ ਮੋਦੀ ਸਾਹਿਬ ਨੂੰ, ਸੈਂਟਰ ਨੂੰ ਹੁਣ ਟਾਈਮ ਆ ਗਿਆ ਕਿ ਮੇਜ਼ ਦੇ ਉੱਤੇ ਆ ਕੇ ਗੱਲਬਾਤ ਕਰਕੇ ਇਹ ਸਾਰਾ ਕੁਝ ਨਿਬੇੜਨਾ ਹੈ। ਸਿੱਖਾਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਡੇ ਸਿੰਘ ਬਰਗਾੜੀ ਦੇ ਵਿੱਚ ਉੱਥੇ ਕਿਉਂ ਸ਼ਹੀਦ ਹੋਏ, ਬਰਗਾੜੀ ਤੇ ਦੂਜੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਰਸੇ ਸਾਥ ਨੇ ਕਿਉਂ ਕੀਤੀਆਂ, ਔਰ ਬਾਦਲ ਹਕੂਮਤ ਨੇ ਗੋਲੀ ਕਿਉਂ ਚਲਾਈ। ਸਮੇਤ ਸਿੰਘ ਸੈਣੀ ਜੋ ਡੀਜੀਪੀ ਸੀ, ਇਹ ਗੱਲਾਂ ਸਾਰੀਆਂ ਬਾਹਰ ਨਿਕਲ ਕੇ ਆਉਣੀਆਂ ਚਾਹੀਦੀਆਂ। ਦਿਨ ਬ ਦਿਨ ਸਿੱਖਾਂ ਦੇ ਹਾਲਾਤ ਵਿਗੜਦੇ ਜਾਂਦੇ ਹੈ। ਪਰ ਦਿੱਲੀ ਦੀ ਹਕੂਮਤ, ਆਸਟ੍ਰੇਲੀਆ ਦੀ ਹਕੂਮਤ, ਕੈਨੇਡਾ ਦੀ ਹਕੂਮਤ ਨੂੰ ਚਿੱਠੀਆਂ ਲਿਖ ਰਹੀ ਹੈ ਕਿ ਇੱਥੇ ਸਿੱਖ ਖਾਲਿਸਤਾਨ ਦਾ ਪ੍ਰਚਾਰ ਕਰ ਰਹੇ ਹੈ। ਮੇਰਾ ਮਤਲਬ ਹੈ ਸੈਂਟਰ ਦੀ ਸਰਕਾਰ ਨੂੰ, ਕਿਸੇ ਦੇਸ਼ ਦੀ ਹਕੂਮਤ ਨੂੰ ਸਿੱਖਾਂ ਦੇ ਖਿਲਾਫ ਚਿੱਠੀਆਂ ਲਿਖਣ ਦੀ ਕੰਮ ਨਹੀਂ ਹੈ। ਤੁਸੀਂ ਮੇਜ਼ ਤੇ ਆ ਕੇ ਬੈਠੋ। ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਅਮਨ ਪਸੰਦ ਤਰੀਕੇ ਦੇ ਵਿੱਚ ਮੀਟਿੰਗਾਂ ਕਰ ਰਹੇ ਹੈ ਕਿ ਅਸੀਂ ਵੋਟਾਂ ਪਾਉਣੀ ਹੈ। ਜਿਵੇਂ ਸਰਦਾਰ ਮਾਨ ਸਿੰਘ ਤੁਹਾਨੂੰ ਦੱਸ ਕੇ ਗਏ ਹੈ ਕਿ ਇਹ ਇੰਡੀਆ ਦੇ ਕਾਨੂੰਨ ਦੇ ਵਿੱਚ ਵੀ ਹੈ ਤੇ ਯੂਐਨਓ ਦੇ ਕਾਨੂੰਨ ਦੇ ਵਿੱਚ ਵੀ ਹੈ। ਸੋ ਇਹਦੇ ਵਿੱਚ
ਕੋਈ ਇਹੋ ਜੀ ਗੱਲ ਸਿੱਖ ਨਹੀਂ ਕਰਦੇ ਜਿਹੜੀ ਕਾਨੂੰਨ ਦੇ ਬਾਹਰ ਹੋਏ। ਮੈਂ ਅੱਜ ਆਪ ਜੀ ਦੇ ਨਾਲ ਸਾਰੀਆਂ ਗੱਲਾਂ ਕਰ ਰਹੇ ਹਾਂ। ਪਾਰਲੀਮੈਂਟ ਦੇ ਵਿੱਚ ਵੀ SGPC ਦੇ ਇਲੈਕਸ਼ਨ ਜਿਹੜੇ 12 ਸਾਲ ਤੋਂ ਹਕੂਮਤ ਨਹੀਂ ਕਰਾ ਰਹੀ ਉਹਦੀ ਗੱਲ ਕੀਤੀ ਹੈ। ਜਿਹੜੇ ਸਿੱਖ ਆਪਣਾ ਭਾਈ ਦੀਪ ਸਿੰਘ ਸਿੱਧੂ ਤੇ ਮੂਸੇਵਾਲ ਨੂੰ ਨਜਾਇਜ਼ ਮਾਰਤਾ, ਇਹਦੀ ਮੈਂ ਕਿਹਾ ਇਹਦੀ ਉੱਚ ਪੱਧਰ ਦੀ ਤਫਤੀਸ਼ ਹੋਣੀ ਚਾਹੀਦੀ ਹੈ। ਦੂਸਰੇ ਜਿਹੜੇ ਸਿੱਖ ਬਰਗਾੜੀ ਦੇ ਮੋਰਚੇ 'ਚ ਮਾਰੇ ਗਏ ਹੈ ਉਹਨਾਂ ਦੇ ਮੁਲਜ਼ਮਾਂ ਨੂੰ ਅੰਦਰ ਦਿੱਤਾ ਜਾਣਾ ਚਾਹੀਦਾ। ਸਾਰੀਆਂ ਗੱਲਾਂ 328 ਸਰੋਪ ਮਹਾਰਾਜ ਦੇ SGPC ਨੇ ਵੇਚਦੇ ਹੈ। ਕੀ ਕੀਤਾ ਉਹਦੀ ਦਰਿਆਫਤ ਹੋਣੀ ਚਾਹੀਦੀ ਹੈ। ਜਿਹੜੇ ਕਿਸਾਨਾਂ ਦੀ ਗੱਲ ਹੈ, MSP ਦੀ ਗੱਲ ਹੈ, ਜਿਹੜੀ ਖਾਦ ਤੇ ਯੂਰੀਏ ਦੇ ਉੱਤੇ ਘੱਟ ਉਹਨਾਂ ਨੇ ਗਵਰਨਮੈਂਟ ਨੇ ਸਬਸਿਡੀ ਦੇਣੀ ਸੀ ਉਹ ਐਤਕੀ ਕੱਟ ਦਿੱਤੀ ਹੈ। ਔਰ ਜਿਹੜੇ ਘੱਟ ਗਿਣਤੀਆਂ ਉਹਨਾਂ ਦਾ ਬਜਟ ਦੇ ਵਿੱਚ ਪੈਸਾ ਘਟਾਤਾ। ਨਰੇਗਾ ਦੀ ਗੱਲ ਕੀਤੀ ਹੈ ਕਿ ਜੇ ਨਰੇਗਾ ਦੇ ਵਿੱਚ ਤੁਸੀਂ ਪੈਸਾ ਕੱਢ ਦਿੰਦੇ ਹੋ ਤੇ ਜਿਹੜਾ ਸਾਡਾ ਗਰੀਬ ਵਰਗ ਹੈ ਉਹ ਕਿੱਥੋਂ ਖਾਊ ਪੀਊਗਾ। ਇਹ ਸਾਰੀਆਂ ਚੀਜ਼ਾਂ BJP ਦੀ ਸਰਕਾਰ ਨੂੰ ਪਾਰਲੀਮੈਂਟ ਦੇ ਵਿੱਚ ਕਹੀਆਂ ਕਿ 32 ਸਾਲਾਂ ਤੋਂ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ। ਪਰ ਗੁਜਰਾਤ ਦੇ ਵਿੱਚ ਜਦੋਂ ਮੋਦੀ ਸਾਹਿਬ BJP ਨੇ ਮੁਸਲਮਾਨਾਂ ਦੀ ਕਤਲੇਆਮ ਕੀਤੀ ਹੈ, ਬੀਬੀ ਬਾਣੋ ਇੱਕ ਸ਼ਰੀਫ ਬੀਬੀ ਸੀ, ਉਹਦੇ ਉੱਤੇ ਬਲਾਤਕਾਰ ਕੀਤਾ, ਉਹਦੇ ਰਿਸ਼ਤੇਦਾਰਾਂ ਨੂੰ ਕਤਲ ਕਰਤਾ। ਮੈਂ ਕਿਹਾ ਕਿ ਉਹਨਾਂ ਨੂੰ ਤੁਸੀਂ ਆਪਣੀ ਉਮਰ ਕੈਦ ਤੋਂ ਕਢਾ ਕੇ 15 ਅਗਸਤ ਜਿਸ ਨੂੰ ਤੁਸੀਂ ਕਹਿੰਦੇ ਹੋ ਆਜ਼ਾਦੀ ਦਾ ਦਿਨ ਹੈ, ਉਸ ਦਿਨ ਜੇਲਾਂ ਤੋਂ ਤੁਸੀਂ ਉਹਨਾਂ ਨੂੰ ਮਾਫੀ ਦੇ ਕੇ ਕੱਢਤਾ। ਮੈਂ ਪੁੱਛਿਆ ਕਿ 15 ਅਗਸਤ ਤੁਸੀਂ ਕਹਿੰਦੇ ਹੋ ਕਿ ਆਜ਼ਾਦੀ ਦਾ ਦਿਵਸ ਹੈ, ਫਿਰ 15 ਅਗਸਤ BJP ਤੇ RSS ਦੇ ਲਈ ਲੁੱਟੇ ਬਦਮਾਸ਼ਾਂ ਕਾਤਲਾਂ ਬਲਾਤਕਾਰੀਆਂ ਨੂੰ ਛੱਡਣ ਦਾ ਦਿਨ ਹੈ। ਸਾਫ਼ ਕਹਿਤਾ। ਅੱਜ ਸਾਰੇ ਦੇਸ਼ ਦੇ ਵਿੱਚ ਹਲਚਲ ਮੱਚੀ ਹੋਈ ਹੈ। ਜਿਹੜੀ ਮੈਂ ਨਵੀਂ ਚੀਜ਼ ਦੇਖੀ ਪਾਰਲੀਮੈਂਟ ਦੇ ਵਿੱਚ, ਪਹਿਲੀ ਵਾਰੀ ਜਿਹੜਾ ਮੁਸਲਮਾਨ ਆਪਣੇ ਆਪ ਨੂੰ ਦਬਲਿਆ ਕੁਚਲਾ ਸਮਝਦਾ ਸੀ, ਇੱਕ ਮੈਂਬਰ ਪਾਰਲੀਮੈਂਟ ਮੁਸਲਮਾਨ ਨੇ ਉੱਥੇ ਕਿਹਾ ਕਿ ਸਾਡੇ ਉੱਤੇ ਹਿੰਦੂਤਵਾ ਤੇ BJP RSS ਸਰਕਾਰ ਜ਼ੁਲਮ ਕਰਦੀ ਹੈ। ਅਖੀਰ ਦੇ ਵਿੱਚ ਉਹਨਾਂ ਦੇ ਵਿੱਚ ਇੰਨਾ ਹੌਸਲਾ ਮੈਂ ਦੇਖਿਆ, ਉਹ ਮੁਸਲਮਾਨ ਲੀਡਰਾਂ ਨੇ ਕਿਹਾ ਅਸੀਂ ਮੁਸਲਮਾਨ ਹਾਂ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸੋ ਸਾਧ ਸੰਗਤ ਜੀ, ਦੁਨੀਆ 'ਚ ਘੱਟ ਗਿਣਤੀਆਂ ਉੱਤੇ ਉੱਠ ਰਹੀਆਂ। ਇਹ ਜ਼ੁਲਮ ਦੇ ਖਿਲਾਫ ਆਪਾਂ ਸਾਰਿਆਂ ਨੇ ਲੜਾਈ ਕੀਤੀ ਹੈ। 40 ਸਾਲ ਹੋ ਗਏ ਹੈ, ਪਰ ਅਸੀਂ ਆਪਣੇ ਨਿਸ਼ਾਨ ਸਾਹਿਬਾਂ ਨੂੰ ਥੱਲੇ ਨਹੀਂ ਹੋਣ ਦਿੱਤਾ। ਬੇਸ਼ੱਕ ਮੈਨੂੰ ਟਾਈਮ ਨਹੀਂ ਦਿੰਦੇ ਪਾਰਲੀਮੈਂਟ ਦੇ ਵਿੱਚ, ਤਾਂ ਵੀ ਮੈਂ ਉੱਥੇ
12-12 घंटे बैठ के मसा अपना 5 मिनट का टाइम लिया, पर सारिया गल्लां ਜਿਹੜੀਆਂ ਸਾਨੂੰ ਤਕਲੀਫ ਦਿੰਦੀਆਂ ਉਹਨਾਂ ਨੂੰ ਉੱਥੇ ਜ਼ਾਹਰ ਕਰਤਾ। मैं ये भी कहा कि रूस ने यूक्रेन के उत्ते हमले किए है, रूस ने यूक्रेन की धरती नप ली है, ते हिंदुस्तान की सरकार रूस ने जो जबर है उसके खिलाफ बोली नहीं, जिसका मतलब है कि जिहड़ा इंडिया ने 1962, 1920, 2020, 2022 ਦੇ ਵਿੱਚ लद्दाख ਤੇ ਨੀਫਾ ਦੀ ਧਰਤੀ ਚੀਨ ਨੂੰ ਦੇ ਦਿੱਤੀ ਹੈ। ਇਹਦਾ ਮਤਲਬ ਹੈ ਕਿ ਹਿੰਦੁਸਤਾਨ ਦੀ ਸਰਕਾਰ ਮੰਨਦੀ ਹੈ ਕਿ ਇਹ ਜਾਇਜ਼ ਦਿੱਤੀ ਗਈ ਹੈ। ਮੈਂ ਇਹ ਵੀ ਪੁੱਛਿਆ ਕਿ ਇੱਕ ਪਾਸੇ ਸਰਕਾਰਾਂ ਫੌਜਾਂ चीन ते हिंदुस्तान दियां स्कीनां खिंची फिरदियां संगीनां, दूजे पासे तुसी चीन दे नाल वपार कर रहे हो। ये शर्म की गल है कि कोई भी इज्जतदार मुल्क जिहदी धरती लुटी जाई होवे वो वपार नहीं करदा हुंदा। अज 100 बिलियन डॉलर का व्यापार दे विच इंडिया घाटा खा रही है, पर पता नहीं क्यों उहदे नाल व्यापार हो रहा है। ये जिन्ने भी गुजराती है ये की करते हैं, ये चीन के व्यापारियों तो जे 100 रुपए का माल है ये लिखा लेंदे है कि असी तो उथों दिता 100 रुपया हुंदा, लिखा लेंदे है कि असी 50 रुपए लिख दो कि 50 रुपए का लिता। इत्थे आके जिहड़ी ड्यूटी लगनी है, टैक्स लगना, वो फिर 50 रुपए का ला लाउंदे है। ये गुजरातियां ने जिहड़े व्यापारी है कि यह वफादार है हिंदुस्तान नूं, ये मैनूं दसना चाहिए कि की कर रहे है कि अपने देश नूं पैसे दे लई तुसी बेच नहीं रहे। ये सारिया चीज़ां साध संगत जी तुहाडे सामने कीती है। मैं कहा सुप्रीम कोर्ट दे विच कोई सिख जज नहीं, जिन्नियां भी इंडिया दे विच हाई कोर्टां हैगियां उत्थे कोई सिख चीफ जस्टिस नहीं है। इलैक्शन कमीशन दे विच कोई सिख नहीं है, जरनैलां दे विचों कोई सिख नहीं है। बेशक हवाई फौज होए, जल फौज होए, फौज होए, सिखा नूं खुडे ला के रखे है, बिल्कुल शब्दों दे विच कहा है। और साथ संगत जी अगे पानिया दे बारे कि ये पानिया दा हक साडे पंजाब नूं है। साडे पंजाब दे विचों दराज जांदे है ते कानून रिपेरियन ते इंटरनेशनल कानून की है कि जेड़े सूबे दे विचों नदी लंघदी है उस सूबे का हक उन्हां पानियां दे उत्ते हुंदा है। साडा पानी जबर दे नाल तुसी राजस्थान, हरियाणे ते दिल्ली नूं दे रहे हैं। कदे तुसी जाके देखियो राजस्थान नूं किन्नियां नहरां जांदियां, 3 दरियावां दे पानी रावी दे, ब्यास दे, सतलुज दे तरह तरह है। सारा पानी वो लोगों नूं जा रहा है जिहड़े साडे खिलाफ वोटां पाउंदे है, जिहड़े साडे उत्ते शहादत कराउंदे है। वोटां पा के अपने MP बना के ते पार्लियामेंट दे विच सिखां नूं अपनी जायज़ स्थान नहीं दे रहे। ये सारिया चीज़ां उत्थे पेश कीतियां गई है, कोई चीज मैं लुकाउण की कोशिश नहीं की है। फिर गुरजीत सिंह दे बारे बोलिया, फिर
ਕਿਸ਼ਨ ਭਗਵਾਨ ਸਿੰਘ ਦੇ ਬਾਰੇ ਬੋਲਿਆ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀ ਹੈ ਬਰਗਾੜੀ ਦੇ ਵਿੱਚ। ਤੇ ਇਹ ਵੀ ਲਿਖਿਆ ਕਿ 2013 ਦੇ ਵਿੱਚ ਗੁਜਰਾਤ ਦੇ ਵਿੱਚ ਮੋਦੀ ਹਕੂਮਤ ਸੀ। ਮੋਦੀ ਹਕੂਮਤ ਨੇ 2013 ਦੇ ਵਿੱਚ 60,000 ਸਿੱਖ ਜ਼ਿਮੀਂਦਾਰ ਆਪਣੀਆਂ ਜ਼ਮੀਨਾਂ ਆਪਣੇ ਘਰਾਂ ਤੋਂ ਬੇਗਨਾ ਕਰਤੇ ਹੈ। ਮੈਂ ਕਿਹਾ ਕਿ ਮੋਦੀ ਸਾਹਿਬ, ਇਹਨਾਂ ਦਾ ਫੈਸਲਾ ਤੁਹਾਨੂੰ ਕਰਨਾ ਪਊਗਾ। 60,000 ਸਿੱਖ ਜ਼ਿਮੀਂਦਾਰ ਤੁਸੀਂ ਕਿਵੇਂ ਆਪਣੀਆਂ ਜ਼ਮੀਨਾਂ ਤੋਂ, ਆਪਣੇ ਘਰਾਂ ਤੋਂ ਬੇਘਰ ਬੇਜ਼ਮੀਨ ਬਣਾਤੇ ਹੈ। ਅਡਵਾਨੀ ਤੇ ਅੰਬਾਨੀ ਨੂੰ ਇਹਨਾਂ ਦੀਆਂ ਜ਼ਮੀਨਾਂ ਦੇਤੀਆਂ। ਚਿੱਟੇ ਸ਼ਬਦਾਂ ਦੇ ਵਿੱਚ ਕਿਹਾ ਹੈ। ਤੋ ਸਾਧ ਸੰਗਤ ਜੀ, ਮੈਂ ਆਪ ਨੂੰ ਬੇਨਤੀ ਕਰਦਾ ਕਿ ਬਰਗਾੜੀ ਦੇ ਵਿੱਚ ਵੀ ਮੋਰਚਾ ਚੱਲਦਾ ਹੈ। ਉੱਥੇ ਜਸਕਰਨ ਸਿੰਘ ਜੀ ਤੇ ਸਾਰੇ ਰਲ ਕੇ ਚਲਾ ਰਹੇ ਹੈ ਔਰ ਇਹ ਮੋਰਚਾ ਚੱਲਦਾ ਰਹੂਗਾ। ਤੇ ਲਤੀਫਪੁਰੇ ਦੇ ਵਿੱਚ ਜਿਹੜੇ ਘਰ ਉਜਾੜੇ ਹੈ, ਇਸ ਆਮ ਪਾਰਟੀ ਦੀ ਸਰਕਾਰ ਨੇ ਉੱਥੇ ਵਾਪਸ ਦੇਣੇ ਪੈਣਗੇ। ਇਹ ਸਾਡੀ ਮਜਬੂਰੀ ਹੈ। ਫਿਰ ਪਾਕਿਸਤਾਨ ਦੇ ਕੋਲੇ ਪਰਮਾਣੂ ਹਥਿਆਰ ਹੈ, ਹਿੰਦੁੱਤਵਾ ਦੇ ਕੋਲੇ, ਇੰਡੀਆ ਦੇ ਕੋਲੇ ਪਰਮਾਣੂ ਹਥਿਆਰ ਹੈ, ਕਾਮਰੇਡ ਚੀਨ ਦੇ ਕੋਲੇ ਪਰਮਾਣੂ ਹਥਿਆਰ ਹੈ। ਜਿੱਥੇ ਪਰਮਾਣੂ ਹਥਿਆਰਾਂ ਦੀ ਲੜਾਈ ਹੋ ਜੇ, ਕਿੰਨੀਆਂ ਪੁਸ਼ਤਾਂ ਔਲਾਦ ਨਹੀਂ ਹੁੰਦਾ, ਤਬਾਹ ਕਰ ਦਿੰਦੇ ਆ। ਸਾਡੀ ਅਕਾਲੀ ਦਲ ਅੰਮ੍ਰਿਤਸਰ ਦੀ ਮੰਗ ਹੈ ਕਿ ਪਾਕਿਸਤਾਨ, ਹਿੰਦੁਸਤਾਨ ਤੇ ਚੀਨ ਦੇ ਵਿਚਾਲੇ ਇੱਕ ਅਲੱਗਾ ਮੁਲਕ ਸਿੱਖਾਂ ਦੇ ਲਈ ਬਣਾਇਆ ਜਾਵੇ, ਖਾਲਿਸਤਾਨ, ਜਿਹਦੇ ਨਾਲ ਦੁਨੀਆ ਦੇ ਵਿੱਚ ਅਮਨ ਰਹੂਗਾ। ਇਹ ਇੱਕ ਦੂਜੇ ਦੇ ਨਾਲ ਭਿੜ ਨਹੀਂ ਸਕਣਗੇ, ਕਿਉਂ ਕਰਕੇ ਵਿੱਚ ਖਾਲਿਸਤਾਨ ਆ ਜਾਊਗਾ। ਔਰ ਖਾਲਿਸਤਾਨ ਦੀ ਦੁਸ਼ਮਣੀ ਨਾ ਕਿਸੇ ਕੋਲੇ ਹੈ, ਨਾ ਸਾਡੀ ਹੈਗੀ ਹੈ ਕਿਸੇ ਕੋਲੇ। ਸੋ ਮੈਂ ਹੁਣ ਆਪ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਜਿਹੜਾ ਤੁਸੀਂ ਇੱਥੇ ਆਏ ਹੋ ਔਰ ਮਹੌਲੀ ਦੇ ਮੋਰਚੇ, ਬਰਗਾੜੀ ਦੇ ਮੋਰਚੇ ਦੇ ਵਿੱਚ ਆਪਾਂ ਨੂੰ ਪੂਰੀ ਇਮਦਾਦ ਕਰਨੀ ਪਊਗੀ। पंद्रह फरवरी ਨੂੰ ਭਾਈ ਦੀਪ ਸਿੰਘ ਸਿੱਧੂ ਦਾ ਭੋਗ ਪੈ ਰਿਹਾ ਹੈ ਮਾਨ ਚੌਂਕੀ ਦੇ ਵਿੱਚ। ਹਰਿਆਣੇ ਦੇ ਵਿੱਚ ਸਾਡੇ ਪ੍ਰਧਾਨ ਵਿਰਕ ਸਾਹਿਬ, ਜਿੱਥੇ ਦੀਪ ਸਿੰਘ ਸਿੱਧੂ ਨੇ ਅੰਤਮ ਆਪਣਾ ਸਰੀਰ ਛੱਡਿਆ ਸੀ ਦਿੱਲੀ ਦੀ ਜੀਟੀ ਰੋਡ ਤੇ, ਉੱਥੇ ਸਾਡੀ ਪਾਰਟੀ ਭੋਗ ਪਾ ਰਹੀ ਹੈ। ਫਿਰ ਉਹਦੇ ਕਰਨ ਦੇ ਵਿੱਚ ਸਰਦਾਰ ਪਰਮਿੰਦਰ ਸਿੰਘ, ਗੁਰਸੇਵਕ ਸਿੰਘ, ਮਾਨਸਾ ਦੇ ਜਥੇਦਾਰ, ਬਠਿੰਡੇ ਦੇ ਜਥੇਦਾਰ ਬਚੂਆਣਾ ਸਾਹਿਬ, ਇਹ ਅਕਲਾ ਸਾਹਿਬ, ਇਹ ਸਾਰੇ ਉੱਥੇ ਉਹਦੇ ਕਰਨ ਜਿਹੜਾ ਦੀਪ ਸਿੰਘ ਦਾ ਜੱਦੀ ਪਿੰਡ ਹੈ ਉੱਥੇ ਅਰਦਾਸ ਕਰਨਗੇ। ਬਸ ਤੇ 19 ਫਰਵਰੀ ਨੂੰ ਬੁੱਧ ਸਿੰਘ ਵਾਲੇ ਭੋਗ ਪਊਗਾ। ਇੱਥੇ ਸਾਡੀ ਪਾਰਟੀ
सारी शमूलियत करूगी। मैं आनंदपुर साहब होले महल्ले ते तुहाडे दर्शन करांगा। उत्थे 10वें पातशाह दा हुक्म है, जिहड़े सिख आस ला के उत्थे आउणगे ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨਗੇ। ਸਰਦਾਰ ਉਪਕਾਰ ਸਿੰਘ ਸੰਧੂ ਸਾਡੀ ਪਾਰਟੀ ਦੇ ਵਿੱਚ ਬੜੇ ਕੁਰਬਾਨੀ ਵਾਲੇ ਸਿੱਖ ਸ਼ਾਮਲ ਹੋਏ ਹੈ। ਉਹਨਾਂ ਨੂੰ ਅਸੀਂ PAC ਮੈਂਬਰ ਬਣਾਉਂਦੇ ਹਾਂ। तो साध संगत जी इन्ना ही सी जो अज तुसी इत्थे संत जरनैल सिंह भिंडरांवालियां दे जन्म दिन उत्ते आए हो। जिहड़े लोकां ने इंदिरा गांधी दे नाल रल के साडे सिक्खां ने उत्थे फौजां भेजियां, वो अज शर्मिंदे डुबे होए है, मूँह दिखाउण जोगे नहीं हुंदे। उन्होंने सरकार तो सिपाही ते मशीन गन्नां लईआं होईआं। की जरूरत सी कि अपने कौम के लीडर नूं इस तरह तुसी जरनैल सिंह भिंडरांवालियां नूं घेर के दरबार साहब दे उत्ते टैंक ला के तुसी उन्हां नूं कल्लिआं नूं छड्डता, दरबार साहब दी हत्या कीती। ते मैं साडे जिहड़ी नवीं पार्टी बनी है वारिस पंजाब, उन्हां दे करता धरता अमृतपाल सिंह जी ने शादी करा के गृहस्थधारी है। गुरु का हुक्म है कि सिख गृहस्थ दे विच रहूगा। जे गुरु का हुक्म है, मैं बेनती करदा टकसाल दे मुखी धुम्मा साहब नूं कि तुसीं भी गृहस्थ च आ जाओ। ते देश दे प्राइम मिनिस्टर मोदी साहब नूं भी मैं बेनती करदा कि तुसीं सिखां नूं तां समझदे नहीं है, पर सिखां दा मजहब है गृहस्थ दे विच रहना। मोदी साहब तुसीं भी आ जाओ। सो साध संगत जी, अज सिंह साहब हेड ग्रंथी साहब आ गए है। हरपाल सिंह जी साडे जथेदार साहब, बहुत इन्हां दे कोले ज्ञान है। हुण अरदास होगी, उस तो बाद लंगर लगे हुए है। सारा कुछ तुसी छक के जाना है, ऐ ना होवे कोई भी भुखा जावे। सारा इंतजाम किया है। SCPC का बहुत ऋणी है, जिहड़ा उन्होंने साडी अमदाद की है। जिन्ने दिनों तो संतां दा जन्मदिन मनाया जाता है, आ गोलक है, ये असीं नहीं रखते, ये SCPC के कोले चली जाती है। सो साध संगत जी, गोलक के पैसे दे नाल असीं बिल्कुल कोई तलक नहीं रखते है। सो आस करते हैं कि SCPC के इलेक्शन होण, 2024 के इलेक्शन पार्लीमेंट दे विच जित्तीए, अपनी बहुत गिनती बना के पार्लीमेंट दे विच जाके जिथे असीं अपनी गल कर सकीए। इन्हां शब्दां दे नाल संत जरनैल सिंह भिंडरांवालियां दा शहीदी दे दिवस जन्मदिन मनदे होया आपां नारा लांगे। 3 बारी मैं कहूँगा संत जरनैल सिंह भिंडरांवाले, उदों बाद 3 बारी मैं पूछूंगा सिख कौम की की मंग है, तुसीं कहना खालिस्तान खालिस्तान। हुण मैं संतां दे 3 नारे लाउंदा, संत जरनैल सिंह भिंडरांवाले जिंदाबाद, संत जरनैल सिंह भिंडरांवाले जिंदाबाद,
संत जरनैल सिंह पिंडरांवाले सिख कौम दी की मंग हुण इहो जिहा नारा मारियो जिहदे नाल तुहाडी कब्जी टुट जे। सिख कौम दी की मंग, सिख कौम दी की मंग। वाहिगुरू जी का खालसा, वाहिगुरू जी की फतेह। प्रधान सभा ले आनंद को ओंकार सतगुर प्रसाद आनंद पाया मेरी माए सतगुरु मैं पाया सतगुर ता पाया सहज सेती मन वजियां वादाइयां राग रतन परिवार परियां शब्द गावने आईया शब्दों ता गावो हरि केरा मंजनी वसाया कह नानक आनंद हुआ सतगुरु मैं पाया मन मेरे आ तू सदा रहो हर नाले हर नाल रहो तू मन मेरे दुख सब विसारना अंगीकारो करे तेरा कारज सब सवारना सबना गल्लां समरथ सुआमी सो क्यों मनो विसारे कह नानक मन मेरे सदा रहो हर नाले साचे साहिबा क्या नहीं करती रह करता तेरा सब कुछ है जिस देह सो पावे सदा सिफ्त सलाह तेरी नाम मन वसावे नाम दिन का मन वस्या वाजे शब्द कनेरे कह नानक सच्चे साहिब क्या नहीं करती रह साचा नाम मेरा आधारू साच नाम आधार मेरा जिन भुखा सब गवाइया करशा सुख मनाए वस्या जिन इच्छा सब पूजाइया सदा कुर्बान कीता गुरु विटों जिस दियां वडियाइया कह नानक सुनो संतो शब्द रूप प्यारो साचा नाम मेरा आधारो वाजे पंच शब्द तित कर सुपागै कर सुपागै शब्द वाजे कला जित कर तारिया पंच दूत दुवस